ਜੀ ਅੱਜ ਜਿਹੜਾ ਹੈਗਾ ਮਿਸ਼ਨ ਗ੍ਰਾਮ ਸਭਾ ਦੇ ਜਿਹੜੇ ਹੈਗੇ ਆ ਟੀਮ ਪੰਜਾਬ ਵੱਲੋਂ ਜਿਹੜੇ ਸਾਡੇ ਨਾਲ ਜੁੜੇ ਹੋਏ ਸਾਰੇ ਸਰੋਤੇ ਤੇ ਜਿਹੜੇ ਹੈਗੇ ਆ ਅੱਜ ਕਿਸਾਨਾਂ ਨਾਲ ਜਿਹੜਾ ਵਿਸ਼ਾ ਸਾਡਾ ਹੈਗਾ ਲੈ ਕੇ ਆਏ ਆ ਕੋਆਪਰੇਟਿਵ ਸੋਸਾਇਟੀ ਜਿਹੜਾ ਹੈਗਾ ਉਹਦਾ ਸਾਡੇ ਵਿਕਾਸ ਦੇ ਵਿੱਚ ਕੀ ਯੋਗਦਾਨ ਹੈਗਾ ਉਹਦੇ ਨਾਲ ਸੰਬੰਧਿਤ ਜਿਹੜਾ ਹੈਗਾ ਸਾਰੇ ਪਤਵੰਤਿਆਂ ਦਾ ਤੇ ਜਿਹੜੇ ਹੈਗੇ ਸਾਡੇ ਨਾਲ ਸ਼ਾਮਲ ਜਿਹੜੇ ਹੈਗੇ ਆ ਗੁਰਦੇਵ ਸਿੰਘ ਜੀ ਫਿਰੋਜ਼ਪੁਰ ਤੋਂ ਮਹਿਮਾ ਪਿੰਡ ਤੋਂ ਨੇ ਤੇ ਇੱਕ ਬਲਜੀਤ ਸਿੰਘ ਜੀ ਵੀਰ ਜੀ ਫਤਿਹਗੜ੍ਹ ਤੋਂ ਨੇ। ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਜਿਹੜਾ ਹੈਗਾ ਸਾਡਾ ਅੱਜ ਦਾ ਟੌਪਿਕ ਪਿੰਡਾਂ ਦੇ ਵਿਕਾਸ ਲਈ ਸਹਿਕਾਰੀ ਜਿਹੜੀ ਹੈਗੀ ਹੈ ਸੁਭਾਵਾਂ ਨੂੰ ਸਮਝਣ ਦੀ ਜਿਹੜੀ ਹੈਗੀ ਸਾਨੂੰ ਲੋੜ ਆ ਜਾਂ ਉਹਦੇ ਤੇ ਅਸੀਂ ਜਿਹੜਾ ਹੈਗਾ ਵਿਚਾਰ ਸਾਂਝੇ ਕਰਾਂਗੇ। ਜੇ ਮਤਲਬ ਇਸ ਸੰਬੰਧ ਵਿੱਚ ਕੋਈ ਸਰੋਤਿਆਂ ਨੂੰ ਕੋਈ ਕੁਐਸਚਨ ਜਾਂ ਉਹਨਾਂ ਦੇ ਵਿੱਚ ਕੋਈ ਜਾਣਕਾਰੀ ਜਾਂ ਕੋਈ ਉਹਨਾਂ ਕੋਲ ਹੋਈ ਤਾਂ ਉਹ ਕਮੈਂਟ ਬਾਕਸ ਵਿੱਚ ਸਾਡੇ ਨਾਲ ਸਾਂਝੀ ਕਰ ਸਕਦੇ ਨੇ। ਤੇ ਸਭ ਤੋਂ ਪਹਿਲਾਂ ਮੈਂ ਜਿਹੜਾ ਕੁਐਸਚਨ ਸਰਦਾਰ ਜਿਹੜਾ ਹੈਗਾ ਗੁਰਦੇਵ ਸਿੰਘ ਜੀ ਨੂੰ ਕਰਾਂਗਾ। ਗੁਰਦੇਵ ਸਿੰਘ ਜੀ ਦੀ ਇੰਟਰੋਡਕਸ਼ਨ ਇਹ ਨੇ ਵੀ ਇਹਨਾਂ ਨੇ ਪਹਿਲਾਂ ਆਪਣੇ ਪਿੰਡ ਦੀ ਕੋਆਪਰੇਟਿਵ ਸੋਸਾਇਟੀ ਜਿਹੜੀ ਹੈਗੀ ਆ ਉਹਦੇ 'ਚ 20 ਸਾਲ ਜਿਹੜਾ ਬਤੌਰ EMPLOYE ਕੰਮ ਕੀਤਾ ਹੈ। ਉਸ ਤੋਂ ਬਾਅਦ ਫਿਰ ਇਹ ਲਗਾਤਾਰ ਹੁਣ ਜਿਹੜਾ ਹੈਗਾ ਸੁਸਾਇਟੀ ਦੇ ਵਿੱਚ ਸੈਕਟਰੀ ਵੀ ਨੇ ਤੇ ਜਿਹੜੀ ਇੱਕ ਪੰਜਾਬ ਪੱਧਰੀ ਹੈਗੀ ਹੈ EMPLOYEਜ਼ ਦੀ ਯੂਨੀਅਨ ਬਣੀ ਹੋਈ ਹੈ ਉਹਦੇ ਸਟੇਟ ਦੇ ਪ੍ਰੈਜ਼ੀਡੈਂਟ ਵੀ ਨੇ। ਤੇ ਸਰਦਾਰ ਗੁਰਦੇਵ ਸਿੰਘ ਜੀ ਜਿਹੜਾ ਤੁਸੀਂ ਮਾੜਾ ਜਿਹਾ ਸਾਡੇ ਨਾਲ ਇੰਨੀ ਕੁ ਜਾਣਕਾਰੀ ਸਾਂਝੀ ਕਰੋਗੇ ਵੀ ਆਜ਼ਾਦੀ ਤੋਂ ਬਾਅਦ ਕੋਆਪਰੇਟਿਵ ਸੋਸਾਇਟੀਆਂ ਨੂੰ ਬਣਾਉਣ ਦਾ ਸਰਕਾਰ ਦਾ ਜਿਹੜਾ ਮਕਸਦ ਕੀ ਸੀਗਾ ਵੀ ਕਿਉਂ ਬਣਾਈਆਂ ਗਈਆਂ ਇਹ ਸਾਡੇ ਲਈ? ਰੈਡੀ ਪਰਮਜੀਤ ਜੀ, ਕੋਆਪਰੇਟਿਵ ਦਾ ਮਕਸਦ ਤੇ ਜ਼ਰੂਰਤ ਇਹ ਵਰਲਡ 'ਚ ਪਹਿਲਾਂ ਸਟਾਰਟ ਹੋਈ। ਹਾਂਜੀ, ਉਹਨੂੰ ਦੇਖ ਕੇ ਉਹਦੇ ਨਕਸ਼ੇ ਕਦਮ ਦੇ ਚੱਲਦੇ ਹੋਏ ਸਰਕਾਰ ਵੱਲੋਂ ਇਹ ਮਹਿਸੂਸ ਕੀਤਾ ਗਿਆ ਕਿ ਜਿਵੇਂ ਅਸੀਂ ਆਜ਼ਾਦੀ ਤੋਂ ਬਾਅਦ ਖਿੰਡੇ ਹੋਏ ਆ ਜਾਂ ਅਲੱਗ-ਅਲੱਗ ਕੁਝ ਵੀ ਨਹੀਂ ਕਰ ਸਕਦੇ, ਕੋਆਪਰੇਟਿਵ ਰੂਪ ਦੇ ਵਿੱਚ ਸਾਂਝੇ ਰੂਪ 'ਚ ਜਿਵੇਂ ਆਪਾਂ ਪੁਰਾਣੇ ਸਮਿਆਂ ਦੇ ਵਿੱਚ ਉਹ ਜਿਹਨੂੰ ਆਪਾਂ ਵੰਗਾਰ ਕਹਿੰਦੇ ਸੀ, ਇਕੱਠੇ ਹੋ ਕੇ ਕੋਈ ਕੰਮ ਕਰ ਲੈਣਾ, ਸਾਰੇ ਪਿੰਡ ਦਾ ਕੰਮ ਇੱਕੇ ਦਮ ਖਤਮ ਕਰ ਦੇਣਾ। ਤਾਂ ਉਸੇ ਮਕਸਦ ਨੂੰ ਲੈ ਕੇ ਇਹ ਜ਼ਰੂਰਤ ਪਈ ਕਿ ਸਾਡੇ ਲੋਕਾਂ ਦੀਆਂ ਛੋਟੀਆਂ ਲੋੜਾਂ ਤਾਂ ਉਹਨੂੰ ਪੂਰਾ ਕਰਨ ਲਈ ਕੋਆਪਰੇਟਿਵ ਇਕੱਠੇ ਹੋ ਕੇ ਇਹ ਜਿਹੜੇ ਰੂਰਲ ਏਰੀਏ ਦੀ ਜਿਹੜੀ ਹਾਲਤ ਆ, ਰੂਰਲ ਏਰੀਏ ਦਾ ਜਿਹੜਾ ਸਿਸਟਮ ਆ, ਇਹਨੂੰ ਸੁਧਾਰਿਆ ਜਾ ਸਕਦਾ ਆ। ਇਸ ਕਰਕੇ ਇਸ ਕੋਆਪਰੇਟਿਵ ਸੁਸਾਇਟੀਆਂ ਦਾ ਪਹਿਲਾਂ ਸਮਾਲ ਸਕੇਲ ਤੇ ਫਿਰ ਲਾਰਜ ਸਕੇਲ ਤੇ ਗਠਨ ਕੀਤਾ ਗਿਆ। ਬਹੁਤ ਹੱਦ ਤੱਕ ਉਹ ਮਕਸਦ ਦੇ ਵਿੱਚ ਅਸੀਂ ਸਫਲ ਵੀ ਹੋਏ, ਬਹੁਤ ਹੱਦ ਤੱਕ ਅਸਫਲ ਵੀ ਹੋਏ, ਬਹੁਤ ਸਾਰੀਆਂ ਤਰੁੱਟੀਆਂ ਵੀ ਆ, ਬਹੁਤ ਸਾਰੀਆਂ ਇਹਦੇ 'ਚ ਪਲੱਸ ਪੁਆਇੰਟ ਵੀ ਆ। ਠੀਕ ਹੈ। ਤੇ ਦੂਸਰਾ ਸਾਡੇ ਨਾਲ ਅੱਜ ਵਾਰਤਾਲਾਪ ਕਰਨ ਲਈ ਸਰਦਾਰ ਬਲਜੀਤ ਸਿੰਘ ਭੁੱਟਾ ਜੀ ਫਤਿਹਗੜ੍ਹ ਸਾਹਿਬ ਪਿੰਡ ਸਲੇਮਪੁਰ ਉੱਥੋਂ ਹਾਜ਼ਰ ਹੋਏ ਨੇ। ਤੇ ਇਹਨਾਂ ਦੇ ਬਾਰੇ ਇਹ ਹੈ ਵੀ ਇਹਨਾਂ ਨੇ ਬਹੁਤ ਛੋਟੀ ਉਮਰ ਦੇ ਵਿੱਚ ਜਿਹੜਾ ਹੈਗਾ ਆਪਣੇ ਪਿੰਡ ਦੇ ਵਿੱਚ ਜਿਵੇਂ ਇੱਕ ਯੂਥ ਕਲੱਬ ਹੁੰਦਾ ਬੱਚਿਆਂ ਦਾ ਬਣਾਇਆ ਹੋਇਆ, ਉੱਥੋਂ ਸਫ਼ਰ ਸ਼ੁਰੂ ਕੀਤਾ ਤੇ ਪਿੰਡ ਦੇ ਸਰਪੰਚ ਵੀ ਰਹੇ ਨੇ, ਕੋਆਪਰੇਟਿਵ ਸੋਸਾਇਟੀ ਦੇ ਵਿੱਚ 10 ਸਾਲ ਪ੍ਰਧਾਨ ਵੀ, ਫਿਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ 5 ਸਾਲ ਡਾਇਰੈਕਟਰ ਤੇ 5 ਸਾਲ ਹੀ ਜਿਹੜਾ ਚੰਡੀਗੜ੍ਹ ਕੋਆਪਰੇਟਿਵ ਬੈਂਕ ਪੰਜਾਬ ਦੇ ਡਾਇਰੈਕਟਰ ਰਹੇ ਨੇ। ਤੇ ਫਿਰ ਜਦੋਂ ਜ਼ਿਲ੍ਹਾ ਪ੍ਰੀਸ਼ਦ ਫਤਿਹਗੜ੍ਹ ਸਾਹਿਬ ਦੇ 5 ਸਾਲ ਚੇਅਰਮੈਨ ਰਹੇ ਨੇ ਤੇ ਇਹਨਾਂ ਨੂੰ ਨੈਸ਼ਨਲ ਅਵਾਰਡ ਵੀ ਇਸ ਸੰਬੰਧ ਵਿੱਚ ਮਿਲਿਆ ਹੋਇਆ ਹੈ। ਤੇ ਇਹਨਾਂ ਦੀਆਂ ਪ੍ਰਾਪਤੀਆਂ ਤਾਂ ਇਹ ਆਪ ਹੀ ਦੱਸਣਗੇ ਜਦੋਂ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਥੋੜ੍ਹਾ ਬਰੀਫ ਦੇ ਵਿੱਚ ਵੀ ਅਸੀਂ ਕੀ ਮਹਿਸੂਸ ਕੀਤਾ ਇਹ ਲੰਬੇ ਸਫ਼ਰ ਦੇ ਵਿੱਚ। ਹਾਂਜੀ, ਜਿਹੜਾ ਹੈਗਾ ਗੁਰਦੇਵ ਸਿੰਘ ਜੀ, ਜਿਵੇਂ ਹੁਣ ਆਪਾਂ ਆਉਂਦੇ ਹਾਂ ਵੀ ਇਹ ਮਾਡਲ ਜਿਹੜਾ ਹੈਗਾ ਸਾਨੂੰ ਦਿੱਤਾ ਗਿਆ ਸਰਕਾਰ ਵੱਲੋਂ ਆਜ਼ਾਦੀ ਦੇ ਦੌਰਾਨ ਵੀ ਉਹ ਫਿਰ ਇਹਦਾ ਮਤਲਬ ਰੈਡੀਮੇਡ ਮਾਡਲ ਹੀ ਚੱਕਿਆ ਗਿਆ ਜਾਂ ਕੋਈ ਆਪਣੇ ਲੋੜਾਂ ਨੂੰ ਮੁੱਖ ਰੱਖ ਕੇ ਜਾਂ ਕੀ ਮਕਸਦ ਜਿਹੜਾ ਸੀਗਾ ਸਾਡਾ ਵੀ ਉਸ ਸਮੇਂ ਜਿਹੜਾ ਖਿਲਰਿਆ ਹੋਇਆ ਢਾਂਚਾ ਸੀ ਉਹਨੂੰ ਜਿੱਥੋਂ ਜਿਹੜੀ ਚੀਜ਼ ਮਿਲੀ ਅਸੀਂ ਆਖਿਆ ਵੀ ਇਸ ਤਰ੍ਹਾਂ ਨਾਲ ਸਾਡੀ ਡਿਵੈਲਪਮੈਂਟ ਲਈ ਜੋ ਚੰਗਾ ਲੱਗਿਆ ਵੀ ਉਹ ਸਰਕਾਰ ਦਾ ਮਕਸਦ ਕਿਸਾਨਾਂ ਦਾ ਭਲਾ ਸੀ ਜਾਂ ਆਪਣਾ ਇੱਕ ਐਡਮਿਨਿਸਟ੍ਰੇਸ਼ਨ ਨੂੰ ਮੁੱਖ ਰੱਖ ਕੇ ਜਾਂ ਕੀ ਚਾਹੁੰਦੇ ਸੀਗੇ ਉਸ ਵਕਤ? ਪਰਮਜੀਤ ਜੀ, ਇਹਨੂੰ ਅਸੀਂ ਕੋਈ ਰੈਡੀਮੇਡ ਮਾਡਲ ਨਹੀਂ ਕਹਿ ਸਕਦੇ। ਬਹੁਤ ਵਧੀਆ ਮਾਡਲ ਸੀ ਕੋਆਪਰੇਟਿਵ ਦਾ। ਸਾਡੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੱਕਣ ਲਈ ਖਾਸ ਕਰਕੇ ਰੂਰਲ ਏਰੀਏ ਦੇ ਵਿੱਚ ਇਸ ਤੋਂ ਵਧੀਆ ਮਾਡਲ ਨਹੀਂ ਸੀ ਹੋ ਸਕਦਾ। ਹਾਲਾਂਕਿ ਸਮੇਂ ਦੌਰਾਨ ਇਹਦੇ 'ਚ ਅਮੈਂਡਮੈਂਟਸ ਹੋਈਆਂ ਲੋੜ ਮੁਤਾਬਕ, ਪਰ ਜਿੰਨੇ ਵੱਡੇ ਪੱਧਰ ਤੇ ਇਹਨੂੰ ਪ੍ਰੋਗਰੈਸ ਹੋਣੀ ਚਾਹੀਦੀ ਸੀ ਉਹ ਹੋਈ ਨਹੀਂ।
ਉਹਦੇ ਬਹੁਤ ਸਾਰੇ ਰੀਜਨ ਨੇ। ਉਹਦੇ ਲਈ ਅਸੀਂ ਕੇਵਲ ਤੇ ਕੇਵਲ ਸਰਕਾਰਾਂ ਨੂੰ, ਐਡਮਿਨਿਸਟ੍ਰੇਸ਼ਨ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ। ਸਾਡੇ ਲੋਕ ਜਿਹੜੇ ਬੇਸ ਲੋਕ ਆ ਉਹ ਵੀ ਕਿਸੇ ਹੱਦ ਤੱਕ ਜ਼ਿੰਮੇਵਾਰ ਆ। ਇਹਨਾਂ ਸੁਸਾਇਟੀਆਂ ਦੇ ਵਿੱਚ ਕੰਮ ਕਰਨ ਵਾਲੇ EMPLOYEES ਉਹ ਵੀ ਜ਼ਿੰਮੇਵਾਰ ਆ। ਔਰ ਇਹਦੇ ਤੇ ਸ਼ਾਇਦ ਜਿੰਨਾ ਰਿਵਿਊ ਕੀਤਾ ਜਾਣਾ ਸੀ, ਜਿੰਨਾ ਇਹ ਕੋਆਪਰੇਟਿਵ ਨੂੰ ਚੱਕਣ ਲਈ ਧਿਆਨ ਦਿੱਤਾ ਜਾਣਾ ਸੀ, ਸਰਕਾਰਾਂ ਵੱਲੋਂ, ਐਡਮਿਨਿਸਟ੍ਰੇਸ਼ਨ ਵੱਲੋਂ ਉਹਨਾਂ ਧਿਆਨ ਨਹੀਂ ਦਿੱਤਾ ਗਿਆ ਕਿ ਉਨੀ ਜਾਗਰੂਕਤਾ ਨਹੀਂ ਕੋਆਪਰੇਟਿਵ ਦੇ ਪ੍ਰਤੀ ਆਈ ਜਿੰਨੀ ਹੋਣੀ ਚਾਹੀਦੀ ਸੀ। ਹਾਲਾਂਕਿ ਇਹ ਲੋਕਾਂ ਦਾ ਅਦਾਰਾ ਹੈ, ਲੋਕਾਂ ਨੂੰ ਹੋਣਾ ਚਾਹੀਦਾ ਸੀ ਕਿ ਜਿਸ ਤਰ੍ਹਾਂ ਸਾਡੇ ਵਾਸਤੇ ਮੰਦਿਰ, ਗੁਰਦੁਆਰੇ ਜਾਂ ਹੋਰ ਇੰਸਟੀਟਿਊਸ਼ਨ, ਸਾਡੀਆਂ ਧਾਰਮਿਕ ਇੰਸਟੀਟਿਊਸ਼ਨ, ਸਾਡੀਆਂ ਸਮਾਜਿਕ ਇੰਸਟੀਟਿਊਸ਼ਨ ਜਿਹੜੀਆਂ ਜ਼ਰੂਰੀ ਹੈ, ਹੁਣ ਉਸੇ ਤਰ੍ਹਾਂ ਹੀ ਸਾਡੀਆਂ ਜਿਹੜੀਆਂ ਕੋਆਪਰੇਟਿਵ ਸੁਸਾਇਟੀਆਂ ਸਾਡੀਆਂ ਏਰੀਆ ਆਪਰੇਸ਼ਨ ਦੇ ਵਿੱਚ, ਉਹ ਵੀ ਸਾਡੇ ਲਈ, ਸਾਡੇ ਜੀਵਨ ਸਤਰ ਸੁਧਾਰਨ ਲਈ ਬਹੁਤ ਜ਼ਰੂਰੀ ਹੈ। ਮਾਡਲ ਬਹੁਤ ਵਧੀਆ ਸੀ। ਸਮੇਂ-ਸਮੇਂ ਦੌਰਾਨ ਇਹਦੇ ਵਿੱਚ ਅਮੈਂਡਮੈਂਟਸ ਦੀ ਜ਼ਰੂਰਤ ਸੀ, ਜਿਹੜੀ ਕਿ ਉਸ ਪੱਧਰ ਤੇ ਨਹੀਂ ਕੀਤੀ ਗਈ ਜਿਸ ਪੱਧਰ ਤੇ ਕੀਤੀ ਜਾਣੀ ਚਾਹੀਦੀ ਸੀ। ਜਾਂ ਇਹ ਕਹਿ ਲਈਏ ਵੀ ਇੱਕ ਫੀਡਬੈਕ ਵੀ ਨਹੀਂ ਆਈ ਕਿਸਾਨਾਂ ਵੱਲੋਂ ਚੰਗੀ। ਜੇ ਕਿਸਾਨਾਂ ਵੱਲੋਂ ਚੰਗੀ ਸਟਰੋਂਗ ਫੀਡਬੈਕ ਆਉਂਦੀ, ਉਹ 'ਚ ਅਮੈਂਡਮੈਂਟ ਲੋੜਾਂ, ਜਿਵੇਂ ਆਪਾਂ ਹੋਰ ਕੰਮਾਂ ਲਈ ਧਰਨੇ ਦਿੰਦੇ ਹਾਂ ਜਾਂ ਆਵਾਜ਼ ਉਠਾਉਂਦੇ ਹਾਂ, ਤਾਂ ਇਹਨੂੰ ਅਸੀਂ ਜਿਹੜੇ ਪਾਸੇ ਲਿਜਾਣਾ ਸੀ ਲਿਜਾ ਨਹੀਂ ਸਕੇਗੇ। ਉੱਥੇ ਹੀ ਖੜੋਤ ਆ ਗਈ, ਜਾਂ ਇੱਕ ਰੇਹਾਂ ਸਪਰੇਆਂ ਤੱਕ ਜਾਂ ਸਾਡੇ ਛੋਟੇ ਮੋਟੇ ਕੰਮਾਂ ਤੱਕ ਸੀਮਿਤ ਹੋ ਕੇ ਰਹਿ ਗਿਆ ਇਹ। ਤੇ ਫਿਰ ਜਿਹੜਾ ਹਾਂਜੀ ਪਰਮਜੀਤ ਜੀ, ਮੈਂ ਤੁਹਾਡੀ ਗੱਲ ਕੱਟ ਕੇ ਵਿੱਚ ਗੱਲ ਕਰਨਾ ਚਾਹੁੰਦਾ ਕਿ ਸ਼ਾਇਦ ਲੋਕ ਇਹਨੂੰ ਇੱਕ ਸਰਕਾਰੀ ਅਦਾਰਾ ਸਮਝਦੇ ਆ ਕਿ ਸਰਕਾਰ ਦੀ ਹੈਗੀ ਆ, ਇਹਦੇ ਚੋਂ ਚੀਜ਼ ਲੈ ਲਓ, ਵਾਪਸ ਨਹੀਂ ਕਰਨੀ। ਪਰ ਓਵਰਆਲ ਇਹਦੇ ਮਾਡਲ ਬਾਰੇ ਜਾਂ ਤਾਂ ਸਮਝ ਨਹੀਂ, ਅਵੇਅਰਨੈਸ ਨਹੀਂ, ਜਾਂ ਜਾਣਬੁੱਝ ਕੇ ਕਰ ਰਹੇ ਆ ਕਿ ਇਹਨੂੰ ਕੋਈ ਵੀ ਸਿਸਟਮ ਆ, ਜਿਹੜੀ ਲੋਕ ਸ਼ਕਤੀ ਆ ਬਹੁਤ ਵੱਡੀ ਆ ਜੀ। ਕੋਈ ਵੀ ਸਿਸਟਮ ਆ, ਕੋਈ ਵੀ ਪਾਲਿਸੀ ਆ, ਸਰਕਾਰ ਪਾਲਿਸੀ ਬਣਾ ਦਿੰਦੀ ਆ, ਇੰਪਲੀਮੈਂਟ ਥੱਲੇ ਆ ਕੇ ਹੋਣੀ ਹੈ। ਔਰ ਉਹ ਇੰਪਲੀਮੈਂਟ ਕਰਨ ਦੇ ਵਿੱਚ ਸਾਡੇ ਲੋਕਾਂ ਦਾ ਬਹੁਤ ਵੱਡਾ ਜਿਹੜਾ ਯੋਗਦਾਨ ਹੋਣਾ ਚਾਹੀਦਾ ਹੈ, ਖਾਸ ਕਰਕੇ ਕੋਆਪਰੇਟਿਵ ਵਰਗੇ ਅਦਾਰਿਆਂ ਦੇ ਵਿੱਚ। ਠੀਕ ਹੈ। ਤੇ ਜਿਹੜੀ ਕੋਆਪਰੇਟਿਵ ਸੁਸਾਇਟੀ ਦੀ ਚੋਣ ਹੈ, ਇਹਦੇ ਬਾਰੇ ਸਾਨੂੰ ਜਿਹੜਾ ਹੈਗਾ ਜਾਣਨਾ ਪਾਓਗੇ ਵੀ ਇਹਦਾ ਕਿਸ ਤਰ੍ਹਾਂ ਹੁੰਦੀ ਹੈ ਤੇ ਕੀ ਸਹੀ ਪ੍ਰੋਸੀਜਰ ਇਹਦਾ? ਐਕਚੁਅਲੀ ਪ੍ਰੋਸੀਜਰ ਉਹੀ ਆ ਜੀ ਜਿਹੜਾ ਚੋਣ ਕਮਿਸ਼ਨ ਦੀਆਂ ਡਾਇਰੈਕਸ਼ਨਾਂ ਹੈਗੀਆਂ ਜੀ, ਟੋਟਲੀ ਉਹੀ ਨੋਰਮ ਇਹਦੇ ਵਿੱਚ ਹੈਗਾ ਆ ਕਿ ਕਿਸ ਤਰ੍ਹਾਂ ਇਹਨੂੰ ਜ਼ੋਨ ਵਾਈਜ਼, ਪਹਿਲਾਂ ਸੁਸਾਇਟੀ ਅਗਰ ਜ਼ਿਆਦਾ ਪਿੰਡਾਂ ਦੀ ਆ ਤੇ ਜ਼ੋਨ ਵਾਈਜ਼ ਇਹਨੂੰ ਅਸੀਂ ਉਹ ਪ੍ਰੂਵ ਕਰਾਉਣਾ ਆ, ਜ਼ੋਨਾਂ ਦੀ ਵੰਡ ਹੋਣੀ ਆ, ਕਿਹੜੇ ਜ਼ੋਨ ਦੇ ਵਿੱਚ ਇਹ ਸਾਰਾ ਪ੍ਰੋਸੈਸ ਹੈਗਾ ਤਕਰੀਬਨ 2 ਮਹੀਨੇ ਦਾ। ਤਾਂ ਉਹਦੇ ਵਿੱਚ ਜਿਹੜੀਆਂ ਪਹਿਲਾਂ 9 ਹੁੰਦੇ ਸੀ ਕਮੇਟੀ ਮੈਂਬਰ, ਹੁਣ 11 ਕਮੇਟੀ ਮੈਂਬਰ ਅਮੈਂਡਮੈਂਟ ਕਰਕੇ ਕਰ ਦਿੱਤੇ ਗਏ। 2 ਲੇਡੀਜ਼ ਆ, ਇੱਕ SC, ਕੋਈ ਜਰਨਲ ਭਾਈਚਾਰੇ ਨਾਲ ਸਾਰੇ ਵਰਗਾਂ ਨੂੰ ਵਿੱਚ ਨੁਮਾਇੰਦਗੀ ਦੇਣ ਦੀ ਕੋਸ਼ਿਸ਼ ਕੀਤੀ ਗਈ। ਪਰ ਇੱਥੇ ਵੀ ਆ ਕੇ ਪਰਮਜੀਤ ਜੀ ਕਿਤੇ ਨਾ ਕਿਤੇ ਪੋਲਿਟਿਕਸ, ਤੁਸੀਂ ਜਾਣਦੇ ਹੋ, ਜਿਵੇਂ ਪੰਚਾਇਤਾਂ ਦੇ ਵਿੱਚ ਪੋਲਿਟਿਕਸ, ਜਿਵੇਂ ਹੋਰ ਇੰਸਟੀਟਿਊਸ਼ਨ ਦੇ ਵਿੱਚ ਪੋਲਿਟਿਕਸ, ਉਸੇ ਤਰ੍ਹਾਂ ਕੋਆਪਰੇਟਿਵ ਦੇ ਵਿੱਚ, ਜਿਹੜੀ ਕਿ ਬਹੁਤ ਘਾਤਕ ਆ, ਨਹੀਂ ਹੋਣੀ ਚਾਹੀਦੀ। ਕੋਆਪਰੇਟਿਵ ਦੇ ਵਿੱਚ ਖਾਸ ਕਰਕੇ ਪੋਲਿਟਿਕਸ ਨਹੀਂ ਹੋਣੀ ਚਾਹੀਦੀ। ਉਹਦੇ ਵਿੱਚ ਪੋਲਿਟਿਕਸ ਆ ਜਾਂਦੀ ਹੈ ਜਦੋਂ, ਉਦੋਂ ਉਸ ਚੋਣ ਜਿਹੜੀ ਆ ਸਹੀ ਰੂਪ ਦੇ ਵਿੱਚ ਜਿਹੜੀ ਉਹ ਅਸੀਂ ਨਹੀਂ ਕਰਵਾ ਸਕਦੇ, ਜਾਂ ਸਹੀ ਰੂਪ 'ਚ ਨੇਪਰੇ ਨਹੀਂ। ਬਿਲਕੁਲ, ਇਹ ਤੁਹਾਡੀ ਗੱਲ ਜਿਹੜਾ ਅਸੀਂ ਵੀ ਮਹਿਸੂਸ ਕਰਦੇ ਹਾਂ ਵੀ ਕੁਛ ਅਦਾਰੇ ਕਿਸਾਨਾਂ ਨੂੰ ਆਰਥਿਕ ਪੱਖੋਂ ਤਾਂ ਚੱਕਣ ਲਈ ਬਣਾਏ ਗਏ ਸੀ, ਜਿਹਦੇ ਵਿੱਚ ਪੋਲਿਟਿਕਸ ਦੀ ਇੰਨੀ ਜ਼ਰੂਰਤ ਨਹੀਂ ਸੀ। ਬਟ ਜਿਵੇਂ ਪਿੰਡਾਂ ਦੀਆਂ ਪੰਚਾਇਤਾਂ ਵਿੱਚ ਪਹਿਲਾਂ ਜਿਹੜਾ ਹੈਗਾ ਰਜਾਮੰਦੀ ਨਾਲ ਭਾਈਚਾਰਕ ਤੌਰ ਤੇ ਚੋਣ ਹੋ ਜਾਂਦੀ ਸੀਗੀ, ਸਰਬਸੰਮਤੀ ਹੋ ਜਾਂਦੀ ਸੀ, ਇਵੇਂ ਫਿਰ ਉਹਦੇ ਨਾਲ ਹੀ ਜਿਵੇਂ 1991 ਚ ਇਹ ਥੋੜਾ ਜਿਹਾ ਜ਼ਿਆਦਾ ਹੇਠਾਂ ਆ ਗਈ ਪੋਲਿਟਿਕਸ, ਤੇ ਇਵੇਂ ਇਹ ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚ ਵੀ ਆ ਗਈ। ਬਟ ਜਿਹੜਾ ਕੋਆਪਰੇਟਿਵ ਸੁਸਾਇਟੀ ਜਿਹੜੀ ਸੀ ਸ਼ੁਰੂ ਕਰਨ ਵੇਲੇ, ਤੇ ਜਿਹੜਾ ਅੱਜ ਜੋ ਸੁਸਾਇਟੀ ਦਾ ਹਾਲ ਆ, ਜਾਂ ਆਪਾਂ ਦੇਖਦੇ ਹਾਂ ਵੀ ਚੋਣ ਦੇ ਵਿੱਚ ਕਿੰਨੀ ਸਿਆਸਤ ਵੀ ਆ ਗਈ ਹੈ ਤੇ ਜੋ ਵੀ ਕਾਫੀ ਦਖਲਅੰਦਾਜ਼ੀਆਂ ਵੱਧ ਚੁੱਕੀਆਂ ਹੈ, ਫਿਰ ਉਹਦੇ ਵਿੱਚ ਕੀ ਫਰਕ ਮਹਿਸੂਸ ਕਰਦੇ ਆ ਤੁਸੀਂ? ਕੀ ਫਰਕ ਆਇਆ ਉਹਦੇ ਵਿੱਚ, ਤੇ ਇਹ ਕਦੋਂ ਤੋਂ ਆਇਆ? ਉਹਦਾ ਕਾਰਨ ਕੀ ਸੀਗਾ ਵੀ ਜਿਹੜਾ ਆਪਾਂ ਕਹਿੰਦੇ ਵੀ ਜਿਹੜੀ ਇਹ ਪੋਲਿਟਿਕਸ ਤਾਂ ਸ਼ੁਰੂ ਤੋਂ ਹੀ ਇਹਦੇ ਵਿੱਚ ਲੋੜ ਮੁਤਾਬਕ ਤਾਂ ਹੈ ਸੀ, ਥੋੜੀ ਸਾਫ਼ ਸੁਥਰੀ ਸੀ। ਪਿੰਡ ਦੇ ਲੋਕਾਂ ਨੂੰ ਸਹਿਮਤੀ, ਜਿਹੜੇ ਮੈਂਬਰਸ ਹੈਗੇ ਨੇ ਉਹਨਾਂ ਨੂੰ ਸਾਰਿਆਂ ਨੂੰ ਸਹਿਮਤੀ 'ਚ ਲੈ ਲਿਆ ਜਾਂਦਾ ਸੀ। ਜਿਹੜੇ ਵੀ ਲੀਡਰ ਸਾਹਿਬਾਨ ਸੀ, ਥੋੜਾ ਉਹ ਆਪਣੇ ਤਰੀਕੇ ਨਾਲ। ਬਾਅਦ 'ਚ ਹੌਲੀ ਹੌਲੀ ਕਰਕੇ 90 ਦੇ ਦੌਰ ਦੇ ਵਿੱਚ ਇਹ ਵਧਣਾ ਸ਼ੁਰੂ ਹੋ ਗਿਆ। ਉਸ ਤੋਂ ਬਾਅਦ 20 ਵਾਲੇ ਦੌਰ ਦੇ ਵਿੱਚ ਤਾਂ ਬਹੁਤ ਜ਼ਿਆਦਾ ਇੰਟਰਫੇਰੈਂਸ, ਛੋਟੇ ਤੋਂ ਛੋਟੇ ਜਿਹੜੇ ਮਸਲੇ ਆ ਉਹਦੇ ਲਈ ਵੀ ਪਰਮਜੀਤ ਜੀ ਅਸੀਂ, ਸਾਡੇ ਲੋਕ ਜ਼ਿੰਮੇਵਾਰ ਆ। ਜਿਸ ਤਰ੍ਹਾਂ ਅਸੀਂ ਇੱਕ ਗੁਰਦੁਆਰਾ ਸਾਹਿਬ ਬੈਠ ਕੇ ਫੈਸਲੇ ਕਰਦੇ ਹਾਂ, ਜਾਂ ਆਪਣੀ ਜਿਹੜੀ ਧਾਰਮਿਕ ਸੰਸਥਾ ਦੇ ਫੈਸਲੇ ਕਰਦੇ ਹਾਂ, ਉਸੇ ਤਰ੍ਹਾਂ ਹੀ ਕੋਆਪਰੇਟਿਵ ਦੇ ਜਿਹੜੇ ਸਾਡੇ ਕੋਆਪਰੇਟਿਵ ਸੁਸਾਇਟੀਜ਼ ਦੇ ਫੈਸਲੇ ਹੈਗੇ ਆ, ਉਹ ਵੀ ਉਸੇ ਤਰ੍ਹਾਂ ਮਿਲ ਜੁਲ ਕੇ ਹੋਣੇ ਚਾਹੀਦੇ ਆ, ਬੈਠ ਕੇ ਹੋਣੇ ਚਾਹੀਦੇ ਆ, ਕਿਉਂਕਿ ਸਾਡਾ ਅਦਾਰਾ ਆ, ਇਹਦਾ ਕੋਈ
ਚੌਧਰ ਕਰਨ ਦਾ ਮਕਸਦ ਨਹੀਂ ਹੋਣਾ ਚਾਹੀਦਾ ਕਿ ਮੈਂ ਤੇ ਪ੍ਰਧਾਨ, ਮੈਂ ਚੇਅਰਮੈਨ, ਮੈਂ ਜਾਂ ਨਹੀਂ ਮਕਸਦ ਹੋਣਾ ਚਾਹੀਦਾ। ਮਕਸਦ ਇੱਕੋ ਹੀ ਹੋਣਾ ਚਾਹੀਦਾ ਆ ਕਿ ਅਸੀਂ ਕੋਆਪਰੇਟਿਵ ਸੁਸਾਇਟੀਆਂ ਦਾ ਜਿਹੜਾ ਸਤਰ ਹੈ, ਜਿਹੜਾ ਉਹ ਕਿਵੇਂ ਅਪ ਕਰਨਾ ਆ, ਔਰ ਇਹੀ ਮਕਸਦ ਹੋਣਾ ਚਾਹੀਦਾ ਆ। ਪੋਲਿਟਿਕਸ ਤਾਂ ਹਰੇਕ ਜਗ੍ਹਾ ਤੇ ਹੈਗੀ ਆ, ਹਰੇਕ ਇੰਸਟੀਚਿਊਸ਼ਨ 'ਚ ਹੈਗੀ ਆ, ਹਰੇਕ ਗਲੀ 'ਚ ਹੈਗੀ ਆ, ਹਰੇਕ ਮਹੱਲੇ 'ਚ ਹੈਗੀ ਆ, ਫਿਰ ਪੁੱਛੋ ਤਾਂ ਹਰੇਕ ਘਰ ਦੇ ਵਿੱਚ ਹੈਗੀ ਆ। ਬਾਕੀ ਤਾਂ ਇਹ ਪੋਲਿਟਿਕਸ ਦਾ ਮਤਲਬ ਵਰਤੋਂ ਚੰਗੀ ਮਾੜੀ ਹੋ ਸਕਦੀ ਹੈ। ਪੋਲਿਟਿਕਸ ਤਾਂ ਸਦੀਆਂ ਤੋਂ ਤੁਰੀ ਆ ਰਹੀ ਹੈ। ਇਹਨੂੰ ਜੇ ਮੰਨ ਲਓ ਆਪਾਂ ਆਪਦੇ ਆਰਥਿਕ ਲਾਭ ਲਈ ਜਾਂ ਆਪਾਂ ਚੰਗੇ ਕੰਮਾਂ ਲਈ ਪੋਜ਼ਿਟਿਵ ਐਂਗਲ ਤੋਂ ਦੇਖੀਏ ਤਾਂ ਇਹਦਾ ਫਾਇਦਾ ਵੀ ਬਹੁਤ ਹੈ। ਬਟ ਜੇ ਅਸੀਂ ਆਪਦਾ ਨੁਕਸਾਨ ਕਰਨ ਲਈ ਵਰਤਦੇ ਹਾਂ, ਵੀ ਆਪਦੇ ਮੇਨ ਜਿਹੜਾ ਸੋਸਾਇਟੀ ਦਾ ਮਕਸਦ ਸੀ ਆਰਥਿਕ ਪੱਖੋਂ ਸਾਨੂੰ ਉੱਚਾ ਚੁੱਕਣਾ ਜਾਂ ਸਾਡੀ ਹੈਲਪ ਕਰਨੀ, ਜਾਂ ਸਾਨੂੰ ਲੋਕਲ ਲੈਵਲ ਤੇ ਇੱਕ ਬਹੁਤ ਵਧੀਆ ਸਰਕਾਰ ਨੇ ਦਿੱਤਾ ਸੀਗਾ ਇਹ ਇਕੱਠੇ ਹੋਣ ਦਾ ਇੱਕ ਜਗ੍ਹਾ, ਤੇ ਉਹ ਹੁਣ ਅਸੀਂ ਸੋਚਣਾ ਸੀ ਵੀ ਉਹਨੂੰ ਆਰਥਿਕ ਪੱਖ ਮੂਹਰੇ ਰੱਖ ਕੇ ਚੱਲਣਾ ਹੈ, ਜਾਂ ਅਸੀਂ ਜਿਹੜਾ ਹੈਗਾ ਇਹਨੂੰ ਹੋਰ ਪਾਸੇ ਗਤੀਵਿਧੀਆਂ 'ਚ ਜਿਹੜਾ ਇਨਵੋਲਵ ਕਰਕੇ ਤੇ ਹੋਰ ਪਾਸੇ ਡਾਇਰੈਕਸ਼ਨ ਲੈ ਜਾਣੀ ਇਹਦੀ। ਪਰਮਜੀਤ ਜੀ, ਇਹਦਾ ਟੋਟਲੀ ਜਿਹੜਾ ਮਕਸਦ ਹੈਗਾ ਸੀ ਕੋਆਪਰੇਟਿਵ ਦਾ, ਇਹ ਸੋਸ਼ਲ ਸਰਵਿਸ ਸੀ, ਸਰਵਿਸ ਸੁਸਾਇਟੀ ਸੀ, ਇਹ ਸੇਵਾ ਸੁਸਾਇਟੀ ਆਪਾਂ ਪੰਜਾਬੀ ਦੇ ਵਿੱਚ ਕਹਿ ਦਈਏ। ਪਰ ਇਹਨੂੰ ਕੀ ਹੋ ਗਿਆ, ਜਿਵੇਂ ਕਿ ਕੋਆਪਰੇਟਿਵ ਦੇ ਸਾਰੇ ਅਦਾਰੇ ਆ, ਜਿਵੇਂ ਕੋਆਪਰੇਟਿਵ ਬੈਂਕ ਆ, DDCB, CCB ਔਰ ਮਾਰਕਫੈਡ, ਜਿੰਨੇ ਵੀ ਕੋਆਪਰੇਟਿਵ ਦੇ ਹੈਗੇ ਐਕਚੁਅਲੀ ਇਹ ਕੋਆਪਰੇਟਿਵ ਸੁਸਾਇਟੀ ਐਕਟ ਦੇ ਅੰਦਰ ਹੀ ਰਜਿਸਟਰਡ ਹੋਏ ਆ। ਕੋਈ ਵੱਡੀ ਸੁਸਾਇਟੀ ਆ, ਕੋਈ ਛੋਟੀ ਸੁਸਾਇਟੀ ਆ। ਹਾਂਜੀ। ਪਰ ਹੋਇਆ ਕੀ ਕਿ ਇਹ ਇੱਕ ਛੋਟੀ ਇਕਾਈ ਆ ਕੋਆਪਰੇਟਿਵ ਸੁਸਾਇਟੀ, ਜਿਹਨੂੰ ਜਿਹੜੀ ਡਿਪੈਂਡ ਆ ਕੋਆਪਰੇਟਿਵ ਬੈਂਕ ਤੇ ਡਿਪੈਂਡ ਆ, ਮਾਰਕਫੈਡ ਤੇ ਡਿਪੈਂਡ ਆ। ਜਦੋਂ ਇੰਸਟੀਚਿਊਸ਼ਨ ਦੇ ਉੱਤੇ ਇਹ ਪ੍ਰੈਸ਼ਰ ਹੋਵੇ ਸਰਕਾਰ ਦਾ ਕਿ ਤੁਸੀਂ ਪ੍ਰੋਫਿਟ ਕਮਾਉਣਾ ਆ, ਤਾਂ ਜਿਹੜੀ ਸੋਸ਼ਲ ਸਰਵਿਸ ਵਾਲੀ ਗੱਲ ਆ ਉਹ ਪਰਮਜੀਤ ਜੀ ਖਤਮ ਹੋ ਜਾਂਦੀ ਹੈ, ਜਿਹੜੀ ਕਿ ਬਹੁਤ ਮਾੜੀ ਗੱਲ ਆ। ਐਕਚੁਅਲੀ ਚਾਹੀਦਾ ਇਹ ਸੀ ਕਿ ਇਹ ਸੋਸ਼ਲ ਸਰਵਿਸ ਲਈ ਬਣਾਈਆਂ ਗਈਆਂ ਸੀ ਤੇ ਸੋਸ਼ਲ ਸਰਵਿਸ ਲਈ ਹੀ ਰਹਿਣ ਦਿੱਤੀਆਂ ਜਾਂਦੀਆਂ। ਸਰਕਾਰ ਇਹਨਾਂ ਨੂੰ ਸਮੇਂ-ਸਮੇਂ ਤੇ ਮਦਦ ਕਰਦੀ ਰਹਿੰਦੀ, ਜਿੰਨੀ ਕੁ ਇਹਨੂੰ ਫਾਈਨੈਂਸ਼ਲੀ ਚਾਹੀਦੀ ਸੀ। ਹੋਰ ਵੀ ਸਰਕਾਰ ਖਰਚੇ ਕਰਦੀ ਆ, ਜਿਵੇਂ CCB ਨੂੰ ਜਾਂ ਸੁਸਾਇਟੀਜ਼ ਨੂੰ ਆਪਣੇ ਲੈਵਲ ਤੇ ਥੋੜਾ ਸਟਰਕਚਰ ਖੜਾ ਕਰਨ ਲਈ ਜਾਂ ਹੋਰ ਥੋੜੀ ਬਹੁਤੀ ਮਦਦ ਕਰਨੀ ਚਾਹੀਦੀ ਸੀ, ਜਿਹੜੀ ਕਿ ਹੋਈ ਨਹੀਂ। ਇਹਨੂੰ ਇੱਕ ਟ੍ਰੇਡਿੰਗ ਅਦਾਰਾ ਬਣਾਉਣ ਦੀ ਕੋਸ਼ਿਸ਼ ਹੌਲੀ-ਹੌਲੀ ਹੋ ਰਹੀ ਹੈ, ਉਸ ਵੱਲ ਜਾ ਰਿਹਾ ਹੈ। ਇਹ ਕੋਆਪਰੇਟਿਵ ਅਦਾਰਾ ਕਾਰਪੋਰੇਟ ਅਦਾਰੇ ਬਣਨ ਦੀ ਜਿਹੜੀ ਉਹ ਲੈ ਦੇ ਵਿੱਚ ਹੈਗੇ ਆ। ਮੈਂ ਤੁਹਾਨੂੰ ਐਕਸਪਲੇਨ ਕਰਾਂ ਕਿ ਜਿਹੜੀਆਂ ਜਿਸ ਤਰ੍ਹਾਂ ਮਲਟੀਨੈਸ਼ਨਲ ਕੰਪਨੀਆਂ ਕੰਮ ਕਰਦੀਆਂ ਨੇ, ਉਸੇ ਤਰਜ਼ ਤੇ ਇਹਦੀਆਂ ਜਿਹੜੀਆਂ ਪਾਲਿਸੀਆਂ ਦੇ ਵਿੱਚ ਥੋੜੀ ਉਹ ਜਿਹੜੀ ਝਾਕ ਦੇਖਣੀ ਸ਼ੁਰੂ ਹੋ ਗਈ, ਜਿਹੜੀ ਕਿ ਬਹੁਤ ਮਾੜੀ ਆ। ਇਹ ਨਿਰੋਲ ਕਿਸਾਨਾਂ ਦਾ ਅਦਾਰਾ ਆ, ਕਿਸਾਨਾਂ ਤੱਕ ਹੀ ਸੀਮਤ ਹੋਣਾ ਚਾਹੀਦਾ ਆ, ਕਿਸਾਨ ਹੀ ਇਹਦਾ ਫੈਸਲਾ ਕਰਨ। ਔਰ ਅਗਰ ਸਾਡੀਆਂ ਕੋਆਪਰੇਟਿਵ ਸੁਸਾਇਟੀਆਂ ਖਤਮ ਹੋ ਜਾਂਦੀਆਂ ਤੇ ਬਹੁਤ ਵੱਡਾ ਨੁਕਸਾਨ ਹੋਏਗਾ ਪੰਜਾਬ ਦੀ ਕਿਸਾਨੀ ਦਾ। ਬਿਲਕੁਲ ਜੀ, ਉਹ ਆਰਥਿਕ ਢਾਂਚਾ ਜਿਹੜਾ ਹੇਠਾਂ ਤੋਂ ਸੰਗਠਿਤ ਇੰਨੇ ਸਾਲਾਂ ਤੋਂ ਹੈਗਾ, ਤੇ ਉਹ ਜਿਹੜੀ ਚੀਜ਼ ਹੈ ਪਲੇਟਫਾਰਮਾਂ ਮੁੜ ਕੇ ਵਾਰ-ਵਾਰ ਖੜੇ ਕਰਨੇ ਬਹੁਤ ਔਖੇ ਆ। ਹੁਣ ਤਾਂ ਆਪਾਂ ਜੁੜੇ ਹੋਏ ਆ, ਕਿਸੇ ਅਕਾਊਂਟ ਖੁੱਲ੍ਹੇ ਹੋਏ ਨੇ, ਬੈਂਕਾਂ ਚੱਲ ਰਹੀਆਂ ਨੇ, ਸਾਰਾ ਸਿਸਟਮ ਬਣਿਆ ਹੋਇਆ ਹੈ, ਤੇ ਜਦੋਂ ਦੁਬਾਰਾ ਬਣਾਉਂਦੇ ਆ ਤਾਂ ਉਹਦੀ ਕੋਸਟ ਤੁਹਾਨੂੰ ਪਤਾ ਵੀ ਅੱਜ ਕੱਲ੍ਹ ਕੀ ਪੇ ਕਰਨੀ ਪੈਂਦੀ ਹੈ। ਇੰਪਲਾਈ ਰੱਖਣੇ ਜਾਂ ਉਹਨੂੰ ਮੈਨੇਜ ਕਰਨਾ, ਸਾਰਾ ਸਿਸਟਮ ਜਿਹੜਾ ਸਟੋਰ ਬਣਾਏ ਨੇ, ਬਿਲਡਿੰਗਾਂ, ਜਗ੍ਹਾ, ਅਰੇਂਜਮੈਂਟ, ਤੇ ਇਹ ਅਰਬਾਂ ਰੁਪਇਆਂ ਦਾ ਕੰਮ ਹਰ ਰੋਜ਼ ਨਹੀਂ ਵਾਰ-ਵਾਰ ਕੀਤਾ ਜਾ ਸਕਦਾ। ਜਿਹੜਾ ਇਹ ਇੱਕ ਸੁਸਾਇਟੀ ਦਾ ਆਪਾਂ ਮਤਲਬ ਤੁਸੀਂ ਗੱਲ ਕੀਤੀ ਹੈ ਵੀ ਇਹ ਫਿਰ ਇਹਦਾ ਮਤਲਬ ਇਕੱਲੇ ਕਿਸਾਨਾਂ ਲਈ ਫਾਇਦੇਮੰਦ ਆ ਜਾਂ ਹੋਰ ਲੋਕਾਂ ਦਾ ਵੀ ਭਲਾ ਕਰ ਸਕਦੀ ਹੈ, ਜਾਂ ਇਹਦਾ ਕੀ ਸੋਚ ਕੇ ਇਹਨੂੰ ਜਿਹੜਾ ਇੰਪਲੀਮੈਂਟ ਕੀਤਾ ਗਿਆ ਸੀ ਵੀ ਇਹ ਆਰਥਿਕ ਪੱਖੋਂ ਪਿੰਡ ਦੇ ਵਿੱਚ ਜਾਂ ਕਿਸਾਨਾਂ ਦੇ ਪੱਧਰ ਤੇ, ਖੇਤੀ ਦੇ ਪੱਧਰ ਤੇ ਕੀ ਇਹਦਾ ਮਕਸਦ ਕੀ ਸੀਗਾ, ਵੀ ਕਿਉਂ ਇਹਨੂੰ ਉਹਨਾਂ ਦਾ ਸੀਗਾ ਵੀ ਇਹ ਲੋਕਲ ਲੈਵਲ ਤੇ ਸਾਨੂੰ ਕੀ ਆਊਟਪੁੱਟ ਦੇਊਗੀ, ਜਿਹੜਾ ਇਹਦਾ ਸੀਗਾ ਉਹਨਾਂ ਦਾ ਸੋਚ। ਐਕਚੁਅਲੀ ਪਰਮਜੀਤ ਜੀ, ਬਹੁਤ ਵਧੀਆ ਕੁਐਸਚਨ ਕੀਤਾ ਤੁਸੀਂ। ਐਕਚੁਅਲੀ ਹੈਗੀ ਸੀ ਕਿ ਪਿੰਡੂ ਲੋਕਾਂ ਦਾ, ਸਾਡੇ ਜਿਹੜੇ ਗਰੀਬ ਮਜ਼ਦੂਰ ਕਿਸਾਨ ਨੂੰ ਵੀ ਅਸੀਂ, ਛੋਟੇ ਕਿਸਾਨ ਨੂੰ ਵੀ ਅਸੀਂ ਮਜ਼ਦੂਰ ਦੇ ਰੂਪ 'ਚ ਹੀ ਲੈਂਦੇ ਹਾਂ, ਘੱਟ ਇਨਕਮ ਵਾਲੇ ਨੂੰ, ਤਾਂ ਉਹਨਾਂ ਦਾ ਜਿਹੜਾ ਜੀਵਨ ਸਤਰ ਸੀ ਉਹ ਉੱਚਾ ਚੱਕਣ ਲਈ ਹੀ ਬਣਾਈ ਗਈ ਸੀ। ਹਾਲਾਂਕਿ ਸੁਸਾਇਟੀਜ਼ ਨੂੰ ਇਹਨੇ ਫੰਡ ਮੁਹੱਈਆ ਨਹੀਂ ਕਰਵਾਏ ਗਏ ਕਿ ਉਹ ਐਗਰੀਕਲਚਰ ਤੋਂ ਬਾਹਰ ਜਾ ਕੇ ਜਿਹੜੇ ਨਾਨ ਐਗਰੀਕਲਚਰ ਨਾਲ ਸੰਬੰਧਿਤ ਹੈਗੇ ਆ, ਸਾਡੇ ਪਛੜੇ ਜਿਹੜੇ ਲੋਕ ਹੈਗੇ ਆ, ਉਹਨਾਂ ਦੀ ਵੀ ਉਹ ਕੁਝ ਹੈਲਪ ਕਰ ਸਕੇ, ਕਿਉਂਕਿ ਸੁਸਾਇਟੀਆਂ ਕੋਲ ਇੰਨੇ ਫੰਡ ਨਹੀਂ ਹੁੰਦੇ, ਕਿਉਂਕਿ ਉਹ ਤਾਂ CCB ਵੱਲ ਦੇਖਦੇ ਆ ਕਿ ਉੱਥੇ ਐਗਰੀਕਲਚਰ ਲਿਮਟਾਂ ਹੀ ਜਿਹੜੀਆਂ ਉਹ KCC ਪਾਸ ਕੀਤੇ ਜਾਂਦੇ ਆ। ਹੋਰ ਸਕੀਮਾਂ ਵਾਸਤੇ ਤਾਂ ਸਾਡੇ ਕੋਲ, ਅਸੀਂ ਤਾਂ KCC ਜਿਹੜਾ ਹੈਗਾ ਆ ਉਹੀ ਬੜੀ ਮੁਸ਼ਕਲ ਨਾਲ ਉਹ ਹੁਣ ਪਿਛਲੇ 2018 ਤੋਂ ਲੈ ਕੇ KCC ਦੇ ਵਿੱਚ ਪੰਜਾਬ ਦੇ ਵਿੱਚ ਨਿਊ ਕੋਈ ਵੀ ਮੈਂਬਰ ਭਰਤੀ ਨਹੀਂ ਕੀਤਾ ਗਿਆ।
ਹੈਰਾਨੀਜਨਕ ਇਹ ਹੈਗਾ ਆ ਕਿ ਬਹੁਤ ਸਾਰੇ ਜਿਹੜੇ ਨਿਊ ਮੈਂਬਰ ਉਹ ਵੇਟ ਕਰ ਰਹੇ ਆ ਕਿ KCC ਦੇ ਵਿੱਚ ਸਾਨੂੰ ਐਂਟਰੀ ਮਿਲੇ, ਲੇਕਿਨ ਹਮੇਸ਼ਾ ਸਰਕਾਰ ਵੱਲੋਂ ਇਹੀ ਤਰਕ ਦਿੱਤਾ ਜਾਂਦਾ ਆ ਕਿ ਜਿਹੜੇ ਉਹ ਫੰਡ ਨਹੀਂ ਨਿਵਾੜ ਦੇ ਰਿਹਾ, ਫੰਡ ਘੱਟ ਆ, ਇਸ ਕਰਕੇ KCC ਦੇ ਵਿੱਚ ਇਹ ਜਿਹੜਾ ਸਾਡਾ, ਅਸੀਂ ਤਾਂ ਉੱਥੇ ਹੀ ਸਟਰਗਲ ਕਰ ਰਹੇ ਹਾਂ, ਹੋਰ ਅਸੀਂ ਕੀ ਕਿਸੇ ਦੀ ਮਦਦ ਕਰ ਸਕਦੇ ਹਾਂ। ਦੂਸਰਾ ਇਹ ਕਿ ਕੋਆਪਰੇਟਿਵ ਸੁਸਾਇਟੀ ਕੀ ਕਰ ਸਕਦੀ ਹੈ। ਕੋਆਪਰੇਟਿਵ ਸੁਸਾਇਟੀ ਪਰਮਜੀਤ ਜੀ ਸੂਈ ਤੋਂ ਲੈ ਕੇ ਜਹਾਜ਼ ਤੱਕ ਵੇਚ ਸਕਦੀ ਹੈ, ਐਜ ਪਰ ਜਿਹੜੇ ਹੈਗੇ ਆ ਸਾਡੇ ਰੂਲਸ ਹੈਗੇ ਆ ਉਹਨਾਂ ਮੁਤਾਬਕ। ਬਹੁਤ ਸਾਰੀਆਂ ਸੁਸਾਇਟੀਆਂ ਹੈਗੀਆਂ ਡਿਸਟ੍ਰਿਕਟ ਹੁਸ਼ਿਆਰਪੁਰ ਦੀਆਂ, ਫਤਿਹਗੜ੍ਹ ਸਾਹਿਬ ਦੀਆਂ ਵੀ ਬਹੁਤ ਵਧੀਆ ਸੁਸਾਇਟੀਆਂ ਹੈਗੀਆਂ, ਬਹੁਤ ਵਧੀਆ ਵਰਕ ਕਰ ਰਹੀਆਂ। ਤਾਂ ਬਹੁਤ ਮਾੜੀਆਂ ਸੁਸਾਇਟੀਆਂ ਵੀ ਹੈਗੀਆਂ ਜਿਹੜੀਆਂ ਬੰਦ ਹੋਣ ਰੋਕੀ ਜਾਂ ਹੋਰ ਬਹੁਤ ਸਾਰੇ ਹਾਲਾਤ ਇਹ ਪੈਦਾ ਮਤਲਬ ਹੋ ਗਏ। ਡਿਪੈਂਡ ਕਰਦਾ ਹੈ ਵੀ ਸਾਡੀ ਆਪਦੀ ਕਾਰਜਕੁਸ਼ਲਤਾ ਕੀ ਹੈ, ਵੀ ਜਿਵੇਂ ਹੁਣ ਕਿਸਾਨ ਤੇ ਮਜ਼ਦੂਰ ਆ, ਟੁੱਟਵਾਂਗ ਆ, ਜੇ ਸਾਰੇ ਇੰਟਰਸਟ ਰਹਿੰਦੇ ਆ, ਰਲ ਕੇ ਚੱਲਦੇ ਆ, ਤਾਂ ਫਿਰ ਤਾਂ ਇਹ ਜਿੱਥੇ ਮਰਜ਼ੀ ਜਿੰਨਾ ਮਰਜ਼ੀ ਕੰਮ ਲੈ ਲੈਣ। ਤੇ ਜੇ ਮੰਨ ਲਓ ਆਪਣਾ ਇੰਟਰਸਟ ਨਹੀਂ ਆ, ਫਿਰ ਇਕੱਲਾ ਗੌਰਮੈਂਟ ਦੇ ਡਿਪੈਂਡ ਹੈਗੇ ਆ, ਤਾਂ ਫਿਰ ਉਹ ਹੌਲੀ ਹੌਲੀ ਕਰਦੇ ਕਰਦੇ ਉਹ ਕਿਉਂਕਿ ਕੰਮ ਇਹ ਐਕਚੁਅਲੀ ਐਕਟਿਵ ਪਾਰਟੀਸਪੈਂਟ ਜਿਹੜਾ ਰੋਲ ਨਿਭਾਉਣਾ ਉਹ ਤਾਂ ਅਸੀਂ ਨਿਭਾਉਣਾ ਨਾ, ਤੇ ਉਹ ਫਿਰ ਗੌਰਮੈਂਟ ਨੇ ਢਾਂਚਾ ਬਣਾ ਕੇ ਦੇਤਾ। ਤਾਂ ਇਹ ਜਿਹੜਾ ਇੱਕ ਆਰਥਿਕ ਭਲਾਈ ਦਾ ਅਦਾਰਾ ਆਪਾਂ ਕਹਿ ਦਿੰਦੇ ਹਾਂ ਵੀ ਇੱਕ ਬਣਾਇਆ ਸਾਡੇ ਵਾਸਤੇ, ਸਿਆਸਤ ਤੇ ਕੰਪਨੀਆਂ ਦੇ ਅੜਿੱਕੇ ਕਹੀਏ ਚੜ ਗਿਆ, ਵੀ ਜੋ ਹੁਣ ਹਾਲਾਤ ਬਣੇ ਹੋਏ ਨੇ ਵੀ ਇਹ ਉਹਦੇ ਅੜਿੱਕੇ ਚੜ ਗਿਆ। ਜਾਂ ਸਾਡੇ ਕੁਝ ਮਾਡਲ ਐਸੇ ਵੀ ਨੇ ਵੀ ਜਿਨ੍ਹਾਂ ਨੂੰ ਅਸੀਂ ਕਹੀਏ ਵੀ ਆਹ ਮਾਡਲ ਬਹੁਤ ਸੋਹਣੇ ਨੇ ਤੇ ਦੂਜਿਆਂ ਨੂੰ ਦੇਖ ਕੇ ਇੰਪਰੂਵ ਕਰਨਾ ਚਾਹੀਦਾ। ਪਰਮਜੀਤ ਜੀ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਇਹ ਮਾਡਲ ਮਾੜਾ ਨਹੀਂ, ਬਹੁਤ ਵਧੀਆ ਮਾਡਲ ਆ। ਜੇ ਪਿੰਡਾਂ ਦੇ ਲੋਕਾਂ ਦੇ ਵਿੱਚ ਤੁਸੀਂ ਦੇਖੋ, ਸਰਕਾਰ ਪਿੰਡਾਂ ਦੇ ਵਿੱਚ ਹੈ ਕਿੱਥੇ ਆ? ਕਿਹੜਾ ਅਦਾਰਾ ਜਿਹੜਾ ਦਿਖਦਾ ਆ ਕਿ ਸਰਕਾਰ ਦਿਖਦੀ ਹੈ ਕਿ ਪਿੰਡਾਂ ਦੇ ਵਿੱਚ ਸਰਕਾਰ ਆ? ਇੱਕ ਕੋਆਪਰੇਟਿਵ ਸੁਸਾਇਟੀ ਰਹਿ ਗਈ ਜਿਹੜੀ ਕਿ ਆਪਣਾ ਅਦਾਰਾ, ਜਿਹਦੇ ਥਰੂ ਸਰਕਾਰ, ਮੈਂ ਇਹ ਗੱਲ ਤੁਹਾਡੀ ਕਿ ਮਤਲਬ ਇਹਦੇ ਚ ਜਿਹੜੇ ਗਰਾਊਂਡ ਲੈਵਲ ਤੇ ਹੀ ਫਾਲਟ ਨੇ, ਕਿਉਂਕਿ ਪਾਲਿਸੀ ਮੇਕਰ ਸਰਕਾਰ ਆ ਜੀ, RCS ਆ। ਪਾਲਿਸੀ ਮੇਕਰ ਉਹ ਹੈ, ਜਿੰਨਾ ਚਿਰ ਅਸੀਂ ਵਧੀਆ ਪਾਲਿਸੀਜ਼ ਨਹੀਂ ਬਣਾਵਾਂਗੇ, ਜਿੰਨਾ ਚਿਰ ਉੱਪਰੋਂ ਫੰਡ ਨਹੀਂ ਮੁਹੱਈਆ ਹੋਣਗੇ, ਜਿਵੇਂ ਕਹਿੰਦੇ ਉਹ ਗੰਜੀ ਨਹਾਵੇਗੀ ਕੀ ਤੇ ਨਿਚੋੜੇਗੀ ਕੀ, ਉਹ ਜਿੰਨਾ ਚਿਰ ਅਸੀਂ ਤਾਂ KCC ਲਈ ਸਾਨੂੰ ਫੰਡ ਜਿਹੜੇ ਪ੍ਰੋਵਾਈਡ ਨਹੀਂ ਪੂਰੇ ਕੀਤੇ ਜਾ ਰਹੇ, ਤਾਂ ਹੋਰ ਸਕੀਮ ਲਈ, ਹੋਰ ਲੋਕਾਂ ਦੀ ਭਲਾਈ ਲਈ ਅਸੀਂ ਕੀ ਕਰ ਸਕਦੇ ਹਾਂ? ਦੋ ਹੀ ਚੀਜ਼ਾਂ ਆ, ਜਾਂ ਤਾਂ ਸਾਡੇ 'ਚ ਇੰਨੀ ਜਾਗਰੂਕਤਾ ਹੋਵੇ ਕਿ ਅਸੀਂ ਆਪਣੀ ਜਿੰਨੀ ਡਿਪੋਜ਼ਿਟ ਹੈਗੀ ਆ, ਜਿੰਨਾ ਵੀ ਸਰਪਲਸ ਸਾਡੇ ਜਿਹੜੇ ਜਿਹਨੂੰ ਆਪਾਂ ਕਹਿੰਦੇ ਆ ਫਾਰਮਰ, ਜਿਹੜੇ ਕਿ ਪਾਸੇ ਡਿਪੋਜ਼ਿਟ ਜਾਂ FDs ਕਰਾਉਂਦੇ ਆ, ਉਹ ਪੈਸਾ ਆਪਣੀ ਸੁਸਾਇਟੀ 'ਚ ਰੱਖੀਏ, ਉਹ ਫੰਡ ਸਾਡੇ ਕੋਲ ਹੋਣ, ਉਹੋ ਹੀ ਫੰਡ ਅਸੀਂ ਆਪਣੇ ਪਿੰਡ ਲੈਵਲ ਤੇ ਡਿਵਾਈਡ ਕਰੀਏ, ਪਿੰਡ ਦੇ ਲੋਕਾਂ ਦੀ ਭਲਾਈ ਲਈ ਯੂਜ਼ ਕਰੀਏ। ਸਾਡੇ ਕੋਲ ਢਾਂਚਾ ਬਹੁਤ ਵਧੀਆ ਹੈਗਾ ਜੀ, ਪਰ ਅਸੀਂ ਕਹਿ ਸਕਦੇ ਹਾਂ ਕਿ ਕੁਝ ਪਾਲਿਸੀਜ਼ ਵਿੱਚ ਕੁਝ ਲੋਕਾਂ 'ਚ ਅਵੇਅਰਨੈਸ ਦੀ ਜਿਹੜੀ ਘਾਟ ਆ, ਉਹਦੇ ਕਰਕੇ ਕਿ ਇਹ ਤਾਂ ਜੀ ਸਰਕਾਰੀ ਅਦਾਰਾ ਆ, ਸਾਨੂੰ ਕੀ ਆ ਜੀ, ਪੈਸੇ ਲੈ ਲਏ ਨਹੀਂ ਤਾਰਨੇ, ਅਸੀਂ ਤਾਂ ਜੀ SBI 'ਚ ਪੈਸਾ ਰੱਖਾਂਗੇ, ਅਸੀਂ ਇੱਥੇ ਕਿਉਂ ਰੱਖਾਂਗੇ? ਤਾਂ ਇਹਦੇ 'ਚ ਬਹੁਤ ਸਾਰੀਆਂ ਹੈਗੀਆਂ ਆ, ਇਹਦੇ 'ਚ ਸਰਕਾਰ ਬਹੁਤ ਕੁਝ ਕਰ ਸਕਦੀ ਹੈ। ਪਿਛਲੇ ਦਿਨੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਸੈਂਟਰ ਗੌਰਮੈਂਟ ਨੇ ਵੀ ਕੋਆਪਰੇਟਿਵ, ਕੱਲ ਹੀ ਉਹਦਾ ਅਸੀਂ 100 ਜਿਹੜਾ ਹੈਗਾ ਸੈਲੀਬ੍ਰੇਸ਼ਨ ਕੀਤੀ ਆ, 100ਵਾਂ ਹੈਗਾ ਸੀ ਉਹਦਾ 100 ਡੇ ਸੀ ਕੋਆਪਰੇਟਿਵ ਦਾ, ਤੇ ਉਹ ਨੈਸ਼ਨਲ ਲੈਵਲ ਤੇ ਸੀ। ਤੇ ਨੈਸ਼ਨਲ ਲੈਵਲ ਤੇ ਇਹਨਾਂ ਨੇ ਕੋਆਪਰੇਟਿਵ ਦਾ ਇੱਕ ਉਹ ਬਣਾਤਾ, ਜਿਹਨੂੰ ਅਮਿਤ ਸ਼ਾਹ ਜਿਹੜੇ ਹੈਗੇ ਆ ਕੋਆਪਰੇਟਿਵ ਮਿਨਿਸਟਰ ਬਣਾਤਾ, ਪਹਿਲਾਂ ਨਹੀਂ ਸੀ ਇਹ, ਹੁਣ ਹੀ ਬਣਾਇਆ ਗਿਆ। ਤਾਂ ਉਹਨਾਂ ਨੇ ਸਾਨੂੰ ਬੁਲਾਇਆ ਵੀ ਸੀ ਦਿੱਲੀ, ਤੇ ਉੱਥੇ ਉਹਨਾਂ ਨੇ ਸੈਮੀਨਾਰ ਦੇ ਵਿੱਚ ਇਹ ਕਿਹਾ ਸੀ ਕਿ ਅਸੀਂ ਜਿਹੜੀ ਕੰਪਿਊਟਰੀਕਰਨ ਕਰ ਰਹੇ ਹਾਂ ਜੀ, ਸਾਰੀ ਜਿਹੜੀ ਨੇਸ਼ਨ ਦੀਆਂ ਸੁਸਾਇਟੀਆਂ ਇੱਕੇ ਜਗ੍ਹਾ ਤੇ ਜੋੜ ਰਹੇ ਹਾਂ। DCP ਦਾ ਵੀ ਉਹੀ ਸੌਫਟਵੇਅਰ ਹੋਊਗਾ, ਕੋਆਪਰੇਟਿਵ ਸੁਸਾਇਟੀ ਦਾ ਵੀ ਉਹ ਹੋਊਗਾ। ਉਸ ਸੰਬੰਧ ਦੇ ਵਿੱਚ ਫੰਡ ਵੀ ਅਰੇਂਜ ਕਰ ਲਏ ਜੀ, ਚਿੱਠੀ ਵੀ ਬਕਾਇਦਾ ਆ ਗਈ ਆ ਕਿ ਇਹਦਾ ਕੰਪਿਊਟਰੀਕਰਨ ਕੀਤਾ ਜਾਵੇ। ਔਰ ਉਹਨਾਂ ਨੇ ਇੱਕ ਹੋਰ ਬਹੁਤ ਵਧੀਆ ਲਫ਼ਜ਼ ਕਿਹਾ ਸੀ ਕਿ ਅਸੀਂ ਸੁਸਾਇਟੀਆਂ ਨੂੰ ਕਾਮਨ ਸੇਵਾ ਸੈਂਟਰ ਬਣਾਉਣ ਜਾ ਰਹੇ ਹਾਂ, ਕਿ ਜਿੱਥੇ ਹਰੇਕ ਫੈਸਿਲਿਟੀ ਜਿਹੜੀ ਹੈਗੀ ਆ, ਜਿਹੜੀ ਰੂਰਲ ਏਰੀਏ ਨਾਲ ਸੰਬੰਧਿਤ ਹੈਗੀ ਆ, ਉਹ ਅਸੀਂ ਉੱਥੋਂ ਦਿਆਂਗੇ। ਜੇ ਇਸ ਤਰ੍ਹਾਂ ਹੋ ਜਾਂਦਾ ਆ ਤਾਂ ਇਹ ਸਾਡਾ ਜੀਵਨ ਸਤਰ ਸਾਡੇ ਰੂਰਲ ਏਰੀਏ ਲਈ ਬਹੁਤ ਮਤਲਬ ਇਨਕਲਾਬੀ ਫੈਸਲਾ ਹੋਊਗਾ। ਪਹਿਲਾਂ ਵੀ ਆਪਾਂ ਦੇਖਦੇ ਹੁੰਦੇ ਸੀਗੇ ਵੀ ਉਹ ਜਿਵੇਂ ਇੱਕ ਡੀਪੂ ਹੁੰਦਾ ਸੀ, ਉੱਥੇ ਕੋਈ ਨਾ ਕੋਈ ਚੀਜ਼ਾਂ ਮਿਲਦੀਆਂ ਹੁੰਦੀਆਂ ਸੀਗੀਆਂ ਆਪਾਂ ਨੂੰ, ਵੀ ਬੱਚਿਆਂ ਦੀਆਂ ਕਿਤਾਬਾਂ, ਰਾਸ਼ਨ ਮਿਲਣਾ, ਜਾਂ ਕਿਸਾਨਾਂ ਨੂੰ ਸੰਦ, ਜਾਂ ਹਰ ਸਹੂਲਤ ਉੱਥੇ ਹੁੰਦੀ ਸੀ। ਤੇ ਹੌਲੀ ਹੌਲੀ ਚਲੋ ਸਿਮਟ ਗਿਆ, ਰੇਹਾਂ ਸਪਰੇਆਂ ਦਾ ਅੱਡਾ ਬਣ ਗਿਆ। ਤਾਂ ਇਹ ਚੀਜ਼ ਬਹੁਤ ਵਧੀਆ ਹੈ ਜੇ ਮੰਨ ਲਓ ਉੱਥੇ ਉਹਨੂੰ ਥੋੜਾ ਜਿਹਾ ਸਾਰਿਆਂ ਦੀ ਲੋੜ ਦੇ ਮੁਤਾਬਕ ਢਾਲਿਆ ਜਾਂਦਾ। ਤਾਂ ਪਰਮਜੀਤ ਜੀ, ਸਾਡੇ ਨਾਲ ਬੂਟਾ ਸਿੰਘ ਜੀ ਵੀ ਆ ਗਏ ਨੇ, ਤੇ ਇਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਲਈਏ। ਬਲਜੀਤ ਜੀ, ਤੁਸੀਂ ਦੱਸੋ ਤੁਹਾਡੇ ਕੀ ਵਿਚਾਰ ਨੇ ਕੋਆਪਰੇਟਿਵ ਸੁਸਾਇਟੀ ਦੇ?
ਦੇਖੋ, ਅੱਜ ਦੇ ਸਮੇਂ ਦੇ ਵਿੱਚ ਜੇ ਆਪਾਂ ਨੇ ਪੰਜਾਬ ਨੂੰ ਪੈਰਾਂ ਤੇ ਖੜਾ ਕਰਨਾ ਹੈ ਤਾਂ ਉਹਦੇ ਲਈ ਕੋਆਪਰੇਟਿਵ ਅਦਾਰਾ ਜਿਹੜਾ ਬਹੁਤ ਵੱਡਾ ਰੋਲ ਅਦਾ ਕਰ ਸਕਦਾ ਹੈ। ਇਹ ਕੱਲੀਆਂ ਸੁਸਾਇਟੀਆਂ ਨਹੀਂ, ਇਹਦੇ ਨਾਲ ਬੜੇ ਅਦਾਰੇ ਜੁੜੇ ਹੋਏ ਨੇ, ਚਾਹੇ ਉਹ ਮਾਰਕਫੈਡ ਹੈ, ਚਾਹੇ ਉਹ ਮਿਲਕਫੈਡ ਹੈ, ਤੇ ਚਾਹੇ ਸ਼ੂਗਰਫੈਡ ਹੈ। ਇਹ ਸਾਰੇ ਅਦਾਰੇ ਹੀ ਇੱਕ ਸਹਿਕਾਰਤਾ ਦੀ ਦੇਣ ਨੇ, ਸਹਿਕਾਰਤਾ ਦੇ ਨਾਲ ਸੰਬੰਧਿਤ ਨੇ। ਔਰ ਇਹ ਜੇ ਆਪਾਂ ਦੇਖਦੇ ਹਾਂ ਪਿਛਲੇ ਇਤਿਹਾਸ 'ਚ ਤਾਂ ਇਹਦੀ ਸ਼ੁਰੂਆਤ ਆ ਜਿਹੜੀ ਤਕਰੀਬਨ 1875 ਦੇ ਵਿੱਚ ਇੰਗਲੈਂਡ ਦੇ ਵਿੱਚ ਹੋਈ। ਔਰ ਉਸ ਤੋਂ ਬਾਅਦ ਇਹ ਪੰਜਾਬ ਦੇ ਇੰਡੀਆ ਦੇ ਵਿੱਚ ਜਦੋਂ ਆਈ 1918-20 ਦੇ ਲਗਭਗ ਇੰਡੀਆ 'ਚ ਸਹਿਕਾਰਤਾ ਲਹਿਰ ਸ਼ੁਰੂ ਹੋਈ। ਫਿਰ ਆਪਣੇ ਹੌਲੀ ਹੌਲੀ ਦੇਸ਼ ਆਜ਼ਾਦ ਹੋਇਆ। ਇਹਦੇ ਵਿੱਚ ਸਾਰੀਆਂ ਸਟੇਟਾਂ ਨੇ ਆਪਣੀਆਂ ਸਟੇਟਾਂ 'ਚ ਇਹਨੂੰ ਲਾਗੂ ਕਰਿਆ। ਪਰ ਜਿਸ ਮਕਸਦ ਨਾਲ ਸਹਿਕਾਰਤਾ ਲਹਿਰ ਸ਼ੁਰੂ ਹੋਈ, ਪਹਿਲਾਂ ਤਾਂ ਆਪਣੇ ਲੋਕਾਂ ਨੂੰ ਇਸ ਗੱਲ ਦੀ, ਆਮ ਲੋਕਾਂ ਨੂੰ ਸਮਝ ਹੀ ਨਹੀਂ ਸੀ ਵੀ ਇਹਦਾ ਕੀ ਫਾਇਦਾ, ਤੇ ਨਾ ਇੰਨੀ ਨੌਲੇਜ ਸੀ ਪਿੰਡਾਂ ਦੇ ਲੋਕਾਂ ਨੂੰ, ਜਿਨ੍ਹਾਂ ਨੇ ਖਾਸ ਤੌਰ ਤੇ ਜਿਹੜੀ ਇਹਦੀ ਜੜ ਬੁਨਿਆਦ ਆ, ਕਿਉਂਕਿ ਰੂਰਲ ਏਰੀਆ ਨਾਲ ਜ਼ਿਆਦਾ ਸੰਬੰਧਿਤ ਹੈ। ਸ਼ਹਿਰੀ ਖੇਤਰਾਂ 'ਚ ਬਹੁਤ ਘੱਟ ਹੈ ਮਾਰਕੀਟਿੰਗ ਸੁਸਾਇਟੀਆਂ ਨੇ। ਤੇ ਉਸ ਤੋਂ ਬਾਅਦ ਜਦੋਂ ਇਹ ਥੋੜਾ ਬਹੁਤ ਲੋਕਾਂ ਨੂੰ ਜਾਣਕਾਰੀ ਹੋਈ, ਲੋਕਾਂ ਨੂੰ ਪਤਾ ਲੱਗਿਆ ਵੀ ਇਹਦੇ ਫਾਇਦੇ ਕੀ ਨੇ, ਉਸ ਤੋਂ ਬਾਅਦ ਇਹਦੇ ਉੱਤੇ ਪੋਲੀਟੀਕਲ ਪ੍ਰੈਸ਼ਰ ਤੇ ਅਫਸਰਸ਼ਾਹੀ, ਇਹਨਾਂ ਦੋਨੇ ਜਿਹੜੇ ਪੱਖ ਨੇ, ਦੋ ਪੱਖ, ਇਹ ਦੋ ਪੱਖਾਂ ਨੇ ਤਾਂ ਬਹੁਤ ਵੱਡਾ ਨੁਕਸਾਨ ਕੀਤਾ। ਇਹਨੂੰ ਜਿਸ ਤਰੀਕੇ ਨਾਲ ਸਹਿਕਾਰਤਾ ਲਹਿਰ ਨੂੰ ਪ੍ਰਫੁੱਲਤ ਹੋਣਾ ਚਾਹੀਦਾ ਸੀਗਾ, ਜਿਸ ਤਰੀਕੇ ਨਾਲ ਅਸੀਂ ਇਹਦੇ ਢਾਂਚੇ ਨੂੰ ਮਜ਼ਬੂਤ ਰੱਖ ਸਕਦੇ ਸੀਗੇ, ਇਹ ਅਸੀਂ ਰੱਖ ਨਹੀਂ ਸਕੇ ਉਸ ਤਰੀਕੇ ਨਾਲ। ਉਹਦੇ ਵਿੱਚ ਸਾਡੀਆਂ ਵੀ ਕਈ ਲੋਕਾਂ ਦੀਆਂ ਵੀ ਕਮੀਆਂ ਰਹੀਆਂ, ਚਾਹੇ ਸਾਨੂੰ ਜਾਗਰੂਕਤਾ ਨਾ ਲਾ ਲਓ ਵੀ ਸਾਨੂੰ ਗਿਆਨ ਨਹੀਂ, ਇੰਨਾ ਨੌਲੇਜ ਨਹੀਂ ਹੈ ਪਿੰਡਾਂ ਦੇ ਲੋਕਾਂ ਨੂੰ। ਅਸੀਂ ਜਦੋਂ ਉੱਥੇ ਨੁਮਾਇੰਦੇ ਦੀ ਚੋਣ ਕਰਦੇ ਹਾਂ, ਉੱਥੇ ਹਰ ਇੱਕ ਪਿੰਡ ਤਕਰੀਬਨ 99% ਗਲਤੀ ਕਰਦਾ, ਕਿਉਂਕਿ ਇਹਦੇ ਵਿੱਚ ਜਿਹੜੀ ਮੈਨੇਜਮੈਂਟ ਹੈ ਉਹਨੇ ਸਾਰਾ ਸਿਸਟਮ ਦੇਖਣਾ ਹੈ, ਉਹਨੇ ਸਾਰਾ ਸਿਸਟਮ ਨੂੰ ਚਲਾਉਣਾ ਹੈ, ਔਰ ਉਹਦੀ ਬੜੀ ਵੱਡੀ ਜ਼ਿੰਮੇਵਾਰੀ ਹੈ। ਉਹਦੇ ਵਿੱਚ ਸਾਨੂੰ ਜਿਹੜੇ ਸੂਝਵਾਨ ਜਿਹੜੇ ਲੋਕ ਨੇ, ਜਿਹੜੇ ਇਸ ਪੱਖ ਤੋਂ ਜਾਣਕਾਰੀ ਰੱਖਦੇ ਨੇ, ਉਹਨਾਂ ਲੋਕਾਂ ਨੂੰ ਹੀ ਇਹਦੀ ਮੈਨੇਜਮੈਂਟ ਦੇ ਵਿੱਚ ਆਉਣਾ ਚਾਹੀਦਾ ਹੈ। ਸਭ ਤੋਂ ਵੱਡਾ ਪਹਿਲਾਂ ਤਾਂ ਇਹ ਨੁਕਤਾ ਇਹਨੂੰ ਕਾਮਯਾਬ ਕਰਨ ਦਾ, ਕਿਉਂਕਿ ਜੇ ਮੈਨੇਜਮੈਂਟ ਚੰਗੀ ਨਹੀਂ ਹੋਊਗੀ, ਜੇ ਮੈਨੇਜਮੈਂਟ ਨੂੰ ਸਮਝ ਨਹੀਂ ਹੋਊਗੀ, ਤਾਂ ਅਫਸਰਸ਼ਾਹੀ ਉਹਦੇ ਤੇ ਭਾਰੂ ਹੋਊਗੀ। ਔਰ ਜਿਹੜੇ ਪੋਲੀਟੀਕਲ ਲੋਕ ਨੇ ਉਹ ਅਫਸਰਸ਼ਾਹੀ ਦੇ ਰਾਹੀਂ ਸਿੱਧਾ ਤੋਂ ਦਖਲਅੰਦਾਜ਼ੀ ਕਰ ਨਹੀਂ ਸਕਦੇ, ਅਫਸਰਸ਼ਾਹੀ ਦੇ ਰਾਹੀਂ ਦਖਲਅੰਦਾਜ਼ੀ ਕਰਕੇ ਉਹ ਸੁਸਾਇਟੀ ਦਾ ਬੇੜਾ ਗਰਕ ਕਰਦੇ ਨੇ। ਅੱਜ ਦੀ ਡੇਟ ਦੇ ਵਿੱਚ ਜਿਹੜੀ ਮੈਂ ਹੁਣ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹੁੰਦਾ ਵੀ ਅੱਜ ਦੀ ਡੇਟ 'ਚ ਜਿਹੜੀਆਂ ਸਾਡੀਆਂ ਕੋਆਪਰੇਟਿਵ ਸੁਸਾਇਟੀਆਂ ਨੇ, ਇਹਦੀ ਤਾਂ ਇੰਡੀਆ ਦੇ ਵਿੱਚ ਤਾਂ ਲੱਖਾਂ ਦੇ ਵਿੱਚ ਹੈ, ਪਰ ਪੰਜਾਬ ਦੇ ਵਿੱਚ ਜਿੰਨੀਆਂ ਕੋਆਪਰੇਟਿਵ ਸੁਸਾਇਟੀਆਂ ਸਾਡੀਆਂ, ਬਹੁਤ, ਜਿਵੇਂ ਭਾਈ ਸਾਹਿਬ ਦੀ ਮੈਂ ਗੱਲ ਸੁਣ ਰਿਹਾ ਸੀ, ਉਹਨਾਂ ਨੇ ਦੱਸਿਆ ਬਹੁਤ ਸੁਸਾਇਟੀਆਂ ਬਹੁਤ ਚੰਗਾ ਕੰਮ ਕਰ ਰਹੀਆਂ ਨੇ, ਉਹਨਾਂ ਦੀ ਮੈਨੇਜਮੈਂਟਾਂ ਵੀ ਚੰਗੀਆਂ ਨੇ, ਉਹ ਸੁਸਾਇਟੀਆਂ ਦੀ ਬੈਕਗਰਾਉਂਡ ਵੀ 10 ਸਾਲ ਤੋਂ 15 ਸਾਲ ਤੋਂ 20 ਸਾਲ ਤੋਂ ਬੜੀ ਉਹਨਾਂ ਨੇ ਸਟਰਗਲ ਕਰਕੇ ਇੱਥੇ ਤੱਕ ਪਹੁੰਚੀ। ਪਰ ਜਿੰਨੀਆਂ ਸੁਸਾਇਟੀਆਂ ਅੱਜ ਦੀ ਡੇਟ ਦੇ ਜਿਹੜੀਆਂ ਫੇਲ ਹੋਈਆਂ ਨੇ, ਕਿਉਂਕਿ ਹੁਣ ਆਪਾਂ ਜ਼ਿਆਦਾਤਰ ਦੇਖੋ ਜਿਹੜੀ ਚੰਗੀਆਂ ਚੱਲ ਰਹੀਆਂ ਉਹਨਾਂ ਤੋਂ ਸਾਨੂੰ ਦੇਖਣ ਦੀ ਲੋੜ ਆ, ਸਿੱਖਣ ਦੀ ਲੋੜ ਹੈ, ਪਰ ਜਿਹੜੀਆਂ ਫੇਲ ਹੋਈਆਂ ਸੁਸਾਇਟੀਆਂ ਇਹਦੀ ਗਿਣਤੀ ਜ਼ਿਆਦਾ ਆ, ਬਹੁਤ ਜ਼ਿਆਦਾ ਆ। ਉਹਦੇ ਵਿੱਚ ਸਭ ਤੋਂ ਵੱਡਾ ਕਾਰਨ ਹੈ ਕਿ ਜਿਹੜਾ ਸਟਾਫ ਹੀ ਨਹੀਂ ਹੈ ਸੁਸਾਇਟੀਆਂ ਕੋਲ। ਅੱਜ ਦੀ ਡੇਟ ਦੇ ਵਿੱਚ ਆਪਾਂ ਦੇਖੀਏ ਤਕਰੀਬਨ 50-60% ਸੁਸਾਇਟੀਆਂ ਦੇ ਵਿੱਚ ਜਿਹੜੇ ਮੁਲਾਜ਼ਮ ਨਹੀਂ ਹੈਗੇ, ਜਿਨ੍ਹਾਂ ਨੂੰ ਜਾਂ ਉੱਥੇ ਸੇਲਸਮੈਨ ਨਹੀਂ ਹੈ, ਜਾਂ ਉੱਥੇ ਸੈਕਟਰੀ ਨਹੀਂ ਹੈ, ਤੇ ਉਹ ਕੋਈ ਉਹਨਾਂ ਦਾ ਜਿਹੜਾ ਪ੍ਰਬੰਧ ਨੇ ਜਿਸ ਤਰੀਕੇ ਨਾਲ ਚੱਲਣੇ ਚਾਹੀਦੇ ਨੇ, ਇੱਥੇ ਤੱਕ ਵੀ ਹੈ ਵੀ 15 ਪਿੰਡਾਂ ਦੀ ਕੋਆਪਰੇਟਿਵ ਸੁਸਾਇਟੀ ਉਹਨੂੰ ਕੋਈ ਹੋਰ ਦੂਜੇ ਸੈਕਟਰੀ ਆ ਕੇ ਡੈਪੂਟੇਸ਼ਨ ਤੇ ਜਿਹੜਾ ਲਾਇਆ ਹੋਇਆ, ਉਹ ਆ ਕੇ ਚਾਰਜ ਦਿੱਤਾ ਹੋਇਆ, ਉਹ 2-3 ਦਿਨ, 1 ਦਿਨ ਜਾਂ 2 ਦਿਨ ਆਉਂਦਾ। ਹਾਲਾਂਕਿ ਦੇਖੋ 15 ਪਿੰਡਾਂ ਦੀ ਕਿੱਡਾ ਵੱਡਾ ਪ੍ਰਬੰਧ ਆ ਉਹ। ਜਿਹੜਾ ਜਿੰਨੇ ਮੁਲਾਜ਼ਮ ਨੇ, ਇਹ ਮੁਲਾਜ਼ਮਾਂ ਨੂੰ ਸਾਰੀ ਭਰਤੀ ਇੱਕ ਸਿਰਫ ਮਨਜ਼ੂਰੀ ਜਿਹੜੀ ਰਜਿਸਟਰਾਰ ਤੱਕ ਪਰਮਿਸ਼ਨ ਰੱਖੀ ਹੈ, ਜੇ ਸੇਵਾਦਾਰ ਵੀ ਰੱਖਣਾ ਕਿਸੇ ਸੁਸਾਇਟੀ ਨੇ ਤਾਂ ਉਹਦੀ ਮਨਜ਼ੂਰੀ ਰਜਿਸਟਰਾਰ ਤੋਂ ਲੈਣੀ ਪੈਂਦੀ ਹੈ, ਜਿਹਨੂੰ 2-2 ਸਾਲ 4-4 ਸਾਲ 5-5 ਸਾਲ ਫਾਈਲਾਂ, ਜਿਹੜੇ ਵਿਚਾਰੇ ਨੂੰ ਨਹੀਂ ਨੌਲੇਜ, ਉਹ ਉੱਥੇ ਲਟਕਦੀਆਂ ਫਿਰਦੀਆਂ ਨੇ, ਫਰਲਾਂ ਮਨਜ਼ੂਰੀ ਨਹੀਂ ਮਿਲ ਰਹੀ। ਉਹਦੀ ਤਨਖਾਹ ਸੋਸਾਇਟੀ ਨੇ ਦੇਣੀ ਹੁੰਦੀ ਫਿਰ, ਤੇ ਮਨਜ਼ੂਰੀ ਉੱਪਰੋਂ ਮਿਲਦੀ ਹੈ ਰਜਿਸਟਰਾਰ ਤੋਂ 17 ਸੈਕਟਰ ਚੰਡੀਗੜ੍ਹ ਤੋਂ। ਨਹੀਂ, ਉਹ ਮਨਜ਼ੂਰੀ ਤਾਂ ਉੱਪਰੋਂ ਮਿਲਦੀ ਹੈ, ਬਟ ਜਿਹੜੀ EMPLOYE ਨੂੰ ਤਨਖਾਹ ਦੇਣੀ ਹੁੰਦੀ ਹੈ ਉਹ ਲੋਕਲ ਸੁਸਾਇਟੀ ਨੇ ਦੇਣੀ ਕਿ ਉਹ ਵੀ ਉੱਪਰੋਂ ਆਉਂਦੀ ਹੈ? ਮੈਂ ਉਹੀ ਤੁਹਾਡੀ ਜਾਣਕਾਰੀ ਦੱਸਣਾ ਚਾਹੁੰਦਾ, ਜਿਹੜਾ ਅਜੇ ਬਹੁਤ ਮੇਰੇ ਭਰਾਵਾਂ ਨੂੰ ਪਤਾ ਨਹੀਂ ਹੋਣਾ ਇਸ ਗੱਲਾਂ ਦਾ। ਜਿਹੜੀ ਕੋਆਪਰੇਟਿਵ ਸੁਸਾਇਟੀ ਹੈ, ਮੁਲਾਜ਼ਮ ਉਹਨੇ ਰੱਖਣਾ ਹੈ, ਕੋਆਪਰੇਟਿਵ ਸੁਸਾਇਟੀ ਨੇ ਆਪਣੇ ਇਨਕਮ ਸੋਰਸਸ ਨਾਲ ਉਹਨੂੰ ਸੈਲਰੀ ਦੇਣੀ ਹੈ, ਕੋਈ ਸਰਕਾਰ ਸੈਲਰੀ ਪੈਸਾ ਨਹੀਂ ਦਿੰਦੀ ਸਰਕਾਰ। ਔਰ ਮਜਬੂਰੀ ਹੈ ਜਿਹੜੀ, ਪਹਿਲਾਂ ਸੁਸਾਇਟੀ ਦੇ ਵਿੱਚ ਰੈਜੂਲੇਸ਼ਨ ਪੈਣਾ, ਰੈਜੂਲੇਸ਼ਨ ਪੈਣ ਤੋਂ ਬਾਅਦ ਇੰਸਪੈਕਟਰ ਨੇ ਉਹਨੂੰ ਰਿਕਮੈਂਡੇਸ਼ਨ ਕਰਨੀ ਹੈ, ਡੀਆਰ ਕੋਲ ਜਾਣਾ ਹੈ, ਡੀਆਰ ਕੋਲ ਜਾਣਾ ਹੈ,
डीआर तो बाद डिप्टी रजिस्ट्रार को जाना, ये अपने जीआर को जाना, डिप्टी रजिस्ट्रार को जाना, रजिस्ट्रार को जाना, ਉੱਥੋਂ ਉਹਦੀ ਮਨਜ਼ੂਰੀ ਹੋਣੀ ਆ, ਫਿਰ ਆਪਣੀ ਫਿਰ ਥੱਲੇ ਨੂੰ ਆ ਕੇ ਜੋ ਸਾਡੀ ਪਾਲਿਸੀ ਬਣੀ ਹੈ ਭਰਤੀ ਕਰਨ ਦੀ, ਉਹ ਪਾਲਿਸੀ ਦੇ ਅਕੋਰਡਿੰਗ ਫਿਰ ਅਸੀਂ ਉਹਦੇ ਨੋਟਿਸ ਵਗੈਰਾ ਲਗਾ ਕੇ ਜੋ ਵੀ ਹੈਗਾ 15 ਦਿਨ ਦਾ ਟਾਈਮ ਦੇ ਕੇ ਸਾਰਾ ਉਸ ਸਿਸਟਮ ਹੈ। ਪਰ ਦੇਖੋ ਤੁਸੀਂ, ਪੈਸਾ ਸੁਸਾਇਟੀ ਨੇ ਦੇਣਾ, ਲੋਕਾਂ ਦੀ ਸੁਸਾਇਟੀ ਹੈ, ਸਰਕਾਰ ਭਰਤੀ ਨਹੀਂ ਕਰ ਰਹੀ। ਦੂਜੀ ਗੱਲ, ਇਸੇ ਤਰੀਕੇ ਨਾਲ ਕੋਆਪਰੇਟਿਵ ਬੈਂਕਾਂ ਨੇ, ਮੈਂ ਇਹਦੇ ਨਾਲ ਜੁੜੀ ਹੋਈ ਗੱਲ ਕਰਦਾ, ਇਸੇ ਤਰੀਕੇ ਨਾਲ ਕੋਆਪਰੇਟਿਵ ਬੈਂਕਾਂ ਨੇ, ਕੋਆਪਰੇਟਿਵ ਬੈਂਕਾਂ ਦੇ ਵਿੱਚ ਵੀ ਸਾਡੀ ਇੱਕ ਮੈਨੇਜਮੈਂਟ ਬਣਦੀ, ਜਿਵੇਂ ਸੁਸਾਇਟੀਆਂ ਦੇ ਪ੍ਰਧਾਨ ਨੇ, ਮੈਂ ਕਿਹਾ ਕਿ ਮੈਂ ਉਹ ਵੀ ਰਹਿਣਾ, ਉਹ ਸੁਸਾਇਟੀਆਂ ਦੇ ਪ੍ਰਧਾਨ ਦੇ ਵਿੱਚੋਂ ਇੱਕ ਜ਼ਿਲ੍ਹੇ ਵਿੱਚ 9-11 ਇਸ ਤਰੀਕੇ ਨਾਲ ਡਾਇਰੈਕਟਰ ਬਣਦੇ ਨੇ, ਸੁਸਾਇਟੀਆਂ ਦੇ ਪ੍ਰਧਾਨ ਦੀ ਓਨਲੀ ਵੋਟ ਪੈਂਦੀ ਹੈ ਉਹਦੇ ਵਿੱਚ। ਉਸ ਤੋਂ ਬਾਅਦ ਫਿਰ ਉਹ ਇੱਕ ਬੋਰਡ ਬਣਦਾ ਹੈ, ਡਿਸਟ੍ਰਿਕਟ ਦਾ ਬੋਰਡ ਬਣਦਾ, ਉਹ ਬੋਰਡ ਜਿੰਨੀਆਂ ਸਾਡੀਆਂ ਸੁਸਾਇਟੀਆਂ ਨੇ ਉਹਨਾਂ ਦੇ ਉੱਤੇ ਉਹਨਾਂ ਨਾਲ ਜੁੜੀਆਂ ਹੋਈਆਂ ਸਾਡੀਆਂ ਕੋਆਪਰੇਟਿਵ ਬੈਂਕਾਂ ਨੇ, ਜਿਵੇਂ ਅੱਜ ਪੰਜਾਬ ਦੇ ਵਿੱਚ ਤਕਰੀਬਨ 825 ਬ੍ਰਾਂਚ ਆ ਕੋਆਪਰੇਟਿਵ ਬੈਂਕਾਂ ਦੀ। ਉਹ ਜਿਹੜੀ ਅੱਜ ਦੀ ਡੇਟ ਤੇ ਤੁਸੀਂ ਹੈਰਾਨ ਹੋਵੋਗੇ ਜੀ, ਕੋਈ ਵੀ ਬੈਂਕ ਹੈ ਜਿਹੜੀ ਪੰਜਾਬ ਦੇ ਵਿੱਚ, ਜਿੰਨੀ ਗਿਣਤੀ ਕੋਆਪਰੇਟਿਵ ਬੈਂਕਾਂ ਦੀ ਹੈ, ਕੋਈ 400 ਤੇ ਖੜੀ ਹੈ, ਕੋਈ 300 ਤੇ ਖੜੀ ਹੈ, HDFC ਕੋਈ 500 ਤੇ ਖੜੀ ਹੈ, 350-400 ਤੋਂ ਵੱਧ ਕਿਸੇ ਵੀ ਬੈਂਕ ਦੀ ਬ੍ਰਾਂਚ ਨਹੀਂ ਹੈ, ਪਰ ਇੱਕੋ ਇੱਕ ਕੋਆਪਰੇਟਿਵ ਬੈਂਕ ਹੈ ਜਿਹਦੀ 826-27 ਬੈਂਕ ਪੰਜਾਬ ਦੇ ਵਿੱਚ ਹੈ, ਜਿਹੜੀ ਹਰ ਘਰ ਨਾਲ, ਹਰ ਕਿਸਾਨ ਨਾਲ, ਹਰ ਪਰਿਵਾਰ ਨਾਲ ਜੁੜੀ ਹੋਈ ਬੈਂਕ ਹੈ, ਪਰ ਬੈਂਕ ਫੇਲ ਹੋ ਰਹੀ ਹੈ। ਬੈਂਕ ਫੇਲ ਕੀ ਹੈ, ਇਹ ਦੇਖੋ ਤੁਸੀਂ ਕਿੱਡੀ ਮਾੜੀ ਗੱਲ ਹੈ, ਜਿਹੜੀ ਹਰ ਮੈਂਬਰ ਨਾਲ ਜੁੜੀ ਹੋਈ, ਕਿਹਨੂੰ ਕਿਸੇ ਨੂੰ ਮਾਰਕੀਟ ਜਾਣ ਦੀ ਲੋੜ ਨਹੀਂ, ਕਿਉਂਕਿ ਕੋਆਪਰੇਟਿਵ ਬੈਂਕ ਹੈ ਜਿਹੜੀ ਉਹ ਜੁੜੀ ਹੋਈ ਹੈ ਕੋਆਪਰੇਟਿਵ ਸੁਸਾਇਟੀ ਨਾਲ, ਜਿਹੜੀ ਸੁਸਾਇਟੀ ਹੈ ਉਹ ਹਰ ਘਰ ਨਾਲ ਜੁੜੀ ਹੋਈ ਹੈ। ਉਹ ਬੈਂਕਾਂ ਦੇ ਵਿੱਚ ਵੀ ਸਟਾਫ ਨਹੀਂ ਹੈ, ਬੈਂਕਾਂ ਦੇ ਵਿੱਚ ਨਵੀਂ ਟੈਕਨੋਲੋਜੀ ਅਡਾਪਟ ਨਹੀਂ ਕੀਤੀ ਗਈ, ਜਿਹੜੀਆਂ ਬੈਂਕਾਂ ਦੂਜੀਆਂ ਨੇ ਸਾਡੀਆਂ, ਉਹਨਾਂ ਦੇ ਕਮਰਸ਼ੀਅਲ ਬੈਂਕਾਂ ਦੇ ਮੁਕਾਬਲੇ 'ਚ ਸਾਡੀਆਂ ਬੈਂਕਾਂ ਹੈ ਹੀ ਨਹੀਂ, ਫਿਰ ਗਾਹਕ ਉਧਰੋਂ ਭੱਜ ਕੇ ਦੂਏ ਪਾਸੇ ਚਲੇ ਗਿਆ। ਅੱਜ ਸਿਰਫ ਬੈਂਕਾਂ 'ਚ, ਕੋਆਪਰੇਟਿਵ ਬੈਂਕਾਂ ਦੇ ਵਿੱਚ ਲੋਕ ਜਿਹੜਾ ਲਿਮਟਾਂ ਨਵੀਆਂ ਪੁਰਾਣੀਆਂ ਕਰਨ ਵਾਸਤੇ ਹੀ ਉਹਨੂੰ ਯੂਜ਼ ਕਰ ਰਹੇ ਨੇ, ਵਰਤ ਰਹੇ ਨੇ, ਬਾਕੀ ਜਿਹੜਾ ਪੈਸਾ ਲੈਣਾ, ਕਿਸੇ ਨੇ ਸੁਵਿਧਾ ਸਹੂਲਤਾਂ ਲੈਣੀਆਂ ਨੇ, ਉਹ ਦੂਜੇ ਸਾਰੇ ਲੋਕ ਪ੍ਰਾਈਵੇਟ ਬੈਂਕਾਂ ਵੱਲ ਨੂੰ ਚਲੇ ਗਏ। ਇਹਦੇ ਵਿੱਚ ਮਾਰ ਸਾਡੀ ਮਾੜੀ ਮੈਨੇਜਮੈਂਟ, ਇਹਦੇ ਕਰਕੇ ਸਾਨੂੰ ਜਿਹੜਾ ਇਹ ਮਾਰ ਪਈ ਆ। ਹੁਣ ਜਿਹੜੀ ਸੁਸਾਇਟੀ ਦੀ ਆਪਾਂ ਗੱਲ ਕਰਦੇ ਹਾਂ, ਤੇ ਸੁਸਾਇਟੀ ਦੀ ਭਾਈ ਸਾਹਿਬ ਨੇ ਵੀ ਗੱਲ ਕਰੀ ਆ ਵੀ ਅਸੀਂ ਸੂਈ ਤੋਂ ਲੈ ਕੇ ਜਹਾਜ਼ ਤੱਕ ਕੰਮ ਕਰ ਸਕਦੇ ਹਾਂ। ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਅਸੀਂ ਕੰਮ ਬਹੁਤ ਜ਼ਿਆਦਾ ਕਰ ਸਕਦੇ ਹਾਂ, ਪਰ ਗੱਲ ਇਹ ਹੈ ਵੀ ਜਿਵੇਂ ਅਸੀਂ ਦੇਖਦੇ ਹਾਂ ਅੱਜ ਦੇ ਡੇਟ ਦੇ ਵਿੱਚ ਸੁਸਾਇਟੀ ਦੇ ਵਿੱਚ ਨੰਬਰ 1 ਤੁਹਾਡੇ ਨਾਲ ਮੁਲਾਜ਼ਮਾਂ ਦੀ ਗੱਲ ਕਰੀ ਹੈ, ਸੁਸਾਇਟੀਆਂ 'ਚ ਕੋਈ ਮੁਲਾਜ਼ਮ ਨਹੀਂ ਹੈ, ਬਹੁਤ ਬੁਰਾ ਹਾਲ ਹੈ। ਦੂਜੀ ਗੱਲ, ਅਸੀਂ ਇਸ ਤੋਂ ਬਾਅਦ ਇੱਕ ਪੈਟਰੋਲ ਪੰਪ ਲਾਏ ਸੁਸਾਇਟੀਆਂ ਦੇ ਵਿੱਚ। ਹਾਂਜੀ, ਮੈਂ ਇੱਕ ਵਿੱਚੋਂ ਤੁਹਾਡੀ ਗੱਲ ਟੋਕੂਗਾ ਵੀ ਤੁਸੀਂ ਇੱਕ ਵਿਜ਼ਨ ਲੈ ਕੇ ਗਏ ਸੀ ਕੋਆਪਰੇਟਿਵ ਸੋਸਾਇਟੀ ਜਦੋਂ ਸ਼ਾਮਲ ਹੋਏ ਸੀ, ਤੁਹਾਡੀ ਸੋਸਾਇਟੀ ਮੈਨੂੰ ਪਤਾ ਵੀ ਘਾਟੇ ਸੀਗੀ, 8-10 ਲੱਖ ਰੁਪਇਆ ਘਾਟੇ ਸੀ ਉਸ ਵਕਤ, ਤੇ ਤੁਸੀਂ ਕੀ ਨਵੇਂ ਪ੍ਰਯੋਗ ਕੀਤੇ ਆਪਦੀ ਪਿੰਡ ਦੀ ਸੋਸਾਇਟੀ ਜਾਂ ਆਪਣਾ ਐਕਸਪੀਰੀਅੰਸ ਹੁਣ ਖੁੱਲ ਕੇ ਥੋੜਾ ਜਿਹਾ ਸਾਡੇ ਨਾਲ ਸ਼ੇਅਰ ਕਰੋ। ਮੈਂ ਦੇਖੋ ਜੀ, ਜਦੋਂ ਨਾ ਮੈਂ ਛੋਟੀ ਉਮਰ 'ਚ ਪਹਿਲਾਂ ਸਰਪੰਚ ਬਣਿਆ ਪਿੰਡ ਦਾ, ਉਸ ਤੋਂ ਬਾਅਦ ਮੈਨੂੰ ਨਾ ਪਿੰਡ ਦੇ ਲੋਕਾਂ ਨੇ ਸੁਸਾਇਟੀ ਦੀ ਚੋਣ ਲੜਨ ਵਾਸਤੇ ਕਿਹਾ ਵੀ ਡਾਇਰੈਕਟਰ ਬਣ ਤੋ ਸੁਸਾਇਟੀ ਦਾ। ਮੈਂ ਚੋਣ ਲੜ ਕੇ ਸੁਸਾਇਟੀ ਦਾ ਡਾਇਰੈਕਟਰ ਬਣ ਗਿਆ। ਉਸ ਤੋਂ ਬਾਅਦ ਮੈਨੂੰ ਛੋਟੀ ਉਮਰ ਦੀ ਮੈਨੂੰ ਪ੍ਰਧਾਨ ਨਹੀਂ ਬਣਾਇਆ ਉਹਨਾਂ ਨੇ, ਮੈਨੂੰ ਕਹਿੰਦੇ ਵੀ ਤੂੰ ਇਹਨੂੰ ਤੁਸੀਂ ਐ ਕਰੋ, ਮੈਨੂੰ ਕਹਿੰਦੇ ਤੁਸੀਂ ਪ੍ਰਧਾਨ ਚੁਣੋ। ਮੈਨੂੰ ਜਿਹੜੀ ਕੱਟ ਆਫ ਕਰਨ ਵਾਸਤੇ 4 ਪਿੰਡਾਂ ਦੀ ਸੁਸਾਇਟੀ ਸੀਗੀ, ਮੈਂ ਕੀ ਕਰਿਆ, ਮੈਂ ਸਾਰਿਆਂ ਤੋਂ ਮੈਂ ਕਿਹਾ ਜੀ ਇਹਨੂੰ ਬਣਾ ਦੋ। ਉਹ ਬੰਦਾ ਬਣਾ, ਉਹ ਵਿਚਾਰੇ ਦੀ ਕੁਦਰਤੀ ਮਾੜੇ ਕਰਮ, ਉਹਦੇ 6 ਮਹੀਨੇ ਬਾਅਦ ਡੈਥ ਹੋ ਗਈ। ਉਸ ਤੋਂ ਬਾਅਦ ਮੈਨੂੰ ਸੁਸਾਇਟੀ ਦਾ ਪ੍ਰਧਾਨ ਬਣਨ ਦਾ ਮੌਕਾ ਮਿਲ ਗਿਆ। ਉਹ ਬੰਦੇ ਬਾਕੀ ਸਾਰੇ ਲੋਕ ਮੇਰੇ ਨਾਲ ਸਹਿਮਤ ਸੀ। ਉਸ ਤੋਂ ਬਾਅਦ ਚਲੋ ਜਿਹੜੀ ਸਾਡੀ ਸੁਸਾਇਟੀ ਦੀ ਨਾ ਤਾਂ ਉਹਦੇ ਕੋਲ ਕੋਈ ਬਿਲਡਿੰਗ ਸੀਗੀ, ਇੱਕ ਇੱਟ ਨੀਤੀ ਲੱਗੀ ਸੀ, ਕਿਸੇ ਪੰਚਾਇਤ ਘਰ ਦੇ ਵਿੱਚ ਸੁਸਾਇਟੀ ਦੇ ਬੰਦੇ ਬੈਠੇ ਸੀਗੇ, ਨਾ ਕੋਈ ਸਾਡੇ ਕੋਲ ਗੋਡਾਊਨ ਸੀਗਾ। 1982 ਆਪਣੇ 86 ਦੀ ਸੁਸਾਇਟੀ ਬਣੀ ਹੋਈ ਸੀਗੀ, ਨਾ ਕੋਈ ਗੋਡਾਊਨ, ਨਾ ਕੋਈ ਦਫ਼ਤਰ, ਨਾ ਕੋਈ ਬੈਠਣ ਉੱਠਣ ਨੂੰ ਜਗ੍ਹਾ, ਕੁਛ ਨਹੀਂ ਸੀਗੇ, ਸਿਰਫ 4 ਕੁਰਸੀਆਂ ਰਮੇਸ਼ ਸੀਗੇ, ਇੱਕ ਪੰਚਾਇਤ ਦੇ ਕਮਰੇ 'ਚ ਬੈਠੀ ਸੀਗੀ ਸੁਸਾਇਟੀ। ਤਾਂ ਮੈਂ ਜਦੋਂ ਮੈਨੇਜਮੈਂਟ ਦਾ ਕੰਟਰੋਲ ਕਰਿਆ, ਸ਼ਰਾਬ ਉੱਥੇ ਮੁਲਾਜ਼ਮ ਕੋਲ ਆ ਕੇ ਲੋਕ ਪੀਂਦੇ ਸੀਗੇ, ਮੈਂ ਆ ਕੇ ਕੰਟਰੋਲ ਕੀਤਾ ਤੇ ਮੈਂ ਸਾਰਾ ਕੁਝ ਬੰਦ ਕਰਤਾ। ਬੰਦ ਕਰਨ ਤੋਂ ਬਾਅਦ ਮੈਂ ਸੁਸਾਇਟੀ ਦੇ ਜਿਹੜੇ ਦੇਖਿਆ ਵੀ ਇਹਨੂੰ ਕਿਵੇਂ ਆਪਾਂ ਚਲਾ ਸਕਦੇ ਹਾਂ, ਮੈਂ ਸਾਰਾ ਉਹਨੂੰ ਦੇਖ ਕੇ ਜਿਹੜੇ ਪਹਿਲਾਂ ਤਾਂ ਜਿਹਨਾਂ ਤੋਂ ਰਿਕਵਰੀ ਕਰਨੀ ਸੀਗੀ ਉਹਨਾਂ ਨੂੰ ਸਾਰਿਆਂ ਨੂੰ ਬੁਲਾ ਕੇ ਸਮਝਾਇਆ ਵੀ ਜਿਹੜਾ ਤੁਸੀਂ ਇਹ ਡਿਫਾਲਟਰ ਹੋਏ ਹੋ ਇਹਨੂੰ ਪੈਸਾ ਜਮ੍ਹਾਂ ਕਰਾਓ। ਸਾਰਾ ਪੈਸਾ, ਬਹੁਤ ਜ਼ਿਆਦਾ ਪੈਸਾ ਦੀ ਅਸੀਂ ਰਿਕਵਰੀ ਕੀਤੀ, ਔਰ ਪੈਸੇ ਦੀ ਰਿਕਵਰੀ ਕਰਨ ਤੋਂ ਬਾਅਦ ਫਿਰ ਅਸੀਂ ਜਿਹੜੇ ਵਧੀਆ ਜਿਨ੍ਹਾਂ ਨੂੰ ਜਿਵੇਂ ਦਾ ਲੋਨ ਅਸੀਂ ਵੱਧ ਤੋਂ ਵੱਧ ਦਿੱਤਾ। ਲੋਨ ਦੇ ਬਾਅਦ ਫਿਰ ਅਸੀਂ ਹੌਲੀ ਹੌਲੀ, ਜਦੋਂ ਮੈਂ 5 ਸਾਲ ਟੱਪ ਗਿਆ, ਅਗਲੇ ਸਾਲ ਫਿਰ ਮੈਂ ਇਲੈਕਸ਼ਨ ਲੜ ਕੇ ਫਿਰ ਮੈਂ ਪ੍ਰਧਾਨ ਬਣਿਆ ਦੁਬਾਰਾ। ਫਿਰ ਮੇਰਾ ਇੰਨਾ ਬਣ ਗਿਆ ਇਲਾਕੇ ਦੇ ਵਿੱਚ 4 ਪਿੰਡਾਂ 'ਚ
ਤਕਰੀਬਨ 2.5 ਕਰੋੜ ਰੁਪਇਆ ਲੋਕਾਂ ਨੇ ਡਿਪੋਜ਼ਿਟ ਰੱਖਤਾ ਸਾਡੀ ਜੀ ਮੇਰੇ ਕਰਕੇ ਵੀ ਮੇਰੀ ਜ਼ਿੰਮੇਵਾਰੀ ਹੈ ਤੁਸੀਂ ਪੈਸਾ ਜਮ੍ਹਾਂ ਕਰਾਓ। ਮੈਂ ਉਹ ਪੈਸਾ ਜਦੋਂ ਲੋਕਾਂ ਨੇ ਡਿਪੋਜ਼ਿਟ ਉਹਦੇ ਵਿੱਚ ਸੋਸਾਇਟੀ 'ਚ ਰੱਖਤਾ ਤਾਂ ਉਸ ਤੋਂ ਬਾਅਦ ਉਹੀ ਪੈਸਾ ਲੋਕਾਂ ਨੂੰ ਐਮਟੀ ਲੋਨਾਂ ਦੇ ਰਾਹੀਂ 5.5 ਜੇ ਉਹਨਾਂ ਨੂੰ ਅਸੀਂ ਆਲੇ ਦੁਆਲੀਆਂ ਜਿੰਨੀਆਂ ਬੈਂਕਾਂ ਨੇ ਅਸੀਂ ਉਹਨਾਂ ਤੋਂ 50 ਪੈਸੇ ਜ਼ਿਆਦਾ ਵਿਆਜ ਦੇ ਕੇ ਇੰਟਰਸਟ ਦੇ ਕੇ ਸਾਰੇ ਲੋਕਾਂ ਨੂੰ ਅਸੀਂ ਨਾਲ ਲਾ ਲਿਆ। ਸਾਡੇ ਕੋਲ ਦੂਰ ਦੂਰ ਦੇ ਲੋਕ ਵੀ ਆ ਕੇ ਪੈਸੇ ਰੱਖਣ ਲੱਗ ਗਏ। ਤਾਂ ਅਸੀਂ ਜਦੋਂ ਜੇ ਬਾਹਰ 5 ਰੁਪਏ ਮਿਲ ਰਿਹਾ 50 ਪੈਸੇ ਮਿਲ ਰਿਹਾ ਤਾਂ ਅਸੀਂ 5.5 ਰੁਪਏ ਦਿੱਤਾ। ਇਸ ਤਰੀਕੇ ਨਾਲ ਅਸੀਂ ਇੰਟਰਸਟ ਵਧਾਤਾ 50 ਪੈਸੇ। ਸਾਡੇ ਕੋਲ ਡਿਪੋਜ਼ਿਟ ਨੂੰ ਅਸੀਂ ਐਮਟੀ ਲੋਨ ਦੇ ਵਿੱਚ ਕਨਵਰਟ ਕਰਤਾ। ਐਮਟੀ ਲੋਨ ਉਹਨਾਂ ਲੋਕਾਂ ਨੂੰ ਜਿਹਨੂੰ ਕਿਸੇ ਨੂੰ ਲੋੜ ਆ ਕਿਤੇ ਵੀ ਜਾਣ ਦੀ ਲੋੜ ਨਹੀਂ, ਬਸ ਆਓ ਐਫੀਡੇਵਿਟ ਦਿਓ ਜਿੰਨੇ ਲੱਖ 2 ਲੱਖ ਟਰਾਲੀ ਵਾਸਤੇ ਕਿਸੇ ਚੀਜ਼ ਵਾਸਤੇ ਕੋਈ ਪੈਸਾ ਚਾਹੀਦਾ ਸਾਡੇ ਤੋਂ ਪੈਸਾ ਲੈ ਲਓ। ਅਸੀਂ ਉਹ ਪੈਸਾ ਸਾਰਾ ਲੋਨ ਚ ਵੰਡਤਾ। ਜਿਵੇਂ ਲਗਭਗ 50 ਲੱਖ ਰੁਪਏ ਅਸੀਂ ਹਰ ਟਾਈਮ ਆਪਣੇ ਕੋਲ ਰੱਖ ਲਿਆ, ਕਿਸੇ ਨੂੰ ਐਮਰਜੈਂਸੀ ਲੋੜ ਪੈ ਗਈ ਸੀ ਨਾਲ। ਤੇ ਬਲਜੀਤ ਜੀ ਇੱਕ ਸੈਕਿੰਡ ਇੱਥੇ ਇਸ ਮੌਕੇ ਤੇ ਤੁਸੀਂ ਦੱਸੋ ਕਿ ਤੁਹਾਨੂੰ ਲੇਖਾ ਜੋਖਾ ਜਿਹੜਾ ਸੁਸਾਇਟੀ ਦਾ ਹੁੰਦਾ ਹੈ, ਕੀ ਪਾਵਰ ਹੁੰਦੀ ਹੈ, ਇਹ ਤੁਹਾਨੂੰ ਜਾਣਕਾਰੀ ਕਿੱਥੋਂ ਮਿਲੀ? ਤੁਸੀਂ ਆਪਣੇ ਨੂੰ ਟ੍ਰੇਨ ਕਿਵੇਂ ਕੀਤਾ? ਇਹ ਦੇਖੋ ਮੈਨੂੰ ਪਹਿਲਾਂ ਛੋਟੇ ਹੁੰਦੇ ਨੂੰ ਸ਼ੌਂਕ ਆ ਜੀ। ਮੈਂ ਜਿਹੜਾ ਵੀ ਕੰਮ ਕਰਿਆ ਜ਼ਿੰਦਗੀ 'ਚ ਬੜਾ ਸਾਰਾ ਕੁਝ ਸਾਡੇ ਕੋਲ ਪਿਆ, ਸਾਰਾ ਕੁਝ ਸਾਡੇ ਕੋਲ ਬੜੇ ਸਾਡੇ ਜਿਵੇਂ ਭਾਈ ਸਾਹਿਬ ਵਿੱਚ ਸੁਸਾਇਟੀਆਂ ਨਾਲ ਰਿਲੇਟਡ ਨੇ, ਇਹਨਾਂ ਕੋਲ ਬੜੀ ਵੱਡੀ ਖਜ਼ਾਨਾ, ਬੜੀ ਵੱਡੀ ਜਾਣਕਾਰੀ। ਇਹਨਾਂ ਦੇ ਵੀ ਹੱਥ ਬੰਨੇ ਵਿਚਾਰੇ ਮੁਲਾਜ਼ਮ, ਇਹਨਾਂ ਨੂੰ ਪਤਾ ਸਾਰਾ ਕੁਝ ਹੈ, ਪਰ ਇਹ ਕੰਮ ਉਸ ਤਰੀਕੇ ਨਾਲ ਕਈ ਮੁਲਾਜ਼ਮ ਨਹੀਂ ਕਰ ਸਕਦੇ। ਉਹੀ ਜਾਣਕਾਰੀ ਸਾਨੂੰ ਜਦੋਂ ਕਿਤੋਂ ਜਾਣਕਾਰੀ ਇਕੱਠੀ ਹੁੰਦੀ ਹੈ ਇਸ ਤਰੀਕੇ ਨਾਲ ਮੈਂ ਇਕੱਠੀ ਕਰੀ। ਅਸਲ 'ਚ ਮੈਂ ਨਾ ਵਿਜ਼ਿਟ ਕੀਤਾ, ਤੁਹਾਨੂੰ ਮੈਂ ਸਹੀ ਗੱਲ ਦੱਸਾਂ, ਮੈਂ ਨਾ ਵਿਜ਼ਿਟ ਕੀਤਾ ਹੁਸ਼ਿਆਰਪੁਰ ਦੀਆਂ ਸੁਸਾਇਟੀਆਂ ਦੇ ਵਿੱਚ। ਮੈਂ ਉੱਥੇ ਜਾ ਕੇ ਦੇਖਿਆ ਵੀ ਇਹ ਕਿਵੇਂ ਚਲਾਉਂਦੇ ਨੇ ਸੁਸਾਇਟੀ ਨੂੰ। ਮੈਂ ਉੱਥੋਂ ਦੇਖ ਕੇ ਉੱਥੋਂ ਗੱਲਾਂ ਸਿੱਖੀਆਂ, ਉਹ ਸਿੱਖ ਕੇ ਹੌਲੀ ਹੌਲੀ ਮੈਂ ਆਪਣੀ ਸੁਸਾਇਟੀ 'ਚ ਲਾਗੂ ਕਰੀਆਂ। ਫਿਰ ਉਸ ਤੋਂ ਬਾਅਦ ਮੈਂ ਆਪਣੀ ਸੁਸਾਇਟੀ ਦੇ ਵਿੱਚ ਕਰਿਆਨਾ ਜਿਹੜਾ ਸ਼ੁਰੂ ਕਰਿਆ, ਵੀ ਕਰਿਆਨਾ ਵੇਚਣਾ ਸ਼ੁਰੂ ਕਰਿਆ। ਤਾਂ ਉਹ ਦੁਕਾਨ ਅਸੀਂ ਬੜੇ ਵੱਡੇ ਪੱਧਰ ਤੇ ਦੁਕਾਨ ਨੂੰ ਲੈ ਕੇ ਉਹ ਸਾਰਾ ਜਿਹੜਾ ਦੁਕਾਨ ਦਾ ਸ਼ੁਰੂ ਕਰਿਆ। ਫਿਰ ਸਾਨੂੰ ਪ੍ਰੋਬਲਮ ਕੀ ਆ ਗਈ, ਸਾਡੀ ਸੁਸਾਇਟੀ ਘਾਟੇ ਚੋਂ ਨਿਕਲ ਕੇ ਪ੍ਰੋਫਿਟ 'ਚ ਆ ਗਈ, 15-20 ਲੱਖ ਪ੍ਰੋਫਿਟ 'ਚ ਆ ਗਈ। ਪਰ ਜਦ ਮੈਂ ਸ਼ੁਰੂਆਤ ਕੀਤੀ ਮੈਂ ਕਿਹਾ ਵੀ ਹੁਣ ਇਹਨੂੰ ਆਪਾਂ ਕਿਸੇ ਤਰੀਕੇ ਨਾਲ ਇਹਦੀ ਬਿਲਡਿੰਗ ਬਣਾਈਏ। ਤਾਂ ਬਿਲਡਿੰਗ ਕਹਿੰਦੀ ਤੁਸੀਂ ਬਣਾ ਨਹੀਂ ਸਕਦੇ, ਤੁਹਾਨੂੰ ਸੁਸਾਇਟੀ ਨੂੰ ਜਿਹੜੀ ਜ਼ਮੀਨ ਹੈ ਉਹ ਪਿੰਡ ਨੂੰ ਦੇਣੀ ਪਊਗੀ। ਪਿੰਡ ਕੋਲ ਸੁਸਾਇਟੀ ਵਾਸਤੇ ਦੇਣ ਵਾਸਤੇ ਜ਼ਮੀਨ ਨਹੀਂ ਸੀਗੀ ਸਾਡੇ ਪਿੰਡ 'ਚ। ਸਾਡੇ ਪਿੰਡ ਤੋਂ ਸੁਸਾਇਟੀ ਵੀ ਦੂਏ ਪਿੰਡ 'ਚ ਸਲੇਮਪੁਰ ਦੀ ਸੁਸਾਇਟੀ ਚੋਟੀ ਖੜੀ ਸਲੇਮ ਪਿੰਡ 'ਚ ਚੱਲ ਰਹੀ ਸੀਗੀ, ਵੀ ਜਗ੍ਹਾ ਨਹੀਂ ਸੀਗੀ, ਦੂਏ ਪੰਚਾਇਤ ਦੇ ਕਿਸੇ ਕਮਰੇ 'ਚ ਚੱਲ ਰਹੀ ਸੀਗੀ। ਮੈਂ ਉੱਥੋਂ ਚੱਕ ਕੇ ਪਹਿਲਾਂ ਤਾਂ ਲੈ ਕੇ ਆਇਆ ਜਿੱਥੇ ਸੁਸਾਇਟੀ ਸੀਗੀ, ਮੈਂ ਪੰਚਾਇਤ ਵੱਲੋਂ ਜਗ੍ਹਾ ਦਿੱਤੀ। ਫਿਰ ਮੈਂ ਸੋਚਿਆ ਵੀ ਇਹਨੂੰ ਕਿਵੇਂ ਜਿਹੜਾ ਅੱਗੇ ਇਹਦੀ ਬਿਲਡਿੰਗ ਕਿਵੇਂ ਬਣਾਈ ਜਾਵੇ। ਤੁਹਾਨੂੰ ਪ੍ਰੋਬਲਮਾਂ ਦੱਸਦਾ ਜੀ ਲੋਕਾਂ ਦੀ ਕੀ ਨੇ। ਮੈਂ ਤਾਂ ਚਲੋ ਸਰਕਾਰ 'ਚ ਆ ਗਿਆ, ਮੈਂ ਸਰਕਾਰ 'ਚ ਸੀਗਾ, ਮੇਰੀ ਚੱਲਦੀ ਸੀ ਸਾਰੀ ਸਰਕਾਰ 'ਚ। ਤਾਂ ਮੈਂ ਉੱਥੋਂ ਜਾ ਕੇ ਜੀ ਬਿਲਡਿੰਗ ਦੀ ਰੈਜੂਲੇਸ਼ਨ ਪਾਇਆ, ਸਾਰਾ ਕੁਝ। ਬਿਲਡਿੰਗ ਕਹਿੰਦੀ ਬਿਲਡਿੰਗ ਤਾਂ ਬਣ ਨਹੀਂ ਸਕਦੀ ਜਿੰਨਾ ਚਿਰ ਤੁਸੀਂ ਸੁਸਾਇਟੀ ਦੇ ਨਾਮ ਇੰਤਕਾਲ ਨਹੀਂ ਕਰਾਉਂਦੇ, ਸੁਸਾਇਟੀ ਦੇ ਨਾਲ ਪ੍ਰਾਪਰਟੀ ਨਹੀਂ ਕਰਾਉਂਦੇ। ਸੁਸਾਇਟੀ ਦੇ ਨਾਮ ਪੰਚਾਇਤ, ਜੇ ਪੰਚਾਇਤ ਨੇ ਸੁਸਾਇਟੀ ਦੇ ਨਾਮ ਜਗ੍ਹਾ ਕਰਾਉਣੀ ਹੈ ਤਾਂ ਉਹਦਾ ਲੰਬਾ ਬੜਾ ਪ੍ਰੋਸੀਜਰ ਹੈ। ਡਾਇਰੈਕਟਰ ਰੂਰਲ ਡਿਵੈਲਪਮੈਂਟ ਤੱਕ ਮਨਜ਼ੂਰੀ ਲੈਣੀ ਪਊਗੀ, ਤਾਂ ਉਹ ਤੁਸੀਂ ਰੂਰਲ ਡਿਵੈਲਪਮੈਂਟ ਦੀ ਜਿਹੜੀ ਆਪਣੇ ਪੰਚਾਇਤ ਦੀ ਜ਼ਮੀਨ ਹੈ ਸੁਸਾਇਟੀ ਦੇ ਨਾਂ ਤੇ ਕਰਵਾ ਸਕਦੇ ਹੋ। ਉਹ ਲੰਬਾ ਪ੍ਰੋਸੈਸ ਹੈ। ਜੇ ਆਮ ਬੰਦਾ ਲੱਗੂਗਾ 2 ਸਾਲ ਲੱਗ ਜਾਣਗੇ, ਜਿਹਦੀ ਕੋਈ ਸਰਕਾਰੀ ਦਰਬਾਰੇ 6 ਮਹੀਨੇ ਸਾਲ 'ਚ ਕਰਾ ਸਕਦਾ। ਇਹ ਇੰਨਾ ਔਖਾ ਕੰਮ ਹੈ ਵੀ। ਉੱਥੋਂ ਮੇਰੇ ਹੱਥ ਖੜੇ ਹੋ ਗਏ ਕਿਉਂਕਿ ਮੇਰੇ ਕੋਲ ਪੰਚਾਇਤੀ ਜ਼ਮੀਨ ਹੀ ਨਹੀਂ ਸੀਗੀ ਪਿੰਡ 'ਚ। ਫਿਰ ਮੈਂ ਸੋਚਿਆ ਕਿ ਹੁਣ ਇਹਨੂੰ ਮੈਂ ਜ਼ਮੀਨ ਮੁੱਲ ਲਵਾਂ। ਫਿਰ ਮੈਂ ਕੀ ਕਰਿਆ ਜੀ, ਮੈਂ ਮਨਜ਼ੂਰੀ ਲਈ ਕੋਆਪਰੇਟਿਵ ਅਦਾਰੇ ਤੋਂ, ਰਜਿਸਟਰਾਰ ਤੋਂ, ਕਿ ਮੈਂ ਜ਼ਮੀਨ ਮੁੱਲ ਲੈਣੀ ਚਾਹੁੰਦਾ। ਮੈਂ ਆਪਣੇ ਸੁਸਾਇਟੀ ਦੇ ਮੁੰਡਾ ਮੁਲਾਜ਼ਮ ਆਰਜੀ ਤੌਰ ਤੇ ਰੱਖਿਆ ਸੀ। ਮੈਂ ਕਿਹਾ ਵੀ ਉਹਦੀ ਜ਼ਮੀਨ ਰੋਡ ਤੇ ਸੀਗੀ। ਮੈਂ ਕਿਹਾ ਤੈਨੂੰ ਅਸੀਂ ਸਾਰੇ ਪਿੰਡ ਪੜ੍ਹਿਆ ਲਿਖਿਆ ਮੁੰਡਾ ਕੰਮ ਕਰ ਰਿਹਾ ਸੁਸਾਇਟੀ 'ਚ, ਇਹਨੂੰ ਆਰਜੀ ਤੌਰ ਤੇ ਰੱਖਿਆ ਸੀ। ਮੈਂ ਕਿਹਾ ਤੈਨੂੰ ਅਸੀਂ ਇੱਥੇ ਸੁਸਾਇਟੀ 'ਚ ਰੱਖਾਂਗੇ, ਪਰ ਸਾਨੂੰ ਯਾਰ ਜ਼ਮੀਨ ਦੇ ਦੋ। ਫਿਰ ਉਹਨੂੰ 6 ਮਹੀਨੇ ਸਾਨੂੰ ਮਨਜ਼ੂਰੀ ਲੈਣ ਨੂੰ ਲੱਗੇ। ਅਸੀਂ ਫਿਰ ਮਨਜ਼ੂਰੀ ਲੈ ਕੇ ਉਹ ਜਿਹੜੀ ਹੈਗੀ ਆ ਆਪਣੀ ਜ਼ਮੀਨ 2 ਕਨਾਲ ਮੁੱਲ ਲਈ। ਸਾਡੀ ਐਗਜ਼ਾਮਪਲ ਹੈ, ਆਮ ਸੁਸਾਇਟੀ ਕੋਈ ਬਹੁਤ ਘੱਟ ਰੇਅਰ ਸੁਸਾਇਟੀਆਂ ਹੋਣਗੀਆਂ, ਨਹੀਂ ਸਾਡੀ ਸੁਸਾਇਟੀ ਨੇ ਜ਼ਮੀਨ ਮੁੱਲ ਲਈ 2 ਕਨਾਲ ਆਪਣੇ ਪੁੱਤ ਦੇ ਵਿੱਚੋਂ। ਤੇ ਉਸ ਤੋਂ ਬਾਅਦ ਦੂਜੇ ਪਾਸੇ ਪਿੰਡ ਦੇ ਵਿੱਚ ਮੈਂ ਚੇਅਰਮੈਨ ਬਣ ਗਿਆ ਜ਼ਿਲ੍ਹਾ ਪ੍ਰੀਸ਼ਦ ਦਾ। ਮੈਂ ਇੱਕ ਨਰੇਗਾ ਭਵਨ ਬੜਾ ਵੱਡੇ ਪੱਧਰ ਤੇ, ਬੜਾ ਸੋਹਣਾ ਦੁਕਾਨ ਦਾ ਵੀ ਵਿੱਚੇ ਹਾਲ ਬਣਾ ਕੇ, ਇੱਕ ਦਫ਼ਤਰ ਬਣਾ ਕੇ ਐਨ ਬਣਾ ਕੇ ਵਧੀਆ, ਮੈਂ ਉਹਦੇ ਵਿੱਚ ਸੁਸਾਇਟੀ ਸ਼ਿਫਟ ਕਰਤੀ। ਠੀਕ ਹੈ। ਉਹ ਫਿਰ ਗ੍ਰਾਂਟ ਸੁਸਾਇਟੀ ਵੱਲੋਂ ਲਈ ਜਾਂ ਪੰਚਾਇਤ ਵੱਲੋਂ ਲਈ, ਜਿਹੜਾ ਨਰੇਗਾ ਭਵਨ ਬਣਾ ਕੇ ਇਸ ਤਰ੍ਹਾਂ ਤੁਸੀਂ ਬਣਾਇਆ? ਜਿਹੜਾ ਨਰੇਗਾ ਭਵਨ ਬਣਾਇਆ ਉਹ ਪੰਚਾਇਤ ਵੱਲੋਂ ਬਣਾਇਆ ਤੇ ਸੁਸਾਇਟੀ ਉਹਦੇ ਵਿੱਚ ਸ਼ਿਫਟ ਕਰਾ ਕੇ ਲੋਕਾਂ ਨੂੰ ਸਹੂਲਤ ਦੇਤੀ ਸਾਰੀ, ਕਹਾਦ ਰੱਖਣ ਦੀ, ਦੁਕਾਨ ਦੀ ਤੇ ਬੈਠਣ ਉੱਠਣ ਦਫ਼ਤਰ ਦੀ, ਏਸੀ ਉਸੀ ਲਾ ਕੇ ਵਧੀਆ ਟਾਇਲਟ ਬਾਥਰੂਮ ਬਣਾ ਕੇ ਸਾਰਾ ਸਿਸਟਮ ਉੱਥੇ ਬਣਾਤਾ ਨਰੇਗਾ ਭਵਨ 'ਚ। ਤੇ ਉੱਧਰ 2 ਕਨਾਲ ਜਗ੍ਹਾ ਅਸੀਂ ਬੈ ਲੈ ਕੇ ਜ਼ਮੀਨ ਸੁਸਾਇਟੀ ਦੇ ਨਾਮ ਕਰਾਤੀ। ਹੁਣ ਉੱਥੇ ਸਾਡੀ ਬਿਲਡਿੰਗ ਬਣਨੀ 2 ਕਨਾਲ ਜਗ੍ਹਾ ਦੇ।
ਮੇਰਾ ਕਹਿਣ ਤੋਂ ਮਤਲਬ ਇਹ ਹੈ ਵੀ ਜੇ ਸੁਸਾਇਟੀ ਦੇ ਮੈਨੇਜਮੈਂਟ ਆ ਜਿਹੜੀ ਅੱਜ ਦੀ ਡੇਟ ਦੇ ਵਿੱਚ ਪ੍ਰੋਬਲਮ ਸਾਡੀ ਸਭ ਤੋਂ ਵੱਡੀ ਪੰਜਾਬ ਦੀ ਇਹ ਹੈ ਕਿ ਜਿਹੜੀ ਸਾਡੀ ਪਿੰਡਾਂ ਦੇ ਸਾਡੇ ਲੋਕ ਨੇ, ਜਿੱਥੇ ਵੀ ਸਾਡੀਆਂ ਸੁਸਾਇਟੀਆਂ ਬਣੀਆਂ ਹੋਈਆਂ ਨੇ, ਉਹਦੇ ਵਿੱਚ ਸਾਨੂੰ ਮੈਨੇਜਮੈਂਟ ਪੂਰੀ ਵਧੀਆ ਪੜ੍ਹੇ ਲਿਖੇ ਲੋਕ, ਸਮਝਦਾਰ ਲੋਕ, ਜਿਹੜੇ ਕੋਆਪਰੇਟਿਵ ਅਦਾਰੇ ਦੀ ਸਾਡੀ ਸਮਝ ਰੱਖਦੇ ਨੇ, ਉਹ ਲੋਕਾਂ ਨੂੰ ਚੁਣ ਕੇ ਜਿਹੜੇ ਨੁਮਾਇੰਦੇ ਬਣਾਉਣਾ ਚਾਹੀਦਾ ਹੈ। ਔਰ ਉਸ ਤੋਂ ਬਾਅਦ ਉਹਨਾਂ ਨੂੰ ਫਿਰ ਜਿੱਥੇ ਵੀ ਕਿਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਮੈਂ ਆਪਣਾ ਐਕਸਪੀਰੀਅੰਸ ਤੇ ਦੂਜੀਆਂ ਸੁਸਾਇਟੀਆਂ ਤੋਂ ਜਿਹੜਾ ਕੀਤਾ, ਉੱਥੇ ਜਾ ਕੇ ਦੇਖ ਕੇ ਜਾਂ ਉੱਥੇ ਕੈਂਪ ਵਗੈਰਾ ਸਰਕਾਰ ਦੇ ਪ੍ਰਬੰਧ ਕਰਨੇ ਚਾਹੀਦੇ, ਇੱਕ ਦੂਜੇ ਨੂੰ ਦੇਖ ਕੇ ਸਾਨੂੰ ਪਤਾ ਲੱਗੇ ਕਿ ਇਹ ਚੀਜ਼ਾਂ ਇੱਕਣ, ਕਿਉਂਕਿ ਜਿੰਨਾ ਚਿਰ ਕਿਸੇ ਸ਼ੌਪ ਨਹੀਂ, ਇਕੱਲਾ ਮੁਲਾਜ਼ਮ ਕੁਝ ਨਹੀਂ ਕਰ ਸਕਦਾ, ਇਕੱਲੀ ਮੈਨੇਜਮੈਂਟ ਕੁਝ ਨਹੀਂ ਕਰ ਸਕਦੀ, ਜਿੰਨਾ ਚਿਰ ਜਿਹੜੀ ਉਹ ਚਿਣਕ ਨਹੀਂ ਹੈ ਮੈਨੇਜਮੈਂਟ ਦੇ ਵਿੱਚ ਵੀ ਅਸੀਂ ਇੱਕ ਦਿਨ ਸੁਸਾਇਟੀ ਨੂੰ ਅੱਗੇ ਲੈ ਕੇ ਜਾਣਾ, ਉਹਨਾਂ ਚਿਰ ਸਕਸੈਸ ਨਹੀਂ ਹੋ ਸਕਦੇ, ਉਹਨਾਂ ਚਿਰ ਕਾਮਯਾਬ ਨਹੀਂ ਹੋ ਸਕਦੇ। ਔਰ ਅੱਜ ਇਸੇ ਕਰਕੇ ਜਿਹੜਾ ਹਾਲਾਤ ਇਹ ਨੇ ਵੀ ਅਸੀਂ ਚਾਹੇ ਜਿਹੜੀਆਂ ਪੰਚਾਇਤਾਂ ਨੇ, ਪੰਚਾਇਤਾਂ ਦੇ ਵਿੱਚ ਅਸੀਂ 80% ਉਹ ਨੁਮਾਇੰਦੇ ਚੁਣਦੇ ਹਾਂ ਜਿਨ੍ਹਾਂ ਨੂੰ ਗਿਆਨ ਹੀ ਨਹੀਂ ਹੁੰਦਾ, ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਸਾਡੇ ਅਧਿਕਾਰ ਕੀ ਨੇ, ਸਾਡੇ ਰਾਈਟਸ ਕੀ ਨੇ, ਸੁਸਾਇਟੀਆਂ ਦੇ ਅਧਿਕਾਰ ਹੀ ਨਹੀਂ ਪਤਾ ਮੁਲਾਜ਼ਮਾਂ ਨੂੰ। ਹੁਣ ਜਦੋਂ ਮੈਂ ਸੁਸਾਇਟੀਆਂ ਦੇ ਵਿੱਚ ਬਣਿਆ, ਦੇਖੋ ਮੈਂ ਆਪਣੀ ਐਗਜ਼ਾਮਪਲ ਖੜੀ ਕੀਤੀ, ਫਿਰ ਮੈਂ ਚੁਣਿਆ, ਲੋਕਾਂ ਨੇ ਮੈਨੂੰ ਡਾਇਰੈਕਟਰ ਬਣਾਇਆ, ਮੈਂ ਸੁਸਾਇਟੀ ਡਾਇਰੈਕਟਰ, ਤੁਸੀਂ ਹੈਰਾਨ ਹੋਵੋਗੇ, ਸਾਡੇ 25 ਬ੍ਰਾਂਚਾਂ ਨੇ ਜੀ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਦੇ ਵਿੱਚ। 25 ਬ੍ਰਾਂਚਾਂ ਦੇ ਵਿੱਚ ਮੈਂ ਸਾਰੀਆਂ ਬ੍ਰਾਂਚਾਂ ਨੂੰ ਜਿੱਥੇ ਜਿੱਥੇ ਘਾਟ ਸੀਗੀ, ਘੱਟੋ ਘੱਟ 20 ਬ੍ਰਾਂਚਾਂ, ਤਕਰੀਬਨ 12-13 ਬ੍ਰਾਂਚਾਂ ਦੀ ਨਵੀਂ ਬਿਲਡਿੰਗ ਮਨਜ਼ੂਰੀ ਲੈ ਕੇ ਕੋਆਪਰੇਟਿਵ ਸੁਸਾਇਟੀ ਦੀ ਫਤਿਹਗੜ੍ਹ ਡਿਸਟ੍ਰਿਕਟ 'ਚ ਬਣਾਈ, ਔਰ ਜਿਨ੍ਹਾਂ ਦੇ ਸਰੀਏ ਦਿਖਦੇ ਸੀਗੇ ਸਾਰੀਆਂ 'ਚ, ਔਰ ਸਾਰੀਆਂ ਦੀ ਚੈਕਿੰਗ ਕੱਲੇ ਦੀ ਮੁਲਾਜ਼ਮ ਦੀ, ਸਾਡੀ ਡਾਇਰੈਕਟਰਾਂ ਦੀ ਜ਼ਿੰਮੇਵਾਰੀ ਬਣਦੀ ਹੈ, ਸਾਡੀ ਬੋਰਡ ਦੀ ਜ਼ਿੰਮੇਵਾਰੀ ਬਣਦੀ ਹੈ। ਪਰ ਸਾਨੂੰ ਉੱਥੇ ਵੀ ਮੇਰਾ ਪ੍ਰੋਬਲਮ ਆਈ, ਉੱਥੇ ਵੀ ਸਾਡੇ 'ਚ ਪੋਲੀਟੀਕਲ ਇੰਟਰਫੇਰੈਂਸ, ਔਰ ਇਸੇ ਕਰਕੇ ਚਾਹੇ ਤੁਸੀਂ ਜਿਹੜਾ ਮਾਰਕਫੈਡ ਅਦਾਰਾ ਸ਼ੂਗਰਫੈਡ, ਅੱਜ ਸ਼ੂਗਰਫੈਡ ਅੱਜ ਭਾਵੇਂ ਆਪਣਾ ਵਿਸ਼ਾ ਨਹੀਂ ਹੈਗਾ, ਤੁਸੀਂ ਸ਼ੂਗਰਫੈਡ ਤੇ ਰੱਖਿਓ ਕਿਸੇ ਦਿਨ। ਹੁਣ ਪੈਟਰੋਲ ਪੰਪ ਦੀ ਗੱਲ ਕੀਤੀ, ਸਰਕਾਰਾਂ ਨੇ ਜਿਹੜੀਆਂ ਸੁਸਾਇਟੀਆਂ ਦੀ ਇੱਕ ਕਨਾਲ 1.5 ਕਨਾਲ ਜਗ੍ਹਾ ਦੇ ਵਿੱਚ ਪੈਟਰੋਲ ਪੰਪ ਲਵਾਤੇ, ਔਰ ਅੱਜ ਸਾਰੇ ਪੰਜਾਬ ਦੇ ਵਿੱਚ ਪੰਪ ਸੁਸਾਇਟੀਆਂ ਦੇ ਡਰਾਈ ਹੋਏ ਪਏ ਨੇ। ਮੈਂ ਪਿਛਲੇ ਦਿਨੀ ਮੀਡੀਆ 'ਚ ਪ੍ਰੈਸ ਕਾਨਫਰੰਸ ਕੀਤੀ ਸੀ ਵੀ ਅੱਜ ਕਰੋੜਾਂ ਰੁਪਇਆ ਲੱਗਿਆ ਹੋਇਆ, ਸਾਰਾ ਸਿਸਟਮ ਹੀ ਫੇਲ ਹੋ ਗਿਆ, ਕਿਉਂਕਿ ਇਹ ਜਿਹੜਾ ਪੰਪ ਆ ਸਾਡਾ, ਇਹ ਕੰਜ਼ਿਊਮਰ ਪੰਪ ਦੇ ਵਿੱਚ ਆ ਗਿਆ, ਸੁਸਾਇਟੀ ਦਾ ਪੰਪ ਆ ਜਿਹੜਾ। ਹੁਣ ਜਿਹੜਾ ਕੰਜ਼ਿਊਮਰ ਪੰਪ ਹੈ, ਕੰਜ਼ਿਊਮਰ ਪੰਪ ਨੂੰ ਜੋ ਰਿਫਾਈਨਰੀ ਤੋਂ ਰੇਟ ਤੇਲ ਆ ਰਿਹਾ ਹੈ, ਉਹੀ ਰੇਟ ਤੇਲ ਮਿਲ ਰਿਹਾ ਹੈ, ਔਰ ਇਹਨਾਂ ਦਾ ਰੇਟ ਆ ਜਿਹੜਾ 1 ਮਹੀਨੇ ਦਾ ਰੇਟ ਤੈਅ ਹੁੰਦਾ, ਚਾਹੇ ਉਹ ਵੱਧ ਹੋਵੇ ਚਾਹੇ ਘੱਟ ਹੋਵੇ। ਜਿਹੜੇ ਦਿਨ 1 ਤਰੀਕ ਨੂੰ ਰੇਟ ਨਿਕਲ ਗਿਆ, ਉਹੀ ਕੰਜ਼ਿਊਮਰ ਪੰਪ ਨੂੰ ਰੇਟ ਮਿਲਣਾ। ਉਹਦੇ ਕੰਜ਼ਿਊਮਰ ਪੰਪ ਸੁਸਾਇਟੀਆਂ 'ਚ ਐਡੀ ਮਾੜੀ ਹੈ ਨਾ। ਹੁਣ ਕੰਜ਼ਿਊਮਰ ਪੰਪ ਦੇ ਵਿੱਚ ਅੱਜ ਸਰਦਾਰ ਜੀ 133 ਰੁਪਏ ਲੀਟਰ, 35 ਰੁਪਏ ਲੀਟਰ ਤੇਲ ਹੈ। ਦੱਸੋ ਤੁਸੀਂ ਸੁਸਾਇਟੀ ਕਿਵੇਂ ਇੱਕ ਪਾਸੇ 87 ਰੁਪਏ ਲੀਟਰ ਵਿਕ ਰਿਹਾ, ਇੱਕ ਪਾਸੇ 125 ਰੁਪਏ ਲੀਟਰ, ਕਿਵੇਂ ਸੁਸਾਇਟੀ ਦਾ ਕਿਸਾਨ ਕੌਣ ਲੈ ਲੂਗਾ ਉੱਥੋਂ ਆ ਕੇ? ਇਸੇ ਕਰਕੇ ਇਹਨਾਂ ਦੀ ਅੱਜ ਤੱਕ ਕਿਸੇ ਨੇ ਇਹ ਗੱਲ ਸੋਚੀ ਨਹੀਂ। ਮੈਂ ਅੱਜ ਤੋਂ 6 ਮਹੀਨੇ ਪਹਿਲਾਂ ਇਹ ਗੱਲ ਦਾ ਰੌਲਾ ਪਾਇਆ, ਤੁਸੀਂ ਮੇਰੀ ਸੋਸ਼ਲ ਮੀਡੀਆ ਤੇ ਮੇਰੇ ਜਿਹੜੀ ਉਹਦੇ ਤੇ ਵੀਡੀਓ ਦੇਖ ਲਿਓ, ਹਜ਼ਾਰਾਂ ਲੋਕਾਂ ਨੇ ਦੇਖੀ ਆ। ਪਰ ਜਿਹੜੇ ਸਾਡੇ ਰੇਲਵੇ ਦੇ ਪੰਪ ਨੇ ਉਹ ਵੀ ਕੰਜ਼ਿਊਮਰ ਪੰਪ ਨੇ, ਔਰ ਸਾਡੇ ਜਿਹੜੇ ਪੈਪਸੂ ਦੇ ਪੰਪ ਨੇ ਉਹ ਵੀ ਕੰਜ਼ਿਊਮਰ ਪੰਪ ਨੇ, ਸਾਡੇ ਜਿਹੜੇ ਸੁਸਾਇਟੀਆਂ ਦੇ ਪੰਪ ਨੇ ਪੰਜਾਬ ਦੇ ਉਹ ਵੀ ਕੰਜ਼ਿਊਮਰ ਪੰਪ ਨੇ। ਮੈਂ ਸਮਝਦਾ ਪੈਪਸੂ ਪੈਸਾ ਕਮਾ ਰਿਹਾ, ਹਰ ਚੀਜ਼ ਰੇਲਵੇ ਜੋ ਪੈਸਾ ਕਮਾ ਰਹੇ ਨੇ, ਪਰ ਜਿਹੜੀ ਸੁਸਾਇਟੀ ਆ ਸਾਡੀ ਖੇਤੀਬਾੜੀ ਨਾਲ ਜੁੜੀ ਹੋਈ ਆ, ਆਮ ਲੋਕਾਂ ਨਾਲ ਜੁੜੀ ਹੋਈ ਹੈ, ਇਹਦੇ ਤੇ ਬਲਕਿ ਸਬਸਿਡੀ ਦੇਣੀ ਚਾਹੀਦੀ ਹੈ। ਸਾਨੂੰ ਘੱਟੋ ਘੱਟ ਦੂਜੇ ਪੰਪਾਂ ਦੇ ਵਿੱਚ ਬਰਾਬਰ ਰੱਖ ਲੈਂਦੇ, ਸਾਨੂੰ ਜਿਵੇਂ ਉਹਨਾਂ ਨੂੰ ਦੂਜੇ ਮਾਰਕੀਟ 'ਚ ਪੰਪਾਂ ਨੂੰ ਤੇਲ ਮਿਲਦਾ, ਇਸੇ ਤਰੀਕੇ ਨਾਲ ਸੁਸਾਇਟੀਆਂ ਦੇ ਪੰਪਾਂ ਨੂੰ ਤੇਲ ਮਿਲੇ, ਕੰਜ਼ਿਊਮਰ ਲਾਈਨ 'ਚੋਂ ਸਾਨੂੰ ਬਾਹਰ ਕੱਢ ਦੇਣ ਤੇ ਉਹਦੇ ਨਾਲ ਪੰਪ ਚੱਲ ਸਕਣ। ਪੰਪਾਂ ਨਾਲ ਬੜਾ ਫਾਇਦਾ ਹੁੰਦਾ ਲੋਕਾਂ ਨੂੰ, ਪਰ ਇਹ ਚੀਜ਼ ਨਾਲ ਸੁਸਾਇਟੀਆਂ ਜਿਹੜੀ ਫੇਲ ਹੋ ਗਈਆਂ ਬਲਕਿ। ਔਰ ਦੂਜੀ ਗੱਲ ਹੈ, ਦੇਖੋ ਬਹੁਤ ਸੁਸਾਇਟੀਆਂ ਹੈਗੀਆਂ ਨੇ ਜਿਹਨਾਂ 'ਚ ਬਿਲਡਿੰਗ ਨਹੀਂ ਹੈ। ਅੱਜ ਤੱਕ ਦੇਸ਼ ਆਜ਼ਾਦ ਹੋਏ ਨੂੰ 75 ਸਾਲ ਹੋ ਗਏ, ਕੀ ਗੱਲ ਵੀ ਸੁੱਤੇ ਪਏ ਨੇ ਇਹਨਾਂ ਨੂੰ ਬਿਲਡਿੰਗਾਂ ਜਿਹੜੀਆਂ? ਜੇ ਉੱਥੇ ਬਿਲਡਿੰਗਾਂ ਹੋਰ ਇੰਨੇ ਕੰਮ ਕਰਦਿਆਂ ਸੀ, 10-10 ਪਿੰਡਾਂ ਦੀ ਇੱਕ ਸੁਸਾਇਟੀ ਆ, ਜੇ ਗ੍ਰਾਂਟ ਦੇਣੀ ਆ ਕਿਸੇ ਤਾਂ ਗ੍ਰਾਂਟ ਸੁਸਾਇਟੀ ਜਿੱਥੇ ਸਾਰੇ ਲੋਕਾਂ ਦਾ ਭਲਾ ਹੁੰਦਾ ਉਹਦੀ ਬਿਲਡਿੰਗ ਕਿਉਂ ਨਹੀਂ ਤਿਆਰ ਕਰਾਉਂਦੇ? ਕੋਈ ਬਿਲਡਿੰਗ, ਮੈਂ ਕਹਿੰਦਾ ਘੱਟੋ ਘੱਟ 5-7% ਇਹੋ ਜਿਹੀ ਸੁਸਾਇਟੀਆਂ ਜਿਨ੍ਹਾਂ ਕੋਲ ਬਿਲਡਿੰਗ ਹੈ ਹੀ ਨਹੀਂ। ਔਰ ਦੂਜੀ ਗੱਲ ਜਿਹੜੀ ਅਪਾਰਦਰਸ਼ਤਾ, ਇਹ ਕੰਮਾਂ ਦੇ ਵਿੱਚ ਜਿੰਨੀ ਪਾਰਦਰਸ਼ਤਾ ਸੁਸਾਇਟੀ ਦੇ ਵਿੱਚ ਹੋਊਗੀ, ਜਿੰਨੀ ਸਾਡੇ ਸਟਾਫ ਆ ਜਿਹੜਾ ਉਹ ਵਧੀਆ ਕੰਮ ਕਰੂਗਾ, ਮੁਲਾਜ਼ਮ ਵਧੀਆ ਕੰਮ ਕਰੂਗਾ, ਜਾਂ ਮੈਨੇਜਮੈਂਟ ਵਧੀਆ ਕੰਮ ਕਰੂਗੀ, ਸਰਕਾਰ ਸਾਫ਼ ਨੀਤੀ ਨਾਲ ਕੰਮ ਕਰੂਗੀ, ਮੈਂ ਸਮਝਦਾ ਸੁਸਾਇਟੀ ਕਿਸੇ ਵੀ ਹਾਲਤ 'ਚ ਸੁਸਾਇਟੀ ਫੇਲ ਨਹੀਂ ਹੋ ਸਕਦੀ। ਔਰ ਸੁਸਾਇਟੀ ਦਾ ਐਡਾ ਵੱਡਾ, ਕਿਤੇ ਸਾਨੂੰ ਕੋਈ ਚੀਜ਼ ਲੈਣ ਜਾਣ ਦੀ ਲੋੜ ਨਹੀਂ। ਹਰ ਚੀਜ਼ ਅਸੀਂ ਸੂਈ ਤੋਂ ਲੈ ਕੇ, ਜਿਵੇਂ ਭਾਈ ਸਾਹਿਬ ਨੇ ਗੱਲ ਕੀਤੀ ਹੈ, ਅਸੀਂ ਹਰ ਚੀਜ਼ ਉੱਥੇ ਜਿਹੜੀ ਹੈ ਪੈਦਾ ਕਰ ਸਕਦੇ ਹਾਂ, ਔਰ ਆਪਣੇ ਫੰਡਾਂ ਨਾਲ ਅਸੀਂ ਲੈ ਸਕਦੇ ਹਾਂ, ਆਪਣੇ ਆਪ ਹੀ ਆਪਣਾ ਰੇਟ ਤੈਅ ਕਰ ਸਕਦੇ ਹਾਂ। ਮੰਨ ਲਓ ਚਾਹੇ ਸੰਦ ਨੇ, ਅਸੀਂ ਟਰੈਕਟਰ, ਚਾਹੇ ਦੂਜੇ ਸੰਦ ਨੇ, ਤਵੀਆਂ, ਸੁਹਾਗਾ, ਹਲ,
ਉਹ ਅਸੀਂ ਆਪਣੇ ਹਿਸਾਬ ਨਾਲ ਰੇਟ ਜਿੰਨਾ ਕੁ ਸਾਨੂੰ ਅਫੋਰਡ ਕਰਦਾ ਸਾਰੇ ਲੋਕਾਂ ਨੂੰ ਸਹਿਮਤੀ ਨਾਲ ਵੀ ਭਾਈ ਆਪਾਂ 100 ਰੁਪਇਆ ਕਿੱਲੇ ਦਾ ਘੰਟੇ ਦਾ ਰੱਖ ਲਓ, 200 ਰੁਪਏ ਰੱਖ ਲਓ। ਜਿਵੇਂ ਡਰਿੱਲਾਂ ਨੇ, ਜਿਹੜੀਆਂ ਕਣਕ ਬੀਜਦੇ ਆਪਾਂ, ਜ਼ੀਰੋ ਡਰਿੱਲਾਂ ਨੇ, ਦੂਜੀਆਂ ਡਰਿੱਲਾਂ ਨੇ। ਦੇਖੋ ਹੁਣ ਅੱਜ ਦੀ ਡੇਟ 'ਚ ਵੀ ਜ਼ਿਆਦਾ ਜਿਹੜੇ ਕਿਸਾਨਾਂ ਦੀ ਗਿਣਤੀ ਹੈ। ਵੈਸੇ ਤਾਂ ਹੁਣ ਜਿਹੜਾ ਕਿਸਾਨ ਆ ਨਾ ਇੰਨੀ ਥੋੜੀ ਰੇਸ਼ੋ 'ਚ ਆ ਗਿਆ ਜਾਂ ਬੇਜ਼ਮੀਨਾ ਹੋ ਰਿਹਾ, ਇਹ ਮਹੀਨਿਆਂ ਦੇ ਵਿੱਚ ਬੜੀ ਤੇਜ਼ੀ ਨਾਲ ਹੋਇਆ। ਹੈਰਾਨੀਜਨਕ ਜਿਹੜੇ ਮੈਂ ਦੇਖ ਰਿਹਾ ਨਤੀਜੇ, ਜਿਹੜੇ ਪੰਜਾਬ ਦਾ ਕਿਸਾਨ ਆ, ਜਿਵੇਂ ਜਿਹਦੇ ਕੋਲ 2 ਕਿੱਲੇ ਜ਼ਮੀਨ ਆ, 4 ਕਿੱਲੇ ਜ਼ਮੀਨ ਆ, 5 ਕਿੱਲੇ ਜ਼ਮੀਨ ਆ, ਉਹ ਕਿਸਾਨ ਜ਼ਮੀਨ ਵੇਚ ਰਿਹਾ। ਉਹ ਆਪਣੇ ਵੇਚ ਕੇ ਜ਼ਮੀਨ ਬੱਚਿਆਂ ਨੂੰ ਕੋਈ ਬਾਹਰ ਭੇਜ ਰਿਹਾ, ਕੋਈ ਕੁਛ ਕਰ ਰਿਹਾ। ਔਰ ਜ਼ਮੀਨਾਂ ਜਿਹੜੀ ਗਿਣਤੀ ਹੈ 80% ਗਿਣਤੀ 4-5 ਏਕੜ ਵਾਲੇ ਕਿਸਾਨਾਂ ਦੀ ਆ ਸੁਸਾਇਟੀ ਦੇ ਵਿੱਚ। ਬਿਲਕੁਲ ਜੀ। ਸਾਰੇ ਸੰਦ ਉਹ ਸੰਦ ਸੁਸਾਇਟੀਆਂ ਦੇ ਵਿੱਚ ਜਿਹੜੇ ਅਸੀਂ ਸਾਨੂੰ ਪਿਛਲੇ ਸਮੇਂ ਸਬਸਿਡੀਆਂ ਦੇ ਮਿਲੇ 33% ਸਬਸਿਡੀ ਦੇ ਜਿਹੜਾ ਪੈਸਾ ਦੇਣਾ, ਬਾਕੀ ਸਰਕਾਰ ਨੇ ਦਿੱਤਾ। ਬਹੁਤ ਸੁਸਾਇਟੀਆਂ ਨੇ ਉਹਦਾ ਫਾਇਦਾ ਲਿਆ, ਜਿਹੜਾ ਸੰਦ ਲੈ ਲਏ। ਪਰ ਉਹਦੇ ਵਿੱਚ ਜਿਹੜਾ ਸੰਦ ਜਿਵੇਂ 4 ਕਿੱਲਿਆਂ ਵਾਲਾ ਕਿਸਾਨ ਆ, ਉਹ ਏਡੇ ਏਡੇ ਸੰਦ ਟਰੈਕਟਰ 7 ਲੱਖ ਦਾ ਸੰਦ ਨਹੀਂ ਲੈ ਸਕਦਾ, ਸੁਸਾਇਟੀ ਨੂੰ ਉਪਲਬਧ ਕਰਾ ਸਕਦੀ ਹੈ। ਦੇਖੋ ਕਿੱਡਾ ਫਾਇਦਾ ਹੋ ਗਿਆ। ਇੱਕ ਕਿਸਾਨ ਦੇ ਕੋਲ 4 ਕਿੱਲੇ ਜ਼ਮੀਨ ਹੈ, ਉਹ 10 ਲੱਖ ਦੇ ਸੰਦ ਕਿਵੇਂ ਲੈ ਹੀ ਨਹੀਂ ਸਕਦਾ ਉਹ ਵਿਚਾਰਾ ਸੰਦ। ਉਹ ਸੁਸਾਇਟੀ ਨਾਲ ਸੰਦ ਵੀ ਲੈਣੇ, ਬਾਕੀ ਉਹਨੂੰ ਘਰੇ ਰੱਖ ਰਖਾਵ, ਉਹਦੀ ਮੇਨਟੇਨੈਂਸ, ਉਹਦੇ ਵਾਸਤੇ ਜਗ੍ਹਾ ਚਾਹੀਦੀ, ਬਰਾਂਡਾ ਜਾਂ ਕੋਈ ਸ਼ੈੱਡ ਚਾਹੀਦਾ। ਇੰਨੇ ਨਾਲੋਂ ਸੁਸਾਇਟੀ ਬਿਹਤਰ ਹੈ। 80% ਕਿਸਾਨਾਂ ਲਈ ਤਾਂ ਇੱਕ ਵਰਦਾਨ ਆ। ਮਤਲਬ ਉੱਥੇ ਜਿਵੇਂ ਤੁਸੀਂ ਆਨੇ ਇੱਕ ਬਹੁਤ ਵਧੀਆ ਟੀਮ ਬਣੀ ਹੋਵੇ। ਫਿਰ ਦੂਜਾ ਤੁਸੀਂ ਜਿਵੇਂ ਹੁਣ ਆਨੇ ਹੋ ਵੀ ਉੱਥੇ ਇੰਪਲੋਇਮੈਂਟ ਆ, ਇਹਦਾ ਮਤਲਬ ਰੁਜ਼ਗਾਰ ਦਾ ਵੀ ਇੱਕ ਵਸੀਲਾ ਬਣਦੀ ਹੈ ਸੁਸਾਇਟੀ। ਪਿੰਡਾਂ ਦੇ ਬੱਚੇ ਜੇ ਅਗਰ 4-4 5-5 ਵੀ ਇੱਕ ਸੁਸਾਇਟੀ 'ਚ ਕੰਮ ਕਰਦੇ ਆ ਤਾਂ ਕਿੰਨਾ ਰੁਜ਼ਗਾਰ ਇੰਪਲੋਇਮੈਂਟ ਹੁੰਦੀ ਆ ਸਾਰੀਆਂ ਸੁਸਾਇਟੀਆਂ 'ਚ। ਮੈਂ ਤੁਹਾਨੂੰ ਦੱਸਦਾ ਜੀ, ਇਹੋ ਜਿਹੀਆਂ ਸੁਸਾਇਟੀਆਂ ਵੀ ਨੇ ਜਿਨ੍ਹਾਂ 'ਚ 25-25 ਮੁਲਾਜ਼ਮ, 30-30 ਮੁਲਾਜ਼ਮ ਆ ਜਿਹੜੇ ਉੱਥੇ ਲੱਗੇ ਹੋਏ ਨੇ। ਆਪਣੇ ਪੰਜਾਬ 'ਚ ਵੀ ਹੈਗੀਆਂ ਜਿਨ੍ਹਾਂ 'ਚ 15-15 20 ਮੁਲਾਜ਼ਮ ਉਹਨਾਂ ਰੱਖੇ ਹੋਏ ਨੇ। ਤੁਸੀਂ ਦੇਖੋ ਆਟੋ ਲੈ ਸਕਦੇ ਹੋ ਸੁਸਾਇਟੀ ਦੇ ਵਿੱਚ, ਤੁਸੀਂ ਬੱਸ ਚਲਾ ਸਕਦੇ ਹੋ, ਤੁਸੀਂ ਸੁਸਾਇਟੀ 'ਚ ਟਰੱਕ ਲੈ ਸਕਦੇ ਹੋ। ਤੁਸੀਂ ਟਰੱਕ ਲੈ ਕੇ ਜੇ ਤੁਹਾਡਾ ਪੱਕਾ ਲੱਗਦਾ ਕਿਤੇ, ਟਰੈਕਟਰ ਟਰਾਲੀ ਲੈ ਸਕਦੇ ਹੋ। ਟਰਾਲੀ ਕਿਤੇ ਤੁਹਾਡੇ ਨੇੜੇ ਲੱਗਦੀ ਹੈ ਵੀ ਪੱਕੇ ਰੈਂਟ ਦੇ ਉੱਤੇ ਫਿਕਸ ਹੁੰਦੀ ਹੈ, ਜਾਂ ਲੋਕਾਂ ਦੇ ਭਲੇ ਲਈ ਕਿਤੇ ਵੀ ਕੰਮ ਕਰ ਸਕਦੇ ਹੋ। ਜਿਵੇਂ ਮੰਨ ਲਓ ਕਿਸੇ ਪਿੰਡਾਂ ਨੂੰ ਨਾ ਆਉਣ ਜਾਣ ਦਾ ਸਾਧਨ ਨਹੀਂ ਹੈ, ਤੁਸੀਂ ਉੱਥੇ ਆਟੋ ਲੈ ਕੇ ਲਾ ਸਕਦੇ, ਇੱਕ ਮੁੰਡਾ ਮੁਲਾਜ਼ਮ ਰੱਖ ਸਕਦੇ। ਸੁਸਾਇਟੀ ਕਿੱਡੀ ਗੱਲ ਹੈ, ਸਾਰੇ 4-5 ਲੱਖ ਰੁਪਏ ਦਾ। ਉਹ ਲੈ ਕੇ ਤੁਸੀਂ ਇੱਕ ਨੂੰ ਉੱਥੇ ਦੇ ਕੇ, ਜੌਬ ਦੇ ਕੇ ਉਹਦੇ ਤੇ ਉਹ ਸਾਰਾ ਦਿਨ ਦੇਖੋ, ਇੱਕ ਤਾਂ ਸੁਸਾਇਟੀ ਨੂੰ ਆਮਦਨ ਹੋ ਗਈ, ਸੁਸਾਇਟੀ ਨੇ ਲੋਕਾਂ ਲਈ ਸਾਧਨ ਮੁਹੱਈਆ ਕਰਾਤਾ। ਦੂਜਾ ਲੋਕਾਂ ਨੂੰ ਸਹੂਲਤ ਹੋ ਗਈ, ਆਉਣ ਜਾਣ ਦੀ ਸਹੂਲਤ ਹੋ ਗਈ। ਬਹੁਤ ਪੰਜਾਬ ਦੇ ਵਿੱਚ ਅਜੇ ਵੀ ਇਹੋ ਜਿਹੇ ਪਿੰਡ ਨੇ ਜਿੱਥੇ ਲੋਕ ਜੇ ਉਹਨਾਂ ਨੇ ਸ਼ਹਿਰ ਜਾਣਾ ਹੈ ਤਾਂ ਉਹਨਾਂ ਨੂੰ 10-10 ਕਿਲੋਮੀਟਰ, 3-3 ਕਿਲੋਮੀਟਰ, 4-4 ਕਿਲੋਮੀਟਰ ਤੁਰ ਕੇ ਜਾਣਾ ਪੈਂਦਾ, ਜਾਂ ਆਪਣੇ ਸਾਧਨ ਤੇ ਜਾਣਗੇ। ਏਦਾਂ ਦੇ ਸਾਧਨ ਅਸੀਂ ਮੁਹੱਈਆ ਕਰਾ ਸਕਦੇ ਹਾਂ। ਜਾਂ ਤੁਸੀਂ ਕੋਈ ਕਿਸੇ ਕਿਸਮ ਦੀ ਮਸ਼ੀਨਰੀ, ਅਸੀਂ ਮਸ਼ੀਨਰੀ ਲੈ ਸਕਦੇ ਹਾਂ। ਕਿਸੇ ਕਿਸਮ ਦੀ ਇੰਡਸਟਰੀ ਵੀ ਲਾ ਸਕਦੇ ਹਾਂ। ਚਾਹੇ ਅਸੀਂ ਛੋਟੀ ਇੰਡਸਟਰੀ ਸ਼ੁਰੂ ਕਰ ਲਈਏ, ਜੇ ਸਾਰੇ ਲੋਕਾਂ ਨੂੰ, ਪਿੰਡ ਦੇ ਨੂੰ ਰੁਜ਼ਗਾਰ ਦੇਣਾ ਤਾਂ ਅਸੀਂ ਛੋਟੀ ਇੰਡਸਟਰੀ ਤੋਂ, ਮੈਂ ਨਹੀਂ ਕਹਿੰਦਾ ਬਹੁਤ ਬੜੀ ਪਹਿਲੇ ਕਰੋ, ਕੋਈ ਛੋਟੀ 1 ਲੱਖ, 2 ਲੱਖ, 4 ਲੱਖ ਤੋਂ ਜਿਹੜੀ ਇੰਡਸਟਰੀ ਸ਼ੁਰੂ ਕਰ ਸਕਦੇ ਹਾਂ। ਕੋਈ ਕਿਸੇ ਕਿਸਮ ਦੀ ਜਿਹੜੀ ਸਾਡੀ ਪਾਰਟ ਕਿਤੇ ਬਣਾ ਕੇ ਕਿਸੇ ਕੰਪਨੀ ਨਾਲ, ਕਿਸੇ ਨਾਲ ਕੰਟਰੈਕਟ ਕਰ ਸਕਦੇ ਹਾਂ ਵੀ ਅਸੀਂ ਪਾਰਟ ਉੱਥੋਂ ਉਹਨਾਂ ਨੂੰ ਬਣਾ ਕੇ, ਸਾਡੇ ਸਿਰਫ ਅਸੀਂ ਮੈਨੇਜ ਕਰਨਾ, ਅਸੀਂ ਬਣਾ ਕੇ ਦੇ ਸਕਦੇ ਹਾਂ। ਬਹੁਤ ਗੱਲਾਂ ਨੇ ਜੀ। ਤੁਸੀਂ ਜਾਂ ਫਿਰ ਮਤਲਬ ਹੋਰ ਵੀ ਕਹਿ ਸਕਦੇ ਹਾਂ ਵੀ ਜਿਹੜੇ ਕਿਸਾਨਾਂ ਦਾ ਫਸਲਾਂ ਹੈ ਜਿਹੜੀਆਂ ਖੇਤਾਂ 'ਚ ਹੁੰਦੀਆਂ, ਉਹਦੀ ਮਾਰਕੀਟਿੰਗ ਵਾਸਤੇ ਜਿਵੇਂ ਆਪਾਂ ਪਿੰਡ ਲੈਵਲ ਤੇ ਸਸਤੇ ਅਨਾਜ, ਦਾਲਾਂ, ਜੋ ਵੀ ਖੇਤਾਂ 'ਚ ਪੈਦਾ ਹੁੰਦਾ ਉਹੀ ਮੁਹੱਈਆ ਕਰਦੇ ਤਾਂ ਦੇਖੋ ਇੱਕ ਇਕਨੋਮਿਕਲੀ ਲੋਕਾਂ ਨੂੰ ਵੀ ਸਹੂਲਤ ਮਿਲ ਗਈ, ਚੀਜ਼ ਸਸਤੀ ਮਿਲ ਗਈ, ਕਿਸਾਨਾਂ ਦੀ ਸੇਲ ਪੁਆਇੰਟ ਬਣ ਗਿਆ। ਤਾਂ ਉਹ ਸੁਸਾਇਟੀ ਇੱਕ ਬਹੁਤ ਵਧੀਆ ਲੋਕਾਂ ਦੀ ਲੋੜ ਵੀ ਪੂਰੀ ਕਰਦੀ ਹੈ ਤੇ ਨਾਲ ਜਿਹੜਾ ਹੈਗਾ ਇੱਕ ਪਿੰਡ ਨੂੰ ਆਰਥਿਕ ਤੌਰ ਤੇ ਖੁਸ਼ਹਾਲ ਵੀ ਬਣਾ ਸਕਦੀ ਹੈ। ਜੇ ਚਾਹੇ ਇਹ ਪਿੰਡ ਲਈ ਵੀ ਮਤਲਬ ਕੁਛ ਕਰ ਸਕਦੀ ਹੈ, ਜਿਵੇਂ ਪੰਚਾਇਤ ਦਾ ਹੁੰਦਾ, ਆਪਾਂ ਐਕਟ ਪੜ੍ਹਦੇ ਹੁੰਦੇ ਹਾਂ, ਤਾਂ ਸੁਸਾਇਟੀ ਦਾ ਵੀ ਕੁਛ ਹੈ ਯੋਗਦਾਨ। ਬਿਲਕੁਲ ਬਲਜੀਤ ਜੀ, ਇੱਕ ਸਵਾਲ ਪੁੱਛਣਾ ਤੁਹਾਨੂੰ ਕਿ ਜੇ ਕਿਸੇ ਪਿੰਡ ਨੂੰ ਸੁਸਾਇਟੀ ਬਣਾਉਣੀ ਹੈ, ਉਹਨੂੰ ਲੱਗਿਆ ਕਿ ਮਾਰਕੀਟ ਵਿੱਚ ਇਹ ਓਪਰਚੁਨਿਟੀ ਹੈ ਕਿ ਮੈਂ ਇੱਥੇ ਇੱਕ ਪਾਰਟ ਬਣਾਉਣਾ, ਜਿਵੇਂ ਤੁਸੀਂ ਕਹਿ ਰਹੇ ਹੋ, ਉਹਦੇ ਕੋਲ ਕੀ ਵਸੀਲੇ ਨੇ ਕਿ ਜੇ ਉਹ ਆਪਣੀ ਨੌਲੇਜ ਗੇਨ ਕਰ ਸਕਦਾ ਹੈ ਕਿ ਸੁਸਾਇਟੀ ਦਾ ਪਹਿਲਾ ਸਟੈਪ ਕੀ ਹੈ, ਦੂਜਾ ਸਟੈਪ ਕੀ ਹੈ, ਕਿਸ ਤਰ੍ਹਾਂ ਮੈਨੇਜਮੈਂਟ ਨੂੰ ਲੈ ਕੇ ਆਉਣਾ ਹੈ, ਕਿਸ ਤਰ੍ਹਾਂ ਆਪਣੀ ਨੌਲੇਜ ਵਧਾਉਣੀ ਹੈ, ਮਤਲਬ ਕੀ ਕਰ ਸਕਦਾ ਹੈ? ਸਰਕਾਰ ਵੱਲੋਂ ਕੋਈ ਟ੍ਰੇਨਿੰਗ ਮੁਹੱਈਆ ਹੁੰਦੀ ਹੈ? ਬਿਲਕੁਲ। ਦੇਖੋ ਜੀ, ਤੁਸੀਂ ਪਹਿਲਾਂ ਤਾਂ ਜਿਹੜੀ ਸੁਸਾਇਟੀ ਆਪਾਂ ਜੇ ਕਦੀ ਬਣਾਉਣੀ ਹੈ, ਉਹ ਸੁਸਾਇਟੀ ਦੇ ਲਈ ਤੁਹਾਨੂੰ ਜਿਹੜਾ DR ਦਾ ਦਫ਼ਤਰ ਹੈ ਡਿਸਟ੍ਰਿਕਟ, ਹਰ ਇੱਕ ਡਿਸਟ੍ਰਿਕਟ ਦੇ ਉੱਤੇ ਹੁੰਦਾ, ਡਿਪਟੀ ਰਜਿਸਟਰ ਦਾ, ਉਹ ਸੁਸਾਇਟੀਆਂ ਨਾਲ ਰਿਲੇਟਡ ਹੈ। ਸੁਸਾਇਟੀਆਂ ਦਾ ਸਾਰਾ ਕੰਮਕਾਰ, ਜਿਹੜਾ ਸਹਿਕਾਰਤਾ ਦਾ ਸਾਰਾ ਕੰਮ ਉਹਨਾਂ ਨੇ ਦੇਖਣਾ। ਉਹਨਾਂ ਦੇ ਕੋਲ ਕੋਈ ਵੀ ਜਾ ਕੇ ਕਿਸੇ ਕਿਸਮ ਦੀ ਵੀ ਜਾਣਕਾਰੀ ਲੈਣੀ, ਉੱਥੇ ਸਟਾਫ ਬੈਠਾ ਹੈ, ਉੱਥੇ ਤੁਸੀਂ ਜਾ ਕੇ ਜਿਹੜੀ ਵੀ ਜਾਣਕਾਰੀ ਹੈ, ਕਿਸੇ ਨੇ ਨਵੀਂ ਸੁਸਾਇਟੀ ਰਜਿਸਟਰ ਕਰਾਉਣੀ ਹੈ ਜਾਂ ਜਿਹੜੀ ਸੁਸਾਇਟੀ ਦੇ ਵਿੱਚ ਕਿਵੇਂ ਕੰਮ ਕਰਨੇ ਨੇ, ਜੋ ਵੀ ਤੁਸੀਂ ਜਾਣਕਾਰੀ ਹੈ ਉੱਥੇ ਜਾ ਕੇ ਲੈ ਸਕਦੇ ਹਾਂ। ਇਹ ਕੋਈ ਵੱਡੀ ਗੱਲ, ਇਹ ਆਪਾਂ ਸਾਰਾ ਕੁਛ ਕਰ ਸਕਦੇ ਹਾਂ। ਦੂਜੀ ਗੱਲ, ਜਿਵੇਂ ਸੁਸਾਇਟੀ ਦੇ ਵਿੱਚ, ਆਮ ਸੁਸਾਇਟੀ ਦੇ ਵਿੱਚ ਨਾ, ਤੁਹਾਨੂੰ ਮੈਂ ਦੱਸਦਾ ਹੋਰ ਲੋਕ, ਛੋਟੀ ਜਿਹੀ ਐਗਜ਼ਾਮਪਲ ਦਿੰਦਾ ਇੱਕ।
ਜਿਵੇਂ ਬਹੁਤ ਸੁਸਾਇਟੀ ਦੇ ਵਿੱਚ ਇਹ ਚੱਲ ਰਿਹਾ, ਅੱਜ ਕਰਿਆਨੇ ਦਾ ਕੰਮ ਚੱਲ ਰਿਹਾ, ਕਰਿਆਨਾ ਅਸੀਂ ਦੇ ਰਹੇ ਹਾਂ ਸੁਸਾਇਟੀ ਦੇ ਵਿੱਚ। ਤੁਸੀਂ ਦੇਖੋ ਅੱਜ ਅੰਬਾਨੀ ਵਰਗੇ, ਅਡਾਨੀ ਵਰਗੇ ਆ ਕੇ ਬਾਹਰੋਂ ਆ ਕੇ ਹਰ ਸ਼ਹਿਰ ਦੇ ਵਿੱਚ, ਈਵਨ ਕਿ ਵੱਡੇ ਪਿੰਡਾਂ ਦੇ ਵਿੱਚ ਵੀ ਸਮਾਰਟ ਮਾਲ ਖੋਲਣ ਲੱਗ ਗਏ। ਕੀ ਗੱਲ ਵੀ ਸਾਡੀਆਂ ਜਿਹੜੀਆਂ ਕੋਆਪਰੇਟਿਵ ਸੁਸਾਇਟੀਆਂ ਨੇ, ਕੋਆਪਰੇਟ ਸੁਸਾਇਟੀਆਂ ਦੇ ਵਿੱਚ ਜਿਹੜੀਆਂ 15-15 ਪਿੰਡਾਂ ਦੀਆਂ ਨੇ, 20-20 ਪਿੰਡਾਂ ਦੀਆਂ ਨੇ, 7-7 ਪਿੰਡਾਂ ਦੀਆਂ ਨੇ, ਉਹਨਾਂ ਸੁਸਾਇਟੀਆਂ ਦੇ ਵਿੱਚ ਅਸੀਂ ਇੱਕ ਜਿਹੜਾ ਮਾਲ ਹੈ ਜਾਂ ਸਟੋਰ ਹੈ, ਅਸੀਂ ਕਰਿਆਨਾ ਸਟੋਰ, ਉਹ ਅਸੀਂ ਬਣਾ ਸਕਦੇ ਹਾਂ। ਬਹੁਤ ਛੋਟੀ ਗੱਲ ਹੈ ਜੀ। ਔਰ ਇਹ ਬਹੁਤ ਸੁਸਾਇਟੀਆਂ ਨੇ ਚਲਾਇਆ ਵੀ ਹੋਇਆ, ਬਹੁਤ ਚੰਗੀਆਂ ਸੁਸਾਇਟੀਆਂ। ਸਾਡੀ ਸੁਸਾਇਟੀ ਨੇ ਵੀ ਚਲਾਇਆ। ਸਾਡੀ ਸੁਸਾਇਟੀ 'ਚ ਹੁਣ ਥੋੜਾ ਜਿਹਾ ਮੈਂ ਮੈਨੇਜਮੈਂਟ 'ਚੋਂ ਬਾਹਰ ਹੋ ਗਿਆ, ਔਰ ਹੁਣ ਉੱਥੇ ਪ੍ਰੋਬਲਮ ਆਉਣ ਲੱਗ ਗਈਆਂ ਵੀ ਹੁਣ ਸਾਰਾ ਫੇਲ ਵਾਲੇ ਪਾਸੇ ਨੂੰ ਜਾਣ ਲੱਗ ਗਿਆ। 2 ਸਾਲ ਦੇ ਵਿੱਚ ਪਿੱਛੇ ਨੂੰ ਜਾਣ ਲੱਗ ਗਿਆ ਸਾਰੇ। ਤੇ ਪਰ ਜਿਹੜੀਆਂ ਸੁਸਾਇਟੀਆਂ ਚੰਗੀਆਂ ਚਲਾ ਰਹੀਆਂ, ਉਹਨਾਂ ਤੋਂ ਦੇਖ ਕੇ ਨਾ ਸੁਸਾਇਟੀਆਂ ਦੀਆਂ ਮੈਨੇਜਮੈਂਟਾਂ, ਮੈਂ ਉਹਨਾਂ ਸਾਰੇ ਭਾਈ ਸਾਹਿਬਾਂ ਨੂੰ, ਜਿਹੜੇ ਮੈਂਬਰ ਨੇ ਸਾਡੇ ਮੈਨੇਜਮੈਂਟ ਦੇ ਪ੍ਰਧਾਨ ਨੇ, ਉਹਨਾਂ ਨੂੰ ਬੇਨਤੀ ਕਰਦਾ ਵੀ ਜੇ ਮੇਰੀ ਗੱਲ ਜਿੱਥੇ ਤੱਕ ਆਵਾਜ਼ ਜਾਂਦੀ ਹੈ, ਵੀ ਤੁਸੀਂ ਨਾ ਚੰਗੀਆਂ ਸੁਸਾਇਟੀ 'ਚ ਵਿਜ਼ਿਟ ਕਰੋ, ਜਿੱਥੇ ਇਸ ਤਰੀਕੇ ਦਾ ਜਿਹੜਾ ਕਾਰੋਬਾਰ ਆ ਉਹ ਚੱਲ ਰਿਹਾ ਹੈ। ਉੱਥੇ ਦੇਖ ਕੇ ਤੁਸੀਂ ਆਪਣੀ ਕੁਛ ਨਹੀਂ ਕਰਨਾ, ਸਿਰਫ ਇੱਕ ਆਪਣੇ ਸੈਕਟਰੀ ਸਾਹਿਬ ਨੂੰ, ਆਪਣੇ ਸੇਲਸਮੈਨ ਨੂੰ, ਉਹਨਾਂ ਨੂੰ ਤੁਸੀਂ ਨਾਲ ਲੈ ਕੇ ਜਾਓ। ਉਹਨਾਂ ਨੂੰ ਤੁਸੀਂ ਕਹੋ ਵੀ ਜਿਵੇਂ ਇਹ ਕੰਮ ਚੱਲਦਾ ਸਾਡੇ ਪਿੰਡ 'ਚ ਵੀ ਇਸ ਤਰੀਕੇ ਨਾਲ ਸ਼ੁਰੂ ਕਰੋ। ਔਰ ਤੁਸੀਂ ਜਦੋਂ ਤੁਸੀਂ ਕਰਿਆਨਾ ਲੈ ਕੇ ਆਉਣਾ ਸਾਰਾ, ਜਿਵੇਂ ਮੰਨ ਲਓ ਇੱਕ ਛੋਟੀ ਜਿਹੀ ਆਪਾਂ ਐਗਜ਼ਾਮਪਲ ਲੈਂਦੇ ਹਾਂ, ਇੱਕ ਛੋਟਾ ਜਿਹਾ ਕੋਈ ਹਾਰਪਿਕ ਆ, ਮੰਨ ਲਓ ਇੱਕ ਹਾਰਪਿਕ ਲੈਂਦੇ ਹਾਂ। ਉਹ ਹਾਰਪਿਕ ਮੰਨ ਲਓ ਮੈਨੂੰ ਨਹੀਂ ਪਤਾ ਕਿੰਨੇ ਦਾ, 40 ਦਾ, 50 ਰੁਪਏ ਦਾ, ਜਾਣੀ ਉਹਦੇ ਉੱਤੇ ਜਿਹੜਾ ਮਾਰਜਨ ਮੰਨ ਲਓ 5 ਰੁਪਏ ਹੈ ਜਾਂ 3 ਰੁਪਏ ਹੈ ਜਾਂ 2 ਰੁਪਏ ਹੈ ਜਾਂ ਜਿੰਨਾ ਵੀ ਹੈਗਾ, ਅਸੀਂ ਉਹਦੇ ਵਿੱਚੋਂ 50% ਲੈਸ ਕਰ ਦਈਏ। ਹੋਰ ਇਹ ਸਾਡੀ ਮਰਜ਼ੀ ਆ, ਸੁਸਾਇਟੀ ਦੀ ਮਰਜ਼ੀ, ਸਾਨੂੰ ਕੋਈ ਰੋਕ ਟੋਕ ਨਹੀਂ ਸਕਦਾ। ਅਸੀਂ ਜੇ ਮੰਨ ਲਓ ਬਾਹਰ ਹਾਰਪਿਕ 50 ਰੁਪਏ 'ਚ ਮਿਲ ਰਿਹਾ ਤੇ ਅਸੀਂ ਉਹਨੂੰ 45 ਰੁਪਏ 'ਚ ਦੇ ਦਈਏ, ਤਾਂ ਸੁਸਾਇਟੀ ਨੂੰ ਮੰਨ ਲਓ 2 ਰੁਪਏ ਇੱਕ ਹਾਰਪਿਕ ਪਿੱਛੇ ਬਚ ਗਏ। ਮੁਲਾਜ਼ਮ ਸਾਡੇ ਕੋਲ ਆਲਰੇਡੀ ਹੈਗਾ ਹੀ ਆ, ਸੇਲਸਮੈਨ ਪਹਿਲਾਂ ਹੀ ਰੱਖਿਆ ਹੋਇਆ ਸਾਡੇ ਕੋਲ। ਜੇ ਅਸੀਂ ਹੋਰ ਰੱਖਣ, ਪਹਿਲਾਂ ਨਹੀਂ ਹੈਗਾ, ਵੈਸੇ ਤਾਂ ਬਹੁਤਾ ਕੰਮ ਹੁੰਦਾ ਨਹੀਂ, ਸਾਡੇ ਸੀਜ਼ਨਲੀ ਕੰਮ ਹੁੰਦਾ। ਤੇ ਜੇ ਹੈਗਾ ਵੀ ਤਾਂ ਇੱਕ ਮੁਲਾਜ਼ਮ ਅਸੀਂ ਆਰਜੀ ਤੌਰ ਤੇ ਕੋਈ ਮੁੰਡਾ 6-7 ਹਜ਼ਾਰ ਨੂੰ ਮਨਜ਼ੂਰੀ ਲੈ ਕੇ ਅਸੀਂ ਰੱਖ ਵੀ ਸਕਦੇ ਹਾਂ। ਸਾਰਾ ਆਨਲਾਈਨ ਕੰਮ ਕਰ ਦੋ, ਜਿਹੜਾ ਬਾਰਕੋਡ ਲਾ ਕੇ ਸਾਰਾ ਸਿਸਟਮ ਹੋ ਜਾਵੇ, ਤੇ ਇੱਕ ਪੈਸਾ ਨਹੀਂ ਦੂਜੇ ਤਰੀਕੇ ਨਾਲ ਹੋ ਸਕਦਾ। ਦੇਖੋ ਲੋਕਾਂ ਨੂੰ ਤਾਂ ਸਸਤਾ ਸਮਾਨ ਮਿਲ ਗਿਆ, ਔਰ ਜਿਹੜਾ ਸਾਨੂੰ ਸੁਸਾਇਟੀ ਨੂੰ ਪ੍ਰੋਫਿਟ ਹੋ ਗਿਆ। ਲੋਕਾਂ ਨੂੰ ਦਰਵਾਜ਼ੇ ਦੇ ਉੱਤੇ ਸਾਰੀ ਚੀਜ਼ ਮੁਹੱਈਆ ਹੋ ਗਈ। ਬਹੁਤ ਚੀਜ਼ਾਂ ਇਹੋ ਜਿਹੀਆਂ, ਦਾਲਾਂ ਨੇ ਜੀ, ਦਾਲਾਂ ਹੁਣ ਅਸੀਂ ਰਾਜਸਥਾਨ ਤੋਂ ਜੇ ਲੈ ਕੇ ਆਉਣੇ ਆ, ਮੰਨ ਲਓ ਜੀ ਪਹਿਲੀ ਗੱਲ ਤਾਂ ਜੇ ਪੰਜਾਬ ਦੇ ਵਿੱਚ ਹੋਣ ਬਹੁਤ ਚੰਗੀ ਗੱਲ ਹੈ। ਤੁਸੀਂ ਆੜਤ ਦੀ ਗੱਲ ਕਰੀਏ, ਆੜਤ ਵੀ ਖੋਲ ਸਕਦੀ ਹੈ ਸੁਸਾਇਟੀ। ਆੜਤ ਅਸੀਂ ਪਿੰਡ ਦੇ ਵਿੱਚ ਆੜਤ ਮੁਹੱਈਆ ਕਰਾ ਸਕਦੇ ਹਾਂ, ਸਾਰੀ ਚੀਜ਼ ਉੱਥੇ ਖਰੀਦ ਸਕਦੇ ਹਾਂ, ਉੱਥੇ ਵੇਚ ਸਕਦੇ ਹਾਂ। ਔਰ ਦੂਜੀ ਗੱਲ, ਜਿਵੇਂ ਦਾਲਾਂ ਨੇ, ਦਾਲਾਂ ਅਸੀਂ ਇਕੱਠੀਆਂ ਲਿਆ ਕੇ ਦਾਲਾਂ ਅਸੀਂ ਉਹਦੀ ਪੈਕਿੰਗ ਵਗੈਰਾ ਉੱਥੇ ਕਰਕੇ ਆਪ, ਤਾਂ ਅਸੀਂ ਉਹਨੂੰ ਬਹੁਤ ਤਕਰੀਬਨ ਮੇਰੇ ਹਿਸਾਬ ਨਾਲ 10 ਰੁਪਏ 15 ਰੁਪਏ ਕਿਲੋ ਦਾ ਮਾਰਜਨ ਹੈ ਜੀ। ਜੇ ਦਾਲ ਨੂੰ ਆਪਾਂ ਬਾਹਰੋਂ ਲਿਆ ਕੇ ਪੈਕ ਕਰਕੇ ਪਾਈਆ ਕਿਲੋ ਦੇ ਹਿਸਾਬ ਨਾਲ ਲੋਕਾਂ ਨੂੰ ਦੇ ਦਿੰਦੇ ਆ, ਤਾਂ 10 ਰੁਪਏ ਕਿਲੋ ਦਾ 15 ਰੁਪਏ ਕਿਲੋ ਤੱਕ 10 ਦਾ ਪੱਕਾ ਹੀ ਹੈ, ਇੰਨਾ ਮਾਰਜਨ ਹੈ। ਜੇ 5 ਰੁਪਏ ਲੋਕਾਂ ਨੂੰ ਹੋਰ ਸਸਤੀ ਦਿੱਤੀ ਜਾਵੇ, 5 ਰੁਪਏ ਸਾਡੀ ਨੂੰ ਪ੍ਰੋਫਿਟ ਹੋ ਜਾਵੇ, ਤਾਂ ਦੇਖੋ ਤੁਸੀਂ ਕਿਵੇਂ ਨਹੀਂ। ਬਾਕੀ ਇੱਕ ਤੁਹਾਡੀ ਗੱਲ ਚੋਂ ਹੀ ਹੈ ਵੀ ਜੇ ਇੱਕ ਸੁਸਾਇਟੀ ਕੋਈ ਪ੍ਰੋਸੈਸਿੰਗ ਪਲਾਂਟ ਲਾ ਲੈਂਦੀ ਹੈ ਤੇ ਸਾਰਾ ਦਾਲਾਂ ਤੇ ਮੰਨ ਲਓ ਸਪੈਸ਼ਲਾਈਜ਼ ਹੋ ਗਈ, ਕੋਈ ਕਿਹੜੀ ਚੀਜ਼ ਤੇ ਇੱਕ ਵੀ ਚੀਜ਼ ਚੁਣ ਲਈ ਇੱਕ ਸੁਸਾਇਟੀ ਨੇ, ਤਾਂ ਸਾਰੇ ਪੰਜਾਬ ਦੀਆਂ ਸੁਸਾਇਟੀਆਂ ਦਾ ਇੱਕ ਚੀਜ਼ ਸਾਰੇ ਪੰਜਾਬ 'ਚ ਵੇਚ ਸਕਦੀਆਂ। ਆਪਸ ਵਿੱਚ ਨੈਟਵਰਕਿੰਗ ਹੈ, ਇੱਕ ਸੁਸਾਇਟੀ ਆਪਦੀ ਚੀਜ਼ ਨੂੰ ਸਾਰੇ ਪੰਜਾਬ ਦੀਆਂ ਦੂਜੀਆਂ ਸੁਸਾਇਟੀਆਂ ਨੂੰ ਦੇ ਸਕਦੀ ਹੈ ਤੇ ਉਹਨਾਂ ਦਾ ਸਮਾਨ ਲੈ ਵੀ ਸਕਦੀ ਹੈ। ਹਾਂ ਬਿਲਕੁਲ ਲੈ ਸਕਦੀ ਹੈ। ਮੇਰਾ ਜੋ ਮੰਨਣਾ, ਜੋ ਮੇਰਾ ਸੋਚਣਾ ਹੈ ਵੀ ਜਦੋਂ ਕੋਈ ਵੀ ਸਰਕਾਰ ਚਾਹੇ ਬਦਲਦੀ ਹੈ, ਦੇਖੋ ਲੋਕਾਂ ਦੀ ਚੁਆਇਸ ਹੈ, ਪਰ ਜਿਹੜੇ ਐਕਸਪੀਰੀਅੰਸ ਵਾਲੇ ਲੋਕ ਨੇ, ਜਿਨ੍ਹਾਂ ਲੋਕਾਂ ਕੋਲ ਬੜਾ ਖਜ਼ਾਨਾ ਜਿਹੜਾ ਤਜਰਬੇ ਦਾ, ਉਹਨਾਂ ਲੋਕਾਂ ਨੂੰ ਮੈਂ ਨਹੀਂ ਕਹਿੰਦਾ ਤੁਸੀਂ ਕੋਈ ਅਹੁਦੇ ਦਿਓ, ਉਹਨਾਂ ਨੂੰ ਕੁਛ ਦਿਓ, ਪਰ ਉਹਨਾਂ ਦੀ ਜਿਹੜੀ ਸਲਾਹ ਹੈ, ਉਹਨਾਂ ਦਾ ਜਿਹੜਾ ਤਜਰਬਾ ਹੈ, ਉਹ ਜ਼ਰੂਰ ਸਰਕਾਰਾਂ ਨੂੰ ਲੈਣਾ ਚਾਹੀਦਾ। ਉਹਦੇ ਨਾਲ ਬੜਾ ਵੱਡਾ ਫੰਡ ਬੈਨੀਫਿਟ ਹੁੰਦਾ। ਤੁਸੀਂ ਚਾਹੇ ਆਪਣੀ ਜ਼ਿੰਦਗੀ 'ਚ, ਆਪਣੇ ਜੀਵਨ 'ਚ ਤੁਸੀਂ ਤਜਰਬਾ ਕਰਕੇ ਦੇਖ ਲਿਓ। ਅਸੀਂ ਬਹੁਤ ਘੱਟੇ ਵੱਧੇ ਖਾਦੇ ਨੇ, ਸਾਡੀ 47 ਸਾਲ ਦੀ ਮੇਰੀ ਉਮਰ ਹੋ ਗਈ, ਵੀ ਜਿਹੜਾ ਤਜਰਬਾ ਨਾ, ਇੱਕ ਤਜਰਬਾ ਬਹੁਤ ਵੱਡੀ ਚੀਜ਼ ਹੈ। ਇਹਦੇ ਲਈ ਜਿਹੜਾ ਮੰਨ ਲਓ ਸਾਡਾ ਕੋਆਪਰੇਟਿਵ ਅਦਾਰਾ, ਚਾਹੇ ਕੋਈ ਹੋਰ ਡਿਪਾਰਟਮੈਂਟ ਨੇ, ਬੜੇ ਡਿਪਾਰਟਮੈਂਟ ਨੇ, ਸਾਰੇ ਡਿਪਾਰਟਮੈਂਟਾਂ 'ਚ ਏਦਾਂ ਦੇ ਹਾਲਾਤ ਨੇ ਵੀ ਜਿਹੜੇ ਤਜਰਬੇਕਾਰ ਲੋਕ ਨੇ ਜਾਂ ਸਾਡੇ ਅਫਸਰ ਨੇ, ਤਜਰਬੇਕਾਰ ਚੰਗੇ ਅਫਸਰ ਨੇ, ਬੜੇ ਵਧੀਆ ਅਫਸਰ ਨੇ, ਉਹਨਾਂ ਲੋਕਾਂ ਦੀ ਕਿਤੇ ਨਾ ਕਿਤੇ ਕੰਟਰੀਬਿਊਸ਼ਨ ਹੋਣੀ ਚਾਹੀਦੀ ਹੈ। ਉਹਨਾਂ ਦੀ ਜਿਹੜੇ ਤਜਰਬੇ ਨਾਲ ਪੰਜਾਬ ਬਹੁਤ ਅੱਗੇ ਵੱਧ ਸਕਦਾ ਹੈ। ਬਲਜੀਤ ਜੀ ਇੱਕ ਸੈਕਿੰਡ, ਆਪਣੇ ਢਿੱਲੋਂ ਸਾਹਿਬ ਹੈਗੇ ਨਾਲ ਕਾਲ ਤੇ ਜੁੜੇ ਨੇ, ਇਹਨਾਂ ਨੇ ਇੱਕ ਸਵਾਲ ਹੈਗਾ। ਢਿੱਲੋਂ ਸਾਹਿਬ ਤੁਸੀਂ ਸਵਾਲ ਪੁੱਛੋ ਜੀ ਆਪਣਾ। ਤੁਸੀਂ ਮਿਊਟ ਤੇ ਹੋ ਢਿੱਲੋਂ ਸਾਹਿਬ। ਓਕੇ, ਅੱਛਾ, ਜਿਹੜਾ ਆਪਣਾ ਬਲਜੀਤ ਜੀ, ਤੁਸੀਂ ਸਟੈਪ ਬਾਈ ਸਟੈਪ ਹਰ ਚੀਜ਼ ਬੜੇ ਸੋਹਣੇ ਢੰਗ ਨਾਲ ਐਕਸਪਲੇਨ ਕਰਤੀ ਹੈ। ਹੁਣ ਇਹਦੇ ਵਿੱਚ ਜਿਹੜੇ ਬਾਟਲ ਨੈਕਸ ਨੇ ਉਹ ਵੀ ਤੁਸੀਂ ਕੱਢ ਕੇ ਲਿਆਂਦੇ ਨੇ।
ਅਸੀਂ ਜਿਹੜਾ ਸਾਡਾ ਇਹ ਪਰਪਸ ਆ ਕਿ ਉਹ ਜਿਹੜੀਆਂ ਬੈਟਲ ਨੈਕਸ ਨੇ ਜਿੱਥੇ ਜਿੱਥੇ ਕਿ ਤੁਹਾਨੂੰ ਇਹਦੇ ਵਿੱਚ ਰੋਕ ਪੈਂਦੀ ਹੈ, ਉਹ ਸਾਰੇ ਜਿਹੜੇ ਸਟੈਪਸ ਨੇ, ਜਿਵੇਂ ਤੁਸੀਂ ਕਿਹਾ EMPLOYEES ਦੀ EMPLOYMENT ਦੇ ਵਿੱਚ ਤੁਹਾਨੂੰ ਉੱਥੇ ਜਾਣਾ ਪੈਂਦਾ, ਜਾਂ ਦੂਜੇ ਪ੍ਰੋਸੈਸ ਦੇ ਵਿੱਚ ਤੁਹਾਡੇ ਹੱਥ ਬੰਨੇ ਜਾਂਦੇ ਨੇ। ਉਹ ਜਿਹੜੇ ਨੁਕਤੇ ਨੇ, ਉਹ ਨੁਕਤਿਆਂ ਦੀ ਸਾਨੂੰ ਅਗਰ ਤੁਸੀਂ ਲਿਸਟ ਸਾਰੀ ਦੇ ਦਿਓਗੇ ਤੇ ਅਸੀਂ ਉਸੇ ਤਰ੍ਹਾਂ ਉਹ ਜਿਹੜੇ ਡਿਪਾਰਟਮੈਂਟ ਆ ਉਸ ਨੂੰ ਹਾਈਐਸਟ ਲੈਵਲ ਦੇ ਉੱਤੇ ਅਸੀਂ ਇਹਨੂੰ ਟੇਕ ਅਪ ਕਰਾਂਗੇ। ਕਿਉਂਕਿ ਤੁਸੀਂ ਜਿਹੜਾ ਐਕਸਪਲੇਨ ਕੀਤਾ ਹੈ, ਬੜੀ ਜ਼ਬਰਦਸਤ ਚੀਜ਼ ਸਾਨੂੰ ਅੰਡਰਸਟੈਂਡਿੰਗ ਹੋਈ ਹੈ। ਇਹ ਔਰ ਉਸੇ ਤਰ੍ਹਾਂ ਹੋ ਗਿਆ ਵੀ ਜਿਹੜੀ ਪਾਵਰ ਆ ਉਹ ਗ੍ਰਾਮ ਸਭਾ ਦੇ ਕੋਲ ਵੀ ਬਹੁਤ ਜ਼ਿਆਦਾ ਹੈ, ਸੁਸਾਇਟੀਆਂ ਦੇ ਕੋਲ ਵੀ ਬਹੁਤ ਜ਼ਿਆਦਾ ਹੈ, ਔਰ ਇੱਕ ਕੰਪਲੀਟ ਰੈਵੋਲੂਸ਼ਨ ਲਿਆ ਸਕਦੇ ਨੇ ਪਿੰਡਾਂ ਦੇ ਵਿੱਚ ਇਹ ਦੋਨੋਂ ਸੰਸਥਾਵਾਂ ਮਿਲ ਕੇ। ਤੇ ਇਹਦੇ ਵਿੱਚ ਜਿਹੜੀ ਬੋਟਲਨੈਕ ਆ ਰਹੀ ਹੈ ਉਹ ਸਾਨੂੰ ਤੁਸੀਂ ਪੇਸ਼ ਕਰ ਦਿਓ ਤੇ ਅਸੀਂ ਇਹਨੂੰ ਅੱਗੇ ਲਿਜਾਣ ਦੇ ਵਿੱਚ ਕੋਸ਼ਿਸ਼ ਕਰਾਂਗੇ। ਇਹ ਮੇਰੀ ਇੱਕ ਕਿਸਮ ਦੇ ਕਮੈਂਟ ਨੇ। ਤੁਹਾਡੀ ਗੱਲ ਦਾ ਜਵਾਬ ਦੇ ਰਹੇ ਨੇ ਬਲਜੀਤ ਜੀ। ਹਾਂਜੀ ਬਲਜੀਤ। ਇੱਕ ਮਿੰਟ ਜੀ, ਮੈਂ ਇੱਕ ਗੱਲ ਕਰਨੀ ਚਾਹੁੰਦਾ, ਤੁਹਾਡੇ ਧਿਆਨ ਚ ਲਿਆਉਣੀ ਚਾਹੁੰਦਾ। ਜਿਹੜੀ ਜਿਵੇਂ ਗ੍ਰਾਮ ਸਭਾ ਦਾ ਆਮ ਇਜਲਾਸ ਹੁੰਦਾ ਹੈ, ਉਸ ਵਿੱਚ ਅਸੀਂ ਫੈਸਲੇ ਲੈਂਦੇ ਆ, ਉਹ ਆਲ ਇਨ ਆਲ ਹੈ। ਇਸੇ ਤਰੀਕੇ ਨਾਲ ਜਿਹੜਾ ਕੋਆਪਰੇਟਿਵ ਦਾ ਸਿਸਟਮ ਹੈ, ਕੋਆਪਰੇਟਿਵ ਸੁਸਾਇਟੀ ਦਾ ਹਰ ਛਮਾਹੀ ਵੱਧ ਇੱਕ ਆਮ ਇਜਲਾਸ ਹੁੰਦਾ ਹੈ। ਆਮ ਇਜਲਾਸ ਦੇ ਵਿੱਚ ਅਸੀਂ ਸਾਰੇ ਫੈਸਲੇ ਕਰਦੇ ਹਾਂ, ਸਾਰਾ ਬਜਟ ਬਣਾਉਂਦੇ ਹਾਂ, ਸਾਰਾ ਸਿਸਟਮ ਸੇਮ ਡਿਟੋ ਗ੍ਰਾਮ ਪੰਚਾਇਤ ਵਾਂਗ। ਇਸੇ ਤਰੀਕੇ ਨਾਲ ਸਾਡੀ ਜਿਹੜੀ ਕੋਆਪਰੇਟਿਵ ਬੈਂਕ ਹੈ, ਕੋਆਪਰੇਟਿਵ ਬੈਂਕ ਦਾ ਆਮ ਇਜਲਾਸ ਹੁੰਦਾ ਹੈ। ਇਸੇ ਤਰੀਕੇ ਨਾਲ ਸਾਡੀ ਜਿਹੜੀ ਪੰਜਾਬ ਦੀ ਕੋਆਪਰੇਟਿਵ ਬੈਂਕ ਹੈ, ਉਹਦਾ ਆਮ ਇਜਲਾਸ ਹੁੰਦਾ ਹੈ। ਇਸੇ ਤਰੀਕੇ ਨਾਲ ਜਿੰਨੇ ਸਾਡੇ ਹੋਰ ਸਹਿਕਾਰਤਾ ਨਾਲ ਜੁੜੇ ਹੋਏ ਡਿਪਾਰਟਮੈਂਟ ਨੇ, ਉਹਨਾਂ ਦੇ ਆਮ ਇਜਲਾਸ ਹੁੰਦੇ ਨੇ। ਆਮ ਇਜਲਾਸ ਦੇ ਵਿੱਚ ਫੁੱਲ ਫਲੈਸ਼, ਫੁੱਲ ਪਾਵਰ ਹੈ। ਪਰ ਗੱਲ ਇਹ ਹੈ ਵੀ ਕਿਤੇ ਨਾ ਕਿਤੇ ਜਿੱਕਣਾ ਇਹਨੂੰ ਉੜਿੱਕਾ ਸਿਉਂ ਇਹਦੇ ਵਿੱਚ ਸਾਡਾ ਜਿਹੜਾ, ਮੈਂ ਹੁਣ ਬਾਰ-ਬਾਰ ਉਹ ਗੱਲ ਕਹਿਣੀ ਨਹੀਂ ਚਾਹੁੰਦਾ, ਸਿਸਟਮ ਨੂੰ ਸਹੀ ਚਲਾਉਣ ਦੇ ਵਿੱਚ ਲੋਕ ਬੜੇ ਇਸ ਗੱਲ ਲਈ ਚਿੰਤਤ ਨੇ, ਚਾਹੁੰਦੇ ਨੇ, ਪਰ ਵਿੱਚ ਜਿਹੜੇ ਇਹੋ ਜਿਹੇ ਲੋਕ ਵੜ ਜਾਂਦੇ ਨੇ, ਉਹ ਲੋਕ ਇਹਨੂੰ ਚੱਲਣ ਨਹੀਂ ਦਿੰਦੇ। ਵੈਸੇ ਜਿਵੇਂ ਗ੍ਰਾਮ ਸਭਾ ਦਾ ਐਸੇ ਤਰੀਕੇ ਨਾਲ ਇਹਦਾ ਵੀ ਆਮ ਇਜਲਾਸ ਹੁੰਦਾ ਹੈ, ਹਰ ਛਮਾਹੀ ਬਾਅਦ ਆਮ ਇਜਲਾਸ ਹੁੰਦਾ ਹੈ। ਹਾਂਜੀ ਬਿਲਕੁਲ। ਕੋਈ ਫੈਸਲਾ ਕਰ ਸਕਦਾ। ਬਿਲਕੁਲ। ਮੈਂ ਇੱਕ ਸਵਾਲ ਪੁੱਛਣਾ, ਢਿੱਲੋਂ ਸਾਹਿਬ ਤੁਸੀਂ ਆਪਣਾ ਸਵਾਲ ਕੰਪਲੀਟ ਕਰ ਲਓ। ਨਹੀਂ, ਮੇਰਾ ਮਤਲਬ ਹੈ ਵੀ ਇਹ ਬਹੁਤ ਸੋਹਣੀ ਗੱਲ ਤੁਸੀਂ ਕਲੀਅਰ ਕਰਤੀ, ਕਿਉਂਕਿ ਇਸ ਇਸ਼ੂ ਨੂੰ ਫਿਰ ਮਤਲਬ ਇਹ ਕਿ ਬਲਜੀਤ ਜੀ ਅਸੀਂ ਤੁਹਾਨੂੰ ਇਹ ਦੱਸ ਦਈਏ ਕਿ ਅਸੀਂ ਇਸ ਨੂੰ ਹਾਈਐਸਟ ਲੈਵਲ ਦੇ ਉੱਤੇ ਆਪਣੇ ਮਿਸ਼ਨ ਗ੍ਰਾਮ ਸਭਾ ਦੇ ਜਿਹੜਾ ਮਿਸ਼ਨ ਚੜ੍ਹ ਗਏ, ਇਹਦੇ ਵਿੱਚ ਇੰਨੇ ਹਾਈ ਲੈਵਲ ਇੰਟੈਲੈਕਚੁਅਲ ਜੁੜੇ ਹੋਏ ਨੇ ਜਿਹਦਾ ਹਿਸਾਬ ਨਹੀਂ। ਤੇ ਇਸ ਇਸ਼ੂ ਨੂੰ ਅਸੀਂ ਹਾਈਐਸਟ ਲੈਵਲ ਦੇ ਉੱਤੇ ਇਹਨੂੰ ਲੈ ਕੇ ਜਾਵਾਂਗੇ ਤੇ ਅਕਾਊਂਟੇਬਿਲਟੀ ਮੰਗਾਂਗੇ, ਕਿਉਂਕਿ ਅਸੀਂ ਹੁਣ ਚਾਹੁੰਦੇ ਹਾਂ ਕਿ ਜਿੰਨੇ ਗ੍ਰਾਮ ਪੰਚਾਇਤ ਦੇ ਗ੍ਰਾਮ ਸਭਾ ਦੇ ਰੈਜ਼ੋਲੂਸ਼ਨ ਨੇ ਉਹ ਆਨਲਾਈਨ ਆਉਣ, ਉਹਦੇ ਵੱਲ ਅਸੀਂ ਲੱਗੇ ਹਾਂ। ਇਸੇ ਤਰ੍ਹਾਂ ਜਿਹੜੇ ਇਹ ਰੈਜ਼ੋਲੂਸ਼ਨ ਤੁਸੀਂ ਦੱਸੇ ਨੇ, ਇਹਨਾਂ ਨੂੰ ਵੀ ਫੋਰਸ ਕਰਾਂਗੇ ਗਵਰਨਮੈਂਟ ਨੂੰ ਕਿ ਇਹ ਸਾਰੇ ਅਵੇਲੇਬਲ ਹੋਣ ਆਨਲਾਈਨ। ਇਹ ਕੋਸ਼ਿਸ਼ ਕਰਾਂਗੇ, ਅਸੀਂ ਤੁਹਾਡੇ ਨਾਲ ਆ। ਇੱਕ ਹੋਰ ਗੱਲ ਕਰਨੀ ਚਾਹੁੰਦਾ ਜੀ, ਮੈਂ ਨਾ ਤੁਹਾਨੂੰ ਗ੍ਰਾਮ ਸਭਾ ਦੀ ਗੱਲ ਕਰੀ ਹੈ। ਜਦੋਂ ਮੈਨੂੰ ਨੈਸ਼ਨਲ ਅਵਾਰਡ ਮਿਲਿਆ ਜੀ, 18 ਚ ਮਿਲਿਆ ਮੈਨੂੰ, ਮੈਂ ਨਾ ਉਹ ਮੈਨੂੰ ਉੱਥੇ ਵੀ ਬੁਲਾਉਂਦੇ ਸੀਗੇ ਵੀ ਤੁਸੀਂ ਭਾਸ਼ਣ ਕਰਕੇ ਜਾਓ 10 ਮਿੰਟ ਅੱਧਾ ਘੰਟਾ। ਤਾਂ ਮੇਰਾ ਉੱਥੋਂ ਲੈਟਰ ਇੱਕ ਹੈਡ ਆਫਿਸ ਤੋਂ ਮੋਹਾਲੀ ਤੋਂ ਜਿਹੜਾ ਪੰਚਾਇਤ ਦਾ ਆਪਣਾ ਦਫ਼ਤਰ ਹੈ, ਉੱਥੋਂ ਲੈਟਰ 'ਚ ਨਾਂ ਲਿਖ ਕੇ ਆ ਗਿਆ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਦੇ ਜਿਹੜਾ ਜ਼ਿਲ੍ਹਾ ਪੰਚਾਇਤ ਅਫਸਰ ਨੂੰ, DDPO ਨੂੰ, ਵੀ ਤੁਸੀਂ ਬਲਜੀਤ ਸਿੰਘ ਭੁੱਟੇ ਦਾ ਸਾਰੀ ਜਗ੍ਹਾ ਜਿੱਥੇ ਵੀ ਆਮ ਇਜਲਾਸ ਹੁੰਦੇ ਨੇ ਇਹਨਾਂ ਨੂੰ ਉੱਥੇ ਸੱਦਾ ਦਿਓ, ਇਹਨਾਂ ਨੂੰ ਬੁਲਾਓ ਉੱਥੇ। ਤੁਸੀਂ ਦੇਖੋ ਸਾਡੇ ਜਿਹੜਾ ਇੱਥੇ ਸੀਗਾ ਉਹ ਨੂੰ ਇੰਨੀ ਤਕਲੀਫ ਹੋਈ, ਕਹਿੰਦਾ ਵੀ ਜੇ ਇਹ ਬੰਦਾ ਆਮ ਇਜਲਾਸਾਂ ਦੇ ਵਿੱਚ ਚਲੇ ਗਿਆ, ਕਹਿੰਦਾ ਤਾਂ ਲੋਕਾਂ ਨੂੰ ਕਹਿੰਦਾ ਪੁੱਠੀ ਪੜਤੀ ਪੜਾ ਦੂਗਾ, ਕਹਿੰਦਾ ਲੋਕਾਂ ਨੂੰ ਪੁੱਠੀਆਂ ਗੱਲਾਂ ਸਿਖਾ ਦੂਗਾ, ਕਹਿੰਦਾ ਮੇਰੇ ਹਲਕੇ ਦੇ ਵਿੱਚ ਨਹੀਂ ਜਾਣਾ ਚਾਹੀਦਾ। ਤਾਂ ਜੀ ਉਹ ਕਹਿੰਦੇ ਜੀ ਮੈਨੂੰ ਨਾ ਸੱਦਾ, ਮੈਂ ਕਿਹਾ ਕੋਈ ਗੱਲ ਨਹੀਂ ਮੈਂ ਆ ਜਾਊਗਾ। ਉਹ ਤੋਂ ਬਾਅਦ ਮਹੀਨਾ 20 ਦਿਨ 10 ਦਿਨ ਟੱਪ ਗਏ ਤਾਂ ਮੈਨੂੰ ਕੁਦਰਤੀ ਅਫਸਰ ਮਿਲ ਗਿਆ। ਮੈਨੂੰ ਕਹਿੰਦਾ ਜੀ ਉਹ ਜਿਹੜਾ ਉਹ ਕਹਿੰਦਾ ਜੀ ਮੇਰੇ ਹਲਕੇ 'ਚ ਤਾਂ ਬਿਲਕੁਲ ਇਹ ਬੰਦੇ ਨੂੰ ਨਾ ਭੇਜਿਓ, ਕਹਿੰਦਾ ਜੇ ਇਹ ਪੰਚਾਇਤਾਂ ਕੋਲ ਚਲੇ ਗਿਆ ਕਹਿੰਦਾ ਸਾਰੇ ਲੋਕਾਂ ਨੂੰ ਕਹਿੰਦਾ ਗਾਹ ਪਾ ਦੂਗਾ ਕੱਲੇ ਕੱਲੇ ਪਿੰਡ 'ਚ। ਉਹ ਤੋਂ ਬਾਅਦ ਮੈਨੂੰ ਜੀ 4-5 ਇਜਲਾਸਾਂ 'ਚ ਉੱਥੇ ਬੁਲਾਇਆ ਆਪਣੇ ਖਮਾਣੋਂ ਵਾਲੇ ਪਾਸੇ ਸਾਡੇ, ਉੱਥੇ ਵੀ ਉਹਨਾਂ ਨੂੰ ਪਤਾ ਲੱਗ ਗਿਆ, ਸਾਰੀ ਗੱਲ ਡਿਟੇਲ 'ਚ ਦੱਸਣ ਲੱਗ ਗਿਆ ਕੱਲੀ ਕੱਲੀ। ਉਹ ਕਹਿੰਦੇ ਜੀ ਇਹਨੂੰ ਹਟਾ ਦਿਓ, ਹੋਰ ਜਿਹਨੂੰ ਮਰਜ਼ੀ ਬੁਲਾਈ ਜਾਓ। ਦੇਖੋ ਤੁਸੀਂ ਇਹ ਹਾਲਾਤ ਨੇ। ਬਿਲਕੁਲ ਬਿਲਕੁਲ। ਮੈਂ ਵਾਲੀਆ ਸਾਹਿਬ ਤੁਹਾਡੇ ਕੋਲ ਆਉਣਾ, ਮੈਂ ਇੱਕ ਹੋਰ ਸਾਡੇ ਸ਼ੋਤੇ ਹੈਗੇ ਵਾਲੀਆ ਸਾਹਿਬ, ਉਹ ਵੀ ਸਵਾਲ ਪੁੱਛ ਰਹੇ ਨੇ। ਮੈਂ ਇੱਕ ਸਵਾਲ ਪੁੱਛਣਾ, ਤੁਸੀਂ ਇਹ ਗੱਲ ਕਹੀ ਹੈ ਕਿ ਐਜ਼ ਅ ਸੋਲੂਸ਼ਨ ਕਿ ਜਿਹੜੇ ਪਿੰਡਾਂ ਨੂੰ ਪ੍ਰੋਬਲਮ ਆ ਰਹੀ ਹੈ, ਔਖਣਾ ਆ ਰਹੀਆਂ ਨੇ ਕਿ ਆਪਣੀ ਕੋਆਪਰੇਟਿਵ ਸੁਸਾਇਟੀ ਕਿਵੇਂ ਰਨ ਕਰਨੀ ਹੈ, ਕਿਸੇ ਹੋਰ ਸੁਸਾਇਟੀ ਜਿਹੜੀ ਸਕਸੈਸਫੁਲ ਹੈ ਉਹਦੇ ਕੋਲ ਜਾ ਕੇ ਜਾਣਕਾਰੀ ਲੈ ਸਕਦੇ। ਤੁਹਾਨੂੰ ਕੀ ਲੱਗਦਾ ਕਿ ਜਿਹੜੀ ਅਗਲੀ ਸੁਸਾਇਟੀ ਹੈਗੀ ਹੈ ਉਹ ਕਿੰਨੀ ਕੋਆਪਰੇਟ ਕਰੇਗੀ? ਕਿ ਉਹਨਾਂ ਨੂੰ ਇਹ ਲੱਗੇਗਾ ਕਿ ਮੇਰਾ ਕੰਪੀਟੀਟਰ ਆ ਗਿਆ, ਕਿ ਮੇਰੇ ਨਾਲ ਇੱਕ ਕੰਪੀਟੀਸ਼ਨ ਹੋਇਆ ਜੇ ਮੈਨੂੰ ਜ਼ਿਆਦਾ ਜਾਣਕਾਰੀ ਦੇ ਦੋ?
ਨਹੀਂ ਹੈਗੀਆਂ। ਦੇਖੋ ਜੀ ਤੁਸੀਂ ਨਾ ਇੱਕ ਵੈਸੇ ਤਾਂ ਤੁਹਾਨੂੰ ਇੱਕ ਮੈਂ ਵੈਸੇ ਗੱਲ ਦੱਸਦਾ ਇੱਕ ਨਾ ਇੱਕ ਟੂਰ ਬਣ ਸਕਦਾ। ਅਸੀਂ ਤਾਂ ਮੈਂ ਤਾਂ ਐਜ਼ ਪਰ ਰੂਲ ਚੱਲਦਾ ਰਿਹਾ ਸਾਰੀ। ਮੈਂ ਜ਼ਿਲ੍ਹਾ ਪ੍ਰੀਸ਼ਦ ਚ ਵੀ ਇੰਡੀਆ ਚ ਘੁੰਮਿਆ ਪੂਰੇ ਚ। ਹਾਂਜੀ ਮੈਂ ਕੋਆਪਰੇਟਿਵ ਅਦਾਰਿਆਂ ਚ ਮੈਂ ਜਾ ਕੇ 3 ਵਾਰ ਮੈਂ ਸਾਊਥ ਚ ਜਾ ਕੇ ਆਇਆ। ਮੈਂ ਸਾਊਥ ਦਾ ਸਿਸਟਮ ਵੀ ਦੇਖ ਕੇ ਆਇਆ ਵੀ ਸਾਊਥ ਦੇ ਵਿੱਚ ਸੁਸਾਇਟੀਆਂ ਕਿਵੇਂ ਚੱਲਦੀਆਂ ਨੇ। ਤੇ ਗੱਲ ਇਹ ਹੈ ਵੀ ਤੁਸੀਂ ਇੱਕ ਸੁਸਾਇਟੀ ਜਿਹੜੀ ਇੱਕ ਰੈਜੂਲੇਸ਼ਨ ਪਾਵੇ, ਰੈਜੂਲੇਸ਼ਨ ਪਾ ਕੇ ਉਹ ਇੱਕ ਡੀਆਰ ਨੂੰ ਰੈਜੂਲੇਸ਼ਨ ਭੇਜੇ ਜ਼ਿਲ੍ਹੇ ਦੇ ਅਫਸਰ ਨੂੰ। ਉਹ ਵੀ ਅਸੀਂ ਜਿਹੜੀਆਂ ਚੰਗੀਆਂ ਸਾਨੂੰ ਸੁਸਾਇਟੀਆਂ ਦੱਸੀਆਂ ਜਾਣ, ਕਿਹੜੀਆਂ ਸੁਸਾਇਟੀਆਂ ਸਾਡੀਆਂ ਚੰਗੀਆਂ ਨੇ, ਉਹ ਸੁਸਾਇਟੀਆਂ ਦੇ ਵਿੱਚ ਵਿਜ਼ਿਟ ਕਰਨਾ ਜਾਣਾ ਚਾਹੁੰਦੇ ਆ। ਸਾਨੂੰ ਜਿਹੜਾ ਉਹ ਸੁਸਾਇਟੀਆਂ ਨਾਲ ਸਾਡਾ ਰਾਬਤਾ ਬਣਾ ਕੇ ਜਿਹੜਾ ਸਾਨੂੰ ਦੱਸਿਆ ਗਿਆ ਵੀ ਸੁਸਾਇਟੀ ਆਪਣੇ ਪੱਧਰ ਤੇ ਖਰਚਾ ਆਪ ਕਰੇ। ਔਰ ਤੁਹਾਨੂੰ ਮੈਂ ਦੱਸ ਗੱਲ, ਸੁਸਾਇਟੀ ਹੈ ਜਿਹੜੀ ਸੁਸਾਇਟੀ ਆਪਣੇ ਫੰਡਾਂ ਦੇ ਵਿੱਚੋਂ ਉਹ ਵਿਜ਼ਿਟ ਕਰਨ ਵਾਸਤੇ ਮੈਂਬਰਾਂ ਨੂੰ ਕੋਈ ਪੈਸਾ ਖਰਚ ਕਰਨ ਦੀ ਲੋੜ ਨਹੀਂ। ਕਾਰ ਗੱਡੀ ਕਰਕੇ ਸੁਸਾਇਟੀ ਉੱਥੇ ਜਾ ਕੇ ਸਿੱਖਿਆ ਲੈ ਸਕਦੀ ਹੈ 1 ਦਿਨ ਵਾਸਤੇ, 2 ਦਿਨ ਵਾਸਤੇ। ਦੂਜੀ ਗੱਲ, ਜਿੰਨੀ ਮਰਜ਼ੀ 2 ਦਿਨ 1 ਦਿਨ ਜਿਹੜੀ ਵਿਜ਼ਿਟ ਕਰ ਸਕਦੀ ਹੈ ਸੁਸਾਇਟੀ ਚ, ਉਹ ਐਜ਼ ਪਰ ਇੱਕ ਨਾ ਜਿਵੇਂ ਕਹਿ ਸਕਦੇ ਹਾਂ ਆਪਾਂ ਕਾਨੂੰਨੀ ਪ੍ਰਕਿਰਿਆ ਚ ਆ ਜਾਊਗਾ। ਜਦੋਂ ਕਾਨੂੰਨੀ ਪ੍ਰਕਿਰਿਆ ਇੱਥੋਂ ਵਾਲਾ ਡੀਆਰ ਹੈ ਜਿਹੜਾ ਸਾਡਾ ਮੰਨ ਲਓ ਡੀਆਰ ਫਤਿਹਗੜ੍ਹ ਸਾਹਿਬ ਹੈ, ਉਹ ਡੀਆਰ ਹੁਸ਼ਿਆਰਪੁਰ ਨੂੰ ਕਹੂਗਾ, ਡੀਆਰ ਜਲੰਧਰ ਨੂੰ ਕਹੂਗਾ ਵੀ ਮੇਰੀ ਸੁਸਾਇਟੀ ਦੇ ਆਹ ਮੈਂਬਰ ਨੇ ਇੰਨੇ, ਇਹ ਮੈਂਬਰ ਆ ਕੇ ਇੱਥੇ ਤੁਹਾਡੀ ਸੁਸਾਇਟੀ ਨੂੰ ਵਿਜ਼ਿਟ ਕਰਨਾ ਚਾਹੁੰਦੇ ਨੇ, ਦੇਖਣਾ ਚਾਹੁੰਦੇ ਨੇ, ਇਹਨਾਂ ਨੂੰ ਜਾਣਕਾਰੀ ਦਿੱਤੀ ਜਾਵੇ। ਉਹ ਲੈਟਰ ਨਾਲ ਲੈ ਕੇ ਜਾਣਗੇ, ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਜਾਊਗੀ। ਇੱਧਰੋਂ ਆਪਣੀ ਸਾਥੀ ਦੇ ਰਾਹੀਂ ਉੱਥੇ ਜਾ ਕੇ ਸਾਰਾ ਦਿਨ ਉਹਦੀ ਜਾਣਕਾਰੀ ਲੈ ਕੇ ਆਪਣਾ ਵਾਪਸ ਆ ਸਕਦੇ ਨੇ। ਜਿਹੜੀ ਮੈਨੇਜਮੈਂਟ ਮੌਜੂਦਾ ਉਹ ਇਸ ਤਰੀਕੇ ਨਾਲ ਲੈ ਸਕਦੀ ਹੈ ਜਾਣਕਾਰੀ। ਠੀਕ ਹੈ ਤੇ ਡੀਆਰ ਦਾ ਮਤਲਬ ਹੈ ਡਿਸਟ੍ਰਿਕਟ ਰਜਿਸਟਰ, ਜਿਵੇਂ ਗਲਤ ਨਹੀਂ ਹੈ ਤਾਂ? ਹਾਂਜੀ। ਠੀਕ ਹੈ। ਅਮਰਜੀਤ ਵਾਲੀਆ ਸਾਹਿਬ ਤੁਹਾਡਾ ਇੱਕ ਸਵਾਲ ਪੁੱਛੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਬਲਵੀਰ ਸਿੰਘ, ਮੇਰਾ ਸਿਰਫ ਕੁਐਸਚਨ ਇੰਨਾ ਸੀਗਾ ਵੀ ਇਹ ਜਿਹੜਾ ਇਜਲਾਸ ਹੁੰਦਾ ਹੈ ਇਹ ਬਾਏ ਇਨਵੀਟੇਸ਼ਨ ਹੁੰਦਾ ਹੈ ਜਾਂ ਕੋਈ ਵੀ ਇਹਨੂੰ ਜੁਆਇਨ ਕਰ ਸਕਦਾ ਹੈ? ਜੇ ਕੋਈ ਵੀ ਜੁਆਇਨ ਕਰ ਸਕਦਾ ਹੈ ਤੇ ਵਿਦਆਊਟ ਇਨਵੀਟੇਸ਼ਨ ਅਗਰ ਆਪਾਂ ਅਨੇਬਲ ਕਰਨਾ ਹੈ ਤਾਂ ਸਾਨੂੰ ਸਿਰਫ ਡੇਟਸ ਪਤਾ ਹੋਣ ਤਾਂ ਆਪਾਂ ਜਾ ਕੇ ਅਨੇਬਲ ਕਰ ਸਕਦੇ ਹਾਂ ਕੋਆਪਰੇਟਿਵ ਸੁਸਾਇਟੀਆਂ ਨੂੰ? ਹਾਂਜੀ ਮੈਂ ਦੱਸਦਾ ਜੀ ਉਹਦੇ ਬਾਰੇ। ਉਹਦੇ ਵਿੱਚ ਇਹ ਹੈ ਵੀ ਦੇਖੋ ਜਿਹੜੀ ਤਾਂ ਗ੍ਰਾਮ ਪੰਚਾਇਤ ਆ ਜੀ, ਗ੍ਰਾਮ ਪੰਚਾਇਤ ਦੇ ਵਿੱਚ ਜਿਹੜਾ ਆਪਾਂ ਇਜਲਾਸ ਕਰਦੇ ਹਾਂ ਉਹਦੇ ਵਿੱਚ ਪਿੰਡ ਦੀ ਸਭਾ ਦਾ ਹਰ ਪਿੰਡ ਦਾ ਬੰਦਾ, ਹਰ ਇੱਕ ਜਿਹੜਾ ਨਾਗਰਿਕ ਉਹਦੀ ਸ਼ਾਮਿਲ ਹੋ ਸਕਦਾ। ਪਲੱਸ ਜਿਹੜੇ ਅਫਸਰ ਨੇ ਉਹਨਾਂ ਨਾਲ ਰਿਲੇਟਡ ਬਲਾਕ ਦਫ਼ਤਰ ਤੋਂ ਆਉਂਦੇ ਨੇ ਸਾਡੇ, ਉਹ ਹੋ ਸਕਦੇ ਨੇ। ਇਸੇ ਤਰੀਕੇ ਨਾਲ ਕੋਆਪਰੇਟਿਵ ਸੁਸਾਇਟੀ ਹੈ ਜਿਹੜਾ ਮੈਨੂੰ ਰੋਕਿਆ ਗਿਆ, ਉਹ ਮੈਂ ਤਾਂ ਇੱਕ ਲੈਕਚਰਰ ਦੇ ਤੌਰ ਤੇ ਜਾਣਾ ਸੀਗਾ। ਮੰਨ ਲਓ ਕਿਸੇ ਪਿੰਡ ਦਾ ਵੀ ਗ੍ਰਾਮ ਸਭਾ ਦਾ, ਮੈਂ ਦੂਜੇ ਪਿੰਡ 'ਚ ਜਾ ਕੇ ਜਾ ਨਹੀਂ ਨਾ ਸਕਦਾ। ਮੈਂ ਆਪਣੇ ਪਿੰਡ 'ਚ ਜਾ ਸਕਦਾ, ਮੈਂ ਦੂਜੇ ਪਿੰਡ 'ਚ ਨਹੀਂ ਜਾ ਸਕਦਾ। ਦੂਜੇ ਪਿੰਡ ਤਾਂ ਜੇ ਮੈਨੂੰ ਜਿਹੜਾ ਡਿਪਾਰਟਮੈਂਟ ਹੈ ਉਹ ਅਲਾਉ ਕਰੂਗਾ ਜਾਂ ਉਹ ਪਿੰਡ ਦੇ ਲੋਕ ਕਹਿਣ ਮੈਨੂੰ ਵੀ ਤੁਸੀਂ ਆਓ ਸਾਡੇ ਪਿੰਡ ਦੇ ਵਿੱਚ, ਤਾਂ ਮੈਂ ਜਾ ਸਕਦਾ, ਅਦਰਵਾਈਜ਼ ਮੈਂ ਜਾ ਨਹੀਂ ਸਕਦਾ। ਠੀਕ ਹੈ ਜੀ, ਥੈਂਕ ਯੂ। ਹਾਂਜੀ ਬਲਜੀਤ ਜੀ, ਇੱਕ ਜਿਹੜਾ ਹੈਗਾ ਹੋਰ ਪੱਖ ਵੀ ਅਸੀਂ ਦੇਖਦੇ ਹਾਂ ਵੀ ਕਿਸਾਨਾਂ ਦੇ ਲਈ ਸੁਸਾਇਟੀ ਦਾ ਕੋਈ ਹੋਰ ਬਦਲ ਹੈ? ਜਿਵੇਂ ਮਤਲਬ ਅੱਜ ਕੱਲ੍ਹ ਸਰਕਾਰ ਸਾਰਾ ਜਿਹੜਾ ਪ੍ਰਾਈਵੇਟਾਈਜੇਸ਼ਨ ਹੋ ਰਿਹਾ ਹੈਗਾ ਏ, ਤੇ ਕੋਆਪਰੇਟਿਵ ਸੁਸਾਇਟੀਆਂ ਜੇ ਬੈਂਕਾਂ ਕੋਆਪਰੇਟਿਵ ਮੰਨ ਲਓ ਆਉਣ ਵਾਲੇ ਫਿਊਚਰ ਦੇ ਵਿੱਚ, ਮੈਂ ਹੁਣ ਨਹੀਂ ਕਹਿ ਰਿਹਾ ਵੀ ਮੰਨ ਲਓ ਬੰਦ ਹੋ ਜਾਣ ਇਹ ਕਿਸੇ ਤਰੀਕੇ ਨਾਲ ਇਸ ਪਾਲਿਸੀ ਤਹਿਤ ਪ੍ਰਾਈਵੇਟਾਈਜ਼ ਦੇ, ਤਾਂ ਫਿਰ ਉੱਥੇ ਕਿਸਾਨਾਂ ਦਾ ਜਿਹੜਾ ਇਹਦੀ ਜਗ੍ਹਾ ਕੋਈ ਚੀਜ਼ ਹੋਰ ਲੈ ਸਕਦੀ ਹੈ, ਜਾਂ ਸਾਨੂੰ ਇਹਨਾਂ ਨੂੰ ਜਿਹੜਾ ਹੈਗਾ ਅਪਗ੍ਰੇਡ ਕਰਕੇ ਇਹਨੂੰ ਕੀ ਕਰਨਾ ਚਾਹੀਦਾ? ਹਾਂਜੀ ਮੈਂ ਤੁਹਾਨੂੰ ਦੱਸਦਾ ਉਹਦੇ ਬਾਰੇ। ਹੁਣ ਅੱਗੇ ਵੀ ਅਗਲੀ ਗੱਲ ਹੈ ਜਿਹੜੀ, ਹੁਣ ਇਹ ਤਾਂ ਤੁਸੀਂ ਹੁਣ ਦੇਖੋ ਸਰਕਾਰਾਂ ਕਹਿੰਦੇ ਸਾਨੂੰ ਦੇਖਦੇ ਨੂੰ 75 ਸਾਲ ਹੋ ਗਏ। ਅਗਲੀ ਗੱਲ ਹੁਣ ਜਿਹੜੀ ਹੈਗੀ ਜੀ, ਆਪਾਂ ਕਿਸੇ ਤਰੀਕੇ ਨਾਲ ਕਿਸਾਨੀ ਨੂੰ ਬਚਾਉਣਾ, ਪਿੰਡਾਂ ਦੇ ਲੋਕਾਂ ਨੇ, ਸ਼ਹਿਰਾਂ ਦੇ ਲੋਕਾਂ ਨੇ, ਕਿਸੇ ਨੇ ਵੀ ਬਚਣਾ ਹੈ, ਤਾਂ ਤੁਹਾਨੂੰ ਇੱਕ ਗਰੁੱਪ ਬਣਾ ਕੇ ਚੱਲਣਾ ਪੈਣਾ। ਤੁਹਾਨੂੰ ਇੱਕ ਗਰੁੱਪ ਦੇ ਰਾਹੀਂ ਜਿਹੜਾ ਸਰਕਾਰ ਨੇ, ਕੇਂਦਰ ਸਰਕਾਰ ਨੇ ਵੀ ਇੱਕ ਉਹਦੇ ਲਈ ਸਕੀਮ ਕੱਢੀ ਹੈ। ਇੱਕ ਗਰੁੱਪ ਹੈ, ਉਹਦੇ ਵਿੱਚ ਜੇ ਤੁਸੀਂ ਮੰਨ ਲਓ ਘੱਟੋ ਘੱਟ 50 ਦੇ ਕਿਸਾਨ ਨੇ ਇਕੱਠੇ ਹੋ ਜਾਂਦੇ ਨੇ, ਘੱਟੋ ਘੱਟ 50, ਵੱਧ ਤੋਂ ਵੱਧ ਆਪਾਂ ਸਾਲ ਦੀ ਬਹੁਤੀ ਜ਼ਿਆਦਾ 2.5 ਜਾਣਕਾਰੀ ਦਾ ਇਹਦਾ ਪਤਾ ਨਹੀਂ, ਪਰ ਇਹ 3 ਸਾਲ ਦੀ ਜਿਹੜੀ ਹੈਗੀ ਆ ਟਰਮ ਐਂਡ ਕੰਡੀਸ਼ਨਸ, ਉਹ 3 ਸਾਲ ਦੇ ਵਿੱਚ ਤੁਸੀਂ 500 ਤੋਂ ਪਲੱਸ ਜਿਹੜੇ ਮੈਂਬਰ ਨੇ ਉਹ ਲੈ ਕੇ ਜਾਣੇ ਨੇ। ਔਰ ਉਹਦੇ ਵਿੱਚ ਸਾਰੀ ਹੈਲਪ ਕੇਂਦਰ ਸਰਕਾਰ ਕਰਦੀ ਹੈ, ਈਵਨ ਕਿ ਮੁਲਾਜ਼ਮ ਰੱਖਣ ਤੱਕ ਵੀ ਕੇਂਦਰ ਸਰਕਾਰ ਪੈਸੇ ਦਿੰਦੀ ਹੈ। ਉਹ ਗਰੁੱਪ ਅਸੀਂ ਬਣਾਉਣਾ, ਜਿਹੜਾ ਗਰੁੱਪ ਬਣਾ ਕੇ ਅਸੀਂ ਗਰੁੱਪ ਦੇ ਵਿੱਚ ਅਸੀਂ ਸ਼ੇਅਰ ਜਿਹੜਾ ਆਪਣਾ ਸ਼ੇਅਰ ਪਾਉਣਾ। ਮੰਨ ਲਓ ਕਿਸੇ ਨੇ ਸ਼ੇਅਰ ਪਾਉਣਾ 1000 ਰੁਪਏ, ਕਿਸੇ ਨੇ ਪਾਉਣਾ 500, ਕਿਸੇ ਨੇ ਪਾਉਣਾ 10,000। ਅਸੀਂ ਉਹ ਸ਼ੇਅਰ ਨਾਲ ਇੱਕ ਸ਼ੇਅਰ ਦੇ ਤੌਰ ਦੇ ਉੱਤੇ ਇੱਕ ਗਰੁੱਪ ਬਣਾ ਲੈਣਾ। ਉਹਦੇ ਉੱਤੇ ਅਸੀਂ ਇੱਕ ਜਿਹੜਾ 2 ਮੁਲਾਜ਼ਮ ਰੱਖ ਲੈਣੇ ਨੇ ਆਪਣੇ। ਉਸ ਤੋਂ ਬਾਅਦ ਅਸੀਂ ਇੱਕ ਯੂਨਿਟ ਜਿਹੜਾ ਮਰਜ਼ੀ ਕੋਈ ਵੀ ਯੂਨਿਟ ਅਸੀਂ ਲਾ ਸਕਦੇ ਹਾਂ। ਜਿਹੜੀ ਸਾਡੀ 50 ਕਿਸਾਨ ਖੇਤੀ ਕਰਦੇ ਨੇ, ਮੰਨ ਲਓ ਅਸੀਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦੇ ਹਾਂ ਵੀ ਅਸੀਂ ਮੱਕੀ ਪੈਦਾ ਕਰਦੇ ਹਾਂ। ਮੱਕੀ ਦੇ ਉੱਤੋਂ ਅਸੀਂ ਇੱਕ ਅਚਾਰ ਦਾ ਪ੍ਰੋਜੈਕਟ ਲਾਉਣਾ ਹੈ।
ਤਾਂ ਅਸੀਂ ਉਹ ਪ੍ਰੋਜੈਕਟ ਮੰਨ ਲਓ 20 ਲੱਖ ਦਾ ਲੱਗਦਾ, 25 ਲੱਖ ਦਾ ਲੱਗਦਾ, ਜੇ 50 ਕਿਸਾਨ ਇਕੱਠੇ ਹੋ ਕੇ ਇੱਕ ਮੱਕੀ ਦਾ ਪ੍ਰੋਜੈਕਟ ਲਾ ਸਕਦੇ ਨੇ ਤਾਂ ਉਹ ਲਾ ਸਕਦੇ ਨੇ। ਉਹਦੇ ਤੇ ਸਰਕਾਰ ਸਬਸਿਡੀ ਦਊਗੀ, ਉਹਦੇ ਤੇ ਸਰਕਾਰ ਸਾਨੂੰ ਜਿਹੜਾ ਉਹਨੂੰ ਚਲਾਉਣ ਵਾਸਤੇ, ਰਨਿੰਗ ਕਰਨ ਵਾਸਤੇ ਜਿਹੜੇ ਮੁਲਾਜ਼ਮ ਨੇ 1-2 ਮੁਲਾਜ਼ਮਾਂ ਦੀ ਸੈਲਰੀ ਦਊਗੀ। ਔਰ ਉਸੇ ਤਰੀਕੇ ਨਾਲ ਜਿਵੇਂ ਉਹਨਾਂ ਦੇ ਸ਼ੇਅਰ ਹੋਣਗੇ, ਉਸੇ ਤਰੀਕੇ ਨਾਲ ਜਿਹੜਾ ਉਹਦੇ ਵਿੱਚੋਂ ਪ੍ਰੋਫਿਟ ਹੋਊਗਾ, ਉਹ ਪ੍ਰੋਫਿਟ ਨੂੰ ਉਹ ਕਿਸਾਨ ਜਿਹੜੇ 50 ਬੰਦੇ ਹੋਣਗੇ, 100 ਬੰਦਾ ਹੋਊਗਾ, 200 ਬੰਦਾ ਹੋਊਗਾ, ਉਹਨੂੰ ਸ਼ੇਅਰ ਕਰੂਗਾ। ਔਰ ਉਸੇ ਤਰੀਕੇ ਉਹ ਲੋਕਾਂ ਨੂੰ, ਕਿਸਾਨਾਂ ਨੂੰ ਆਪਣਾ ਜਿਹੜੀ ਉੱਥੇ ਆਪਣੀ ਇੰਡਸਟਰੀ ਮਿਲ ਗਈ, ਉਹਨਾਂ ਨੂੰ ਆਪਣੇ ਆਪ ਉੱਥੇ ਜਿਹੜਾ ਕਿਸੇ ਕੋਲ ਜਾਣ ਦੀ ਲੋੜ ਨਹੀਂ। ਤੀਜੀ ਗੱਲ ਇਹ ਹੈ ਵੀ ਫਿਰ ਜਦੋਂ ਤੁਹਾਡਾ ਗਰੁੱਪ ਚੱਲ ਗਿਆ ਸਹੀ, ਫਿਰ ਗਰੁੱਪ ਨੂੰ ਸਬਸਿਡੀਆਂ ਮਿਲਦੀਆਂ ਨੇ, ਗਰੁੱਪ ਨੂੰ ਬੜੇ ਸਾਧਨ ਮਿਲਦੇ ਨੇ ਇਹੋ ਜਿਹੇ ਵੀ ਜਿਹਦਾ ਗਰੁੱਪ ਹੈ ਉਹਨੂੰ ਸਰਕਾਰ ਸਹੂਲਤ ਦਿੰਦੀ ਹੈ। ਉਹ ਗਰੁੱਪ ਦੇ ਤੌਰ ਤੇ ਅਸੀਂ ਇਕੱਠੇ ਹੋ ਕੇ, ਮੇਰੀ ਜੋ ਸੋਚ ਹੈ ਵੀ ਗਰੁੱਪ ਜੇ ਕਿਸਾਨ ਬਣਾਉਣ ਆਪਣੇ, ਚਾਹੇ ਪਿੰਡਾਂ 'ਚ ਬਣਾਉਣ ਜਿੱਥੇ ਸੁਸਾਇਟੀ ਨਹੀਂ ਚੱਲਦੀ, ਜਿੱਥੇ ਸੁਸਾਇਟੀ ਫੇਲ ਹੋ ਗਈ, ਜਿੱਥੇ ਇਹ ਲੋਕ ਜਿਹੜੇ ਪੋਲੀਟੀਕਲ ਲੋਕ ਅਫਸਰ ਨਹੀਂ ਚੱਲਣ ਦੇ ਰਹੇ, ਉੱਥੇ ਕਿਸਾਨ ਆਪਣਾ ਇੱਕ ਗਰੁੱਪ ਬਣਾ ਕੇ। ਇਹ ਤੁਸੀਂ ਐਫਪੀਓ ਦੀ ਗੱਲ ਕਰ ਰਹੇ ਜੀ? ਇਹਦਾ ਨਾਮ ਪਤਾ ਤੁਹਾਨੂੰ ਕਿ ਕਿਹੜਾ ਕੀ ਨਾਮ ਹੈ? ਐਫਪੀਓ ਕਹਿੰਦੇ ਜੀ, ਐਫਪੀਓ। ਉਹ ਮੈਂ ਤੁਹਾਨੂੰ ਸਾਰੀ ਜਾਣਕਾਰੀ ਦੇ ਦੂੰਗਾ। ਮੈਨੂੰ ਬੁਲਾਇਆ 1-2 ਵਾਰ, ਮੈਂ ਥੋੜਾ ਜਿਹਾ ਕੱਲ ਮੈਂ ਆਪਣਾ ਕੰਮਾਂ 'ਚ ਬਿਜ਼ੀ ਸੀ, ਮੈਂ ਹੁਣ ਜਾ ਨਹੀਂ ਸਕਿਆ ਕਿਉਂਕਿ ਮੈਂ ਵੀ ਥੋੜਾ ਜਿਹਾ ਘਟਾਇਆ ਹੋਇਆ ਹੁਣ ਆਪਣੇ ਕੰਮਾਂ ਕਾਰਾਂ ਕਰਕੇ। ਨਹੀਂ, ਮੈਂ ਤੁਹਾਨੂੰ ਸਾਰੀ ਜਾਣਕਾਰੀ ਆਪਾਂ ਵੱਖਰਾ ਟੌਪਿਕ ਰੱਖ ਲਾਂਗੇ, ਕਿਉਂਕਿ ਮਕਸਦ ਤਾਂ ਆਰਥਿਕ ਤੌਰ ਤੇ ਹੀ ਮਜ਼ਬੂਤ ਕਰਨਾ ਨਾ, ਵੀ ਕਿਸਾਨਾਂ ਨੂੰ ਵੀ ਇੰਡਸਟਰੀ, ਐਗਰੋ ਇੰਡਸਟਰੀ ਵਾਲੇ ਪਾਸੇ ਜਾਂ ਕੋਈ ਮਾਰਕੀਟਿੰਗ ਵਾਲੇ ਪਾਸੇ ਲਿਆਉਣ ਦਾ ਹੀ ਮਕਸਦ ਆ ਗਵਰਨਮੈਂਟ ਦਾ। ਹਾਂਜੀ ਵਾਲੀਆ ਸਾਹਿਬ, ਤੁਸੀਂ ਕੁਝ ਕਹਿ ਰਹੇ ਸੀ? ਮੈਂ ਤੁਹਾਨੂੰ ਥੋੜੀ ਜਾਣਕਾਰੀ ਦੇ ਮੈਂ ਕਹਿ ਰਿਹਾ ਸੀਗਾ ਜੀ, ਮੈਂ ਇਹ ਕਹਿ ਰਿਹਾ ਸੀਗਾ, ਆਈ ਥਿੰਕ ਇਹ ਐਫਪੀਓ ਦੀ ਗੱਲ ਕਰ ਰਹੇ ਹਾਂ ਜੀ। ਇਹ ਡੀਡੀਐਮ ਤੁਸੀਂ ਨਬਾਰਡ ਨਾਲ ਕੋਈ ਮੇਰਾ ਜਿਹੜਾ ਸਰੋਤਾ ਸੁਣਦਾ, ਡੀਡੀਐਮ ਨਬਾਰਡ ਨਾਲ ਸੰਪਰਕ ਕਰੋ। ਡੀਡੀਐਮ ਜਿਹੜੀ ਨਬਾਰਡ ਦੀ ਸਕੀਮ ਹੈ, ਇਹ ਨਬਾਰਡ ਦੇ ਰਾਹੀਂ ਅਸੀਂ ਆਪਣਾ ਗਰੁੱਪ ਰਜਿਸਟਰ ਕਰਾ ਕੇ ਇਹਨੂੰ ਅੱਗੇ ਚਲਾ ਸਕਦੇ ਹਾਂ। ਹਾਂਜੀ, ਨਬਾਰਡ ਦੇ ਬਾਰੇ ਇਹ ਕਿਹਾ ਜਾਂਦਾ ਵੀ ਇੰਡੀਆ ਦਾ ਸਭ ਤੋਂ ਵੱਡਾ ਬੈਂਕ ਹੈ, ਤੇ ਇਹ ਜਿਹੜਾ ਹੈਗਾ ਇਹ ਖੇਤੀ ਨਾਲ ਖਾਸ ਤੌਰ ਤੇ ਸੰਬੰਧਿਤ ਜਿਹੜਾ ਹੈਗਾ ਫੰਡ ਤੇ ਜਿਹੜੀਆਂ ਗ੍ਰਾਂਟਾਂ ਵਗੈਰਾ ਜਾਰੀ ਕਰਦਾ ਹੈ। ਤੇ ਇਹ ਜਿਹੜਾ ਹੈਗਾ ਕਿਸਾਨਾਂ ਦਾ ਜਿਹੜਾ ਕੋਆਪਰੇਟਿਵ ਸੋਸਾਇਟੀ ਦਾ ਸਿਸਟਮ ਆ, ਜਾਂ ਜਿਵੇਂ ਵਾਲੀ ਸਾਹਿਬ ਨੇ ਕਿਹਾ ਐਫਪੀਓ ਆ, ਵੀ ਕੁਝ ਕਿਸਾਨ ਰਲ ਕੇ ਗਰੁੱਪ ਬਣਾ ਕੇ ਕੋਈ ਵੀ ਕੰਮ ਆਉਦਾ, ਜਿਹੜੇ ਲਾਈਕ ਮਾਈਂਡਡ ਬੰਦੇ ਆ ਉਹ ਕਰ ਸਕਦੇ ਨੇ। ਇੰਡਸਟਰੀ ਰਿਲੇਟਡ ਜਾਂ ਕੋਈ ਐਗਰੋ ਨਾਲ ਸੰਬੰਧਿਤ ਕੋਈ ਪ੍ਰੋਡਕਟ ਆ, ਮਾਰਕੀਟਿੰਗ, ਸੇਲਿੰਗ ਜੋ ਵੀ ਹੈ, ਉਹਦੇ ਵਾਸਤੇ ਇੱਕ ਬਹੁਤ, ਜਿਵੇਂ ਕੰਪਨੀ ਨੂੰ ਗਵਰਨਮੈਂਟ ਸਹੂਲਤਾਂ ਦਿੰਦੀ ਹੈ, ਤਾਂ ਉਸ ਤਰ੍ਹਾਂ ਦਾ ਉਸੇ ਐਕਟ ਤਹਿਤ ਨਬਾਰਡ ਉਸ ਗਰੁੱਪ ਨੂੰ ਵੀ ਪੂਰੀਆਂ ਸਹੂਲਤਾਂ ਦਿੰਦਾ ਹੈ। ਤੇ ਨਾਲ ਜਿਹੜਾ ਹੈਗਾ ਉਹ ਫਿਰ ਉਹਦੇ ਵਿੱਚ ਰੁਜ਼ਗਾਰ ਜਨਰੇਸ਼ਨ ਦਾ ਵੀ ਇੱਕ ਕਨਸੈਪਟ ਹੈਗਾ ਛੁਪਿਆ ਹੋਇਆ। ਆਪਾਂ ਵੱਖਰਾ ਐਪੀਸੋਡ ਰੱਖ ਲਾਂਗੇ। ਮੇਰਾ ਤਾਂ ਤੁਹਾਡਾ ਸਵਾਲ ਸੀਗਾ ਜੀ। ਪਰਮਜੀਤ ਜੀ, ਸੌਰੀ, ਇੱਕ ਸ਼ੀਨਾ ਜੀ ਹੈਗੇ ਸਾਡੇ ਨਾਲ, ਉਹਨਾਂ ਨੇ ਹੱਥ ਰੇਜ਼ ਕੀਤਾ, ਉਹਨਾਂ ਦਾ ਕੁਐਸਚਨ ਹੈ। ਸ਼ੀਨਾ ਜੀ, ਤੁਸੀਂ ਸਵਾਲ ਪੁੱਛੋ ਜੀ ਆਪਣਾ। ਸ਼ੀਨਾ ਜੀ। ਓਕੇ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਨਹੀਂ, ਤੁਸੀਂ ਬਹੁਤ ਜਿਹੜੀ ਉਹ ਤੁਸੀਂ ਲੈਗ ਵਰਕ ਕੀਤਾ ਨਾ, ਉਹ ਆਸਾਨ ਨਹੀਂ ਹੈਗਾ ਕਿ ਕਿਵੇਂ ਫਾਈਟ ਕਰਨਾ ਹਰ ਸਟੈਪ ਤੇ ਪੋਲੀਟੀਕਲ ਪ੍ਰੈਸ਼ਰ। ਸੋ ਆਲ ਕੂਡੋਸ ਟੂ ਯੂ। ਪਰ ਜਿਹੜੀ ਤੁਸੀਂ ਹੁਣ ਗੱਲ ਕਰ ਰਹੇ ਸੀ, ਮੈਂ ਇਹੀ ਕਹਿਣਾ ਚਾਹੁੰਦੀ ਸੀ ਕਿ ਬੜੀ ਸਾਰੀ ਲੋਕਾਂ ਨੇ ਆਫਟਰ ਫਾਰਮਰਸ ਪ੍ਰੋਟੈਸਟ ਇੱਕ ਮੁਹਿੰਮ ਜੀ ਚੱਕੀ ਹੈ ਕਿ ਵੀ ਅਸੀਂ ਸਟ੍ਰੇਟ ਫਰੋਮ ਫਾਰਮ ਟੂ ਟੇਬਲ ਜਿਹੜਾ ਅਸੀਂ ਉਸਨੂੰ ਵੇਚੀਏ ਸਮਾਨ ਨੂੰ, ਹੈ ਨਾ। ਜਿਵੇਂ ਤੁਸੀਂ ਆਲਰੇਡੀ ਉੱਦਾਂ ਦਾ ਸਟੋਰ ਚਲਾ ਹੀ ਰਹੇ ਹੋ, ਟੂ ਮਾਈ ਅੰਡਰਸਟੈਂਡਿੰਗ। ਪਰ ਜਿਵੇਂ ਕਿਸੇ ਨੇ ਏਕਮ ਕਿਸਾਨ ਹੈ, ਉਹਨਾਂ ਨੇ ਮੈਨੂੰ ਦੱਸਿਆ ਕਿ ਅਸੀਂ ਇੱਦਾਂ ਇੱਕ ਸਟੋਰ ਖੋਲ ਦਾਂਗੇ ਤੇ 2 ਏਕੜ 'ਚ ਦੱਸਾਂਗੇ ਕਿ ਤੁਸੀਂ ਕਿਹੜੀ ਚੀਜ਼ ਬੀਣੀ ਹੈ ਤੇ ਉਹ ਵਾਲੀ ਚੀਜ਼ ਤੁਸੀਂ ਗਰੋ ਕਰੋਗੇ ਸਾਡੇ ਵਾਸਤੇ, ਤੇ ਤੁਹਾਡਾ ਸਟੋਰ ਵੀ ਉੱਥੇ ਖੋਲ ਦਾਂਗੇ ਤੇ ਇੱਕ ਆਇਲ ਪ੍ਰੋਸੈਸਿੰਗ ਤੇ ਇੱਕ ਫੂਡ ਪ੍ਰੋਸੈਸਿੰਗ ਮਸ਼ੀਨ ਰੱਖ ਦਾਂਗੇ ਤੇ ਤੁਸੀਂ ਆਪਣੇ ਸਟੋਰ ਵਿੱਚ ਵਾਪਸ ਇਨਵੈਸਟ ਵੀ ਕਰ ਸਕਦੇ ਹੋ, ਹੈ ਨਾ। ਸੋ ਉੱਦਾਂ ਦੀਆਂ ਮਾਰਕੀਟਿੰਗ ਸਕੀਮਸ ਬਹੁਤ ਆਉਂਦੀਆਂ। ਤੇ ਮੇਰਾ ਉਹਨਾਂ ਨੂੰ ਕੁਐਸਚਨ ਇਹ ਸੀਗਾ ਕਿ ਜੇ 13% ਤੁਸੀਂ ਪ੍ਰੋਫਿਟ ਤੇ ਜੇ ਹੋਇਆ ਤੇ ਉਹਨੂੰ 13% ਉਹਦਾ ਦੇਣਾ ਹੈ ਕਿਸਾਨ ਨੂੰ ਵਾਪਸ, ਤੇ ਵਾਈ ਨਾਟ 26%, ਯੂ ਨੋ। ਸੋ ਉੱਥੇ ਮੇਰੀ ਗੱਲ ਰੁਕ ਗਈ, ਕਿਉਂਕਿ ਆਈ ਥਾਟ ਕਿ ਜੇ ਇੰਨਾ ਹੀ ਨਾਨ ਪ੍ਰੋਫਿਟ ਵੈਂਚਰ ਹੈਗਾ ਤਾਂ ਉਹ ਕਿਸਾਨ ਦੀ ਮੈਨੂੰ ਸਮਝ ਨਹੀਂ ਲੱਗੀ ਕਿ ਹੈਲਪ ਕਿਸ ਨਾਲ ਕਰ ਰਿਹਾ। ਪਰ ਹਾਂ, ਇਹ ਹੈਲਪ ਕਰ ਰਿਹਾ ਕਿ ਵੀ ਮੈਨ ਈਜ਼ ਆਫ ਸਿਸਟਮ ਦੇ ਰਿਹਾ ਕਿ ਤੁਸੀਂ ਇੱਕ ਸਿਸਟਮ ਨੂੰ ਈਜ਼ਲੀ ਯੂਜ਼ ਕਰ ਸਕੋ ਕਿ ਤੁਹਾਨੂੰ ਇਹ ਮਸ਼ੀਨ ਚਾਹੀਦੀ ਹੈ ਵਾਉਣ ਵਾਸਤੇ, ਇਹ ਮਸ਼ੀਨ ਚਾਹੀਦੀ ਹੈ ਤੇ ਇਹ ਖਾਦ ਚਾਹੀਦੀ ਹੈ, ਤੇ ਅਸੀਂ ਤੁਹਾਨੂੰ ਪ੍ਰੋਵਾਈਡ ਕਰ ਦਾਂਗੇ, ਮਿਹਨਤ ਤੁਹਾਡੀ ਤੇ ਤੁਸੀਂ ਕਰ ਲਓ, ਨਾ। ਸੋ ਇਟ ਸੀਮਸ ਲਾਈਕ ਕਿ ਤੁਸੀਂ ਉਹ ਚੀਜ਼ ਆਲਰੇਡੀ ਕਰ ਰਹੇ ਹੋ ਆਪਣੇ ਕੋਆਪਰੇਟਿਵ ਬੈਂਕਸ, ਕੋਆਪਰੇਟਿਵ ਸਟਰਕਚਰ ਦੇ ਨਾਲ। ਤੇ
ਮੈਂ ਮਤਲਬ ਆਈ ਐਮ ਜਸਟ ਰੈਂਬਲਿੰਗ ਔਨ, ਕਿਉਂਕਿ ਮੈਂ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰੀ ਹਾਂ। ਮੈਂ ਫਾਰਮਰਸ ਪ੍ਰੋਟੈਸਟ ਵਾਸਤੇ ਵੀ ਸਾਰਿਆਂ ਨੂੰ ਕਿਹਾ ਸੀਗਾ ਕਿ ਵੀ ਕੋਆਪਰੇਟਿਵਸ ਨੂੰ ਮਜ਼ਬੂਤ ਕਰੋ, ਕਿਉਂ ਨਹੀਂ ਅਸੀਂ ਕਰ ਰਹੇ, ਤੇ ਲੋਕਾਂ ਨੇ ਜਿਵੇਂ ਗਿਵ ਅਪ ਹੀ ਕਰਤਾ। ਸੋ ਹੁਣ ਇੱਕਦਮ ਤੋਂ ਮਾਰਕੀਟ ਚ ਇਨਫਲਕਸ ਹੋ ਗਿਆ ਪ੍ਰਾਈਵੇਟਸ ਦਾ ਬਹੁਤ ਜ਼ਿਆਦਾ, ਅਸੀਂ ਕੰਸਲਟੈਂਟ ਬਣ ਗਏ ਹੈ ਨਾ। ਸੋ ਉਸ ਚੀਜ਼ ਨੂੰ ਇੱਕ ਤੱਕ ਕਿਵੇਂ ਕਾਊਂਟਰਐਕਟ ਕੀਤਾ ਜਾ ਸਕਦਾ ਹੈ ਇਸ ਵਾਟ ਪ੍ਰਿਤਪਾਲ ਅੰਕਲ ਸੈਡ ਐਂਡ ਆਲ ਆਫ them, ਕਿ ਵੀ ਤੁਸੀਂ ਉਹ ਸਾਰਾ ਬੋਟਲਨੈਕ ਕਰਕੇ ਹਾਈਐਸਟ ਲੈਵਲ ਤੱਕ ਭੇਜਿਓ, ਤੇ ਉੱਥੋਂ ਜਿਹੜਾ ਉੱਪਰੋਂ ਥੱਲੇ ਆਏ ਕਿ ਵੀ ਇਹ ਸਿਸਟਮ ਹੈਗਾ, ਇਸ ਸਿਸਟਮ ਨੂੰ ਛੱਡ ਦਿਓ, ਇਸ ਸਿਸਟਮ ਨੂੰ ਅਸੀਂ ਕਿਵੇਂ ਇੰਪਾਵਰ ਕਰ ਸਕਦੇ ਹਾਂ। ਤੇ ਇਹਦੇ ਤੇ ਅਸੀਂ ਹੋਰ ਵੀ ਸੋਚ ਸਕਦੇ ਹਾਂ, ਤਾਂ ਇੱਕ ਕਾਲ ਤੇ ਤਾਂ ਨਹੀਂ ਹੋਏਗਾ, ਪਰ ਮੇਰੇ ਹੋਰ ਵੀ ਆਈਡੀਆਜ਼ ਹੋਣਗੇ, ਵੀ ਕੈਨ ਡਿਸਕਸ ਲੇਟਰ। ਪਰ ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ। ਅਸੀਂ ਆਉਣ ਵਾਲੇ ਟਾਈਮ ਤੇ ਜ਼ਰੂਰ ਤੁਹਾਨੂੰ ਕੰਟੈਕਟ ਕਰਾਂਗੇ ਵਾਪਸ। ਪਰਮਜੀਤ ਜੀ ਤੁਸੀਂ ਪਲੀਜ਼ ਅੱਗੇ। ਹਾਂਜੀ ਬਲਜੀਤ ਜੀ, ਉਹ ਆਪਾਂ ਜਿਹੜਾ ਇਹ ਗੱਲ ਕਰ ਰਹੇ ਸੀ, ਜਿਵੇਂ FPO ਦੀ ਗੱਲ ਵੀ ਕੀਤੀ, ਜਾਂ ਆਪਾਂ ਜਿਹੜਾ ਹੈਗਾ ਕਿਸਾਨਾਂ ਨੂੰ ਦੱਸਿਆ ਵੀ ਉਹ ਗਵਰਨਮੈਂਟ ਨੇ ਆਊਟਲੈਟ ਦਿੱਤੇ ਹੋਏ ਨੇ। ਤਾਂ ਹੁਣ ਇੱਕ ਡਿਫਰੈਂਟ ਐਂਗਲ ਤੋਂ ਸੋਚਦੇ ਹਾਂ ਵੀ ਜੇ ਕਿਸਾਨਾਂ ਦੀ ਸੁਸਾਇਟੀ ਦਾ, ਕੋਆਪਰੇਟਿਵ ਬੈਂਕ ਦਾ ਕੋਈ ਬਦਲ ਹੈ ਨਹੀਂ ਫੀਲਡ ਦੇ ਵਿੱਚ, ਇੰਨਾ ਪੈਸਾ ਗਵਰਨਮੈਂਟ ਦਾ ਲੱਗ ਚੁੱਕਿਆ, ਕਿਸਾਨਾਂ ਦਾ ਲੱਗ ਚੁੱਕਿਆ, ਸਾਡੇ ਕੋਲ ਅਦਾਰੇ ਹੈਗੇ ਨੇ, ਅਸੀਂ ਇਹਨੂੰ ਸਹੀ ਕਰਨਾ ਹੈ। ਇੱਕ ਨਜ਼ਰੀਆ ਇਹ ਹੈ ਵੀ ਕਿਸਾਨ ਦੀ ਜਿਹੜੀ ਜ਼ਮੀਨ ਹੈ ਪ੍ਰਤੀ ਏਕੜ ਦੇ ਹਿਸਾਬ ਨਾਲ ਜੇ ਸ਼ੇਅਰ ਮੰਨ ਲਿਆ ਜਾਵੇ, ਮੰਨ ਲਓ ਮੇਰੇ ਪਿੰਡ ਦੇ ਵਿੱਚ 6000 ਏਕੜ ਜ਼ਮੀਨ ਹੈ, ਤਾਂ 6000 ਸ਼ੇਅਰ ਬਣ ਗਿਆ ਕਿਸਾਨਾਂ ਦਾ, 1 ਏਕੜ ਦਾ 1 ਸ਼ੇਅਰ, ਤੇ ਇਹ ਸਾਰੇ ਪਿੰਡ ਦੀ ਇੱਕ ਕੰਪਨੀ ਬਣ ਗਈ ਸਾਡੀ ਇਕਨੋਮਿਕ ਐਂਗਲ ਤੋਂ ਦੇਖੀਏ ਤਾਂ। ਤੇ ਜੇ ਪ੍ਰੋਫੈਸ਼ਨਲ ਇਹਨੂੰ ਤਰੀਕੇ ਨਾਲ ਰਨ ਕੀਤਾ ਜਾਵੇ, ਜਾਂ ਪ੍ਰੋਫੈਸ਼ਨਲ ਇਹਨੂੰ ਟੱਚ ਦਿੱਤਾ ਜਾਵੇ ਐਜ ਏ ਕੰਪਨੀ ਦੇ ਤੌਰ ਤੇ, ਇਹ ਸਾਡੇ ਹਿੱਤਾਂ ਦੀ ਰਾਖੀ ਕਰ ਸਕਦੀ ਹੈ ਕਿਸਾਨਾਂ ਦੀ, ਇਹ ਪਿੰਡ ਦੀ ਡਿਵੈਲਪਮੈਂਟ ਕਰ ਸਕਦੀ ਹੈ। ਜੇ ਇਹ ਕਹਿ ਲਓ ਜੇ ਸਾਰੇ ਪੰਜਾਬ ਦੇ ਕਿਸਾਨ ਜਿਹੜੇ ਆ ਸੁਸਾਇਟੀਆਂ ਰਾਹੀਂ ਮਿਲ ਕੇ, ਜਾਣੀ ਇੱਕ ਪਿੰਡ 'ਚ ਇੱਕ ਕੰਪਨੀ ਹੋ ਗਈ, ਤਾਂ ਪੰਜਾਬ ਲੈਵਲ ਤੇ 1,20,000 ਏਕੜ ਜ਼ਮੀਨ ਬਣਦੀ ਲਗਭਗ। ਤਾਂ ਉਹਦੇ ਤੇ ਇੱਕ ਕਾਰਪੋਰੇਟ ਮਾਡਲ ਖੜਾ ਕਰ ਸਕਦਾ ਹੈ ਆਪਣਾ, ਕਿਉਂਕਿ ਕੰਪਨੀਆਂ ਨੂੰ ਸੁਸਾਇਟੀਆਂ ਨਾਲ ਸਹੂਲਤਾਂ ਵੀ ਜ਼ਿਆਦਾ ਨੇ, ਫੈਸਿਲਿਟੀ ਵੀ ਜ਼ਿਆਦਾ ਆ, ਪ੍ਰੋਫੈਸ਼ਨਲ ਵੀ ਜ਼ਿਆਦਾ ਨੇ, ਤੇ ਅਸੀਂ ਵੀ ਇਹਨੂੰ ਪ੍ਰੋਫੈਸ਼ਨਲ ਟੱਚ ਦੇ ਕੇ, ਜਿਵੇਂ ਕਿਸਾਨ ਇੱਕ ਵੱਡੀ ਕੰਪਨੀ ਪੰਜਾਬ ਲੈਵਲ ਦੀ ਬਣਾ ਲੈਣ, ਤਾਂ ਆਪਣਾ ਬੈਂਕ, ਆਪਣਾ ਮਾਲ, ਵਪਾਰ, ਲੋਨ ਅਦਾਰਾ ਕੋਈ ਵੀ ਹੈਗਾ, ਜਾਂ ਕੋਈ ਆਪਾਂ CA ਰੱਖਣੇ ਆ, ਜਾਂ ਸਮਝ ਲਓ ਵੀ ਅਸੀਂ ਜਿਵੇਂ ਦੂਜੇ ਕਾਰਪੋਰੇਟ ਕੰਪੀਟੀਸ਼ਨ ਜਾਂ ਲੜਦੇ ਹੈਗੇ ਨੇ, ਤਾਂ ਅਸੀਂ ਵੀ ਇਹਦੇ ਰਾਹੀਂ ਜਿਹੜਾ ਹੈਗਾ ਆਪਣਾ ਕਾਇਆ ਕਲਪ ਕਰ ਸਕਦੇ ਹਾਂ ਪੰਜਾਬ ਦੀ। ਜਾਂ ਜਿੱਥੇ ਸਾਨੂੰ ਜ਼ਰੂਰਤ ਆ ਫੰਡ ਦੀ, ਤਾਂ ਇੱਕ ਸੁਸਾਇਟੀ ਜਿਹੜੀ ਪ੍ਰਤੀ ਏਕੜ ਦੇ ਹਿਸਾਬ ਨਾਲ, ਜਿਵੇਂ 1 ਸ਼ੇਅਰ ਦੇ ਮਗਰ 100 ਰੁਪਇਆ ਵੀ ਲਾਇਆ, ਤਾਂ ਸਾਰੇ ਪੰਜਾਬ ਦਾ ਕਿੰਨਾ ਫੰਡ ਆ ਜੂ, ਤੇ ਕੋਈ ਵੀ ਸਮੱਸਿਆ ਹੱਲ ਹੋ ਸਕਦੀ ਇਨ ਫਿਊਚਰ ਦੇ ਵਿੱਚ। ਤਾਂ ਇੱਕ ਕਿਸਾਨ ਲਈ 100 ਰੁਪਏ ਦੀ ਵੈਲਿਊ ਨਹੀਂ ਹੈ ਬਹੁਤੀ, ਬਟ ਜਦੋਂ ਪੰਜਾਬ ਦੀ ਸਾਰੀ ਜ਼ਮੀਨ ਮਗਰ 1 ਏਕੜ ਮਗਰ 100 ਰੁਪਏ ਆ ਜੂ, ਤਾਂ ਉਹ ਫੰਡ ਇੱਕ ਪ੍ਰੋਫੈਸ਼ਨਲ ਜਾਂ ਆਪਾਂ ਮੈਨੇਜਮੈਂਟ ਖੜੀ ਕਰ ਸਕਦਾ ਹੈ, ਜਾਂ ਇੱਕ ਕਿਸਾਨਾਂ ਦੇ ਸਮਾਨ ਨੂੰ ਐਕਸਪੋਰਟ ਇੰਪੋਰਟ ਵਾਸਤੇ ਜਿਵੇਂ ਬਾਹਰ ਭੇਜਣਾ ਹੈ, ਜਾਂ ਕੋਈ ਆਪਾਂ ਲਾਇਸੈਂਸ ਲੈਣਾ, ਜਾਂ ਕੋਈ ਉਹਨਾਂ ਨੂੰ ਐਕਸਪਲੋਰ ਕਰਨਾ ਹੈ, ਜਿਵੇਂ ਕਹਿੰਦੇ ਆ ਬਾਰਡਰ ਖੁੱਲ੍ਹਣਾ ਚਾਹੀਦਾ, ਜਾਂ ਵਪਾਰ ਹੋਣਾ ਚਾਹੀਦਾ, ਤਾਂ ਉਸ ਐਂਗਲ ਤੋਂ ਵੀ ਤੁਸੀਂ ਜਿਹੜਾ ਹੈਗਾ ਕੋਈ ਸਾਨੂੰ ਦੱਸ ਸਕਦੇ ਹੋ? ਦੇਖੋ ਇਹ ਗੱਲ ਤੁਹਾਡੀ ਬਿਲਕੁਲ ਠੀਕ ਆ, ਕੰਮ ਤਾਂ ਸੋਚ ਤੁਹਾਡੀ ਸਹੀ ਹੈ ਵੀ ਹੋ ਸਕਦਾ ਇਹ, ਪਰ ਹੈ ਬਹੁਤ ਵੱਡਾ ਕੰਮ, ਕਿਉਂਕਿ ਸਾਰੇ ਲੋਕਾਂ ਨੂੰ ਇਕੱਠਾ ਕਰਨਾ, ਸਾਰੇ ਲੋਕਾਂ ਦੀ ਇੱਕ ਸੋਚ ਨਹੀਂ ਹੈ, ਇਹ ਇਸ ਕਰਕੇ ਥੋੜੀ ਜਿਹੀ ਪ੍ਰੋਬਲਮ ਆਊਗੀ ਇਹਦੇ ਵਿੱਚ। ਅਦਰਵਾਈਜ਼ ਜੇ ਹੋ ਜਾਵੇ ਬਹੁਤ ਚੰਗੀ ਗੱਲ ਹੈ, ਬਹੁਤ ਵੱਡੀ ਕੰਪਨੀ ਬਣ ਕੇ ਇੱਕ ਉੱਭਰ ਸਕਦੀ ਹੈ, ਆਪਾਂ ਇਹਨਾਂ ਨੂੰ ਮੁਕਾਬਲਾ ਅਡਾਨੀ ਅੰਬਾਨੀਆਂ ਨੂੰ ਦੇ ਸਕਦੇ ਹਾਂ। ਸਾਡੀਆਂ ਚੀਜ਼ਾਂ ਪੈਦਾ ਇਹਨਾਂ ਦੇ ਸਟੋਰਾਂ 'ਚ ਆ ਰਹੀਆਂ ਨੇ, ਉਹਨੂੰ ਬਸ ਸਿਰਫ ਤੇ ਸਿਰਫ ਇੱਕ ਮੈਨੇਜਮੈਂਟ ਤੇਜ਼ ਕਰਕੇ ਉਹ ਵਧੀਆ ਤਰੀਕੇ ਨਾਲ ਉਹ ਆਪਣਾ ਸਿਸਟਮ ਨੂੰ ਚਲਾ ਰਹੇ ਨੇ। ਗੱਲ ਇਹ ਵੀ ਇਹਦੇ ਨੂੰ ਬਿਹਤਰ ਇਹ ਹੈ ਵੀ ਇੱਕ ਸੋਚ, ਇੱਕ ਮੱਤ ਵਾਲੇ ਬੰਦੇ ਜੇ ਇਕੱਠੇ ਹੋਣ ਤਾਂ ਉਹ ਬੈਟਰ ਸਕਸੈਸ ਹੋ ਸਕਦਾ ਕਾਰੋਬਾਰ ਹੋਵੇ। ਉਹਦੇ ਲਈ ਇਹ ਜਿਵੇਂ ਮੰਨ ਲਓ ਸੁਸਾਇਟੀ ਦੇ ਵਿੱਚ ਹੈ, ਸੁਸਾਇਟੀ ਦੇ ਵਿੱਚ ਕੋਈ ਵੀ ਮੈਂਬਰ ਬਣ ਸਕਦਾ ਹੈ, ਜਿਹੜਾ ਮੈਂਬਰ ਕੋਈ ਵੀ ਬਣ ਕੇ ਇਹਦੇ ਵਿੱਚ ਆ ਸਕਦਾ ਹੈ। ਜਿਵੇਂ ਇੱਕ ਨਾ ਤੁਹਾਡੀ ਮੈਂ ਸੁਸਾਇਟੀ ਦੀ ਇੱਕ ਗੱਲ ਛੋਟੀ ਦੱਸਣੀ ਭੁੱਲ ਗਿਆ ਮੈਂ, ਸੁਸਾਇਟੀ ਦੇ ਵਿੱਚ ਅਸੀਂ ਵੈਲਫੇਅਰ ਚੈੱਕ ਵੀ ਕਰ ਸਕਦੇ ਹਾਂ। ਸੁਸਾਇਟੀ ਦੇ ਵਿੱਚ ਹਰ ਤਰ੍ਹਾਂ ਦੇ, ਜਿਵੇਂ ਮੰਨ ਲਓ ਸਾਡੀ ਇਨਕਮ ਹੈ 20 ਲੱਖ ਰੁਪਏ, ਸਾਡੇ ਫੰਡ 20 ਲੱਖ ਰੁਪਏ ਇਨਕਮ ਹੋ ਗਈ, ਅਸੀਂ ਅਲੱਗ-ਅਲੱਗ ਫੰਡ, ਜਿਵੇਂ ਪੰਚਾਇਤ, ਜਿਵੇਂ ਇਹਦੇ ਚ ਜਿਵੇਂ ਸਾਡੀ ਕੰਪਨੀ ਹੁੰਦੀ ਹੈ ਇੱਕ ਕੰਪਨੀ 'ਚ ਅਸੀਂ ਆਪਣੇ ਫੰਡ ਖੜੇ ਕਰਦੇ ਹਾਂ, ਅਸੀਂ ਇਹਦੇ ਤੇ ਵੈਲਫੇਅਰ ਦੇ ਫੰਡ, ਇਹਦੇ 'ਚ ਹਰ ਤਰ੍ਹਾਂ ਦਾ ਬਿਲਡਿੰਗ ਫੰਡ, ਸਾਡੇ ਸਾਰੇ ਫੰਡ ਇਹਦੇ ਤੇ ਖੜੇ ਕਰਕੇ ਅਸੀਂ, ਮੈਂ ਤੁਹਾਨੂੰ ਦੱਸਦਾ ਵੀ ਅਸੀਂ ਆਪਣੀ ਸੁਸਾਇਟੀ 'ਚ 4 ਪਿੰਡਾਂ 'ਚ ਜਿਵੇਂ ਸਿਲਾਈ ਕਢਾਈ ਦੇ ਸੈਂਟਰ ਲੜਕੀਆਂ ਨੂੰ ਖੋਲ ਕੇ ਰੱਖੇ 3-3 ਮਹੀਨੇ, ਜਾਂ ਬੱਚਿਆਂ ਨੂੰ ਸਪੋਰਟਸ ਲਈ ਉੱਥੇ ਕੋਈ ਹੈਲਪ ਕਰਦੇ ਰਹੇ ਵੀ ਆਹ ਤੁਸੀਂ ਗੇਮ 'ਚ ਆਹ ਕਰੋ ਇੱਕਣਾ। ਇਹ ਜਿਹੜੀ ਇਹ ਵੀ ਸੁਸਾਇਟੀ ਇੱਕ ਇਸ ਤਰੀਕੇ ਨਾਲ ਵੈਲਫੇਅਰ ਦੇ ਕੰਮ ਕਰ ਸਕਦੀ ਹੈ। ਮੇਰਾ ਕਹਿਣ ਦਾ ਮਤਲਬ ਇਹ ਸੀ ਕਿ ਪਹਿਲਾਂ ਗੱਲ ਰਹਿ ਗਈ ਆ। ਜਿਹੜੀ ਗੱਲ ਕਰੀ ਹੈ ਕੰਪਨੀ ਦੀ, ਦੇਖੋ ਮੇਰਾ ਜੋ ਮੈਂ ਗੱਲ ਨੂੰ ਵੀ, ਜੇ ਇੱਕ ਕਿਸਾਨ ਜਿਹੜਾ ਆਪਾਂ ਪਹਿਲਾਂ ਗਰੁੱਪ ਗੱਲ ਕਰੀਏ, ਇੱਕ ਸੋਚ ਵਾਲੇ ਬੰਦੇ, ਇੱਕ ਕੁਛ ਕਰਨ ਵਾਲੇ, ਸੋਚ ਚੰਗੀ ਕਰਨ ਵਾਲੇ
ਅੱਗੇ ਵਧਣ ਵਾਲੇ, ਸਮਾਜ ਨੂੰ ਚੰਗਾ ਬਣਾਉਣ ਵਾਲੇ ਜੇ ਕਿਸਾਨ ਇਕੱਠੇ ਹੂੰ ਹੋ ਜਾਣ, ਜੇ 100 ਘਰ ਆ ਪਿੰਡ ਦੇ ਵਿੱਚ ਤਾਂ 50 ਇਕੱਠੇ ਹੋ ਕੇ ਇੱਕ ਕੰਪਨੀ ਬਣ ਕੇ ਉਹਨੂੰ ਜੇ ਅੱਗੇ ਜਾਵੇ ਹੌਲੀ ਹੌਲੀ, ਜਿਹੜੀ ਕਿ ਪਾਰਦਰਸ਼ੀ ਹੋਵੇ, ਕਿਸੇ ਦਾ ਕਿੰਨਾ ਜਿਹੜਾ ਸ਼ੇਅਰ ਹੈ ਚਾਹੇ ਉਹ ਨੈਟ ਆਪਣਾ ਜਿਹੜਾ ਜਦੋਂ ਮਰਜ਼ੀ ਚੈੱਕ ਕਰ ਸਕਦਾ ਵੀ ਮੇਰਾ ਇੰਨਾ ਸ਼ੇਅਰ ਹੈ। ਇਸ ਤਰੀਕੇ ਨਾਲ ਕੰਪਨੀ ਗਰੋ ਕਰ ਰਹੀ ਹੈ, ਉਹਦੀ ਇੱਕ ਮੈਨੇਜਮੈਂਟ ਆ, ਉਹਨਾਂ ਦੇ ਵਿੱਚੋਂ ਇਹਦੀ ਮੈਨੇਜਮੈਂਟ ਜਿਵੇਂ ਕੋਆਪਰੇਟਿਵ ਦੇ ਵਿੱਚੋਂ ਚੁਣੀ ਜਾਂਦੀ ਹੈ, ਉਹਨਾਂ ਦੇ ਵਿੱਚੋਂ ਹੀ ਵੋਟਿੰਗ ਦੇ ਰਾਹੀਂ ਜਿਹੜੀ ਇੱਕ ਮੈਨੇਜਮੈਂਟ ਚੁਣੀ ਜਾਵੇ ਔਰ ਮੈਨੇਜਮੈਂਟ ਜਿਹੜੀ ਆ ਉਹਨੂੰ ਵਧੀਆ ਤਰੀਕੇ ਨਾਲ ਚਲਾਵੇ। ਠੀਕ ਹੈ, ਜਿਹੜੇ ਅੰਪਲਾਈ ਰੱਖਣੇ ਨੇ ਉਹ ਉਹੀ ਜਿਹੜੇ ਲੋਕ ਨੇ ਉਹਨਾਂ ਦੇ ਵਿੱਚੋਂ ਹੀ ਆਪਣੀ ਕੰਡੀਸ਼ਨਸ ਜੋ ਰੱਖ ਕੇ ਵੀ ਇਹਦੀ ਹਾਂ ਸਾਡੀਆਂ ਸ਼ਰਤਾਂ ਨੇ ਉਹਦੇ ਅਨੁਸਾਰ ਜਿਹੜਾ ਅੰਪਲਾਈ ਰੱਖਣ, ਮੇਰੇ ਹਿਸਾਬ ਨਾਲ ਚੱਲ ਸਕਦੀ ਹੈ, ਵਧੀਆ ਚੱਲ ਸਕਦੀ ਹੈ ਔਰ ਚੰਗਾ ਜਿਹੜਾ ਇਹਦਾ ਰਿਜ਼ਲਟ ਵੀ ਚੰਗਾ ਆ ਸਕਦਾ ਜੇ ਇਸ ਤਰੀਕੇ ਨਾਲ ਕਰਿਆ ਜਾਵੇ। ਕਿਉਂਕਿ ਕੰਪਨੀ ਦਾ ਮੁਕਾਬਲਾ ਤਾਂ ਕੰਪਨੀ ਨਾਲ ਹੁੰਦਾ ਨਾ। ਹੁਣ ਸੁਸਾਇਟੀ ਦੀ ਲਿਮਿਟੇਸ਼ਨ ਇਹ ਦਖਲਅੰਦਾਜ਼ੀਆਂ ਦੇ ਹਿਸਾਬ ਨਾਲ ਆਪਾਂ ਸੋਚੀਏ ਤਾਂ ਏਡੇ ਵੱਡੇ ਕਾਰਪੋਰੇਟ ਦਾ ਮੁਕਾਬਲਾ ਤਾਂ ਆਰਥਿਕ ਤੌਰ ਤੇ ਉਹਦੇ ਤਰੀਕੇ ਨਾਲ ਹੀ ਹੋ ਸਕਦਾ ਨਾ। ਨਾਲੇ ਫਿਊਚਰ ਦੇ ਵਿੱਚ ਇਸ ਪਾਸੇ ਜੇ ਅਸੀਂ ਇਹਨੂੰ ਆਨਲਾਈਨ ਕਰਦੇ ਹਾਂ, ਡਿਜੀਟਲ ਕਰਦੇ ਹਾਂ ਜਾਂ ਵਧੀਆ ਤਰੀਕੇ ਨਾਲ ਸਟੇਬਲਿਸ਼ ਕਰਨਾ ਹੈ, ਪ੍ਰੋਫੈਸ਼ਨਲ ਬੰਦਿਆਂ ਤੋਂ ਬਿਨਾਂ ਇਹ ਪੋਸੀਬਲ ਹੀ ਨਹੀਂ ਹੈ। ਦੇਖੋ ਗੱਲ ਪਤਾ ਕੀ ਇਹ ਤੁਹਾਡੀ ਗੱਲ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਠੀਕ ਹੈ, ਪਰ ਗੱਲ ਇਹ ਸਾਡੇ ਕੋਲ ਸਰਕਾਰਾਂ ਕੋਲ ਤਾਂ ਐਡਾ ਕੁ ਢਾਂਚਾ ਹੈ ਵੀ ਇਹ ਜੋ ਮਰਜ਼ੀ ਕਰ ਲੈਣ। ਇਹਨਾਂ ਕੋਲ ਦੇਖੋ ਤੁਸੀਂ, ਮੈਂ ਤੁਹਾਨੂੰ ਦੱਸਦਾ, ਪਹਿਲਾਂ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸੀ ਸੀ ਵੀ ਜਿਹੜੀਆਂ ਕੋਆਪਰੇਟਿਵ ਬੈਂਕਾਂ ਨੇ ਇਹਨਾਂ 850 ਬ੍ਰਾਂਚ ਹੈ ਜੀ ਕੋਆਪਰੇਟਿਵ ਬੈਂਕਾਂ ਦੀ ਪੰਜਾਬ ਦੇ ਵਿੱਚ, ਪਰ ਜਿਹੜੀਆਂ ਸਾਡੀਆਂ ਜਿੰਨੀਆਂ ਸਾਡੀਆਂ ਮਤਲਬ HDFC ਬੈਂਕ ਆਪਾਂ ਉੱਪਰ ਗਿਣਦੇ ਹਾਂ, HDFC ਬੈਂਕ ਅਜੇ ਪਿੰਡੂ ਏਰੀਏ ਦੇ ਵਿੱਚ HDFC ਦੀ ਪੌਣੇ 200 ਬ੍ਰਾਂਚ ਆ ਪੂਰੇ ਪੰਜਾਬ ਦੇ ਵਿੱਚ HDFC ਦੀ। ਜਿਹੜੀ ਸਾਡੀ ਕੋਆਪਰੇਟਿਵ ਬੈਂਕ ਹੈ ਉਹਦੀ 650 ਬ੍ਰਾਂਚ ਹੈ ਪਿੰਡੂ ਖੇਤਰ ਚ। ਸੰਭਾਲਣ ਦੀ ਲੋੜ ਹੈ ਇਹ ਚੀਜ਼ ਨੂੰ। ਸਾਡੇ ਕੋਲ ਐਡਾ ਵਧੀਆ ਢਾਂਚਾ ਸਾਡੇ ਕੋਲ, ਗੱਲ ਤਾਂ ਇਹ ਵੀ ਇਹ ਬੰਦਿਆਂ ਦੀ ਚਲਾਉਣ ਦੀ ਨੀਤ ਨਹੀਂ ਹੈਗੀ, ਇਹ ਸਾਨੂੰ ਇਹਦਾ ਬਦਲ ਨਹੀਂ ਚਲਾਉਣ ਦਾ ਵੀ ਹੈ। ਇੱਕ ਚੀਜ਼ ਹੋਰ ਵੀ ਹੈ ਜੀ, ਇਹਨੂੰ ਜਿਹੜਾ ਮੋਡੀਫਾਈ ਕਰਨਾ, ਸਮੇਂ ਮੁਤਾਬਕ ਅਪਡੇਟ ਕਰਨਾ, ਇਹਨੂੰ ਉਹ ਟੱਚ ਦੇਣਾ ਪ੍ਰੋਫੈਸ਼ਨਲ। ਹੁਣ ਇਹ ਥੋੜਾ ਹੈਗਾ ਜੇ 50 ਸਾਲ ਪਹਿਲਾਂ ਕੋਈ ਚੀਜ਼ ਆ ਗਈ ਅੱਜ ਵੀ ਉਵੇਂ ਚੱਲੀ ਜਾਊ। ਆਪਾਂ ਦੇਖੋ ਸਾਈਕਲਾਂ ਤੋਂ ਕਾਰਾਂ ਤੇ ਆ ਗਏ ਆ ਤੇ ਇਹ ਚੀਜ਼ਾਂ ਵੀ ਤਾਂ ਸਮੇਂ ਨਾਲ ਭਾਲਦੀਆਂ ਨਾ, ਅਪਡੇਸ਼ਨ ਹੋਵੇ ਜਾਂ ਕੁਛ ਇਹ 'ਚ ਮੋਡੀਫਿਕੇਸ਼ਨ ਹੋਵੇ ਜਾਂ ਪ੍ਰੋਫੈਸ਼ਨਲ ਤਰੀਕੇ ਨਾਲ ਇਹਨੂੰ ਅਸੀਂ ਨਵੇਂ ਡਿਮਾਂਡਸ ਦੇ ਅਕੋਰਡਿੰਗ ਢਾਲੀਏ ਇਹਨੂੰ ਸਮੇਂ ਦੇ ਮੁਤਾਬਕ ਜਿਹੜੇ ਹੈਗੇ ਆ। ਛੋਟੀ ਜਿਹੀ ਗੱਲ ਦੱਸਣੀ ਚਾਹੁੰਦਾ ਜੀ, ਇਹਦੇ ਵਿੱਚ ਨਾ ਜਦੋਂ ਮੈਂ ਪੰਜਾਬ ਦਾ ਡਾਇਰੈਕਟਰ ਬਣਿਆ ਉੱਥੇ ਮੈਂ ਬੜੀ ਐਫਰਟ ਕੀਤੀ ਵੀ ਇਹ ਕਿਸੇ ਤਰੀਕੇ ਨਾਲ ਦੂਜੀਆਂ ਬੈਂਕਾਂ ਦੇ ਬਰਾਬਰ ਲਿਜਾਇਆ ਜਾਵੇ। ਤਾਂ ਪਹਿਲਾਂ ਤਾਂ ਸੌਫਟਵੇਅਰ ਦੇ ਵਿੱਚ ਪ੍ਰੋਬਲਮ ਹੈ, ਪਹਿਲਾਂ ਤਾਂ ਉੱਥੇ ਕੰਮ ਖਰਾਬ ਹੋ ਜਾਂਦਾ, ਲੈਣੀ ਹੈ ਲਾਉਣੇ। ਉਸ ਤੋਂ ਬਾਅਦ ਫਿਰ ਅਸੀਂ ਕਿਹਾ ਵੀ ਤੁਸੀਂ ਘੱਟੋ ਘੱਟ ATM ਸ਼ੁਰੂ ਕਰੋ, ਵੀ ਜਿਹੜੇ ATM ਨੇ, ATM ਤਾਂ ਆਪਣੀ ਬੈਂਕਾਂ 'ਚ ਤਾਂ ਕੋਆਪਰੇਟਿਵ ਬੈਂਕਾਂ 'ਚ ATM ਨਹੀਂ ਹੈਗਾ। ਚਲੋ 1.5 ਸਾਲ ਅਸੀਂ ਜ਼ੋਰ ਲਾ ਕੇ ਉਹਨੂੰ ਜਿਹੜਾ ਸ਼ੁਰੂ ਕਰਾਇਆ ਔਰ ਇੱਥੇ ਤੱਕ ATM ਸ਼ੁਰੂ ਕਰਾਇਆ। ਤੁਸੀਂ ਦੇਖੋ ਜਿਹੜੀ ਇਹ ਕੋਆਪਰੇਟਿਵ ਤੁਹਾਡੇ ਵੀ ਜ਼ਿਲ੍ਹੇ 'ਚ ਕਈ ਹੋਣਗੇ, ਸਾਡੇ ਫਤਿਹਗੜ੍ਹ 'ਚ ਵੀ, ਇਹ ਸਾਰਾ ਪੰਜਾਬ 'ਚ ਅਸੀਂ ਉਹ ਕਰਾਇਆ ਸੀਗਾ ਉਸ ਸਮੇਂ ਵੀ ਹਰ ਸੁਸਾਇਟੀ ਦੇ ਵਿੱਚ ਇੱਕ ATM ਚੱਲੇ, ਆਨ ਕੋਲ ATM ਹੋਵੇ ਵੀ ਜਿਹੜਾ ਉਹਨੇ ATM ਦੇ ਰਾਹੀਂ ਉਹ ਆਪਣੀ ਸੁਸਾਇਟੀ ਦੇ ਵਿੱਚ ਲੈਣ ਦੇਣ ਕਰੇ। ਤੇ ਉਹ ਕੁਛ ਸੁਸਾਇਟੀ ਸਾਡੇ ਚਾਲੂ ਵੀ ਹੋਇਆ, ਪਰ ਉਹ ਨੈਟ ਦੇ ਕਨੈਕਸ਼ਨ ਦੇ ਕੇ ਇਹਨਾਂ ਨੇ ਚਾਲੂ ਕਰਿਆ। ਐਗਜ਼ਾਮਪਲ 40-50 ਸੁਸਾਇਟੀ ਪੰਜਾਬ 'ਚ ਸ਼ੁਰੂ ਕਰਤਾ, ਪਰ ਅਸੀਂ ਪਿੱਛੇ ਬਹੁਤ ਜਾਂਦੇ ਹਾਂ, ਇੰਨਾ ਕੁ ਪਿੱਛੇ ਆ ਵੀ ਅਸੀਂ ਪ੍ਰਾਈਵੇਟ ਜਿਹੜੀਆਂ ਸੁਸਾਇਟੀਆਂ ਆਪਣੇ ਕੰਪਨੀ ਬੈਂਕਾਂ ਨੇ ਉਹਨਾਂ ਤੋਂ ਪਿੱਛੇ ਚਲੇ ਗਏ, ਬਹੁਤ ਜ਼ਿਆਦਾ ਪਿੱਛੇ ਚਲੇ ਗਏ। ਇਹ ਸਿਰਫ ਤੇ ਸਿਰਫ ਇਹੀ ਕਾਰਨ ਹੈ ਵੀ ਇਹਨਾਂ ਨੇ ਉਸ ਪੱਖ ਤੋਂ ਸੋਚਿਆ ਹੀ ਨਹੀਂ, ਬਿਲਕੁਲ ਨਹੀਂ ਸੋਚਿਆ, ਉਸ ਪਾਸੇ ਤੋਂ ਤੁਰੇ ਹੀ ਨਹੀਂ ਉੱਧਰ ਵੀ ਅਸੀਂ ਇਹਨੂੰ ਬਰਾਬਰ ਲੈ ਕੇ ਜਾ ਸਕਦੇ ਹਾਂ। ਇਹ ਕੰਪਨੀਆਂ ਤਾਂ ਬੈਂਕਾਂ ਆਈ ਨਹੀਂ ਦੀ ਸਕਦੀਆਂ ਔਰ ਇਹ ਕਿਤੇ ਸਹੀ ਕੋਆਪਰੇਟਿਵ ਅਦਾਰਾ ਚੱਲਦਾ, ਕਿਉਂਕਿ ਹਰ ਬੰਦਾ ਤਾਂ ਉਹਦੇ ਨਾਲ ਜੁੜਿਆ ਹੋਇਆ ਸੀਗਾ। ਤੇ ਸਾਡੇ ਹਾਂ ਬਿਲਕੁਲ ਹਾਂਜੀ ਕੰਪਲੀਟ ਕਰੋ ਜੀ। ਸਰਦਾਰ ਬੂਟਾ ਸਿੰਘ ਜੀ ਆਪਣੇ ਵਿੱਚ ਜਿਹੜਾ ਹੈਗਾ ਕੁਐਸਚਨ ਰੇਜ਼ ਕਰ ਰਹੇ ਨੇ, ਤੇ ਬੂਟਾ ਸਿੰਘ ਜੀ ਤੁਸੀਂ ਪਹਿਲਾਂ ਕੁਐਸਚਨ ਪੁੱਛ ਲਓ, ਬਾਅਦ ਵਿੱਚ ਆਪਾਂ ਫਿਰ ਮੈਂ ਕੰਟੀਨਿਊ ਕਰਦਾ। ਹਾਂਜੀ ਪਰਮਜੀਤ ਸਿੰਘ ਜੀ, ਮੇਰਾ ਕੁਐਸਚਨ ਤਾਂ ਨਹੀਂ ਸੀਗਾ, ਮੇਰਾ ਤਾਂ ਅਸੀਂ ਆਪ ਇਹਨਾਂ ਦੀ ਤਰ੍ਹਾਂ ਜੀ ਇੱਕ ਸੁਸਾਇਟੀ ਚਲਾਈ ਜਿਹਦਾ ਨਾਮ ਫਾਰਮਰ ਹੈਲਪ ਸੋਸਾਇਟੀ ਧੀਰਾ ਪੱਤਰਾ, ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਜੇ। ਉਹ ਪ੍ਰਾਈਵੇਟ ਸੁਸਾਇਟੀ ਹੈ ਤੇ ਡਾਕਟਰ ਮੁਖਤਿਆਰ ਸਿੰਘ ਦੇ ਉਦਮਾਂ ਸਦਕਾ ਉਹਨਾਂ ਦੇ ਦਿਸ਼ਾ ਨਿਰਦੇਸ਼ ਮੁਤਾਬਕ ਚਲਾਈ। ਤੇ ਜਿਵੇਂ ਇਹ ਵੀ ਦੱਸਦੇ ਪਏ ਨੇ ਨਾ, ਇਹਨਾਂ ਨੇ ਸਭ ਕੁਛ ਕਰਕੇ ਫੇਲ ਹੋ ਗਏ। ਇਹੀ ਸਾਡੇ ਨਾਲ ਹੋਇਆ ਜੀ। ਪੰਚਾਇਤਾਂ ਵਾਲੇ ਸਿਸਟਮ 'ਚ ਵੇਖ ਲਈਏ ਤੇ ਉੱਥੇ ਵੀ ਬਹੁਤ ਜ਼ਿਆਦਾ ਗੜਬੜ ਏ। ਇੱਥੋਂ ਕਹਿਣ ਨੂੰ ਇਹ ਲੋਕ ਬਣਾਏ ਜਾਂਦੇ, ਪੰਚਾਇਤ ਇਹਨਾਂ ਦੀ ਬਣਾਈ ਜਾਂਦੀ ਏ, ਪਰ ਕੰਮ ਇਹਨਾਂ ਲੋਕਾਂ ਦੇ ਮੁਤਾਬਕ ਨਹੀਂ ਹੁੰਦੇਗੇ। ਪੰਚਾਇਤ ਦਾ ਸਭ ਤੋਂ ਵੱਡਾ ਕੰਮ ਹੁੰਦਾ ਵੀ ਪੰਚਾਇਤ ਦੇ ਜਿਹੜੇ ਫੈਸਲੇ ਹੁੰਦੇ ਆ ਪਿੰਡਾਂ 'ਚ ਹੋ ਜਾਣ ਤਾਂ ਉਹਦੀ ਬਜਾਏ ਉਹ ਕੰਮ ਵੱਲੇ ਤਾਂ ਧਿਆਨ ਹੀ ਨਹੀਂ ਦਿੱਤਾ ਜਾਂਦਾ ਵੀ ਕਿੰਨੇ ਸਾਡੇ ਪਿੰਡ ਦੇ ਫੈਸਲੇ ਪਿੰਡ 'ਚ ਹੋ ਰਹੇ ਆ।
ਕਿੰਨੇ ਲੋਕ ਆਪਸ ਵਿੱਚ ਰਲ ਮਿਲ ਕੇ ਰਹਿ ਰਹੇ ਇਹਨਾਂ ਦਾ ਕੋਈ ਆਪਸ ਵਿੱਚ ਤਰੇੜ ਵੱਧ ਤਾਂ ਨਹੀਂ ਰਹੀ। ਹੁੰਦਾ ਕੀ ਇਹ ਸਾਡਾ ਵਿਕਾਸ ਇਹ ਵਿਖਾਇਆ ਜਾਂਦਾ ਜੀ ਅਸੀਂ ਗਲੀਆਂ ਬਣਾ ਲਈਆਂ, ਨਾਲੀਆਂ ਬਣਾ ਲਈਆਂ, ਛੱਪੜ ਬਣਾ ਲਏ, ਜਿਹਦਾ ਕੋਈ ਵੀ ਫਾਇਦਾ ਨਹੀਂ ਹੈਗਾ ਜਿੰਨਾ ਚਿਰ ਪਿੰਡ ਦੇ ਲੋਕ ਆਪਸ ਵਿੱਚ ਰਲ ਮਿਲ ਕੇ ਨਹੀਂ ਰਹਿੰਦੇ। ਤੇ ਉਹ ਇਹਨਾਂ ਨੂੰ ਕਿਤੇ ਕੋਈ ਮਤਲਬ ਜਾਣਕਾਰੀ ਨਹੀਂ ਦਿੱਤੀ ਜਾਂਦੀ, ਕੋਈ ਸਿਸਟਮ ਨਹੀਂ ਹੁੰਦਾ। ਤੇ ਇਹ ਹੈ ਵੀ ਜਿਹੜਾ ਸਰਪੰਚ ਬਣ ਗਿਆ ਉਹਨੂੰ ਸਰਕਾਰਾਂ ਨੇ ਛੱਪੜਾਂ ਦੇ ਵੀ ਗਰਾਂਟਾਂ ਦੇ ਦਿੱਤੀਆਂ, ਖਾਣ ਲਈ ਮੌਕਾ ਵੀ ਦੇ ਪ੍ਰੋਫੈਸ਼ਨਲ ਟੱਚ ਕਹਿ ਰਹੇ ਨਾ ਵੀ ਸਮੇਂ ਦੀ ਲੋੜ ਮੁਤਾਬਕ ਅਪਗ੍ਰੇਡ ਕਰਨਾ, ਵੀ ਉਹਨੂੰ ਉਹ ਚੀਜ਼ ਚੋਂ ਬਾਹਰ ਲਿਆਉਣ ਲਈ ਪ੍ਰੋਫੈਸ਼ਨਲ ਬੰਦਿਆਂ ਦੀ ਲੋੜ ਸਮੇਂ ਮੁਤਾਬਕ। ਹਾਂ, ਜਿਹੜੇ ਪ੍ਰੋਫੈਸ਼ਨਲ ਬੰਦੇ ਆ ਜਿਵੇਂ ਆਏ ਆ ਜੀ ਵੀਰ ਜੀ, ਇਹਨਾਂ ਨੂੰ ਵੀ ਪਰੇਸ਼ਾਨੀ ਆਈਆਂ, ਸਾਨੂੰ ਵੀ ਆਈਆਂ, ਅਸੀਂ ਵੀ ਚੁੱਪ ਕਰਕੇ ਇਹਨਾਂ ਦੀ ਤਰ੍ਹਾਂ ਹੁਣ ਘਰੇ ਬੈਠੇ ਹੋਏ ਆ ਜੀ। ਤੇ ਅੱਛਾ, ਬਾਕੀ ਜਿਹੜੇ ਸਾਡੇ ਸਮਾਜ ਸੇਵੀ ਹੁੰਦੇ ਆ ਕਿਸੇ ਦਾ ਕੋਈ ਸਹਿਯੋਗ ਨਹੀਂ ਮਿਲ ਰਿਹਾ। ਜਿਹੜੇ ਸਮਾਜ ਸੇਵੀ ਆਪੋ ਆਪ ਦੀ ਲਾਈਨ 'ਚ ਲੱਗੇ ਹੋਏ ਆ ਉਹਨਾਂ ਨੂੰ ਬੇਸ਼ੱਕ ਇਹ ਪਤਾ ਲੱਗ ਜਾਵੇ ਵੀ ਜਿਹੜੀ ਲਾਈਨ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ ਦੂਜੀ ਲਾਈਨ ਦੇ ਵਿੱਚ ਇਹ ਤੋਂ ਵੱਧ ਲੋਕਾਂ ਦਾ ਭਲਾ ਹੋ ਸਕਦਾ ਹੈ। ਉਹਨਾਂ ਨੂੰ ਇਹ ਨਹੀਂ ਹੁੰਦਾ ਵੀ ਅਸੀਂ ਉਧਰਲੇ ਪਾਸੇ ਧਿਆਨ ਦੇ ਦਈਏ ਜਿਹਦਾ ਜ਼ਿਆਦਾ ਫਾਇਦਾ ਹੋ ਜੇ। ਉਹ ਆਪਣੇ ਆਪ ਦੀ ਸੰਸਥਾ ਨੂੰ ਆਪਣੇ ਆਪ ਨੂੰ ਹਾਈਲਾਈਟ ਕਰਨ ਦੀ ਖਾਤਰ ਉਸੇ ਕੰਮ 'ਚ ਲੱਗਾ ਰਹੂਗਾ ਵੀ ਨਾ ਕਿ ਇਹ ਵੇਖਣਾ ਵੀ ਜਿਹਦੇ ਨਾਲ ਸਰਬੱਤ ਦਾ ਭਲਾ ਹੋਵੇ। ਉਹਦੇ 'ਚ ਗੜਬੜ ਕਿੱਥੇ ਆ ਗਈ? ਜਿਹੜਾ ਸਾਡੇ ਸਿੱਖਿਆ ਦਾ ਮਾਡਲ ਹੈ ਇਹਦੇ ਵਿੱਚ ਵੱਡੀ ਗੜਬੜ ਆ ਗਈ ਵੀ ਸਾਡੀ ਸੋਚ ਇੰਨੀ ਛੋਟੀ ਕਰਤੀ ਕਿ ਅਸੀਂ ਸਿਰਫ ਆਪਦੇ ਵਾਸਤੇ ਸੋਚਦੇ ਹਾਂ, ਜਦ ਕਿ ਸਾਡੇ ਧਰਮਾਂ ਦੀ ਸਿੱਖਿਆ ਸਾਨੂੰ ਇਹ ਸਿੱਖਿਆ ਦਿੰਦੀ ਸੀ ਵੀ ਜਿੰਨਾ ਚਿਰ ਸਰਬੱਤ ਦਾ ਭਲਾ ਨਹੀਂ ਹੁੰਦਾ ਸਾਡਾ ਭਲਾ ਹੋ ਹੀ ਨਹੀਂ ਸਕਦਾ। ਉਦੋਂ ਪਹਿਲਾਂ ਅਸੀਂ ਜਦੋਂ ਰਾਮਾਇਣ ਮਹਾਭਾਰਤ ਵੇਖਦੇ ਸੀ ਉਹਦੇ 'ਚ ਇਹ ਦੱਸਿਆ ਜਾਂਦਾ ਸੀ ਵੀ ਕਲਿਆਣ ਹੋ, ਵੀ ਸਾਰਿਆਂ ਦਾ ਭਲਾ ਹੋ। ਉਸ ਬਾਅਦ ਦੇ ਵਿੱਚ ਆਪਾਂ ਸਰਬੱਤ ਦੇ ਭਲੇ ਦੀ ਗੱਲ ਸੁਣਦੇ ਹਾਂ। ਇਹਦੀ ਕਿਤੇ ਸਿੱਖਿਆ ਦਿੱਤੀ ਨਹੀਂ ਜਾ ਰਹੀ, ਨਾ ਕਿਸੇ ਨੂੰ ਮਤਲਬ ਸਮਝ ਹੈਗੀ ਵੀ ਜਿੰਨਾ ਚਿਰ ਸਰਬੱਤ ਦਾ ਭਲਾ ਨਹੀਂ ਹੁੰਦਾ ਸਾਡਾ ਕਿਸੇ ਹਾਲਤ 'ਚ ਨਹੀਂ ਹੁੰਦਾ। ਤੇ ਬਸ ਮੈਂ ਇਹੀ ਇੰਨਾ ਕਹਿਣਾ ਚਾਹੁੰਦਾ ਸੀ। ਧੰਨਵਾਦ ਜੀ। ਲਾਸਟ ਕੁਐਸਚਨ ਜਿਹੜਾ ਸੀਗਾ ਬਲਜੀਤ ਸਿੰਘ ਜੀ ਨਾਲ ਆਪਾਂ ਕਰਦੇ ਹਾਂ। ਤੁਸੀਂ ਜਿਹੜਾ ਆਪਦੇ ਤਜਰਬੇ ਚੋਂ ਬਲਜੀਤ ਸਿੰਘ ਜੀ ਸਾਨੂੰ ਦੱਸੋ ਵੀ ਸੁਸਾਇਟੀਆਂ ਵਿੱਚ ਹੁਣ ਕਿਹੜੇ ਸੁਧਾਰ ਜਾਂ ਅਮਲ ਲਿਆਂਦੇ ਜਾਣ ਵੀ ਇਹਨੂੰ ਆਪਾਂ ਸਿਆਸੀ ਗਤੀਵਿਧੀਆਂ ਤੋਂ ਪਾਸੇ ਰੱਖ ਕੇ ਆਰਥਿਕ ਤੌਰ ਤੇ ਵੀ ਇਹਨਾਂ ਨੂੰ ਮਜ਼ਬੂਤ ਕਰੀਏ, ਕੀ ਤਬਦੀਲੀ ਲਿਆਈਏ ਵੀ ਇਹ ਸਾਡੀ ਆਰਥਿਕ ਪੱਖੋਂ ਕਿਸਾਨਾਂ ਦੀ ਮਦਦ ਲਈ ਇੱਕ ਵਧੀਆ ਪਛਾਣ ਵਾਲਾ ਇੱਕ ਅਦਾਰਾ ਬਣ ਸਕੇ। ਦੇਖੋ, ਸਭ ਤੋਂ ਬੜੀ ਗੱਲ ਤਾਂ ਇਹ ਹੈ ਵੀ ਜਿੰਨੇ ਸੁਸਾਇਟੀ ਦੇ ਮੈਂਬਰ ਨੇ, ਹਾਂਜੀ, ਉਹ ਸਾਰੇ ਸੁਸਾਇਟੀ ਦੇ ਮੈਂਬਰਾਂ ਨੂੰ ਜਿਹੜੇ ਉਹਨਾਂ ਨੇ ਆਪਣੀ ਮੈਨੇਜਮੈਂਟ ਦੇ ਵਿੱਚ ਮੈਂਬਰ ਚੁਣਨੇ ਨੇ, ਪਹਿਲਾਂ ਡਾਇਰੈਕਟਰ ਚੁਣਨ ਹੁੰਦਾ ਸੁਸਾਇਟੀ ਦੇ ਵਿੱਚ, ਉਹ ਇਸ ਗੱਲ ਨੂੰ ਇੱਕ ਆਪਣੀ ਹਉਮੈ ਨੂੰ ਕੱਢ ਕੇ, ਆਪਣੀ ਈਰਖਾ ਨੂੰ ਕੱਢ ਕੇ ਬੰਦੇ ਉਹ ਚੁਣਨਾ ਜਿਹੜੇ ਬੰਦਿਆਂ ਦੀ ਵਿੱਚ ਇਮਾਨਦਾਰੀ ਹੋਵੇ, ਜਿਹੜੇ ਬੰਦਿਆਂ ਦੇ ਵਿੱਚ ਕੰਮ ਕਰਨ ਦੀ ਚਿਣਕ ਹੋਵੇ, ਜਿਹੜੇ ਬੰਦਿਆਂ ਕੋਲ ਥੋੜਾ ਬਹੁਤਾ ਸਮਾਂ ਹੋਵੇ। ਇਹ ਤਿੰਨ ਗੱਲਾਂ ਬਹੁਤ ਜ਼ਰੂਰੀ ਨੇ ਜਦੋਂ ਤੁਸੀਂ ਮੈਨੇਜਮੈਂਟ ਦੇ ਵਿੱਚ ਬੰਦਾ ਚੁਣਨਾ। ਔਰ ਉਸ ਤੋਂ ਬਾਅਦ ਇਹ ਤਾਂ ਹੈਗੀ ਲੋਕਾਂ ਦਾ ਫਰਜ਼, ਲੋਕਾਂ ਨੇ ਚੰਗੇ ਬੰਦੇ ਚੁਣ ਕੇ ਭੇਜਣੇ ਨੇ। ਦੂਜਾ ਜਿਹੜਾ ਅਗਲਾ ਸਾਡਾ ਵੱਡਾ ਸਵਾਲ ਹੈ ਉਹ ਇਹ ਹੈ, ਪਿੰਡ ਦੇ ਲੋਕਾਂ ਨੂੰ, ਜਿਹੜਾ ਕੋਈ ਪਿੰਡ ਦਾ ਇਲਾਕੇ ਦਾ MLA ਬਣਿਆ ਹੋਇਆ, MP ਬਣਿਆ, ਉਸ ਬੰਦੇ ਨੂੰ ਸਪਸ਼ਟ ਤੌਰ ਤੇ ਇਹ ਗੱਲ ਕਹਿ ਦੇਣੀ ਚਾਹੀਦੀ ਹੈ ਵੀ ਬਾਈ ਜੀ ਸਾਡੇ ਪਿੰਡ ਦੀ ਪੰਚਾਇਤ, ਸਾਡੇ ਪਿੰਡ ਦੀ ਸੁਸਾਇਟੀ, ਇਹਦੇ ਕੰਮਾਂ ਕਾਰਾਂ 'ਚ ਬਿਲਕੁਲ ਦਖਲਅੰਦਾਜ਼ੀ, ਕੋਈ ਕੰਮ ਰੋਕਣ ਦੀ ਨਹੀਂ ਕਰਨੀ। ਜਿੱਦਾਂ ਸਾਨੂੰ ਕੋਈ ਉੱਪਰ ਅਫਸਰਸ਼ਾਹੀ ਦੇ ਵਿੱਚ ਕੋਈ ਸਮੱਸਿਆ ਆਊਗੀ ਅਸੀਂ ਤੁਹਾਡੇ ਕੋਲ ਜਾਵਾਂਗੇ, ਸਾਡਾ ਉਹ ਮਸਲਾ ਹੱਲ ਕਰ ਦਿਓ, ਅਦਰਵਾਈਜ਼ ਅਸੀਂ ਸੁਸਾਇਟੀ ਨੂੰ ਆਪਣੀ ਨੂੰ ਆਪ ਚਲਾਵਾਂਗੇ। ਤੀਜੀ ਗੱਲ ਇਹ ਹੈ ਵੀ ਬਲਕਿ ਉਹ ਲੋਕਾਂ ਦੇ ਉੱਤੇ ਜਿਹੜੇ ਲੋਕ ਸਾਡੇ ਪੋਲੀਟੀਕਲ ਚੁਣੇ ਨੇ, ਕਿਉਂਕਿ ਸਰਕਾਰ ਉਹਦੀ ਆ, ਅਫਸਰਸ਼ਾਹੀ ਨੇ ਉਹਨਾਂ ਦੇ ਮੁਤਾਬਕ ਚੁਣਨਾ, ਉਹਨਾਂ ਲੋਕਾਂ ਨੂੰ ਇਹ ਗੱਲ ਵੀ ਸਾਰੇ ਲੋਕਾਂ ਨੂੰ ਸਾਡਿਆਂ ਨੂੰ ਕਹਿਣੀ ਚਾਹੀਦੀ ਹੈ ਵੀ ਬਾਈ ਜੀ ਜਿਹੜੀਆਂ ਕਮੀਆਂ ਨੇ, ਚਾਹੇ ਉਹ ਮਨਜ਼ੂਰੀਆਂ ਲੈਣ ਦੇ ਵਿੱਚ ਨੇ, ਚਾਹੇ ਖਾਦ ਨਹੀਂ ਮਿਲ ਰਹੀ, ਚਾਹੇ ਪਾਲਿਸੀਆਂ 'ਚ ਸੋਧ ਕਰਨ ਦੀ ਲੋੜ ਹੈ। ਹੁਣ ਜਿਹੜੀ ਖਾਦ ਦੀ ਸਮੱਸਿਆ 'ਚ ਪਹਿਲਾਂ ਪਿਛਲੇ ਸਮੇਂ ਤੁਸੀਂ ਦੇਖਿਆ ਯੂਰੀਆ ਨਹੀਂ ਮਿਲਿਆ, ਪਹਿਲਾਂ DAP ਨਹੀਂ ਮਿਲਿਆ, ਲੋਕਾਂ ਨੇ ਬਿਨਾਂ DAP ਤੋਂ ਕਣਕਾਂ ਬੀਜੀਆਂ, ਉਹ ਤੋਂ ਬਾਅਦ ਯੂਰੀਆ ਤੋਂ ਬਿਨਾਂ ਲੋਕਾਂ ਨੇ ਸਾਰਿਆ। ਔਰ ਸਾਨੂੰ ਇੱਕ ਕੰਪਨੀਆਂ ਨਾਲ ਬੰਨਿਆ ਹੋਇਆ, ਸਾਨੂੰ ਕੋਆਪਰੇਟਿਵ ਅਦਾਰੇ ਨਾਲ, ਸੁਸਾਇਟੀਆਂ ਨੂੰ ਬੰਨਿਆ ਹੋਇਆ, ਇਫਕੋ ਨਾਲ ਸਾਨੂੰ ਬੰਨਿਆ ਹੋਇਆ। ਅੱਜ ਦੀ ਡੇਟ ਦੇ ਵਿੱਚ ਅੱਜ ਜਾਓ, ਤੁਸੀਂ ਚਲੇ ਜਾਓ ਅੱਜ ਜਿਹੜੇ ਮਰਜ਼ੀ ਸੁਸਾਇਟੀ ਦੇ ਵਿੱਚ 7000 ਥੈਲੇ ਦੀ ਡਿਮਾਂਡ ਹੈ, ਥੈਲਾ ਆਇਆ 2000। ਔਰ ਉਧਰ ਜਿਹੜਾ ਸਾਡਾ ਪ੍ਰਾਈਵੇਟ ਸੈਕਟਰ ਹੈ, ਜਿਹੜਾ ਖਾਦ ਦਵਾਈ ਦੁਕਾਨਾਂ ਵਾਲਾ, ਉਹਦੇ ਸਟੋਰ ਭਰੇ ਪਏ ਨੇ, ਉਹ ਜਿੱਥੋਂ ਮਰਜ਼ੀ ਲਿਆਵੇ। ਉਹ ਨੁਕਸ ਇਹ ਹੁਣ ਨੁਕਸ ਕਿੱਥੇ ਹੈ? ਨੁਕਸ ਇਹਦਾ ਇਹ ਹੈ ਵੀ ਮਾਰਕਫੈਡ ਜਾਂ ਇਫਕੋ ਅਦਾਰਾ ਉਹਨੇ ਪੈਸਾ ਦੇਣਾ ਕੰਪਨੀਆਂ ਨੂੰ, ਕੰਪਨੀਆਂ ਨੇ ਖਾਦ ਭੇਜਣਾ, ਲੈਣ ਦੇਣ ਉਹਨਾਂ ਦਾ ਖਰਾਬ ਹੋ ਸਕਦਾ, ਮਾਰਕਫੈਡ ਦਾ ਜਾਂ ਕਿਸੇ ਹੋਰ ਦਾ। ਕੋਆਪਰੇਟਿਵ ਸੁਸਾਇਟੀ ਦਾ ਤਾਂ ਲੈਣ ਦੇਣ ਖਰਾਬ ਨਹੀਂ ਹੈ, ਕੋਆਪਰੇਟਿਵ ਸੁਸਾਇਟੀ ਦਾ ਨਾਲ ਦੀ ਨਾਲ ਚੈੱਕ ਦੇਣਾ, ਖਾਦ ਲੈਣਾ। ਜੇ ਅਸੀਂ ਉੱਥੋਂ ਲੈ ਸਕਦੇ ਹਾਂ, ਕਿਉਂ ਨਹੀਂ ਅਸੀਂ ਪ੍ਰਾਈਵੇਟ ਤੋਂ ਲੈ ਸਕਦੇ? ਤੇ ਸਾਨੂੰ ਏਦਾਂ ਦੇ ਜਿਹੜੇ ਬੰਨਣ ਨੇ, ਅੱਜ ਕਿਤੇ ਕਿਸੇ ਚੀਜ਼ ਦੀ ਕਮੀ ਨਹੀਂ, ਸਿਰਫ ਇਹਨਾਂ ਨੇ ਆਪਣੇ ਸੈਟਿੰਗਾਂ, ਆਪਣਾ ਇੱਕ ਹੱਥ 'ਚ ਪਕੜ ਕਰਕੇ
ਜਿਹੜਾ ਉੱਧਰ ਰੱਖਿਆ ਉਹਦੇ ਲਈ ਵੀ ਜਿਹੜਾ ਸਾਡਾ ਲੋਕਲ ਸਾਡੀ ਲੀਡਰਸ਼ਿਪ ਹੈ, ਜਿਹੜੀ ਸਾਡੇ ਚੁਣੇ ਹੋਏ ਨੁਮਾਇੰਦੇ ਨੇ, MP ਨੇ, MLA ਨੇ, ਉਹਦੇ ਲਈ ਸਾਨੂੰ ਉਹਨਾਂ ਦੇ ਉੱਤੇ ਪ੍ਰੈਸ਼ਰਾਈਜ਼ ਕਰਨਾ ਚਾਹੀਦਾ ਵੀ ਸਾਡੀ ਇਹ ਜਿਹੜੀ ਸੋਧਾਂ ਕਰਾਓ, ਤੁਸੀਂ ਇਹ ਸਾਡੇ ਸਿਸਟਮ ਨੂੰ ਕਰਾਓ ਤਾਂ ਕਿ ਸਾਡੀਆਂ ਸੁਸਾਇਟੀਆਂ ਹੇਠਲੇ ਪੱਧਰ ਤੇ ਸਹੀ ਚੱਲ ਸਕਣ। ਬਿਲਕੁਲ। ਤੇ ਜਦੋਂ ਤੱਥ ਚੱਕੀ ਕਿਤੇ ਸਾਡੇ ਮੈਂਬਰ, ਸਾਡੇ MLA ਜਾਂ MP ਆਉਂਦੇ ਨੇ, ਉੱਥੇ ਸਾਨੂੰ ਦੇ ਵਿੱਚ ਦੁੱਖ ਸੁੱਖ ਚ ਜਾਂ ਕਿਸੇ ਵੋਟਾਂ ਮੰਗਣ ਜਾਂ ਕਿਸੇ ਸਮਾਗਮ ਚ ਆਉਂਦੇ ਨੇ, ਤਾਂ ਉੱਥੇ ਸਾਨੂੰ ਜਿਹੜੀਆਂ ਅਫਸਰਸ਼ਾਹੀ ਦੇ ਵਿੱਚੋਂ ਡਿਪਾਰਟਮੈਂਟਾਂ ਦੇ ਵਿੱਚ ਸਾਨੂੰ ਪ੍ਰੋਬਲਮ ਆਉਂਦੀਆਂ ਨੇ, ਇਹ ਉਹਨਾਂ ਦੇ ਅੱਗੇ ਰੱਖਣੀਆਂ ਚਾਹੀਦੀਆਂ। ਭਾਈ ਤੁਹਾਨੂੰ ਚੁਣ ਕੇ ਭੇਜਤਾ, ਸਾਡੀਆਂ ਮਸਲੇ ਹੱਲ ਕਰਾਓ, ਸਾਡੀਆਂ ਪਾਲਿਸੀਆਂ ਨੇ ਇਹਨਾਂ ਨੂੰ ਠੀਕ ਕਰਾਓ ਤਾਂ ਕਿ ਸਾਡੀਆਂ ਸੁਸਾਇਟੀਆਂ ਦੇ ਵਿੱਚ ਸਿਸਟਮ ਸਹੀ ਚੱਲ ਸਕੇ। ਅਜਲਾਸ ਹੁੰਦਾ ਸਾਲ ਚ 3 ਦਿਨ 6 ਦਿਨ, ਚੁਣਦਾ ਅਸੀਂ 365 ਦਿਨ ਵਾਸਤੇ ਆ। ਜਿਹੜੀ ਬਹਿਸ ਹੋਣੀ ਹੈ, ਜਿਹੜੀ ਗੱਲਬਾਤ ਹੋਣੀ ਹੈ, ਕਰਦੇ ਨੇ 6 ਦਿਨ ਜਾਂ 10 ਦਿਨ, ਬਾਕੀ ਦਿਨ ਇੱਥੇ ਚੌਧਰ ਕਰ ਦਿੰਦੇ ਆ ਕੇ ਪਿੰਡਾਂ ਦੇ ਵਿੱਚ, ਲੋਕਾਂ ਦੇ ਸ਼ਹਿਰਾਂ ਦੇ ਵਿੱਚ ਚੌਧਰ ਕਰਦੇ ਨੇ ਆ ਕੇ। ਇਹਨਾਂ ਦਾ ਕੰਮ ਉੱਥੇ ਜਾ ਕੇ ਆ ਜਿਹੜੀਆਂ ਸਾਡੀਆਂ ਫੀਡਬੈਕ ਲੈ ਕੇ ਉੱਥੇ ਜਾ ਕੇ ਸੁਧਾਰ ਕਰਨਾ ਸਿਸਟਮ ਦੇ ਵਿੱਚ। ਤੁਹਾਡੀ ਗੱਲ ਤੋਂ ਇਹ ਗੱਲ ਨਿਕਲ ਆਈ ਵੀ ਜੇ ਇੱਕ ਸਹੀ ਤਰੀਕੇ ਨਾਲ ਆਪਾਂ ਕੰਮ ਚਲਾਉਣਾ ਤਾਂ ਹਰੇਕ ਚੀਜ਼ ਦੀ ਪ੍ਰਬੰਧਕ ਢਾਂਚਾ, ਉਹਦੀ ਇੱਕ ਮੈਨੇਜਮੈਂਟ ਹੋਵੇ ਤੇ ਉਹਦਾ ਇੱਕ ਡਿਊਟੀ ਚਾਰਟ ਹੋਵੇ ਵੀ ਇਹਦੀ ਲਿਮਿਟੇਸ਼ਨ ਕੀ ਹੈ ਤੇ ਇਹਨੇ ਕੀ ਕੀ ਕੰਮ ਕਰਨੇ ਆ। ਕਿਉਂਕਿ ਇੰਟਰਫੀਅਰੈਂਸ ਤਾਂ ਹੀ ਹੁੰਦਾ ਨਾ ਜਦੋਂ ਆਪਦੀ ਉਹ ਹੱਦਬੰਦੀ ਤੋੜ ਕੇ ਦੂਜੇ ਪਾਸੇ ਸਾਰਾ ਹੋ ਜਾਂਦਾ, ਜਾਂ ਫਿਰ ਲੋਕ ਆਪਦਾ ਸਮੱਸਿਆ ਦਾ ਹੱਲ ਸਮਝਣ ਦੀ ਬਜਾਏ ਦੂਜੇ ਪਾਸੇ ਤੁਰੇ ਫਿਰਦੇ ਨੇ ਵੀ ਮਤਲਬ ਹੋਰ ਕਿਸੇ ਲਈ ਰੈਡੀਮੇਡ ਹੱਲ ਨਹੀਂ ਦੇਖਦੇ ਆ, ਵੀ ਆਪਣਾ ਹੱਥੀਂ ਆਪਣਾ ਆਪੇ ਹੀ ਕਾਸ਼ਵਾਰੀ ਵਾਲਾ ਕਨਸੈਪਟ ਛੱਡ ਦਿੰਦੇ ਨੇ। ਤੁਹਾਨੂੰ ਮੈਂ ਇੱਕ ਛੋਟੀ ਜੀ ਐਗਜ਼ਾਮਪਲ ਦੇਤੀ ਵੀ ਇੱਕ ਜਿਹੜਾ ਮੈਂਬਰ ਪਾਰਲੀਮੈਂਟ ਆ ਸਾਡਾ, MLA ਸਾਡਾ ਵਿਧਾਨਕਾਰ ਹੈ, ਉਹਦੇ ਕਿਸੇ ਕਾਗਜ਼ ਤੇ ਤੁਸੀਂ ਦੱਸੋ ਆਪਣੇ ਜੀਵਨ ਚ ਕਿਸੇ ਕਾਗਜ਼ ਤੇ ਸਾਈਨ ਕਰਾਇਆ ਕਦੇ? ਕਿਸੇ ਕਾਗਜ਼ ਤੇ ਸਾਈਨ ਹੁੰਦੇ ਨੇ? ਕੋਈ ਉਹ ਜਾ ਕੇ ਗਲੀ ਬਣਾ ਸਕਦਾ ਕਿਸੇ ਪਿੰਡ ਦੀ, ਕਿਸੇ ਸ਼ਹਿਰ ਦੀ ਉਹ ਨਾਲੀ ਬਣਾ ਸਕਦਾ? ਜਾਂ ਉਹ ਕਿਤੇ ਉਹਦਾ ਦਫ਼ਤਰ ਹੈਗਾ? ਉਹਦਾ ਦਫ਼ਤਰ ਹੈ ਵਿਧਾਨ ਸਭਾ ਚ, ਉਹਨੂੰ ਉੱਥੇ ਤੱਕ ਨੇ ਬੋਲਣਾ। ਗੱਲ ਤਾਂ ਇਹ ਆ ਵੀ ਜਿਹੜੇ ਕੰਮ ਕਰਨੇ ਨੇ, ਕੰਮ ਕਰਨਾ ਸਾਡੇ 4 ਬੋਡੀਜ਼, ਸਾਡੀਆਂ 4 ਬੋਡੀਜ਼ ਇੰਨੀਆਂ ਬੌਣੀਆਂ ਕਰਤੀਆਂ ਅਫਸਰਸ਼ਾਹੀ ਨੇ, ਚਿੱਠੀਆਂ ਕੱਢ ਕੇ ਇਹਨਾਂ ਦੀਆਂ ਸਾਰੀਆਂ ਪਾਵਰਾਂ ਖਤਮ ਕਰਤੀਆਂ ਤੇ ਹੱਥ ਬੰਨ ਤੇ ਸਿਰਫ ਉਹ ਬੰਦੇ ਜਿਨ੍ਹਾਂ ਦੀ ਕੋਈ ਸਾਡੀ ਮੈਨੇਜਮੈਂਟ 'ਚ ਦਖਲਅੰਦਾਜ਼ੀ ਹੋਣੀ ਨਹੀਂ ਚਾਹੀਦੀ, ਉਹ ਬੰਦੇ ਆ ਕੇ ਇੱਥੇ ਦਖਲਅੰਦਾਜ਼ੀ ਕਰ ਰਹੇ ਨੇ। ਉਹ ਬੰਦੇ ਉਹਨਾਂ ਨੇ ਸਾਡੀ ਹੈਲਪ ਕਰਨੀ ਹੈ, ਸਾਡਾ ਸਹਿਯੋਗ ਦੇਣਾ ਵੀ ਸਾਨੂੰ ਦੱਸਣਾ ਇੱਥੇ ਕਮੀ ਹੈ ਜੀ, ਆਹ ਸਾਡੇ MLA ਸਾਹਿਬ ਹੱਲ ਕਰਾ ਕੇ ਦੇਣਗੇ, ਸਾਡੇ ਉੱਪਰਲੇ ਲੈਵਲ ਤੇ ਸਾਡੀ ਪਹੁੰਚ ਨਹੀਂ ਹੈਗੀ ਰਜਿਸਟਰਾਰ ਤੱਕ, ਸਾਡੀਆਂ ਦਾ ਕੰਮ ਹੈ, ਉਹਨਾਂ ਨੇ ਹੱਲ ਕਰਕੇ ਦੇਣਾ। ਜਿਹੜੀ ਤੁਹਾਡੀ ਇਹ ਲੋਨ ਵਾਲੀ ਗੱਲ ਤੁਸੀਂ ਕੀਤੀ, ਇਹਦੇ ਨਾਲ ਜੁੜਦਾ ਕੁਐਸਚਨ ਹੈ ਵੀ ਜਿਵੇਂ ਕਿਸਾਨਾਂ ਦੇ ਉੱਤੇ ਬਹੁਤ ਜ਼ਿਆਦਾ ਲੋਨ ਆ, ਕਰਜ਼ੇ ਦੀ ਗੱਲ ਅਕਸਰ ਇਸ਼ੂ ਉੱਠਦਾ ਵੀ ਕਿਸਾਨ ਕਰਜ਼ਈ ਨੇ। ਜੇ ਗਵਰਨਮੈਂਟ ਮਤਲਬ ਇਹ ਸੁਸਾਇਟੀ ਨੂੰ, ਕੋਆਪਰੇਟਿਵ ਨੂੰ ਵਧੀਆ ਸਟੇਬਲ ਕਰ ਲਵੇ, ਜਾਂ ਆਪਣੀਆਂ ਕੋਆਪਰੇਟਿਵ ਬੈਂਕਾਂ ਹੈਗੀਆਂ ਤੇ ਉਹ ਸਾਰੇ ਬੈਂਕਾਂ ਦਾ ਲੋਨ ਜਿਹੜਾ ਇਹਦੇ ਟ੍ਰਾਂਸਫਰ ਕਰ ਦੇਵੇ, ਵੀ ਸਾਰੇ ਕਿਸਾਨਾਂ ਦਾ ਲੋਨ ਹੁਣ ਕੋਆਪਰੇਟਿਵ ਬੈਂਕ ਤੇ ਟ੍ਰਾਂਸਫਰ ਕਰਦੇ ਆ ਅਸੀਂ 30 ਸਾਲੀ, ਮਤਲਬ 10 ਸਾਲ 20 ਸਾਲ 30 ਸਾਲ 50 ਸਾਲ ਤੱਕ ਟਰਮ ਦੇ ਦੀ। ਉਹਨਾਂ ਦਾ ਇੰਟਰਸਟ ਬੇਸ਼ੱਕ ਨਹੀਂ ਵੀ ਲੈਂਦੇ, ਕਿਉਂਕਿ ਜਦੋਂ ਕੋਆਪਰੇਟਿਵ ਆਪਦੀ ਬੈਂਕ ਆ ਗਈ ਤਾਂ ਅਸੀਂ ਚਲੋ ਉਧਰ ਰਿਲੈਕਸੇਸ਼ਨ ਦੇ ਸਕਦੇ ਹਾਂ। ਤਾਂ ਉਹ ਛਮਾਹੀ ਕਿਸ਼ਤ ਦੇ ਕੇ ਉਹ ਜਿਹੜੀ ਵਿਚਾਰੇ ਫਾਹੇ ਲੈ ਰਹੇ ਨੇ, ਜਾਂ ਇੰਨੇ ਕਰਜ਼ਈ ਹੋ ਕੇ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਹੈਗੀ ਜਾਨ ਤੇ ਬਣੀ ਹੋਈ ਹੈ, ਜਾਂ ਜ਼ਮੀਨਾਂ ਉਹਨਾਂ ਦੀਆਂ ਵਿਕ ਰਹੀਆਂ ਨੇ, ਉਹਦਾ ਹੱਲ ਸੁਸਾਇਟੀ ਇਧਰੋਂ ਵੀ ਕਰ ਸਕਦੀ ਹੈ। ਕਿਉਂਕਿ 6 ਮਹੀਨਿਆਂ ਬਾਅਦ ਫਸਲ ਵੇਚਣੀ ਹੈ, ਲੈਣ ਦੇਣ ਕਿਸਾਨ ਦਾ ਹੁੰਦਾ ਹੈ, ਤੇ ਛਮਾਹੀ ਕਿਸ਼ਤ ਕਿਸਾਨ ਦੇ ਹੀ ਜਾਊਗਾ। ਤਾਂ ਉਹ ਜਿਹੜੀ ਉਹਦੀ ਤਤਕਾਲ ਜਿਹੜੀ ਭੁਗਤਾਨ ਵਾਲੀ ਸਮੱਸਿਆ ਵੀ ਹੁਣੇ ਕਰਜ਼ਾ ਦੇਣਾ ਹੈ ਜਾਂ ਥੋੜੇ ਸਮੇਂ ਦਾ ਵਿਚਾਰੇ ਨੂੰ ਕੋਈ ਰਾਹ ਨਹੀਂ ਮਿਲ ਰਿਹਾ, ਉਹਨੂੰ ਜਦੋਂ 10 ਸਾਲ ਤੋਂ ਲੈ ਕੇ 50 ਸਾਲ ਦੀ ਟਰਮ ਮਿਲ ਗਈ, ਉਹਦਾ ਇੱਕ ਰਿਲੇਸ਼ਨ ਆ ਸੁਸਾਇਟੀ ਨਾਲ, ਤੇ ਉਹ ਕਮਾਊਗਾ ਵੀ ਤੇ ਥੋੜੇ ਇਨਵੈਸਟਮੈਂਟ 6 ਮਹੀਨੇ ਬਾਅਦ ਉਹ ਹੱਲ ਵੀ ਹੋ ਸਕਦਾ ਹੈ। ਹਾਂ ਬਿਲਕੁਲ। ਦੇਖੋ ਇਹ ਸਵਾਲ ਜਿਹੜਾ ਤੁਸੀਂ ਕੀਤਾ ਬਹੁਤ ਵੱਡਾ ਸਵਾਲ ਹੈ, ਆਪਾਂ ਇੰਨੀ ਛੇਤੀ ਦਾ ਜਵਾਬ ਨਹੀਂ ਦੇ ਸਕਦੇ, ਇਹ ਹੋ ਨਹੀਂ ਸਕਦਾ ਜੀ, ਕਿਉਂਕਿ ਉਹ ਜਿਹੜਾ ਉਹ ਬਹੁਤ ਜ਼ਿਆਦਾ ਕਰਜ਼ਾ ਹੈ, ਔਰ ਬਿਨਾਂ ਗੱਲ ਤੋਂ ਪੈਸੇ ਲੈ ਕੇ ਮੈਨੇਜਰਾਂ ਨੇ ਸੈਟਿੰਗਾਂ ਕਰਕੇ ਸਿਸਟਮ ਕਰਕੇ ਕਰਜ਼ੇ ਦਿੱਤੇ ਹੋਏ ਨੇ, ਔਰ ਬਹੁਤ ਕਈ ਕਰਜ਼ੇ ਲਏ, ਕਿਸੇ 80% ਕਰਜ਼ੇ ਉਹ ਨੇ ਸਾਡੇ ਜਿਹੜੇ ਲਏ ਕਿਸੇ ਕੰਮ ਵਾਸਤੇ ਨੇ, ਵਰਤੇ ਕਿਤੇ ਨੇ। ਇਹ ਸਾਡੀ ਫੇਲੀਅਰ ਦਾ ਕਾਰਨ, ਸਾਡੇ ਪੰਜਾਬ ਦਾ ਮੇਨ ਫੇਲੀਅਰ ਦਾ ਕਾਰਨ ਇਹ ਹੈ। ਅਸੀਂ ਚਾਹੇ ਜੋ ਮਰਜ਼ੀ ਕਹੀ ਜਾਈਏ, ਅੱਜ ਅਸੀਂ ਲਿਆ ਕਰਜ਼ਾ ਟਰੈਕਟਰ ਲੈਣ ਵਾਸਤੇ ਆ, ਟਰੈਕਟਰ ਅਸੀਂ ਮਹੀਨੇ ਬਾਅਦ ਵੇਚਦਾ, ਵਿਆਹ ਕਰਦਾ, ਠੀਕ ਆ, ਤੇ ਅਸੀਂ ਲਿਆ ਕਰਜ਼ਾ ਕਿਸੇ ਹੋਰ ਕੰਮ ਵਾਸਤੇ ਆ, ਵਰਤ ਲਿਆ ਹੋਰ ਮੱਝਾਂ ਵਾਸਤੇ, ਮੱਝਾਂ ਲਈਆਂ ਨਹੀਂ, ਕਰਜ਼ਾ ਹੋਰ ਪਾਸੇ ਲੈ ਲਿਆ। ਬਸ ਕਿਸਾਨ ਆ ਜਿਹੜਾ ਕਰਜ਼ਾ ਲੈਂਦਾ, ਮਜਬੂਰੀ ਬਸ ਲੈਂਦਾ। ਗੱਲ ਇਹ ਵੀ ਜੋ ਹੁਣ ਹੋ ਗਿਆ ਉਹ ਤਾਂ ਹੋ ਗਿਆ, ਉਹਦੀ ਰਿਲੀਫ ਕਿਵੇਂ ਦੇਣੀ ਹੈ ਸਰਕਾਰ ਸੋਚੇ, ਪਰ ਅੱਗੇ ਵਾਸਤੇ ਅਸੀਂ ਇਸ ਚੀਜ਼ ਨੂੰ ਕਿਵੇਂ ਸੁਚਾਰੂ ਢੰਗ ਨਾਲ ਚਲਾ ਸਕਦੇ ਹਾਂ, ਕਿਵੇਂ ਕਿਸਾਨੀ ਨੂੰ ਬਚਾ ਸਕਦੇ ਹਾਂ, ਜਿੰਨਾ ਵੀ ਆਪਣੇ ਪੱਧਰ ਤੇ ਕਰ ਸਕੀਏ, ਜਿੰਨਾ ਵੀ ਆਪਣੇ ਪੱਧਰ ਤੇ ਅਸੀਂ ਕਰ ਸਕੀਏ। ਇੱਕ ਆਖਰੀ ਸਵਾਲ ਲੈ ਲੈਣੇ ਅਸੀਂ ਵਾਲੀਆ ਸਾਹਿਬ ਤੋਂ। ਵਾਲੀਆ ਸਾਹਿਬ ਤੁਸੀਂ ਸਵਾਲ ਹੈ ਤੁਹਾਡਾ?
ਹਾਂਜੀ ਮੈਂ ਇਹ ਸਾਰੀ ਡਿਸਕਸ਼ਨ ਸੁਣ ਰਿਹਾ ਸੀਗਾ, ਉਹਦੇ ਵਿੱਚ ਨਾ ਮੇਰੇ 2-3 ਪੁਆਇੰਟ ਹੈਗੇ ਜੀ ਜੋ ਮੈਨੂੰ ਲੱਗਦਾ ਵੀ ਮੈਂ ਚੋ ਗੇਜ ਕੀਤੇ ਆ ਪੂਰੀ ਡਿਸਕਸ਼ਨ ਚੋਂ। ਲਾਸਟ ਆਵਲਾ ਜਿਹੜਾ ਡਿਸਕਸ਼ਨ ਭਾਜੀ ਕਰ ਰਹੇ ਸੀਗੇ, ਮੈਂ ਉਹਦੇ ਤੇ ਹੀ ਅਗਰ ਬੋਲਾਂ, ਦੇਖੋ ਜਦੋਂ ਆਪਾਂ ਸੁਸਾਇਟੀ ਦੀ, ਜੋ ਮੈਂ ਸਮਝ ਪਾਇਆ ਸੁਸਾਇਟੀ ਦੀ ਆਪਾਂ ਗੱਲ ਕਰਦੇ ਹਾਂ, ਜਿਵੇਂ ਕੁਐਸਚਨ ਕੀਤਾ ਗਿਆ ਵੀ ਆਪਾਂ ਇਹਨੂੰ ਐਜ਼ ਏ ਬੈਂਕ ਦੇ ਤੌਰ ਤੇ ਸਾਰਾ ਕੁਝ ਕਰੀਏ। ਮੈਂ ਖੁਦ ਆਪਣੀ ਆਰਗੇਨਾਈਜੇਸ਼ਨ ਚਲਾਉਣਾ, ਮਤਲਬ ਮੇਰੀ ਆਈਟੀ ਦੀ ਆਰਗੇਨਾਈਜੇਸ਼ਨ ਹੈ। ਕਿਸੇ ਵੀ ਆਰਗੇਨਾਈਜੇਸ਼ਨ ਨੂੰ ਚਲਾਉਣ ਲਈ ਨਾ 2 ਚੀਜ਼ਾਂ ਬਹੁਤ ਇੰਪੋਰਟੈਂਟ ਹੈਗੀਆਂ। ਉਹ ਕਿਹੜੀਆਂ ਹੈਗੀਆਂ? ਉਹ ਇਹ ਹੈਗਾ ਵੀ ਕਿਹੜੇ ਕਿਹੜੇ ਕੰਮ ਆਪਾਂ ਕਰ ਸਕਦੇ ਹਾਂ ਜਿਹਦੇ ਵਿੱਚੋਂ ਪ੍ਰੋਫਿਟੇਬਿਲਿਟੀ ਨਿਕਲ ਕੇ ਆ ਸਕਦੀ ਹੈ, ਸੋ ਸਾਨੂੰ ਸਸਟੇਨੇਬਿਲਿਟੀ ਦੀ ਇਸ਼ੂ ਨਾ ਆਵੇ ਕਦੀ ਵੀ। ਠੀਕ ਹੈ, ਸੁਸਾਇਟੀ ਦੇ ਵਿੱਚ ਆਪਾਂ 1 ਜਾਂ 2 ਕੰਮ ਜਿਹੜੇ ਆਲਰੇਡੀ ਕਰ ਰਹੇ, ਜਿਵੇਂ ਭਾਜੀ ਨੇ ਦੱਸਿਆ ਵੀ ਆਪਾਂ ਕਰਿਆਨਾ ਸ਼ਾਪ ਵੀ ਚੱਲ ਰਹੀਆਂ ਉਹਦੇ ਵਿੱਚ, ਰਾਈਟ, ਆਪਾਂ ਲੋਨ ਵੀ ਦੇ ਰਹੇ ਹਾਂ ਉਹਦੇ ਵਿੱਚ, ਆਪਾਂ ਘੱਟ ਇੰਟਰਸਟ ਦੇ ਉੱਪਰ ਲੋਨ ਦੇ ਕੇ ਉੱਤੋਂ ਸਾਨੂੰ ਆ ਰਿਹਾ। ਤਾਂ ਇਹਦਾ ਮਤਲਬ ਪਹਿਲਾਂ ਤਾਂ ਲਿਸਟ ਆਊਟ ਕਰਨੀਆਂ ਉਹ ਚੀਜ਼ਾਂ ਬਹੁਤ ਜ਼ਰੂਰੀ ਹੈਗੀਆਂ ਜਿਹੜੀਆਂ ਆਪਾਂ ਦੇ ਸਕਦੇ ਹਾਂ ਲੋਕਾਂ ਨੂੰ ਐਜ਼ ਏ ਉਹਦਾ ਪ੍ਰੋਫਿਟ ਸਾਨੂੰ ਆਵੇ ਤੇ ਇਹ ਸੁਸਾਇਟੀ ਚੱਲਦੀ ਰਹੇ। ਦੂਸਰਾ ਜਿਹੜਾ ਪੁਆਇੰਟ ਮੈਨੂੰ ਸਮਝ ਆਇਆ ਜਿਹਦੇ ਵਿੱਚ ਇੰਟਰਫੀਰੈਂਸ ਆਫ ਪੋਲੀਟੀਕਲ ਕਲਾਸ ਔਰ ਜਿਹੜੀ ਸਾਨੂੰ ਅਫਸਰਸ਼ਾਹੀ ਸਪੋਰਟ ਨਹੀਂ ਕਰਦੀ, ਰਾਈਟ, ਉਹਦੇ ਲਈ ਮੈਨੂੰ ਸਭ ਤੋਂ ਵੱਡਾ ਇਸ਼ੂ ਲੱਗ ਰਿਹਾ ਹੈ ਵੀ ਅਨੇਬਲਮੈਂਟ ਆਫ ਪੀਪਲ। ਅਨੇਬਲਮੈਂਟ ਦਾ ਮਤਲਬ ਇਹ ਹੈ ਲੋਕਾਂ ਨੂੰ ਆਪਣੇ ਰਾਈਟਸ ਬਾਰੇ ਪਤਾ ਹੀ ਨਹੀਂ ਹੈ। ਜੇ ਰਾਈਟਸ ਬਾਰੇ ਆਪਾਂ ਪਤਾ, ਹੁਣ ਜਿਵੇਂ ਭਾਜੀ, ਮੈਂ ਫਰੈਂਕਲੀ ਮੈਂ ਨਾਮ ਭੁੱਲ ਰਿਹਾ, ਬਲਬੀਰ ਸਿੰਘ ਜੀ ਆਈ ਥਿੰਕ, ਰਾਈਟ, ਇਹ ਭਾਜੀ ਜਿਵੇਂ ਹਾਂਜੀ ਬਲਜੀਤ ਸਿੰਘ ਜੀ, ਸੌਰੀ। ਤੋ ਇਹ ਜਿਵੇਂ ਦੱਸ ਰਿਹਾ ਨਾ, ਇਹ ਤਾਂ ਐਨਸਾਈਕਲੋਪੀਡੀਆ ਹੈ ਸਾਡੇ ਲਈ। ਅਗਰ ਆਪਾਂ ਇਹੀ ਸਾਰੀਆਂ ਚੀਜ਼ਾਂ ਇਹਨਾਂ ਦੀਆਂ ਸੋਸ਼ਲ ਮੀਡੀਆ ਔਰ ਅਦਰਵਾਈਜ਼ ਜਾ ਕੇ ਇਹ ਦੱਸਣਾ ਲੋਕਾਂ ਨੂੰ ਸ਼ੁਰੂ ਕਰੀਏ, ਹਰੇਕ ਬੰਦਾ ਅਨੇਬਲ ਹੋ ਜਾਏਗਾ, ਉਹਨੂੰ ਪਤਾ ਲੱਗ ਜਾਏਗਾ ਵੀ ਯਾਰ ਮੇਰੇ ਲਈ ਜਿਹੜੀ ਕੀ ਚੀਜ਼ ਇੰਪੋਰਟੈਂਟ ਹੈ ਸਾਡੇ ਲਈ ਔਰ ਕੀ ਨਹੀਂ। ਔਰ ਅੱਜ ਜਿਸ ਸਿਚੁਏਸ਼ਨ ਦੇ ਉੱਪਰ ਪੰਜਾਬ ਖੜਿਆ ਹੋਇਆ ਹੈ, ਇਸ ਤਰ੍ਹਾਂ ਦੀ ਨੌਲੇਜ ਹੋਣਾ ਬਹੁਤ ਜ਼ਰੂਰੀ ਹੈ। ਉਹ ਇੱਕ ਸਟੈਪਿੰਗ ਸਟੋਨ ਹੋ ਜਾਏਗਾ ਵੀ ਹਾਂ ਇਸ ਤੋਂ ਅੱਗੇ ਵਧੀਏ, ਕਿਵੇਂ ਵਧੀਏ ਔਰ ਕਿਵੇਂ ਅਸੀਂ ਤੁਹਾਨੂੰ ਦੱਸ ਦਈਏ ਵੀ ਇਹ ਹੁਣ ਕੰਟੀਨਿਊ ਆਪਣੇ ਪ੍ਰੋਗਰਾਮਾਂ ਚ ਆਉਂਦੇ ਰਹਿਣਗੇ ਤੇ ਇਸ ਤਰ੍ਹਾਂ ਦੀਆਂ ਹੋਰ ਸ਼ਖਸੀਅਤਾਂ ਵੀ ਇਹ ਪੰਜਾਬ ਦੇ ਸਾਰੇ ਆਪਣੇ ਪਲੇਟਫਾਰਮ ਇਸੇ ਲਈ ਬਣਾਇਆ ਗਿਆ ਜੀ। ਅਸੀਂ ਇਹੀ ਡਿਸਾਈਡ ਕੀਤਾ ਕਿ ਹੁਣ ਜਿਹੜਾ ਅਸੀਂ ਟੌਪਿਕ ਚੁਣ ਲਿਆ ਇਹ ਵਾਲਾ ਕੋਆਪਰੇਟਿਵ ਸੁਸਾਇਟੀ ਦਾ, ਅਸੀਂ ਇਹਨੂੰ ਹੀ ਲੈ ਕੇ ਪੂਰੀ 360 ਡਿਗਰੀ ਵਿਊ ਅਸੀਂ ਲੈ ਕੇ ਚਲਾਵਾਂਗੇ। ਆਪਾਂ ਹਰ ਐਤਵਾਰ ਜਿਹੜਾ ਸਵੇਰੇ 7 ਵਜੇ ਇਹੀ ਪ੍ਰੋਗਰਾਮ ਰੱਖਿਆ ਕਰਾਂਗੇ ਜੀ। ਥੈਂਕ ਯੂ। ਬੈਰੀ ਜੀ, ਤੁਸੀਂ ਬੈਰੀ ਜੀ ਤੁਸੀਂ ਕੁਐਸਚਨ ਪੁੱਛਣਾ ਚਾਹੁੰਦੇ ਹੋ? ਲਾਸਟ ਕੁਐਸਚਨ ਪੁੱਛਾਂਗੇ ਤੁਹਾਨੂੰ ਬੈਰੀ ਜੀ। ਹਰਮੀਤ, ਸੌਰੀ ਹਰਮੀਤ ਨਾ ਮੈਂ ਇਸ ਗਰੁੱਪ ਦੀ ਮੈਂਬਰ ਹਾਂ ਥੋੜੇ ਟਾਈਮ ਤੋਂ ਜੀ। ਮੈਂ ਰਿਸਰਚ ਸਕਾਲਰ ਹਾਂ ਜੀ। ਮੈਂ ਝੋਨੇ ਦੀ ਸਸਟੇਨੇਬਲ ਕਲਟੀਵੇਸ਼ਨ ਤੇ ਕੰਮ ਕਰਦੀ ਹਾਂ ਐਂਡ ਮੇਰੀ ਇਸ PhD ਵਾਸਤੇ ਮੈਂ ਪੰਜਾਬ ਦੇ ਵੱਖਰੇ ਵੱਖਰੇ ਥਾਵਾਂ 'ਚ ਜਾ ਕੇ ਫਾਰਮਰਸ ਨਾਲ ਮੁਲਾਕਾਤ ਕੀਤੀ ਹੈ। ਮੈਂ ਆਲਮੋਸਟ 400-500 ਫਾਰਮਰ ਨਾਲ 1-on-1 ਇੰਟਰੈਕਸ਼ਨ ਕੀਤੀ ਹੈ ਜੀ ਇਸ ਟੌਪਿਕ ਤੇ। ਤੇ ਮੈਨੂੰ ਇੱਕ ਤਾਂ ਮੈਂ 2 ਗੱਲਾਂ ਕਹਿਣੀਆਂ ਚਾਹੁੰਦੀ ਹਾਂ। ਇੱਕ ਤਾਂ ਇਹ ਕਿ ਮੈਨੂੰ you can hear from my sound, I'm so ਆਵਾਜ਼ ਨਹੀਂ ਆ ਰਹੀ ਤੁਹਾਡੀ। ਹਾਂਜੀ, ਇੱਕ ਤਾਂ ਜੀ ਮੈਂ ਬਹੁਤ ਇਮੋਸ਼ਨਲ ਆ ਵੀ ਇਸ ਟੌਪਿਕ ਤੇ ਇੰਨੇ ਡੂੰਘੇ ਤਰੀਕੇ ਨਾਲ ਡਿਸਕਸ਼ਨ ਕਰਕੇ ਕੰਮ ਹੋ ਰਿਹਾ, ਇਹ ਬਹੁਤ ਖੁਸ਼ੀ ਦੀ ਗੱਲ ਹੈ। ਤੇ ਇਹ ਮੈਂ ਗੱਲ ਜ਼ਰੂਰ ਕਹਿਣਾ ਚਾਹੁੰਦੀ ਹਾਂ। ਦੂਸਰਾ ਮੈਂ ਕਹਿਣਾ ਚਾਹੁੰਦੀ ਹਾਂ ਕਿ ਜਿਹੜੀ ਲਾਸਟ ਪੁਆਇੰਟ ਹੁਣੇ ਅਮਰਜੀਤ ਜੀ ਹੁਣਾਂ ਨੇ ਮੇਰੇ ਖਿਆਲ ਰੱਖਿਆ, ਇਹ ਬਹੁਤ ਵਧੀਆ ਪੁਆਇੰਟ ਇਹਨਾਂ ਨੇ ਰੱਖੇ ਨੇ। ਇਹ 2 ਪੁਆਇੰਟ ਬਹੁਤ ਹੀ ਇੰਪੋਰਟੈਂਟ ਨੇ। ਤੀਜੀ ਚੀਜ਼ ਜਿਹੜੀ ਮੈਂ ਨਾਲ ਜੋੜਨਾ ਚਾਹੁੰਦੀ ਹਾਂ ਇਹ ਵੀ ਸਾਡੇ ਇੰਨੇ ਅਦਾਰੇ ਨੇ, ਇੰਨੀ ਰਿਸਰਚ ਕੀਤੀ ਜਾਂਦੀ ਹੈ, ਐਗਰੀਕਲਚਰ ਦੇ ਡਿਪਾਰਟਮੈਂਟ 'ਚ ਸਾਡੀਆਂ ਇੰਨੀਆਂ ਚੰਗੀਆਂ ਯੂਨੀਵਰਸਿਟੀਜ਼ ਨੇ, ਤੇ ਜਿਹੜੇ ਵੀ ਸ਼ੋਧ ਦੇ ਕੰਮ ਹੁੰਦੇ ਆ, ਜਿਹੜਾ ਵੀ ਰਿਸਰਚ ਦਾ ਕੰਮ ਹੁੰਦਾ ਹੈ, ਉਹਨੂੰ ਜੇ ਡੂੰਘਾਈ 'ਚ ਜਾ ਕੇ ਉਹਦੇ ਜਿਹੜੇ ਰਿਜ਼ਲਟਸ ਨੇ, ਜਿਹੜੇ ਉਹ 'ਚੋਂ ਆਨਸਰਸ ਨਿਕਲਦੇ ਨੇ, ਉਹਨਾਂ ਨੂੰ ਇੰਪਲੀਮੈਂਟ ਕਰਨ ਦੇ ਬਾਰੇ ਜੇ ਕੁਛ ਕੀਤਾ ਜਾਵੇ ਜਾਂ ਉਹਨੂੰ ਹਾਈਲਾਈਟ ਕੀਤਾ ਜਾਏ ਤੇ ਮੈਨੂੰ ਲੱਗਦਾ ਕਿ ਉਹ ਬਹੁਤ ਵਧੀਆ ਚੀਜ਼ ਹੋਏਗੀ। ਆਈ ਡੋਂਟ ਨੋ ਐਜ਼ ਆਫ ਨਾਓ ਕਿ ਉਹਦੇ ਰਿਸਰਚ ਦੀਆਂ ਡਿਗਰੀਆਂ ਅਸੀਂ ਲੈਂਦੇ ਹਾਂ, ਇੰਨੇ ਬੱਚੇ ਸਾਡੇ PHU ਚੋਂ ਨਿਕਲਦੇ ਆ, ਜਾਂ ਹੋਰ ਯੂਨੀਵਰਸਿਟੀਆਂ ਜਿਹੜੀਆਂ ਐਗਰੀਕਲਚਰ ਤੇ ਕੰਮ ਕਰਦੀਆਂ ਨੇ, ਉਹਨਾਂ ਦਾ ਡਿਗਰੀ ਤੋਂ ਅਲੱਗਾ ਜਿਹੜਾ ਉਹਨਾਂ ਨੇ ਕੰਮ ਕੀਤਾ ਉਹਦਾ ਰਿਜ਼ਲਟ ਕਿਤੇ ਸਾਨੂੰ ਪ੍ਰੈਕਟੀਕਲ ਲਾਈਫ 'ਚ ਵੇਖਣ 'ਚ ਕਿੰਨਾ ਕੁ ਮਿਲਦਾ ਹੈ। ਸੋ ਜੇ ਸਰ ਤੁਸੀਂ ਕੋਆਪਰੇਟਿਵਸ ਤੇ ਅਸੀਂ ਹੋਰ ਰਿਸਰਚ ਕਰ ਸਕਦੇ ਹਾਂ, I would be keen on working on this. I'm still pursuing my PhD. I think ਮੇਰਾ ਲਾਸਟ ਹੀ ਠੀਕ ਹੈ। ਬਿਲਕੁਲ ਇਸੇ ਵਾਸਤੇ ਮੈਨੂੰ ਇਹ ਪਲੇਟਫਾਰਮ ਬਣਾਇਆ ਗਿਆ ਵੀ 13,000 ਪਿੰਡਾਂ ਨੂੰ ਅਸੀਂ ਇਕੱਠੇ ਕਿਵੇਂ ਕਰਨਾ, ਉਹਦੇ 'ਚ ਜਿਹੜਾ ਪੋਟੈਂਸ਼ੀਅਲ ਆ, ਜਿਹੜਾ ਸਾਡੇ ਕੋਲ ਪੰਜਾਬ ਜਿੰਨੀ ਐਨਰਜੀ ਹੈਗੀ ਆ, ਉਹ ਬਜਾਏ ਕਿ ਗਲਤ ਪਾਸੇ ਅਸੀਂ ਜਾਈਏ, ਅਸੀਂ ਉਹਨੂੰ ਸਹੀ ਪਾਸੇ ਲਾਈਏ ਵੀ ਆਪਦੀ ਆਰਥਿਕਤਾ ਨੂੰ, ਆਪਦੀ ਇਕੋਨਮੀ, ਆਪਦੀ ਐਜੂਕੇਸ਼ਨ ਦੇ ਨਾਲ ਸਾਡਾ ਜਿਹੜਾ ਹੈਗਾ ਜੋ ਢਾਂਚਾ ਅਸੀਂ ਸਹੀ ਕਰੀਏ, ਇੰਪਰੂਵ ਕਰੀਏ।
ਜੀ 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 ਬਿਲਕੁਲ ਬਿਲਕੁਲ ਸੋ ਗੁਰਮੀਤ ਜੀ ਤੁਸੀਂ ਇਹੀ ਜਿਹੜੀਆਂ ਸਾਡਾ ਡਿਸਕਸ਼ਨ ਪੂਰਾ ਕਰਦੇ ਹੋ, ਮਕਸਦ ਹੈ। ਜੇ ਤੁਸੀਂ ਹਾਂਜੀ ਇਹ ਰਿਸਰਚ ਵਾਲਾ ਫੀਲਡ ਵਿੱਚ ਲੈ ਕੇ ਆ ਸਕੋ ਜਾਂ ਕੋਈ ਫੋਰਮ ਹੈ ਜੋ ਕ੍ਰੀਏਟ ਕੀਤਾ ਜਾ ਸਕੇ ਤਾਂ ਕਿ ਅਸੀਂ ਫਾਰਮਰਸ ਨੂੰ ਨਹੀਂ ਹੋਰ ਐਕਚੁਅਲੀ ਅਵੇਅਰ ਕਰ ਸਕੀਏ। ਅਸੀਂ ਇਹੀ ਸੋਚ ਰਹੇ ਹਾਂ ਕਿ ਅੱਗੇ ਆਉਣ ਵਾਲੇ ਟਾਈਮ 'ਚ ਨਾ ਹੁਣੇ ਆਈ ਥਿੰਕ ਇਟ ਵਿਲ ਸਟਾਰਟ ਵੈਰੀ ਸੂਨ ਕਿ ਅਸੀਂ ਜੀ ਇੱਕ ਵੱਖਰੇ ਪੇਜ ਹੀ ਨਾ missionGramSabha.com ਤੁਸੀਂ ਇਹ ਸਾਡੀ ਵੈਬਸਾਈਟ ਹੈਗੀ ਹੈ, ਇਹਦੇ ਜੀ ਉੱਪਰ ਅਸੀਂ ਸਿਰਫ ਕੋਆਪਰੇਟਿਵ ਦੇ ਉੱਪਰ ਹੀ ਅਸੀਂ ਇੱਕ ਫਰੇਮਵਰਕ ਬਣਾ ਕੇ ਨਾ ਅਸੀਂ ਸਿਰਫ ਉਹਦੇ ਉੱਪਰ ਹੀ ਰਿਸਰਚ ਮਤਲਬ ਵੀ ਆਰ ਨਾਟ ਇੰਟੈਲੈਕਚੁਅਲ, ਵੀ ਆਰ ਨਾਟ ਅਸੀਂ ਆਪਣੇ ਨੂੰ ਇਹਦੇ ਵਿੱਚ ਮਾਹਿਰ ਨਹੀਂ ਸਮਝਦੇ, ਲੇਕਿਨ ਸਾਨੂੰ ਚਾਹੀਦੇ ਨੇ ਬਲਜੀਤ ਜੀ ਵਰਗੇ ਬੰਦੇ ਜਾਂ ਗੁਰਦੇਵ ਜੀ ਵਰਗੇ ਜਾਂ ਬੂਟਾ ਸਿੰਘ ਜੀ ਵਰਗੇ ਜਾਂ ਤੁਹਾਡੇ ਵਰਗੇ ਜੀ ਬੰਦੇ ਸਾਨੂੰ ਚਾਹੀਦੇ ਨੇ ਸੋ ਦੈਟ ਵੀ ਕੈਨ ਕੰਗਰੀਗੇਟ ਆਲ ਦ ਨੌਲੇਜ ਇਨਟੂ ਵਨ ਪਲੇਸ। ਸਾਨੂੰ ਇਹ ਚਾਹੀਦਾ ਹੈ ਕਿ ਸਾਨੂੰ ਬਿਕੋਜ਼ ਸਾਨੂੰ ਸਾਡੇ ਕੋਲ ਕੀ ਹੈ ਕਿ ਨਾ ਹਾਲੇ ਇਸ ਵੇਲੇ ਕੋਈ ਵੀ ਇਹੋ ਜਿਹਾ ਪਲੇਟਫਾਰਮ ਨਹੀਂ ਹੈ ਜਿੱਥੇ ਇਨਫੋਰਮੇਸ਼ਨ ਇੱਕ ਜਗ੍ਹਾ ਤੇ ਕੰਸੋਲੀਡੇਟ ਹੋਵੇ। ਅਸੀਂ WhatsApp ਗਰੁੱਪ ਤੇ ਬਹੁਤ ਜ਼ਿਆਦਾ ਚਰਚਾ ਕਰਦੇ ਹਾਂ, ਅਸੀਂ Facebook ਤੇ ਬਹੁਤ ਚਰਚਾ ਕਰਦੇ ਹਾਂ। ਪਰਮਜੀਤ ਜੀ ਪਿਛਲੇ ਕਈ ਸਾਲਾਂ ਤੋਂ ਇਹ ਕੋਆਪਰੇਟਿਵ ਤੇ ਫੂਡ ਪ੍ਰੋਸੈਸਿੰਗ ਦੇ ਉੱਪਰ ਇਹ ਕੰਮ ਕਰ ਰਹੇ ਨੇ, ਕਈ ਲੋਕਾਂ ਨੂੰ ਜਾਣਦੇ ਨੇ, ਲੇਕਿਨ ਇਹ ਚੀਜ਼ ਕੰਸੋਲੀਡੇਟ ਨਹੀਂ ਹੋਈ ਹੈ। ਅਸੀਂ ਇਹ ਨਾਨ ਪ੍ਰੋਫਿਟ ਨੋ ਗੇਨ ਨੋ ਲਾਸ ਅਸੀਂ ਉਸ ਮਕਸਦ ਨਾਲ ਅਸੀਂ ਵੈਬਸਾਈਟ ਦੇ ਉੱਪਰ ਹੀ ਡਿਕਲੇਅਰ ਕੀਤਾ ਹੋਇਆ ਕਿ ਦੈਟ ਯੂ ਨੋ ਇਟ ਵਿਲ ਬੀ ਫ੍ਰੀ ਐਜ਼ ਅ ਲੰਗਰ। ਜਿਸ ਤਰ੍ਹਾਂ ਅਸੀਂ ਲੰਗਰ ਦੇਨੇ ਆ, ਅਸੀਂ ਗੁਰਦੁਆਰੇ ਜਾ ਕੇ ਮੰਦਿਰ ਜਾ ਕੇ ਮਸਜਿਦ ਜਾ ਕੇ ਅਸੀਂ ਉਸੇ ਤਰ੍ਹਾਂ ਅਸੀਂ ਇਸ ਤਰ੍ਹਾਂ ਦਾ ਨੌਲੇਜ ਦਾ ਇੱਕ ਲੰਗਰ ਹੈਗੇ, ਜਿੰਨੇ ਇਨਫੋਰਮੇਸ਼ਨ ਲੈਣੀ ਹੈ ਉਹ ਇਸ ਵੈਬਸਾਈਟ ਤੇ ਆ ਕੇ ਲੈ ਸਕਦਾ ਹੈ। ਐਂਡ ਕਿਸੇ ਨੇ ਕਾਪੀ ਕਰਨੀ ਕਾਪੀ ਵੀ ਕਰ ਲੈ ਸਾਡੇ ਤੋਂ, ਕੋਈ ਨੋ ਇਸ਼ੂਜ਼, ਬਟ ਇਸ ਕੀ ਇਟ ਸ਼ੁਡ ਬੀ ਕਾਪੀਡ, ਇਟ ਸ਼ੁਡ ਬੀ ਕੰਸੋਲੀਡੇਟਡ ਇਨ ਵਨ ਪਲੇਸ। ਇਹ ਸਾਡਾ ਮਕਸਦ ਹੈ। ਰਾਈਟ ਸਰ, ਰਾਈਟ ਜੀ, ਥੈਂਕ ਯੂ ਸੋ ਮਚ ਜੀ, ਥੈਂਕ ਯੂ ਭਾਜੀ। ਮੈਂ ਇੱਕ ਚੀਜ਼ ਐਡ ਕਰਨਾ ਚਾਹ ਰਿਹਾ, ਅਮਰਜੀਤ ਸਿੰਘ ਵਾਲੀਆ ਬੋਲ ਰਿਹਾ। ਆਪਾਂ ਵੀ ਆਪਣਾ ਇੱਕ ਪਲੇਟਫਾਰਮ ਬਣਾਇਆ, ਮੈਂ ਪੰਜਾਬੀ ਦਾ ਵੈਬਸਾਈਟ ਹੈ, ਆਪਾਂ ਸੇਮ ਤੁਹਾਡੀ ਆ ਵਾਲੀ ਉਹ ਗਾਈਡਲਾਈਨਸ ਜੋ ਤੁਸੀਂ ਹੁਣੀ ਮੈਂਸ਼ਨ ਕੀਤੀ ਹੈ, ਸੋ ਦੈਟ ਐਵਰੀ ਇਨਫੋਰਮੇਸ਼ਨ ਸ਼ੁੱਡ ਬੀ ਅਵੇਲੇਬਲ ਫॉर ਐਵਰੀਬਾਡੀ, ਰਾਈਟ, ਉਹ ਵੀ ਆਪਾਂ ਕਰ ਰਹੇ ਹਾਂ। ਤੁਸੀਂ ਇਜਾਜ਼ਤ ਮੇਰਾ ਖਿਆਲ ਹੈ ਵਰਬਲੀ ਦੇ ਹੀ ਦਿੱਤੀ ਹੈ, ਤੁਸੀਂ ਅਗਰ ਸਾਨੂੰ ਇਜਾਜ਼ਤ ਦਓਗੇ ਆਪਾਂ ਤੁਹਾਡਾ ਇਹ ਸਾਰਾ ਲਿੰਕ ਆਪਣੇ ਪਲੇਟਫਾਰਮ ਤੇ ਪਾ ਕੇ ਵੀ ਇਹਨੂੰ ਸਪਰੈਡ ਕਰਨ ਦੀ ਕੋਸ਼ਿਸ਼ ਲੰਗਰ ਦਾ ਕਰਾਂਗੇ। ਮਤਲਬ ਇਹ ਹੁੰਦਾ ਹੈ ਕਿ ਅਸੀਂ ਕੋਈ ਵੀ ਅਸੀਂ ਇਨਫੈਕਟ ਮੈਂ ਕਈ ਸਾਰੇ ਅਸੀਂ ਵੀਡੀਓ ਬਣਾਏ ਸੀਗੇ ਗ੍ਰਾਮ ਸਭਾ ਦੇ ਉੱਪਰ ਅੱਜ ਤੋਂ 4 ਸਾਲ ਪਹਿਲੇ, ਮਤਲਬ 4 ਸਾਲ ਪਹਿਲੇ ਜਦੋਂ ਸਾਨੂੰ ਪਤਾ ਲੱਗਿਆ ਸੀ ਗ੍ਰਾਮ ਸਭਾ ਇੰਨਾ ਪਾਵਰਫੁਲ ਲਾਅ ਹੈ, ਜਿਵੇਂ ਅਸੀਂ ਕੋਆਪਰੇਟਿਵ ਲਾਅ ਦਾ ਕੋਆਪਰੇਟਿਵ ਸੋਸਾਇਟੀ ਦਾ ਲਾਅ ਦੱਸ ਰਹੇ ਨਾ ਕਿੰਨੀ ਪਾਵਰ ਹੁੰਦੀ ਹੈ, ਗ੍ਰਾਮ ਸਭਾ ਦਾ ਲਾਅ ਸੁਣ ਕੇ 4 ਸਾਲ ਪਹਿਲੇ ਮੈਂ ਹਿਲ ਗਿਆ ਸੀ ਕਿ ਇੰਨਾ ਪਾਵਰਫੁਲ ਲਾਅ ਹੋਣ ਦੇ ਬਾਵਜੂਦ ਸਾਡੇ ਪਿੰਡਾਂ ਦਾ ਵਿਕਾਸ ਨਹੀਂ ਹੋ ਰਿਹਾ। ਤੇ ਉਹ ਅਸੀਂ ਵੀਡੀਓ ਬਣਾਇਆ, ਵੀਡੀਓ ਦੇ ਵਿੱਚ ਅਸੀਂ ਡਿਕਲੇਅਰ ਕੀਤਾ ਹੈ ਕਿ ਦੈਟ ਯੂ ਨੋ ਕੋਈ ਵੀ ਕੰਟੈਂਟ ਸਾਡਾ ਲੈ ਕੇ ਅਸੀਂ ਉਹਦੇ ਵਿੱਚ URL ਵੀ ਦਿੱਤਾ ਹੋਇਆ ਹੈ ਕਿ ਤੁਸੀਂ ਇਸ ਕੰਟੈਂਟ ਤੋਂ ਲੈ ਕੇ ਆਪਣਾ ਕਾਪੀ ਕਰੋ ਐਂਡ ਨੋ ਇਸ਼ੂਜ਼, ਬਿਕੋਜ਼ ਸੀ ਮਕਸਦ ਇਹ ਹੈ ਕਿ ਇਨਫੋਰਮੇਸ਼ਨ ਪਾਉਣੀ ਚਾਹੀਦੀ ਹੈ ਐਂਡ ਕੰਜ਼ਿਊਮਰ ਕੀ ਹੈ, ਜਿਹੜਾ ਪਿੰਡ ਵਿੱਚ ਬੈਠਿਆ ਬੰਦਾ ਹੈ ਜਿਹਨੂੰ ਹਲੇ ਜਾਣਕਾਰੀ ਮਤਲਬ ਹੱਥ ਫੜਨ ਵਾਲਾ ਕੋਈ ਨਹੀਂ ਹੈ, ਮਤਲਬ ਕਿ ਹੈਗੇ ਮਤਲਬ ਸੋਸ਼ਲ ਅਦਾਰੇ ਹੈਗੇ ਜਾਂ ਹੋਰ ਅਦਾਰੇ ਹੈਗੇ, ਲੇਕਿਨ ਸਾਡਾ ਮਕਸਦ ਇਹ ਹੈ ਕਿ ਅਸੀਂ ਇੱਕ ਵਸੀਲਾ ਬਣੀਏ ਉਹਨਾਂ ਨਾਲ ਕਿ ਉਹਨਾਂ ਨੂੰ ਫੈਸਿਲਿਟੇਟ ਕਰੀਏ ਕਿ ਕਿਸ ਤਰ੍ਹਾਂ ਇਨਫੋਰਮੇਸ਼ਨ ਲੈਣੀ ਹੈ। ਐਂਡ ਦਿਸ ਇਜ਼ ਵੇਅਰ ਵੀ ਆਰ ਕੰਬਾਈਨਿੰਗ ਦ ਮਤਲਬ ਭਾਜੀ ਮੈਂ ਇੱਕ ਚੀਜ਼, ਮੈਨੂੰ ਅਗਰ ਆਪਣਾ ਤੁਸੀਂ ਨੰਬਰ ਦੇ ਦਿਓ ਮੈਂ ਤੁਹਾਡੇ ਨਾਲ ਰਾਬਤਾ ਕਨੈਕਟ ਕਰ ਲਾਂਗਾ। ਇਹ ਬਹੁਤ ਵਧੀਆ ਗੱਲ ਹੈ, ਅਨੇਬਲਮੈਂਟ ਤਾਂ ਹੀ ਹੋਏਗੀ ਜੇ ਆਪਾਂ ਕੰਟੈਂਟ ਸ਼ੇਅਰ ਕਰਦੇ ਰਵਾਂਗੇ ਲੋਕਾਂ ਨਾਲ। ਬਿਲਕੁਲ ਬਿਲਕੁਲ, ਯੂ ਆਰ ਰਾਈਟ। ਤੁਹਾਡਾ ਨੰਬਰ ਆ ਗਿਆ ਸਾਡੇ ਕੋਲ, ਆਪਣੀ ਗੱਲ ਹੋ ਚੁੱਕੀ ਹੈ, ਤੁਸੀਂ ਮੈਂ ਪੰਜਾਬੀ ਚ ਹੈਗੇ ਨਾ, ਮੈਂ ਆਪਣੀ ਗੱਲ ਉੱਥੇ ਹੋਈ ਅਸੀਂ ਆਪਾਂ ਐਕਚੁਅਲੀ ਜੁੜੇ ਹੋਏ ਆ ਢਿੱਲੋਂ ਸਾਹਿਬ ਦੇ ਰਾਹੀਂ, ਤੇ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਕਰ ਦਾਂਗੇ ਸੈਂਡ, WhatsApp ਮੈਂ ਕਰ ਦੂੰਗਾ। ਬਿਲਕੁਲ ਠੀਕ ਹੈ ਜੀ, ਬਟ ਬਿਲਕੁਲ ਐਕਚੁਅਲੀ ਗੱਲ ਕੀ ਹੈ ਵੀ ਜਿਹੜੇ ਬੰਦੇ ਐਕਸਪਰਟ ਨੇ ਉਹ ਵੀ ਸਾਡੇ ਕੋਲ ਹੈਗੇ ਨੇ, ਕੰਮ ਕਰਨ ਦੀ ਇੱਛਾ ਵੀ ਬੇਥਾਹ ਏ, ਬੱਚੇ ਭੱਜ ਕੇ ਜਾ ਰਹੇ ਨੇ ਇੱਥੋਂ ਜਦੋਂ ਉਹਨਾਂ ਨੂੰ ਐਕਸਪਲੋਰ ਜਾਂ ਬ੍ਰੇਨਸਟਾਰਮਿੰਗ ਹੋ ਜਾਂਦੀ ਆ ਤੇ ਵੀ ਕੁਝ ਆਊਟਲੈਟ ਨਹੀਂ ਮਿਲਦੀ ਵੀ ਅਸੀਂ ਕੀ ਕਰੀਏ, ਉਹ ਸਾਡੇ ਬੱਚੇ ਜਾ ਰਹੇ ਨੇ ਵਿਦੇਸ਼ਾਂ ਨੂੰ। ਤੇ ਜਦੋਂ ਅਸੀਂ ਉਹਨਾਂ ਨੂੰ ਇੱਕ ਸਹੀ ਰਸਤਾ ਦੇਵਾਂਗੇ ਤੇ ਇਹੀ એનર્ਜੀ ਇੱਥੇ ਡਿਵੈਲਪਮੈਂਟ ਵੀ ਕਰੂਗੀ। ਉਹ 13,000 ਪਿੰਡ ਕੋਈ ਬਹੁਤਾ ਹੀ ਨਹੀਂ, ਹੁਣ ਤਾਂ ਪੰਜਾਬ ਛੋਟਾ ਜਿਹਾ ਰਹਿ ਗਿਆ ਸਾਡਾ, ਅੱਗੇ ਹੁੰਦਾ ਸੀ ਬਾਹਲਾ ਵੱਡਾ, ਹੁਣ ਇਹਨੂੰ ਕਵਰ ਕਰਨਾ ਵੀ ਔਖਾ ਨਹੀਂ ਟੈਕਨੋਲੋਜੀ ਰਾਹੀਂ। ਤੇ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਤੁਹਾਡਾ ਮੈਂ ਪੰਜਾਬੀ ਗਰੁੱਪ ਬਣਿਆ ਹੋਇਆ, ਇਹ ਸਾਰੇ ਹੀ ਗਰੁੱਪ ਐਜ਼ ਏ ਟੀਮ ਇੱਕ ਪਲੇਟਫਾਰਮ ਤੇ ਆ ਕੇ ਜਦੋਂ ਕੰਟਰੀਬਿਊਟ ਕਰਨਗੇ ਤੇ ਇੱਕ ਸਾਂਝੀ ਇੱਕ ਆਪਣੀ ਬਣੂਗੀ, ਇੱਕ ਪਲੇਟਫਾਰਮ ਦੇ ਜਿਵੇਂ ਕਹਿ ਲਓ ਜਾਂ ਐਜੂਕੇਸ਼ਨ ਦਾ ਅਦਾਰਾ ਬਣੂਗਾ, ਤਾਂ ਜਿਨ੍ਹਾਂ ਨੂੰ ਲੋੜ ਆ ਉਹਨਾਂ ਤੱਕ ਅਸੀਂ ਮੋਬਾਈਲ ਦੇ ਥਰੂ ਇਹ ਚੀਜ਼ ਪਹੁੰਚਾਵਾਂਗੇ ਵੀ ਹੇਠਾਂ ਬੱਚੇ ਦੇਖਣਗੇ ਸੁਣਨਗੇ, ਤੇ ਨਾਲ ਸਾਡਾ ਇੱਕ ਜਗ੍ਹਾ ਤੇ ਸਾਰਾ ਖਜ਼ਾਨਾ ਜਮ੍ਹਾਂ ਵੀ ਹੋਊ। ਅਸੀਂ ਉਹਨੂੰ ਇੰਟਰਲਿੰਕ ਕਰਾਂਗੇ, ਜਿੰਨੇ ਵੈਬਸਾਈਟ ਦੇ ਲਿੰਕ ਆ ਜਾਂ ਕੋਈ ਚੰਗੇ ਕੰਮ ਕਰਨ ਵਾਲੇ ਅਦਾਰੇ ਸਾਡੇ, ਜਿਵੇਂ ਮਿਸ਼ਨ ਗ੍ਰਾਮ ਸਭਾ 'ਚ ਅਸੀਂ ਜਿੰਨੀਆਂ ਵੀ ਨੈਸ਼ਨਲ ਪੱਧਰ ਤੇ ਜਾਂ ਪੰਜਾਬ ਪੱਧਰ ਤੇ ਜਿਹੜੇ ਹੈਗੇ ਗਰੁੱਪ ਆ, ਅਸੀਂ ਉਹਨਾਂ ਨੂੰ ਉੱਥੇ ਕਨੈਕਟ ਕਰ ਰਹੇ ਹਾਂ ਵੀ ਕਿਸੇ ਨੂੰ ਵੀ ਜ਼ਿਆਦਾ ਲੋੜ ਆ ਡੂੰਘਾਈ ਦੀ, ਉਹਨਾਂ ਨੂੰ ਗਾਂ ਦੀ ਗਾਂ ਇੰਟਰਕਨੈਕਟ ਕਰਕੇ ਸਰਚ ਕਰਕੇ ਦੇਖ ਕੇ ਜਾ ਸਕਦੇ ਆ, ਸਾਨੂੰ ਕਮੈਂਟ ਕਰ ਸਕਦੇ ਨੇ, ਸਾਡੇ ਨਾਲ ਜੁੜ ਸਕਦੇ ਨੇ, ਸਾਨੂੰ ਸੁਜੈਸਟ ਕਰ ਸਕਦੇ ਨੇ, ਕਿਉਂਕਿ ਜਿਵੇਂ ਇਹ ਇੱਕ ਪਲੇਟਫਾਰਮ ਬਣ ਗਿਆ ਹੁਣ ਉਹਦੇ ਵਿੱਚ ਕੰਮ ਕਰਨ ਵਾਲਿਆਂ ਨੇ ਇਹਨੂੰ ਡਾਇਰੈਕਸ਼ਨ ਦੇਣੀ ਹੈ, ਉਹਨਾਂ ਨੇ ਇਹਦੇ 'ਚ ਸੁਜੈਸਟ ਕਰਨਾ ਹੈ, ਉਹਨਾਂ ਨੇ ਇਹ 'ਚ ਇੰਪਰੂਵਮੈਂਟ ਦੇ ਸੁਝਾਅ ਦੇਣੇ ਆ। ਫਿਰ ਐਸੀ ਬੋਡੀ ਜਿਵੇਂ ਢਿੱਲੋਂ ਸਾਹਿਬ ਨੇ ਕਿਹਾ ਸੀ ਵੀ ਅਸੀਂ ਉਹ ਲਿਸਟ ਬਣਾ ਕੇ ਗੌਰਮੈਂਟ ਨੂੰ ਵੀ ਦੇਵਾਂਗੇ ਵੀ ਸਾਡਾ ਜੀ ਆਹ ਢਾਂਚਾ ਇੰਨਾ ਵਧੀਆ ਹੁੰਦਾ ਹੋਇਆ ਖਰਾਬ ਹੋ ਰਿਹਾ ਤੇ ਤੁਸੀਂ ਇਹਨੂੰ ਇੰਪਰੂਵਮੈਂਟ ਵਾਸਤੇ ਇਸ ਤਰ੍ਹਾਂ ਦਾ ਫੀਡਬੈਕ ਸਾਡੀ ਜਾਊਗੀ। ਤਾਂ ਜਦੋਂ ਇੱਕ ਬਹੁਤ ਵਧੀਆ
ਟੌਪ ਟੂ ਬਾਟਮ, ਜਾਂ ਕਹਿ ਲਓ ਵੀ ਚੰਡੀਗੜ੍ਹ ਤਾਂ ਹਰ ਬੰਦਾ ਜਾ ਨਹੀਂ ਸਕਦਾ, ਇੱਕ ਪਿੰਡ ਦੀ ਪਹੁੰਚ ਚੰਡੀਗੜ੍ਹ ਤੱਕ ਹੋ ਗਈ ਤੇ ਚੰਡੀਗੜ੍ਹ ਦੀ ਆਵਾਜ਼ ਇੱਥੇ ਪਿੰਡ 'ਚ ਸੁਣਨ ਲੱਗ ਗਈ, ਤਾਂ ਇੱਕ ਜਿਹੜਾ ਹੈਗਾ ਸਾਡੇ ਦਰਵਾਜ਼ੇ ਖੁੱਲ ਜਾਣਗੇ, ਜਿਹੜੇ ਆਹ ਰੁਕਾਵਟਾਂ ਨੇ ਦੂਰ ਹੋਣਗੀਆਂ ਤੇ ਇੰਪਰੂਵਮੈਂਟ ਹੋਊਗੀ, ਕਿਉਂਕਿ ਹੁਣ ਲੋੜ ਆ ਸਮੇਂ ਦੀ। ਬਿਲਕੁਲ ਅਸੀਂ ਅਗਲੇ ਸੰਡੇ ਵੀ ਇਹ ਕੰਟੀਨਿਊ ਰੱਖਣਾ ਹੈ ਵੀ ਜਿਹੜਾ 7 ਵਜੇ ਆਪਾਂ ਜੁਆਇਨ ਕਰਾਂਗੇ ਸਾਰੇ ਜਣੇ ਜਿੰਨੇ ਹੈਗੇ ਆ, ਤਾਂ ਉਹ ਕੰਟੀਨਿਊ ਰਹੂਗੀ ਕਈ ਕਿਸ਼ਤਾਂ ਦੇ ਵਿੱਚ, ਫਿਰ ਇਹ ਚੀਜ਼ ਦਾ ਸੋਲੂਸ਼ਨ ਵੀ ਨਿਕਲੂਗਾ, ਇਹਦੇ 'ਚ ਹੋਰ ਐਕਸਪਰਟ ਵੀ ਆਉਣਗੇ, ਉਹਦੀ ਕਨਕਲੂਜਨ ਵੀ ਇਹਦੀ ਐਕਚੁਅਲੀ ਕੀ ਆ, ਇੱਕ ਬਲੇਮ ਕੰਪਲੇਂਟ ਥਿਊਰੀ ਹੈ ਵੀ ਨੁਕਸ ਕੱਢਣ ਵਾਲਾ ਤਾਂ ਹਰ ਕੋਈ ਹੈਗਾ ਪੰਜਾਬ 'ਚ, ਬਟ ਸੋਲੂਸ਼ਨ ਦੇਣ ਵਾਲੇ ਜਿਹੜੀ ਪ੍ਰੋਬਲਮ ਸੋਲਵਿੰਗ ਨੇਚਰ ਹੈ ਨਾ, ਵੀ ਪ੍ਰੋਬਲਮ ਲੱਭਣੀ ਤੇ ਫਿਰ ਉਹਨੂੰ ਸੋਲੂਸ਼ਨ ਕੀ ਆ, ਇੱਥੇ ਆ ਕੇ ਸੋਲੂਸ਼ਨ ਦੇਣ ਵਾਲੇ ਵੀ ਹੈਗੇ, ਸੋਲੂਸ਼ਨ ਦੇਣ ਵਾਲੇ ਵੀ ਹੈਗੇ, ਲੇਕਿਨ ਪ੍ਰੋਬਲਮ ਇਹ ਹੈ ਕਿ ਸੋਲੂਸ਼ਨ ਸਾਰੀ ਬਿਖਰੀ ਹੋਈ ਹੈ ਇਧਰ ਉਧਰ, ਅਸੀਂ ਉਹਨੂੰ ਕੰਸੀਡਰ ਹਾਂ ਬਿਲਕੁਲ ਠੀਕ, ਕੰਸੋਲੀਡੇਟ, ਹਾਂ ਬਿਲਕੁਲ ਠੀਕ ਤੁਸੀਂ ਕਹਿ ਰਹੇ ਹੋ। ਨਹੀਂ ਇਸੀ ਕਰਕੇ ਆਈ ਥਿੰਕ ਸਾਡਾ ਮੁਹਾਲੀ ਦੇ ਵਿੱਚ ਆਪਾਂ ਹੈਗੇ ਆ, ਸੋ ਸਾਡੇ ਲਈ ਚੰਡੀਗੜ੍ਹ ਬਹੁਤ ਨਜ਼ਦੀਕ ਹੈ, ਆਪਾਂ ਤਾਂ ਈਵਨ ਇਹ ਕਰ ਸਕਦੇ ਹਾਂ ਵੀ ਆਪਾਂ ਬੈਕਐਂਡ ਦੇ ਉੱਪਰ ਸਾਰਿਆਂ ਨੂੰ ਸਪੋਰਟ ਦੇ ਕੇ ਵੀ ਅਗਰ ਕੁਝ ਵੀ ਲੋਕਲ ਉੱਥੇ ਸਪੋਰਟ ਚਾਹੀਦੀ ਉਹ ਆਪਾਂ ਮੋਰੀ ਬਣ ਸਕਦੇ ਹਾਂ, ਕੋਈ ਪ੍ਰੋਬਲਮ ਨਹੀਂ ਹੈ ਸਾਨੂੰ। ਬਿਲਕੁਲ, ਤੁਹਾਨੂੰ ਚੰਡੀਗੜ੍ਹ ਜਿਹੜਾ ਨੇੜੇ ਹੈ, ਬਾਕੀ ਤੁਹਾਡੀ ਉੱਥੇ ਫੀਡਬੈਕ ਆਰਾਮ ਨਾਲ ਤੁਹਾਡੇ ਵੱਲੋਂ ਪ੍ਰੋਸੈਸ ਹੋ ਸਕਦੀ ਹੈ, ਕੋਈ ਵੀ ਚੀਜ਼ ਜਾਂ ਤੁਸੀਂ ਜਿਹੜਾ ਬਿਲਕੁਲ ਠੀਕ ਹੈ। ਹਾਂਜੀ ਤੇ ਬਹੁਤ ਵਧੀਆ, ਇਨਫੈਕਟ ਬਹੁਤ ਵਧੀਆ ਸੈਸ਼ਨ ਰਿਹਾ ਸਾਡਾ, ਇੰਟਰੈਕਸ਼ਨ ਰਹੀ ਹੈ। ਹਾਂਜੀ, ਇੱਕ ਦੋ ਸਵਾਲ ਰਮਨ ਜੀ ਹੈਗੇ ਨੇ, ਸ਼ੀਨਾ ਮੈਡਮ ਦਾ ਤੇ ਹਰਮੀਤ ਮੈਡਮ ਦਾ। ਹਾਂਜੀ ਪੁੱਛੋ ਜੀ, ਹਰਮੀਤ ਜੀ ਤੁਸੀਂ ਪੁੱਛੋ। Say thank you to everybody, and we'll discuss in detail later, Paramjeet and Ramanpal. And welcome Pervi ji. The kind of research she's doing is amazing. Not many people do that, but PAU da P ek structure हैगा. We have to get those people also. जिਵੇਂ हर चीज़ ਦੇ systems ਬਣੇ ਹੋਏ हैं, structure हैगा, पर वो है कि भी is it working everywhere on ground, you know. So chalo, thanks, Sasikal, thank you Amarjeet Paji, you know, everybody, good job, thanks. ਧੰਨਵਾਦ ਸ਼ੀਨਾ ਜੀ, ਤੁਸੀਂ ਜੁਆਇਨ ਕੀਤਾ, ਐਂਡ ਇਨਫੈਕਟ ਸਾਰਿਆਂ ਨੂੰ ਧੰਨਵਾਦ ਜਿਹੜਾ ਤੁਸੀਂ ਸਾਰਿਆਂ ਨੇ ਜੁਆਇਨ ਕੀਤਾ। ਹਰਮੀਤ ਜੀ ਤੁਸੀਂ ਇੱਕ ਸਵਾਲ ਪੁੱਛ ਲਓ, ਲਾਸਟ ਆਪਣੇ ਕਮੈਂਟਸ ਕੋਈ ਹੈਗੇ ਤੁਸੀਂ ਦੇ ਦਿਓ। ਸਰ ਮੇਰਾ ਪੁਆਇੰਟ ਇਹੀ ਹੈ ਕਿ ਇਸ ਜਿਹੜਾ ਵੀ ਤੁਸੀਂ ਇਹ ਪ੍ਰੋਜੈਕਟ ਕਰ ਰਹੇ ਹੋ, ਮੈਨੂੰ ਜ਼ਿਆਦਾ ਜਾਣਕਾਰੀ ਨਹੀਂ ਹੈ, ਤੁਸੀਂ ਵੈਬਸਾਈਟ ਦੱਸੀ ਹੈ, ਆਈ ਵਿਲ ਐਕਸਪਲੋਰ ਮੋਰ, ਬਟ ਮੈਂ ਡੈਫੀਨੇਟਲੀ ਚਾਹਾਂਗੀ ਕਿ ਜਿਹੜੇ ਬੱਚੇ PhDs ਕਰ ਰਹੇ ਨੇ ਜਾਂ ਰਿਸਰਚ ਸਕਾਲਰ ਹੈਗੇ ਨੇ, ਉਹਨਾਂ 'ਚ ਦੇਖੋ એનર્ਜੀ ਬਹੁਤ ਹੁੰਦੀ ਹੈ, ਕਰਨਾ ਬਹੁਤ ਕੁਝ ਚਾਹੁੰਦੇ ਆ, ਬਟ ਲੈ ਦੇ ਕੇ ਮੈਂ ਆਪਣੇ ਰੀਅਲ ਐਕਸਪੀਰੀਅੰਸ ਤੋਂ ਦੱਸ ਰਹੀ ਹਾਂ ਜੀ ਕਿ ਮੁੜ ਚੁੜ ਕੇ ਉਹੀ ਕਿਹੜੇ ਟੌਪਿਕ ਮਾਰਕੀਟਿੰਗ ਦੇ ਚੱਕੇ ਜਾਂਦੇ ਨੇ, ਉਹਨਾਂ ਦੀ PhD ਕਰਕੇ ਡਿਗਰੀ ਲੈ ਕੇ ਫਿਰ ਬੱਚੇ ਬਾਹਰ ਨੂੰ ਭੱਜਦੇ ਨੇ। ਪਰ ਦੇਰ ਇਜ਼ ਲੋਟ ਆਫ ਪੋਸੀਬਿਲਿਟੀ ਕਿ ਜੇ ਅਸੀਂ ਕੋਆਪਰੇਟਿਵਸ ਤੇ, ਬਿਕੋਜ਼ ਇਹਦੇ ਨਾਲੋਂ ਵੱਡਾ ਇੱਕ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਤੁਸੀਂ ਆਪੇ ਹੀ ਸਰ ਕਿਹਾ ਹੈ ਕਿ ਤੁਸੀਂ ਹਿੱਲ ਗਏ ਸੀ 4 ਸਾਲ ਪਹਿਲੇ, ਜੇ ਤੁਸੀਂ ਇਸ ਟੌਪਿਕ ਬਾਰੇ ਜਾਣਿਆ, ਇਸ ਲਾਅ ਬਾਰੇ ਜਾਣਿਆ, ਦੀ ਫੈਕਟ ਇਜ਼ ਇਟ ਇਜ਼ ਸੋ ਐਮਪਾਵਰਿੰਗ ਟੂਲ, ਤੇ ਜੇ ਇਹਨੂੰ ਅਵੇਲੇਬਲ ਕਰਾਇਆ ਜਾਵੇ ਜਾਂ ਇਹਦੀਆਂ ਬ੍ਰਾਂਚਿਸ ਜਿਹੜੀਆਂ ਨੇ ਉਹ ਖੋਲੀਆਂ ਜਾਣ ਹੌਲੀ ਹੌਲੀ ਕਰਕੇ ਕਿ ਲੋਕੀ ਜਾਣ ਸਕਣ, ਇਹਦੇ ਨਾਲ ਜੁੜ ਸਕਣ, ਤਾਂ ਬਹੁਤ ਫਾਇਦੇਮੰਦ ਹੋਏਗਾ। ਯੂਥ ਨੂੰ ਜੋੜਨ ਲਈ PhD ਦੇ ਟੌਪਿਕ ਇਸ ਟੌਪਿਕ 'ਚ ਕਰਾਣੇ, ਜਾਂ ਜਿਹੜਾ ਇਹ 'ਤੇ ਕੰਮ ਹੋ ਚੁੱਕਿਆ, ਤੁਸੀਂ ਆਪਣੇ ਕੰਮ ਦੇ ਵਿੱਚ ਇੱਕ ਪੁਆਇੰਟ ਇਹ ਵੀ ਨੋਟ ਕਰ ਲਓ ਕਿ ਜਿਹੜੇ ਬੱਚਿਆਂ ਨੇ ਕੋਆਪਰੇਟਿਵ ਤੇ ਕੰਮ ਕੀਤਾ ਹੋਇਆ ਉਹ ਰਿਸਰਚ ਪੇਪਰਸ ਕੱਢੇ ਜਾਣ, ਉਹਨਾਂ ਨੂੰ ਵੇਖਿਆ ਜਾਵੇ, ਪੜ੍ਹਿਆ ਜਾਵੇ, ਤੇ ਉਹਦੀਆਂ ਲਰਨਿੰਗਸ ਜਿਹੜੀਆਂ ਉਹ ਇਨਕੋਰਪੋਰੇਟ ਕਰਨ ਦੀ ਜੇ ਇੱਕ ਕਵਾਇਦ ਕੀਤੀ ਜਾਵੇ, ਮੈਨੂੰ ਲੱਗਦਾ ਬਹੁਤ ਫਾਇਦੇਮੰਦ ਹੋ ਸਕਦੀ ਹੈ ਜੀ। ਬਹੁਤ ਵਧੀਆ ਜੀ, ਵੈਰੀ ਨਾਈਸ ਸਜੈਸ਼ਨ। ਹਰਮੀਤ ਜੀ ਤੁਹਾਡੇ ਜਾਣਕਾਰੀ ਵਿੱਚ ਕੋਈ ਹੈਗੇ, ਮਤਲਬ ਵਿਲ ਰੀਚ ਆਊਟ ਟੂ ਯੂ ਸੈਪਰੇਟਲੀ, ਲੇਕਿਨ ਟੂ ਸਟਾਰਟ ਆਫ ਵਿਦ ਤੁਹਾਡੇ ਕੋਲ ਕੋਈ ਜਾਣਕਾਰੀ ਵਿੱਚ ਹੈਗੇ? I'll have to look at, because I wanted to do my PhD in this topic honestly, but ਕਿਉਂਕਿ ਮੈਨੂੰ ਸਪੋਰਟ ਸਿਸਟਮ ਨਹੀਂ ਉਸ ਟਾਈਮ ਤੇ ਮਿਲ ਸਕਿਆ, then I finally chose to work in sustainable rice cultivation, ਕਿ ਉਹਦਾ ਸਕੋਪ ਕੀ ਹੈ ਜਾਂ ਫਾਰਮਰ ਦੀ ਪਰਸੈਪਸ਼ਨ ਕੀ ਹੈ। I deviated from my core thing, but ਮੈਨੂੰ ਲੱਗਦਾ ਹੈ ਕਿ ਮੇਰਾ ਜਿਸ ਤਰ੍ਹਾਂ PhD ਖਤਮ ਹੁੰਦਾ ਹੈ, then I would like to start with something in the cooperative ਲਾਈਨ ਫਰਸਟ। ਬਾਕੀ ਇਹ ਵੀ ਹੈਗਾ ਵੀ ਜਦੋਂ ਹੁਣ ਸ਼ੁਰੂਆਤ ਹੋਈ ਆ ਤਾਂ ਆਪਾਂ ਹੋਰ ਵੀ ਆਊਟਲੈਟ ਆਉਣਗੇ, ਜਿਵੇਂ ਮੈਡਮ ਨੇ ਕਿਹਾ ਸੀਗਾ, ਹਰਬੀਤ ਮੈਡਮ ਕਹਿੰਦੇ ਵੀ ਇੱਥੋਂ ਬੱਚੇ ਜਾ ਰਹੇ ਨੇ। ਮੇਰੇ ਕੋਲ ਇਹੋ ਜਿਹੇ ਵੀ 2 ਬੱਚੇ ਹੈਗੇ ਨੇ ਜਿਹੜੇ ਕਿ ਮਤਲਬ ਐਮਾਜ਼ੋਨ ਚੋਂ ਇੱਕ ਇਸੇ ਕਰਕੇ ਛੱਡ ਕੇ ਆਇਆ ਵੀ ਪੰਜਾਬ 'ਚ ਜਾ ਕੇ ਆਪਣਾ ਸ਼ੁਰੂ ਕਰਨਾ ਹੈ, ਤਾਂ ਇੱਕ ਲੜਕਾ ਜਿਹੜਾ ਹੈਗਾ ਉਹ ਇੰਗਲੈਂਡ ਤੋਂ ਪੜ੍ਹ ਕੇ ਸਾਰਾ ਕੁਛ ਕਰਕੇ ਉੱਥੇ ਕੰਪਨੀ ਦੇ ਵਿੱਚ ਚੰਗੀ ਜੌਬ ਕਰਕੇ, ਮੈਨੂੰ ਹੁਣ ਕੰਪਨੀ ਨਹੀਂ ਯਾਦ ਆ ਰਹੀ, ਤਾਂ ਉਹਨੇ ਆ ਕੇ ਇੱਥੇ ਸਾਡੇ ਫਿਰੋਜ਼ਪੁਰ ਦੇ ਸ਼ੁਰੂਆਤ ਕੀਤੀ ਹੈਗੀ ਇਸ ਤਰ੍ਹਾਂ ਦੀ। ਬਿਲਕੁਲ, ਤਾਂ ਉਹ ਜਿਹੜਾ ਉੱਥੇ ਬੈਠ ਕੇ ਡਿਸਕਸ਼ਨਾਂ ਜਾਂ ਉਹ 'ਚ ਰਿੜਕ ਕੇ ਸਮੁੰਦਰ 'ਚੋਂ ਸਾਰਾ ਕੁਛ ਆਇਆ, ਤਾਂ ਉਹ ਬੱਚੇ ਬਹੁਤ ਨੇ ਜਿਹੜੇ ਬਾਹਰੋਂ ਛੱਡ ਕੇ ਹੁਣ ਵਾਪਸ ਪੰਜਾਬ ਆ ਰਹੇ ਨੇ, ਜਾਂ ਮਨ ਬਣਾ ਲਿਆ ਜਾਂ ਪਹੁੰਚ ਵੀ ਗਏ ਨੇ, ਤੇ ਉਹਨਾਂ ਨੇ ਉਪਰਾਲੇ ਸ਼ੁਰੂ ਕਰਤੇ ਨੇ।
ਤੇ ਉਹ ਪਰਸਨੈਲਿਟੀਆਂ ਆਪਣੇ ਨਾਲ ਜਿਵੇਂ ਜਿਵੇਂ ਉਹ ਆਪਾਂ ਰੂਬਰੂ ਕਰਾਵਾਂਗੇ ਤੇ ਆਪਣੀ ਟੀਮ ਬਹੁਤ ਸੋਹਣੀ ਬਣੂਗੀ। ਤਾਂ ਫਿਰ ਉਹ ਜਿਵੇਂ ਜਿਵੇਂ ਟੀਮ ਬਣੂਗੀ ਉਹ ਗਾਈਡ ਵੀ ਕਰੂਗੀ। ਤੋ ਆਪਣੀ ਜਿਹੜੀਆਂ ਜੋ ਸੋਚਾਂ ਹੈਗੀਆਂ ਜਾਂ ਆਪਣੇ ਅੰਦਰ ਦਿਲ ਦੇ ਵਿੱਚ ਖੁਆਇਸ਼ਾਂ ਵੀ ਇਸ ਤਰ੍ਹਾਂ ਹੋਣਾ ਚਾਹੀਦਾ ਹੈ, ਉਹ ਚੀਜ਼ ਫਿਰ ਪ੍ਰੈਜੈਂਟੇਸ਼ਨਾਂ ਦੇ ਰੂਪ ਵਿੱਚ ਅਸੀਂ ਫੀਡਬੈਕ ਦੇ ਰੂਪ 'ਚ ਜਿੱਥੇ ਸਰਕਾਰ ਨੂੰ ਦੇਵਾਂਗੇ, ਉੱਥੇ ਲੋਕਾਂ ਨੂੰ ਵੀ ਇੱਕ ਐਜੂਕੇਸ਼ਨ ਦਾ ਆਊਟਲੈਟ ਮਿਲੂਗੀ ਵੀ ਅਸੀਂ ਜੋ ਵੀ ਉਹ ਚੀਜ਼ ਆ ਉਹ ਆਪਣੀ ਸਾਈਟ ਤੋਂ ਦੇਖ ਸਕਦੇ ਆ। ਮਿਸ਼ਨ ਗ੍ਰਾਮ ਸਭਾ ਜਿਹੜਾ ਹੈਗਾ .com ਤੇ ਉੱਤੋਂ ਸਰਚ ਕਰਕੇ ਉਹ ਜਿਵੇਂ ਆਪਾਂ ਇੱਕ ਫਰੇਮਵਰਕ ਬਣਾਤਾ ਵੀ ਸਾਡੇ ਲਈ ਕੀ ਕੀ ਜ਼ਰੂਰੀ ਹੈ, ਤੇ ਉਹਦੇ ਵਿੱਚ ਜਿਹੜਾ ਜਿਹੜਾ ਟੌਪਿਕ ਇੱਕ ਪੇਜ ਅਸੀਂ ਦੇ ਦੇਣਾ ਵੀ ਕਿਹੜਾ ਮਰਜ਼ੀ ਪੰਜਾਬ ਦਾ ਬੱਚਾ ਉਹਨੂੰ ਮੋਬਾਈਲ ਨੂੰ ਕਲਿੱਕ ਕਰੇ ਤੇ ਉਹਦੇ ਤੋਂ ਜਿਹੜੀ ਇਨਫੋਰਮੇਸ਼ਨ ਚਾਹੀਦੀ, ਚਾਹੇ ਉਹ ਐਜੂਕੇਸ਼ਨ ਆ, ਸਪੋਰਟਸ ਆ, ਗ੍ਰਾਮ ਸਭਾ ਹੈ ਜਾਂ ਆਪਣਾ ਕੋਆਪਰੇਟਿਵ ਆ ਗਈ ਜਾਂ ਗੇਮਾਂ ਨਾਲ ਜਾਂ ਲਹਿਦਾ ਕੋਈ ਨਾ ਕੋਈ ਹੋਰ ਹੈਗਾ ਜਿਹੜਾ ਉਹਨਾਂ ਨੂੰ ਜ਼ਰੂਰੀ ਆਪਾਂ ਨੂੰ ਕਿਸੇ ਐਂਗਲ ਤੋਂ ਉਹਨੂੰ ਜ਼ਰੂਰਤ ਪੈਂਦੀ ਹੈ, ਤਾਂ ਉਹ ਸਾਰਾ ਉਹਦੇ ਤੇ ਆਪਾਂ ਇਕੱਠਾ ਕਰਾਂਗੇ, ਇੱਕ ਤਰ੍ਹਾਂ ਦਾ ਬੈਂਕ ਬਣਾ ਦਿਆਂਗੇ ਜਾਣਕਾਰੀ ਵਾਲਾ। ਤਾਂ ਉਹਦੇ ਵਿੱਚ ਫਿਰ ਜਿਵੇਂ ਜਿਵੇਂ ਟੀਮ ਜਾਊਗੀ ਉਹਦੇ ਵਿੱਚ ਸੌਖਾ ਵੀ ਹੋ ਜਾਊਗਾ, ਪਲੱਸ ਉਹਦੇ ਵਿੱਚ ਕੁਝ ਆਪਣੇ ਵਰਗੇ ਹੀ ਸਾਥੀ ਹੋਣਗੇ ਜਿਹੜੇ ਉਹਨਾਂ ਦੇ ਕੁਐਸਚਨ ਦਾ ਜਵਾਬ ਦੇਣ ਵਾਲੇ ਜਾਂ ਉਹਨਾਂ ਦੀ ਬਾਂਹ ਫਕੜਨ ਵਾਲੇ ਵੀ ਹੋਣਗੇ। ਜਦੋਂ ਕਮੈਂਟ ਆਊਗਾ ਅਸੀਂ ਉਹਦਾ ਸਵਾਗਤ ਕਰਾਂਗੇ, ਜਵਾਬ ਦੇਵਾਂਗੇ। ਤਾਂ ਇਸ ਤਰ੍ਹਾਂ ਜਿਹੜਾ ਹੈਗਾ ਇਹ ਆਪਾਂ ਅੱਜ ਸਾਡਾ ਪਹਿਲਾ ਇਨੈਗੋਰੇਸ਼ਨ ਸੀ, ਫਿਰ ਉਹਦੇ ਤੇ ਮਿਸ਼ਨ ਗ੍ਰਾਮ ਸਭਾ ਤੇ ਸਪੈਸ਼ਲੀ ਇੱਕ ਐਪੀਸੋਡ ਸੀ ਪਿਛਲੀ ਵਾਰ ਜਿਹੜਾ ਅਸੀਂ ਕੀਤਾ ਸੀ। ਤਾਂ ਹੁਣ ਜਿਹੜਾ ਹੈਗਾ ਕੋਆਪਰੇਟਿਵ ਫਾਰਮਿੰਗ ਦਾ ਜਿਹੜਾ ਸੀਗਾ ਅੱਜ ਤੋਂ ਸ਼ੁਰੂ ਹੋਇਆ ਹੈਗਾ ਟੌਪਿਕ, ਤਾਂ ਇਹ ਅਸੀਂ ਕੰਟੀਨਿਊ ਰੱਖਾਂਗੇ ਉਦੋਂ ਤੱਕ ਜਦੋਂ ਤੱਕ ਆਪਣੀਆਂ ਸਾਰਾ ਇਹ ਨਿਰਣਿਆਂ ਦੇ ਵਿੱਚ ਥੋੜਾ ਜਿਹਾ ਸਪਸ਼ਟਤਾ ਜਾਂ ਉਹਨੂੰ ਸਮਝ ਕੇ ਉਹਦੇ ਹੱਲ ਨਹੀਂ ਹੋ ਜਾਂਦੇ। ਤਾਂ ਮੇਰੇ ਖਿਆਲ ਹੁਣ ਸਮਾਪਤੀ ਕਰ ਦੇਣੀ ਚਾਹੀਦੀ ਰਮਨ ਜੀ। ਸਮਾਪਤੀ ਕਰ ਦੇਣੀ ਜੀ, ਬਿਲਕੁਲ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ। ਅਗਲੇ ਸੰਡੇ ਆਪਾਂ ਸਵੇਰੇ 7 ਵਜੇ ਜਿਹੜਾ ਹੈਗਾ ਇਸੇ ਟੌਪਿਕ ਨੂੰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਸਾਰਿਆਂ ਦਾ ਸਾਡਾ ਫੇਸਬੁੱਕ ਪੇਜ ਤੁਸੀਂ ਉੱਥੇ ਜਾ ਕੇ ਸਬਸਕ੍ਰਾਈਬ ਕਰ ਲਓ, ਮਿਸ਼ਨ ਗ੍ਰਾਮ ਸਭਾ। ਸਾਡੀ ਵੈਬਸਾਈਟ ਹੈ mishangramsabha.com ਤੇ ਪਲੀਜ਼ ਉੱਥੇ ਆ ਕੇ ਤੁਸੀਂ ਵੈਬਸਾਈਟ ਤੋਂ ਸਾਡਾ ਕੰਟੈਕਟ, ਸਾਡਾ ਫੇਸਬੁੱਕ ਪੇਜ ਤੁਸੀਂ ਦੇਖ ਲਓ ਤੇ ਅਸੀਂ ਆਉਣ ਵਾਲੇ ਟਾਈਮ ਤੋਂ ਤੁਹਾਨੂੰ ਡਿਕਲੇਅਰ ਕਰ ਦਾਂਗੇ ਕਿ ਕਦੋਂ ਸਾਡਾ ਨੈਕਸਟ ਟੌਪਿਕ ਆਏਗਾ। ਤੇ ਇਸੇ ਟੌਪਿਕ ਤੇ ਜਿਹੜਾ ਹੈਗਾ ਨੈਕਸਟ ਸੰਡੇ ਜਿਹੜਾ ਸਵੇਰੇ 7 ਵਜੇ ਆਪਾਂ ਹਾਜ਼ਰ ਹੋਵਾਂਗੇ। ਲਿੰਕ ਤੁਹਾਡੇ ਨਾਲ ਸ਼ੇਅਰ ਹੋ ਜਾਏਗਾ। ਤੇ ਬਹੁਤ ਬਹੁਤ ਧੰਨਵਾਦ। ਸਾਡਾ ਜਿਹੜਾ ਹੈਗਾ ਜੇ ਮੋਬਾਈਲ ਨੰਬਰ ਵੀ ਨੋਟ ਕਰ ਲਓ, ਕਈ ਵਾਰੀ ਹੁੰਦਾ ਆਪਾਂ ਨੂੰ ਗਰੁੱਪਾਂ ਦੇ ਵਿੱਚ ਅਪਰੋਚ ਨਹੀਂ ਹੁੰਦੀ ਗੀ, ਜਿਵੇਂ ਦਾਇਰਾ ਵੱਧਦਾ ਜਾਂਦਾ ਹੈਗਾ ਸਾਡੀ ਪਹੁੰਚ ਨਹੀਂ ਹੁੰਦੀ। ਮੇਰਾ ਨੰਬਰ ਹੈਗਾ 9878 2552 98780 25522 9878 2552 98780 25522। ਰਮਨ ਜੀ ਆਪਣਾ ਗ੍ਰਾਮ ਸਭਾ ਦਾ ਨੰਬਰ ਵੀ ਗ੍ਰਾਮ ਸਭਾ ਦਾ ਆਪ ਸਾਡੇ ਉੱਤੇ ਪਿੱਛੇ ਲਿਖਿਆ ਹੋਇਆ ਹੈ, ਉੱਥੇ ਪੇਸਟ ਵੀ ਹਾਂਜੀ ਹਾਂਜੀ ਠੀਕ ਹੈ। ਤੇ ਜਿਹੜਾ ਹੈਗਾ ਇਹਦੇ ਨਾਲ ਅਸੀਂ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਹੈਗੀ ਆ ਸਮਾਪਤੀ ਕਰਦੇ ਹਾਂ। ਬਹੁਤ ਵਧੀਆ ਸਾਨੂੰ ਜਿਹੜਾ ਹੈਗਾ ਦਰਸ਼ਕਾਂ ਤੋਂ ਤੇ ਜਿਹੜੇ ਹੈਗੇ ਆ ਸ਼ਾਮਲ ਜਿਹੜੇ ਚਿੰਤਕ ਨੇ, ਜਿਹਨੂੰ ਆਪਾਂ ਕਹਿ ਲਈਏ ਪੰਜਾਬ ਦਾ ਵਿੱਚ ਕੋਈ ਵੀ ਕਿਸੇ ਕੰਮ ਪ੍ਰਤੀ ਲਗਨ ਨਾਲ ਕੰਮ ਕਰਕੇ ਇੰਪਰੂਵਮੈਂਟ ਕਰਨਾ ਚਾਹੁੰਦੇ ਆ, ਤੇ ਉਹਨਾਂ ਵੱਲੋਂ ਇੰਨਾ ਵਧੀਆ ਰਿਸਪੌਂਸ ਆਇਆ ਵੀ 1 ਘੰਟੇ ਦਾ ਪ੍ਰੋਗਰਾਮ ਹੁਣ ਸਾਡਾ ਜਿਹੜਾ ਲਗਭਗ ਮੇਰੇ ਖਿਆਲ 2.5 ਘੰਟੇ ਹੋ ਚੁੱਕੇ ਨੇ, ਤੇ ਹਜੇ ਵੀ ਸਾਡਾ ਬੰਦ ਕਰਨ ਨੂੰ ਨਹੀਂ ਮਨ ਕਰ ਰਿਹਾ ਸੀ। ਤੇ ਇਹ ਜਿਹੜਾ ਰਮਨ ਜੀ ਨੇ ਨੰਬਰ ਵੀ ਆਪਣਾ ਚੈਟ ਬਾਕਸ ਦੇ ਵਿੱਚ ਸ਼ੇਅਰ ਕਰਤਾ ਹੈਗਾ। ਇਹ ਮਿਸ਼ਨ ਗ੍ਰਾਮ ਸਭਾ ਦਾ ਡੈਡੀਕੇਟਡ ਨੰਬਰ ਹੈਗਾ। ਇਹਦੇ ਉੱਪਰ ਆਪਾਂ ਸਿਰਫ ਇਹਦੇ ਮਿਸ਼ਨ ਗ੍ਰਾਮ ਸਭਾ ਦਾ ਹੀ WhatsApp ਤੇ Telegram ਯੂਜ਼ ਹੁੰਦਾ। ਹਾਂਜੀ, +1 484 215 3811 ਬਾਹਰਲਾ ਨੰਬਰ ਹੈਗਾ ਇਹ, +1 484 215 3811। ਧੰਨਵਾਦ ਜੀ। ਇਹਦੇ ਨਾਲ ਆਪਾਂ ਜਿਹੜਾ ਹੈਗਾ ਅੱਜ ਦਾ ਪ੍ਰੋਗਰਾਮ ਸਮਾਪਤ ਕਰਦੇ ਹਾਂ, ਤੇ ਹੁਣ ਨੈਕਸਟ ਸੰਡੇ ਜਿਹੜਾ ਹੈਗਾ ਫਿਰ ਮਿਲਾਂਗੇ। ਥੈਂਕ ਯੂ। ਧੰਨਵਾਦ ਸਾਰਿਆਂ ਨੂੰ।